ਪੰਜਾਬੀ ਵਿਭਾਗ ਦੇ ਵਿੱਚ ਦੋ ਯਾਦਗਾਰੀ ਭਾਸ਼ਣ ਅਸੀਂ ਸਥਾਪਿਤ ਕੀਤੇ ਨੇ। ਇੱਕ ਡਾਕਟਰ ਰਵਿੰਦਰ ਸਿੰਘ ਰਵੀ ਦੀ ਯਾਦ ਵਿੱਚ ਅਸੀਂ ਲੈਕਚਰ ਕਰਵਾਉਂਦੇ ਹਾਂ, ਇੱਕ ਲੈਕਚਰ ਡਾਕਟਰ ਬਲਕਾਰ ਸਿੰਘ ਹੋਰਾਂ ਦੀ ਯਾਦ ਵਿੱਚ ਕਰਵਾਉਂਦੇ ਹਾਂ। ਇਹ ਦੋਵੇਂ ਲੈਕਚਰ ਸਾਡੇ ਤੋਂ ਵਿਛੜ ਗਏ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਯਾਦ ਦੇ ਵਿੱਚ ਨੇ ਅਤੇ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਪ੍ਰਤੀ ਆਪਣੀ ਜਿਹੜੀ ਸਾਂਝਦਾਰੀ ਹੈ ਉਸ ਨੂੰ ਦੁਬਾਰਾ ਤੋਂ ਇੱਕ ਤਰ੍ਹਾਂ ਨਾਲ ਮੁੜ ਜਾਗਰਿਤ ਕਰਨਾ ਅਤੇ ਉਹਨਾਂ ਦੀ ਯਾਦ ਦੇ ਵਿੱਚ, ਕਿਉਂਕਿ ਉਹਨਾਂ ਦਾ ਕੰਮਕਾਰ ਆਪਣਾ ਅਕਾਦਮਿਕਤਾ ਦੇ ਖੇਤਰ ਦੇ ਵਿੱਚ ਨਾਮ ਸੀ। ਡਾਕਟਰ ਰਵੀ ਕੋਲ ਇੱਥੇ ਬਹੁਤ ਸਾਰੇ ਅਧਿਆਪਕ ਮੇਰੇ ਜਿਹੜੇ ਨਾਲ ਦੇ ਨੇ ਉਹ ਪੜ੍ਹੇ ਹੋਣਗੇ। ਡਾਕਟਰ ਬਲਕਾਰ ਸਿੰਘ ਦੇ ਕੋਲ ਵੀ ਕੁਝ ਵਿਦਿਆਰਥੀ ਜਿਹੜੇ ਇੱਥੇ ਬੈਠੇ ਨੇ, ਉਹਨਾਂ ਨੇ ਇਸ ਵਿਭਾਗ ਦੇ ਵਿੱਚ ਕਲਾਸਾਂ ਲਗਾਈਆਂ ਹੋਣਗੀਆਂ। ਉਹਨਾਂ ਨੂੰ ਯਾਦ ਹੋਊਗਾ ਕਿ ਇਹ ਦੋਵੇਂ ਅਧਿਆਪਕ ਉੱਚ ਅਕਾਦਮਿਕ ਮਿਆਰਾਂ ਨੂੰ ਸਮਰਪਿਤ ਅਧਿਆਪਕ ਸੀ ਅਤੇ ਦੋਹਾਂ ਨੇ ਹੀ ਬਹੁਤ ਸੰਘਰਸ਼ ਤੋਂ ਬਾਅਦ ਆਪਣੀ ਅਕਾਦਮਿਕ ਪ੍ਰਤਿਬੱਧਤਾ ਕਰਕੇ ਪੰਜਾਬੀ ਵਿਭਾਗ ਦੇ ਵਿੱਚ ਇੱਕ ਬਣਦਾ ਮੁਕਾਮ ਹਾਸਲ ਕੀਤਾ ਸੀ। ਡਾਕਟਰ ਬਲਕਾਰ ਹੋਰੀ ਬਹੁਤ ਜਲਦੀ ਸਾਡੇ ਤੋਂ ਵਿਛੜ ਗਏ। ਉਹ ਮੇਰੇ ਤੋਂ ਵੀ 2 ਸਾਲ ਜੂਨੀਅਰ ਸੀ ਪੜ੍ਹਾਈ ਦੇ ਵਿੱਚ ਅਤੇ ਇੱਕ ਹਾਦਸੇ ਦੇ ਵਿੱਚ ਸਾਡੇ ਤੋਂ ਉਹ ਵਿਛੜ ਗਏ ਸੀ, ਵਿਛੋੜਾ ਦੇ ਗਏ ਸੀ। ਉਹਨਾਂ ਦੀ ਯਾਦ ਨੂੰ ਅਸੀਂ ਤਾਜ਼ਾ ਕਰਨ ਵਾਸਤੇ ਇਹ ਲੈਕਚਰ ਕਰਵਾਉਂਦੇ ਹਾਂ। ਪੁਆਧ ਦੇ ਇੱਕ ਪਿੰਡ ਦੇ ਵਿੱਚ ਜੰਮੇ ਅਤੇ ਬਹੁਤ ਹੀ ਮਹਿਰੂਮੀ ਨੂੰ ਝੱਲਦੇ ਹੋਏ, ਸੰਘਰਸ਼ ਕਰਦੇ ਹੋਏ ਉਹ ਯੂਨੀਵਰਸਿਟੀ ਅਧਿਆਪਕ ਬਣੇ। ਪਹਿਲਾਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਖੇ ਉਹਨਾਂ ਨੇ ਪੜ੍ਹਾਇਆ ਅਤੇ ਫਿਰ ਪੰਜਾਬੀ ਵਿਭਾਗ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ ਇੱਥੇ ਆਏ ਸੀ, ਪਰ ਬਹੁਤ ਸਮਾਂ ਸਾਡੇ ਕੋਲ ਨਹੀਂ ਰਹੇ। ਜਲਦੀ ਹੀ ਹਾਦਸੇ ਦਾ ਸ਼ਿਕਾਰ ਹੋ ਕੇ ਸਾਡੇ ਤੋਂ ਵਿਛੜ ਗਏ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਭਾਸ਼ਣ ਕਰਵਾਉਂਦੇ ਹਾਂ। ਉਹਨਾਂ ਦਾ ਪਰਿਵਾਰ ਵੀ ਆਉਂਦਾ ਹੁੰਦਾ। ਇਸ ਵਾਰ ਜਸਬੀਰ ਹੋਣੀ ਇੱਕ ਤਰ੍ਹਾਂ ਪਰਿਵਾਰ ਵੱਲੋਂ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਵਿੱਚੋਂ ਪ੍ਰਤੀਨਿਧਤਾ ਕਰ ਰਹੇ ਨੇ। ਇਹਨਾਂ ਸ਼ਬਦਾਂ ਦੇ ਨਾਲ ਸਭ ਤੋਂ ਪਹਿਲਾਂ ਹੁਣ ਮੈਂ ਡਾਕਟਰ ਗੁਰਮੁਖ ਸਿੰਘ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਲੈਕਚਰ ਬਾਰੇ ਅਤੇ ਡਾਕਟਰ ਜੋਧਕਾ ਬਾਰੇ ਤੁਹਾਡੇ ਨਾਲ ਜਾਣ ਪਛਾਣ ਕਰਾਉਣਗੇ। ਬਹੁਤ ਹੀ ਸਤਿਕਾਰਯੋਗ ਸਾਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਆਰਬਿੰਦ, ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਜੀ, ਪ੍ਰੋਫੈਸਰ ਬਰਿੰਦਰਪਾਲ ਸਿੰਘ, ਪ੍ਰੋਫੈਸਰ ਰਜੇਸ਼, ਪ੍ਰੋਫੈਸਰ ਸੁਰਜੀਤ, ਮੇਰੇ ਸਾਹਮਣੇ ਬਹੁਤ ਅਹਿਮ ਸ਼ਖਸੀਅਤਾਂ ਬੈਠੀਆਂ ਨੇ। ਮੇਰੇ ਵੱਲੋਂ ਸਾਰਿਆਂ ਨੂੰ ਦਰਜਾ ਬਦਰਜਾ ਸਤਿਕਾਰ। ਸਾਡੇ ਵਿਭਾਗ ਦੇ ਵਿਦਿਆਰਥੀ, ਖੋਜਾਰਥੀ ਅਤੇ ਹੋਰਨਾਂ ਵਿਭਾਗਾਂ ਦੇ ਖੋਜਾਰਥੀ ਅਤੇ ਵਿਦਿਆਰਥੀਆਂ ਦਾ ਮੈਂ ਵਿਭਾਗ ਵੱਲੋਂ ਇਸ ਲੈਕਚਰ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦਾ। ਡਾਕਟਰ ਸੁਰਜੀਤ ਹੋਰਾਂ ਨੇ ਦੱਸੇ ਦਿੱਤਾ ਲੈਕਚਰ ਬਾਰੇ। ਡਾਕਟਰ ਬਲਕਾਰ ਇੱਕ ਚੰਗੇ ਅਧਿਆਪਕ, ਚੰਗੇ ਖੋਜੀ ਅਤੇ ਸਾਡੇ ਸਾਰਿਆਂ ਦੇ ਦੋਸਤ, ਸਭ ਤੋਂ ਵੱਡੀ ਗੱਲ ਬਹੁਤ ਚੰਗੇ ਇਨਸਾਨ ਸਨ। ਇੱਕ ਸੜਕ ਹਾਦਸੇ ਵਿੱਚ ਉਹ ਸਾਡੇ ਤੋਂ ਵਿਛੜ ਗਏ। ਉਦੋਂ ਤੋਂ ਹੀ ਅਸੀਂ ਸੋਚਿਆ ਕਿ ਕਿਵੇਂ ਨਾ ਕਿਵੇਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਵੇ ਅਤੇ ਉਸ ਬਹਾਨੇ ਨਾਲ ਅਕਾਦਮਿਕ ਸਰਗਰਮੀ ਕੀਤੀ ਜਾਵੇ। ਸਿਰਫ 43.5 ਸਾਲ ਦੀ ਉਮਰ ਸੀ ਉਹਨਾਂ ਦੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ। ਇੱਥੋਂ ਹੀ MPhil PhD ਕੀਤੀ ਅਤੇ ਫਿਰ ਬਾਹਰ ਕੁਛ ਕਾਲਜਾਂ ਦੇ ਵਿੱਚ ਅਤੇ ਫਿਰ ਰੀਜਨਲ ਸੈਂਟਰ ਜਿਹੜਾ ਪੰਜਾਬ ਯੂਨੀਵਰਸਿਟੀ ਦਾ, ਉੱਥੇ ਨੌਕਰੀ ਕੀਤੀ ਬਤੌਰ ਐਸੋਸੀਏਟ। ਫਿਰ ਪੰਜਾਬੀ ਵਿਭਾਗ ਵਿੱਚ ਆਏ, ਪਰ ਬਹੁਤ ਥੋੜ੍ਹਾ ਸਮਾਂ ਉਹ ਵਿਭਾਗ ਵਿੱਚ ਗੁਜ਼ਾਰ ਸਕੇ, ਤਕਰੀਬਨ ਸਾਲ ਕੁ ਦਾ ਸਮਾਂ। ਅਤੇ ਉਹਨਾਂ ਦਾ ਇਹ ਸੁਪਨਾ ਸੀ ਕਿ ਮੈਂ ਪੰਜਾਬੀ ਡਿਪਾਰਟਮੈਂਟ ਚਲਿਆ ਜਾਵਾਂ, ਕਿ ਜੇ ਮੇਰੀ ਕੋਈ ਅਸਲੀ ਥਾਂ ਜਿੱਥੇ ਮੈਨੂੰ ਜਾਣਾ ਚਾਹੀਦਾ ਉਹ ਪੰਜਾਬੀ ਵਿਭਾਗ ਆ। ਉਹ ਆ ਤਾਂ ਗਏ ਪਰ ਬਹੁਤ ਲੰਮਾ ਸਮਾਂ ਇੱਥੇ ਰਹਿ ਨਾ ਸਕੇ। ਅਤੇ ਉਹਨਾਂ ਦੀ ਜਿਹੜੀ ਵਿਸ਼ੇਸ਼ਤਾ ਦਾ ਖੇਤਰ ਸੀ ਉਹ ਗਲਪ ਸੀ, ਡਾਇਸਪੋਰਾ ਸੀ। ਡਾਇਸਪੋਰਾ ਸਟੱਡੀਜ਼ ਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਆਰਟੀਕਲ ਲਿਖੇ, ਰਿਸਰਚ ਪੇਪਰ ਲਿਖੇ। ਇਸ ਤੋਂ ਬਿਨਾਂ ਜਿਹੜੀ ਸਿਧਾਂਤਕਾਰੀ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉਹਨਾਂ ਦੀਆਂ 6 ਪੁਸਤਕਾਂ ਜਦੋਂ ਸਾਡੇ ਤੋਂ ਵਿਦਾ ਹੋਏ ਅਤੇ 6 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਸੀ। 3 ਸੰਪਾਦਿਤ ਸੀ ਅਤੇ 3 ਮੌਲਿਕ ਪੁਸਤਕਾਂ ਸੀ। ਡਾਇਸਪੋਰਾ ਅਤੇ ਪੰਜਾਬੀ ਬਿਰਤਾਂਤ, ਸੋਹਣ ਸਿੰਘ ਸੀਤਲ ਦੇ ਨਾਵਲਾਂ ਦਾ ਨਾਵਲੀ ਅਵਚੇਤਨ, ਇਹ ਉਹਨਾਂ ਦੀਆਂ ਬਹੁਤ ਚਰਚਿਤ ਕਿਤਾਬਾਂ ਨੇ। ਜਿਹੜੀ ਆਉਣ ਵਾਲੀ ਕਿਤਾਬ ਸੀ ਪੰਜਾਬੀ ਕਹਾਣੀ ਦਾ ਸਮਕਾਲ ਅਤੇ ਭਵਿੱਖ, ਉਹ ਉਹਨਾਂ ਦੇ ਆਰਟੀਕਲਾਂ ਦਾ ਸੰਗ੍ਰਹਿ, ਉਹ ਹਾਲੇ ਤੱਕ ਆ ਨਹੀਂ ਸਕੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਰਟੀਕਲ ਲੱਭ ਕੇ ਕਿਤਾਬ ਦੇ ਰੂਪ ਦੇ ਵਿੱਚ ਛਪਵਾ ਦਈਏ। ਅਤੇ ਉਹ ਬਹੁਤ ਸਧਾਰਨ ਪਰਿਵਾਰ 'ਚ ਉੱਠੇ ਅਤੇ ਬਹੁਤ ਮਿਹਨਤ ਨਾਲ, ਇਮਾਨਦਾਰੀ ਨਾਲ ਆਪਣਾ ਕੰਮ ਕੀਤਾ। ਇਸ ਕਰਕੇ ਉਹਨਾਂ ਨੂੰ ਯਾਦ ਕਰਨਾ ਇਸ ਕਰਕੇ ਮਹੱਤਵਪੂਰਨ ਆ ਕਿ ਤੁਸੀਂ, ਤੁਹਾਡੇ ਮਨ 'ਚ ਜਦੋਂ ਇਹ ਗੱਲ ਆ ਜਾਂਦੀ ਹੈ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਚੰਗੀਆਂ ਚੀਜ਼ਾਂ ਨਹੀਂ ਪ੍ਰਾਪਤ ਕੀਤੀਆਂ, ਤੁਹਾਨੂੰ ਹੋਰ ਬਹੁਤ ਕੁਝ ਚਾਹੀਦਾ। ਅਤੇ ਡਾਕਟਰ ਬਲਕਾਰ ਉਸ ਗੱਲ ਦੇ ਗਵਾਹ ਨੇ ਕਿ ਤੁਸੀਂ ਆਪਣੀ ਮਿਹਨਤ ਨਾਲ, ਲਿਆਕਤ ਨਾਲ, ਇਮਾਨਦਾਰੀ ਨਾਲ, ਸਾਊ ਪੁਣੇ ਨਾਲ ਆਪਣੀ ਥਾਂ ਬਣਾ ਸਕਦੇ ਹੋ। ਅਤੇ ਅੱਜ ਇਸ ਵਕਤ ਉਹਨਾਂ ਨੂੰ ਯਾਦ ਕਰਨਾ
ਇੱਕ ਬਹੁਤ ਹੀ ਸ਼ੁਭ ਕਰਮ ਆ ਤੇ ਅਸੀਂ ਇਸ ਗੱਲ ਦੇ ਵਿੱਚ ਬਹੁਤ ਥੋੜ੍ਹੇ ਦੁਖੀ ਵੀ ਹਾਂ, ਪਰ ਬਹੁਤ ਚੰਗਾ ਵੀ ਮਹਿਸੂਸ ਕਰ ਰਹੇ ਹਾਂ। ਸੋ ਉਹਨਾਂ ਨੂੰ ਯਾਦ ਕਰਦੇ ਹਾਂ। ਮੈਂ ਅੱਗੇ ਵਧਦਾ। ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ, ਤੁਸੀਂ ਉਹਨਾਂ ਦਾ ਨਾਂ ਸੁਣਿਆ ਹੋਣਾ। ਜਿਹੜਾ ਵੀ ਵਿਅਕਤੀ ਜਾਂ ਖੋਜਾਰਥੀ ਸਮਾਜ ਵਿਗਿਆਨ 'ਚ ਕੰਮ ਕਰਦਾ, ਸੱਭਿਆਚਾਰ 'ਚ ਕੰਮ ਕਰ ਰਿਹਾ, ਸਾਹਿਤ ਦੇ ਵਿੱਚ, ਅਰਥ ਸ਼ਾਸਤਰ 'ਚ ਜਾਂ ਰਾਜਨੀਤੀ ਸ਼ਾਸਤਰ ਦੇ ਵਿੱਚ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਡਾਕਟਰ ਜੋਧਕਾ ਦਾ ਨਾਂ ਸੁਣਿਆ ਹੁੰਦਾ, ਪੜ੍ਹਿਆ ਹੁੰਦਾ। ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਾਂ ਨਹੀਂ ਹੈਗਾ ਜਿਹੜਾ ਕੋਈ ਇਹਨਾਂ ਖੇਤਰਾਂ 'ਚ ਕੰਮ ਕਰਦਾ ਹੋਵੇ ਤੇ ਇਸ ਨਾਂ ਤੋਂ ਨਾ ਵਾਕਿਫ ਹੋਵੇ। ਸੋ ਇੱਕ ਬੌਧਿਕ ਹਲਕਿਆਂ ਦੇ ਵਿੱਚ ਇੱਕ ਡਾਢਾ ਸਤਿਕਾਰ ਵਾਲਾ ਨਾਂ। ਪ੍ਰੋਫੈਸਰ ਜੋਧਕਾ ਨੇ ਭਾਰਤੀ ਸਮਾਜ ਵਿੱਚ ਜਾਤ ਪਾਤ ਦੀ ਬਣਤਰ ਅਤੇ ਇਸ ਦੀ ਗਤੀਸ਼ੀਲਤਾ ਤੇ ਲਗਾਤਾਰ ਮੌਜੂਦਗੀ ਨੂੰ ਸਮਝਣ ਦੇ ਮਾਮਲੇ ਵਿੱਚ ਬਹੁਤ ਉੱਚ ਪਾਏ ਦਾ ਖੋਜ ਕਾਰਜ ਕੀਤਾ। ਉਹਨਾਂ ਦੀ ਖੋਜ ਪ੍ਰਚਲਿਤ ਅਤੇ ਤੈਅਸ਼ੁਦਾ ਧਾਰਨਾਵਾਂ ਨੂੰ ਤੱਥਾਂ ਰਾਹੀਂ ਮੁਲੰਕਤ ਕਰਦੀ ਹੈ, ਨਵੀਆਂ ਅੰਤਰਦ੍ਰਿਸ਼ਟੀਆਂ ਪ੍ਰਦਾਨ ਕਰਦੀ ਹੈ। ਇਤਿਹਾਸ ਅਤੇ ਸਮਕਾਲ ਦੇ ਸੰਵਾਦੀ ਰੂਪ ਵਿੱਚੋਂ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਉਹ ਕਰਦੇ ਆ ਰਹੇ ਨੇ। ਭਾਰਤੀ ਜਾਤ ਤੰਤਰ, ਖੇਤੀਬਾੜੀ ਬਦਲਾਵ, ਸਮਕਾਲੀ ਪੇਂਡੂ ਭਾਰਤ ਅਤੇ ਕੌਮੀ ਪਛਾਣਾਂ ਦਾ ਰਾਜਨੀਤਿਕ ਸਮਾਜ ਸ਼ਾਸਤਰ ਉਹਨਾਂ ਦੀ ਖੋਜ ਸਰਗਰਮੀ ਦੇ ਕੇਂਦਰੀ ਵਿਸ਼ੇ ਨੇ। ਸਮਾਜਿਕ ਅਸਮਾਨਤਾਵਾਂ ਦੇ ਬੇਹੱਦ ਜਟਲ ਤੰਤਰ ਬਾਰੇ ਉਹਨਾਂ ਦਾ ਕੰਮ ਮਿਸਾਲੀ ਹੈ। ਖੇਤੀਬਾੜੀ, ਜ਼ਮੀਨ, ਪਿੰਡ ਅਤੇ ਸ਼ਹਿਰ ਬਾਰੇ ਜਦੋਂ ਉਹ ਗੱਲ ਕਰਦੇ ਨੇ ਤਾਂ ਉਹ ਇਹਨਾਂ ਵਰਤਾਰਿਆਂ ਨੂੰ ਕੇਵਲ ਪੂੰਜੀ ਪ੍ਰਬੰਧ ਦੁਆਲੇ ਕੇਂਦਰਿਤ ਨਹੀਂ ਕਰਦੇ, ਸਗੋਂ ਇਸ ਨੂੰ ਇੱਕ ਪੂਰੀ ਜੀਵਨ ਵਿਉਂਤ ਵਜੋਂ ਪਰਿਭਾਸ਼ਿਤ ਕਰਦੇ ਨੇ, ਤਸੱਵਰ ਕਰਦੇ ਨੇ। ਉਹਨਾਂ ਦੀਆਂ ਹੁਣ ਤੱਕ 18 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ, ਕੁਝ ਉਹਦੇ ਵਿੱਚੋਂ ਸੰਪਾਦਿਤ ਨੇ ਤੇ ਇਸ ਤੋਂ ਬਿਨਾਂ 100 ਤੋਂ ਵਧੇਰੇ ਖੋਜ ਪੱਤਰ ਅਲੱਗ-ਅਲੱਗ ਜਗ੍ਹਾ ਤੇ ਛਪੇ ਨੇ। ਮੈਂ ਸਿਰਫ ਕੁਝ ਕਿਤਾਬਾਂ ਦਾ ਨਾਮ ਤੁਹਾਡੇ ਨਾਲ ਸਾਂਝਾ ਕਰੂੰਗਾ, ਜਿਵੇਂ ਅਗਰੇਰੀਅਨ ਚੇਂਜ ਇਨ ਇੰਡੀਆ, ਇੰਡੀਆਜ਼ ਵਿਲੇजेस ਇਨ ਦਾ 21st ਸੈਂਚੁਰੀ, ਮੈਪਿੰਗ ਦਾ ਐਲੀਟ, ਪਾਵਰ, ਪ੍ਰਿਵਿਲੇਜ ਐਂਡ ਇਨਇਕੁਐਲਿਟੀ, ਅ ਹੈਂਡਬੁੱਕ ਆਫ ਰੂਰਲ ਇੰਡੀਆ। ਇਹ ਕੁਝ ਕਿਤਾਬਾਂ ਨੇ, ਉਹਨਾਂ ਦੀ ਹੋਰ ਬਹੁਤ ਸਾਰੀ ਲੰਮੀ ਲਿਸਟਾਂ ਮੈਂ ਛੱਡ ਦਿੰਦਾ। ਪ੍ਰੋਫੈਸਰ ਜੋਧਕਾ ਰੂਟਲੇਜ ਦੀ ਬਹੁਤ ਹੀ ਖਾਸ ਕਿਤਾਬ ਲੜੀ ਧਰਮ ਅਤੇ ਨਾਗਰਿਕਤਾ ਦੇ ਸੰਪਾਦਕ ਅਤੇ ਆਕਸਫੋਰਡ ਦੀ ਕਿਤਾਬ ਲੜੀ ਭਾਰਤੀ ਕੁਲੀਨ ਵਰਗ ਦੀ ਪੜਚੋਲ ਦੇ ਸਹਿ ਸੰਪਾਦਕ ਵੀ ਹਨ। ਉਹਨਾਂ ਨੂੰ ਵਕਾਰੀ ਸਮਾਜ ਵਿਗਿਆਨੀ ਵਜੋਂ ICSSR ਅਮਰਤਿਆ ਸੇਨ ਸਨਮਾਨ ਵੀ 2012 ਦੇ ਵਿੱਚ ਪ੍ਰਾਪਤ ਹੋਇਆ ਸੀ। ਪ੍ਰੋਫੈਸਰ ਜੋਧਕਾ ਦੀ ਪ੍ਰਤੀਬੱਧਤਾ ਗਿਆਨ ਸਿਰਜਣਾ ਨਾਲ ਹੈ, ਖੋਜ ਨਾਲ ਹੈ। ਜਿਹੜੀ ਗੱਲ ਉਹ ਖੋਜ ਅਤੇ ਚਿੰਤਨ ਉਪਰੰਤ ਸੋਚਦੇ ਹਨ, ਇਹ ਖਾਸ ਗੱਲ ਆ ਕਿ ਜਿਹੜੀ ਗੱਲ ਉਹ ਲੱਗਦਾ ਕਿ ਠੀਕ ਆ, ਫਿਰ ਉਹ ਇਸ ਗੱਲ ਤੋਂ ਨਹੀਂ ਝਿਜਕਦੇ ਕਿ ਕਿਸੇ ਨੂੰ ਕਿਸ ਤਰ੍ਹਾਂ ਲੱਗੂਗੀ, ਤੇ ਫਿਰ ਉਹ ਗੱਲ ਨੂੰ ਪੂਰੇ ਦਾਅਵੇ ਨਾਲ ਕਹਿੰਦੇ ਨੇ। ਤੇ ਇਹ ਇਸ ਤਰ੍ਹਾਂ ਵਾਪਰਨਾ ਅੱਜ ਕੱਲ੍ਹ ਬਹੁਤ ਘਟ ਰਿਹਾ। ਇਸ ਦਾ ਕਾਰਨ ਇਹ ਵੀ ਹੈ ਕਿ ਜਿਹੜੀ ਤਾਕਤ ਆਉਂਦੀ ਹੈ ਬੋਲਣ ਦੀ, ਉਹ ਕਿ ਉਹਨਾਂ ਦੀ ਜਿਹੜੀ ਖੋਜ ਆ ਉਹ ਤੱਥਮੂਲਕ ਹੁੰਦੀ ਆ, ਪ੍ਰਮਾਣਿਕ ਹੁੰਦੀ ਆ, ਇਸ ਕਰਕੇ ਉਹ ਪ੍ਰਭਾਵਸ਼ਾਲੀ ਵੀ ਹੁੰਦੀ ਆ। ਪ੍ਰੋਫੈਸਰ ਜੋਧਕਾ ਨੂੰ ਪਿਛਲੇ ਦਿਨੀ ਪੜ੍ਹਦਿਆਂ ਸੁਣਦਿਆਂ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਅਸੀਂ ਅਕਸਰ ਕਿਸੇ ਇੱਕ ਜਾਂ ਦੂਜੇ ਕਾਰਨ ਜਾਂ ਮਤਲਬ ਕਰਕੇ ਆਪਣੇ ਬਾਰੇ, ਆਪਣੇ ਸਮਾਜ ਬਾਰੇ, ਆਪਣੇ ਸੱਭਿਆਚਾਰ ਬਾਰੇ ਕੁਝ ਧਾਰਨਾਵਾਂ ਬਣਾ ਲੈਂਦੇ ਹਾਂ, ਬਿਨਾਂ ਇਸ ਗੱਲ ਦੀ ਪੜਤਾਲ ਕੀਤਿਆਂ ਕਿ ਉਹ ਜ਼ਮੀਨੀ ਹਕੀਕਤ 'ਤੇ ਠੀਕ ਉਤਰਦੀਆਂ ਨੇ ਜਾਂ ਨਹੀਂ। ਇਹ ਧਾਰਨਾਵਾਂ ਖੁਸ਼ਨੁਮਾ ਹੋ ਸਕਦੀਆਂ ਨੇ ਜਾਂ ਦੁੱਖਨੁਮਾ ਹੋ ਸਕਦੀਆਂ ਨੇ, ਪਰ ਜੇ ਤੱਥਾਂ 'ਤੇ ਆਧਾਰਿਤ ਜਾਂ ਜ਼ਮੀਨੀ ਯਥਾਰਥ ਦੇ ਉੱਪਰ ਆਧਾਰਿਤ ਨਹੀਂ ਹੈਗੀਆਂ ਤਾਂ ਫਿਰ ਖਤਰਨਾਕ ਵੀ ਹੋ ਸਕਦੀਆਂ ਨੇ। ਪ੍ਰੋਫੈਸਰ ਜੋਧਕਾ ਦੀ ਖੋਜ ਵਰਤਾਰਿਆਂ ਬਾਰੇ ਖੋਜ ਦੀ ਮਹੱਤਤਾ ਨੂੰ ਉਜਾਗਰ ਕਰਦੀ ਆ। ਸਾਡੇ ਪੰਜਾਬੀਆਂ ਲਈ, ਸਾਡੇ ਇਹ ਵਿਦਿਆਰਥੀ ਜਿਹੜੇ ਬੈਠੇ ਆ, ਅਸੀਂ ਲੋਕ ਬੈਠੇ ਆ, ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ। ਤੇ ਇਹ ਗੱਲ ਉਂਝ ਵੀ ਚੰਗੀ ਲੱਗਦੀ ਆ ਕਿ ਪ੍ਰੋਫੈਸਰ ਜੋਧਕਾ ਸੋ ਪ੍ਰਸਿੱਧ ਚਿੰਤਕਾਂ ਦੀ ਉਸ ਪੀੜ੍ਹੀ ਨਾਲ ਸੰਬੰਧ ਰੱਖਦੇ ਨੇ ਜਿਹੜੇ ਬਹੁਤ ਹੀ ਸਹਿਜਤਾ ਨਾਲ ਪੰਜਾਬੀ ਜ਼ੁਬਾਨ ਵਿੱਚ ਖੋਜ ਚਿੰਤਨ ਦੀਆਂ ਗਹਿਰੀਆਂ ਗੱਲਾਂ ਕਰ ਲੈਂਦੇ ਨੇ। ਸਮਾਜ ਵਿਗਿਆਨ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜਾਣੇ ਅਤੇ ਸਤਿਕਾਰੇ ਜਾਂਦੇ ਇਸ ਚਿੰਤਕ ਦਾ ਮੈਂ ਆਪਣੇ ਵਿਭਾਗ ਵੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿੱਘਾ ਸਵਾਗਤ ਕਰਦਾ। ਉਮੀਦ ਕਰਦਾ ਕਿ ਜਿਹੜੇ ਆਉਣ ਵਾਲੇ ਕੁਝ ਪਲ ਹੋਣਗੇ ਉਹ ਪਲ ਸਮਕਾਲੀ ਸਮਾਜ, ਖਾਸ ਤੌਰ 'ਤੇ ਪਿੰਡ ਅਤੇ ਸ਼ਹਿਰ ਬਾਬਤ ਸਾਡੀ ਸਮਝ ਨੂੰ ਨਵਿਆਉਣ ਵਿੱਚ ਭੂਮਿਕਾ ਅਦਾ ਕਰਨਗੇ। ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫੇਰ ਬਹੁਤ ਬਹੁਤ ਤੁਹਾਡਾ ਸਵਾਗਤ ਅਤੇ ਸ਼ੁਕਰੀਆ। ਤੁਸੀਂ ਸ਼ੁਕਰੀਆ ਜੀ। ਪੰਜਾਬੀ ਵਿਭਾਗ ਦੀ ਸਥਾਪਨਾ ਜਦੋਂ ਹੋਈ ਹੈ ਤਾਂ ਇਹ ਮੁੱਖ ਤੌਰ 'ਤੇ ਸ਼ਾਬਦਿਕ ਸੋਹਜਮਈ ਪ੍ਰਗਟਾਵਿਆਂ ਦੇ ਅਧਿਐਨ ਦਾ ਅਤੇ ਅਧਿਆਪਨ ਦਾ ਵਿਭਾਗ ਸੀ। ਪਰ ਇੱਥੋਂ ਜਿਹੜਾ ਕੋਰਸ ਚੱਲਦਾ ਸੀ ਬੀ ਆਨਰ ਸਕੂਲ, ਉਹਦੇ ਵਿੱਚ ਹੀ ਇਹ ਲੋੜ ਮਹਿਸੂਸ ਕੀਤੀ ਗਈ ਕਿ ਸਾਹਿਤ ਦੇ ਵਿਦਿਆਰਥੀਆਂ ਨੂੰ ਹੋਰ ਗਿਆਨ ਅਨੁਸ਼ਾਸਨਾਂ ਨਾਲ, ਵਿਸ਼ੇਸ਼ ਕਰਕੇ ਸਮਾਜ ਵਿਗਿਆਨ ਨਾਲ, ਅਰਥ ਸ਼ਾਸਤਰ ਨਾਲ, ਸੱਭਿਆਚਾਰ ਨਾਲ
ਇਤਿਹਾਸ ਨਾਲ ਤੇ ਰਾਜਨੀਤੀ ਵਿਗਿਆਨ ਨਾਲ ਵੀ ਜੋੜਨਾ ਚਾਹੀਦਾ ਤੇ ਉਹਨਾਂ ਦੀਆਂ ਮੁੱਢਲੀਆਂ ਧਾਰਨਾਵਾਂ ਲਾਜ਼ਮੀ ਤੌਰ ਤੇ ਪੰਜਾਬੀ ਦੇ ਵਿਦਿਆਰਥੀਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਉਹ ਵਿਸ਼ੇ ਇੰਟਰੋਡਿਊਸ ਕੀਤੇ ਗਏ। ਹੌਲੀ ਹੌਲੀ ਜਿਵੇਂ ਜਿਵੇਂ ਪੰਜਾਬੀ ਵਿਭਾਗ ਅੱਗੇ ਵਧਿਆ ਤਾਂ ਉਸਨੇ ਹੋਰ ਖੇਤਰਾਂ ਵੱਲ ਰੁਜੂ ਕਰਨਾ ਵੀ ਸ਼ੁਰੂ ਕੀਤਾ। ਗੈਰ ਸ਼ਾਬਦਿਕ ਸੁਹਜਾਤਮਕ ਪ੍ਰਗਟਾਵਿਆਂ ਨੂੰ ਆਪਣੇ ਅਧਿਐਨ ਤੇ ਅਧਿਆਪਨ ਦਾ ਹਿੱਸਾ ਬਣਾਇਆ। ਫਿਲਮ ਅਧਿਐਨ ਇੱਕ ਪੱਧਰ ਦੇ ਉੱਪਰ ਜਿਹਨੂੰ ਅਸੀਂ ਪਾਪੂਲਰ ਕਲਚਰ ਸਟੱਡੀ ਦਾ ਨਾਮ ਵੀ ਦਿੰਦੇ ਹਾਂ, ਉਸ ਨੂੰ ਅਸੀਂ ਸ਼ਾਮਿਲ ਕੀਤਾ ਤੇ ਸੱਭਿਆਚਾਰ ਤੇ ਲੋਕਧਾਰਾ ਦੇ ਰੂਪ ਦੇ ਵਿੱਚ ਗੈਰ ਸਾਹਿਤਕ ਤੇ ਗੈਰ ਸ਼ਾਬਦਿਕ ਜਿਹੜੀਆਂ ਬਣਤਰਾਂ ਨੇ ਸਮਾਜ ਦੀਆਂ, ਉਹਨਾਂ ਦਾ ਅਧਿਐਨ ਕਰਨ ਵੱਲ ਵੀ ਅਸੀਂ ਜਾਣਾ ਸ਼ੁਰੂ ਕੀਤਾ। ਇਸੇ ਸਿਲਸਿਲੇ ਦੇ ਵਿੱਚ ਅਸੀਂ ਜਦੋਂ ਵੀ ਕੋਈ ਲੈਕਚਰ ਉਲੀਕਦੇ ਹਾਂ ਤਾਂ ਇਹ ਸਾਰੇ ਜਿਹੜੇ ਖੇਤਰ ਨੇ, ਇਹਨਾਂ ਵਿੱਚੋਂ ਜਿੱਥੇ ਵੀ ਸਾਨੂੰ ਲੱਗੇ ਕਿ ਸਾਡੇ ਵਿਦਿਆਰਥੀਆਂ ਨੂੰ ਇਸ ਕਿਸਮ ਦੇ ਗਿਆਨ ਦੀ, ਇਸ ਕਿਸਮ ਦੀ ਇਨਪੁਟ ਦੀ ਜ਼ਰੂਰਤ ਹੈ, ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਉਸ ਤਰ੍ਹਾਂ ਦੇ ਅਧਿਆਪਕ, ਉਸ ਤਰ੍ਹਾਂ ਦੇ ਪ੍ਰੋਫੈਸਰ, ਉਸ ਤਰ੍ਹਾਂ ਦੇ ਬੁਲਾਰੇ ਸਾਡੇ ਵਿਦਿਆਰਥੀਆਂ ਦੇ ਰੂਬਰੂ ਹੋਣ। ਡਾਕਟਰ ਵਿੰਦਰ ਸਿੰਘ ਰਵੀ ਲੈਕਚਰ ਅਸੀਂ ਜਦੋਂ ਪਿਛਲੀ ਵਾਰ ਕਰਾਇਆ ਸੀ ਤਾਂ ਪੀ ਸਾਈਨਾਥ ਹੋਰੀ ਆਏ ਸੀ। ਇਸ ਵਾਰ ਅਸੀਂ ਪ੍ਰੋਫੈਸਰ ਜੋਧਕਾ ਨੂੰ ਬੇਨਤੀ ਕੀਤੀ ਹੈ ਤੇ ਅਸੀਂ ਇਹ ਵੀ ਗੱਲ ਕੀਤੀ ਇਹਨਾਂ ਨਾਲ ਕਿ ਪੰਜਾਬੀ ਵਿਭਾਗ ਇਹਨਾਂ ਨਾਲ ਰਲ ਕੇ ਕੁਝ ਸਾਂਝੇ ਕੰਮ ਵੀ ਕਰ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਹੋਰ ਵਿਭਾਗ ਵੀ ਉਸ ਜੁੜ ਸਕਦੇ ਨੇ, ਕਿਉਂਕਿ ਉਹ ਲੰਬਾ ਸਮਾਂ ਹੁਣ ਪੰਜਾਬ ਤੋਂ ਬਾਹਰ ਰਹੇ ਨੇ ਤੇ ਹੋਰ ਖੇਤਰਾਂ ਬਾਰੇ, ਪਿੰਡਾਂ ਤੇ ਸ਼ਹਿਰਾਂ ਬਾਰੇ ਉਹਨਾਂ ਦਾ ਅਧਿਐਨ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦੇ ਅਧਿਐਨ ਦੇ ਨਾਲ ਰਲ ਕੇ ਮਿਲ ਕੇ ਕੁਝ ਕੰਮ ਕਰ ਸਕਦੇ ਹੋਈਏ। ਸੱਦਾ ਦੇਣ ਤੋਂ ਪਹਿਲਾਂ ਉਹਨਾਂ ਨੂੰ ਭਾਸ਼ਣ ਲਈ ਮੈਂ ਤੁਹਾਨੂੰ ਸਭ ਨੂੰ ਇਹ ਦੱਸ ਦਿੰਦਾ ਕਿ ਇਸ ਭਾਸ਼ਣ ਤੋਂ ਬਾਅਦ ਅਸੀਂ ਇੱਕ ਅੱਧੇ ਘੰਟੇ ਦੇ ਵਾਸਤੇ ਘੱਟੋ ਘੱਟ ਵਿਚਾਰ ਚਰਚਾ ਜ਼ਰੂਰ ਕਰਾਂਗੇ। ਤੁਸੀਂ ਆਪਣੇ ਪ੍ਰਸ਼ਨ ਤੇ ਆਪਣੀਆਂ ਟਿੱਪਣੀਆਂ ਤਿਆਰ ਰੱਖੋ। ਪ੍ਰੋਫੈਸਰ ਜੋਧਕਾ ਨੂੰ ਬੇਨਤੀ ਹੈ ਕਿ ਉਹ ਮਾਈਕ ਤੇ ਆਉਣ। ਇਹ ਲੈਕਚਰ ਦਾ ਟਾਈਟਲ ਵੀ ਮੈਂ ਇਸੇ ਵਾਸਤੇ ਚੁਣਿਆ ਸੀਗਾ, ਮੇਰੀ ਕਿਤਾਬ ਆ ਰਹੀ ਹੈ ਪਿੰਡ ਤੇ, ਅੰਗਰੇਜ਼ੀ 'ਚ ਹੈਗੀ, ਚੇਂਜਿੰਗ ਫੇਸ ਆਫ ਦ ਇੰਡੀਅਨ ਵਿਲੇਜ, ਇਸ ਤਰ੍ਹਾਂ ਕਰਕੇ ਉਹਦਾ ਟਾਈਟਲ ਹੈਗਾ। ਉਹ ਇਸ ਸਾਲ ਆ ਜਾਣੀ ਅਗਸਤ 'ਚ ਸ਼ਾਇਦ। ਉਹ ਕਮਿਸ਼ਨ ਕੀਤੀ ਸੀ, ਇੱਕ ਆਲਿਫ ਪਬਲਿਸ਼ਰ ਹੈਗਾ ਦਿੱਲੀ 'ਚ, ਤੇ ਉਹ ਪਪੂਲਰ ਕਿਤਾਬ ਹੈਗੀ, ਜ਼ਿਆਦਾ ਐਕੈਡੈਮਿਕ ਨਹੀਂ ਹੈਗੀ। ਤੇ ਹੋਪਫੁਲੀ ਕੋਈ ਗੱਲ ਕਰਾਂਗੇ ਇਹਨਾਂ ਦੇ ਨਾਲ ਜੋ ਪੰਜਾਬੀ 'ਚ ਵੀ ਟਰਾਂਸਲੇਟ ਹੋ ਸਕਦੀ ਹੈ ਕਿ ਕਿਵੇਂ ਹਿੰਦੁਸਤਾਨ ਦਾ ਜਿਹੜਾ ਪਿੰਡ ਹੈਗਾ ਉਹਦੇ 'ਚ ਕਿੰਨਾ ਬਦਲਾਅ ਹੋ ਰਿਹਾ, ਉਹ ਕਿਵੇਂ ਅੱਜ ਦਾ ਜਿਹੜਾ ਪਿੰਡ ਹੈਗਾ, ਅੱਜ ਦੇ ਜਿਹੜੇ ਪਿੰਡ ਹੈਗੇ, ਕੋਈ ਇੱਕ ਪਿੰਡ ਨਹੀਂ ਹੈਗਾ, ਕਈ ਤਰ੍ਹਾਂ ਦੇ ਪਿੰਡ ਹੈਗੇ, ਕਈ ਤਰ੍ਹਾਂ ਦੇ ਪ੍ਰੋਸੈਸ ਹੈਗੇ, ਕਈ ਤਰ੍ਹਾਂ ਦੇ ਰਿਐਲਿਟੀਜ਼ ਹੈਗੀਆਂ, ਪਰ ਉਹਨਾਂ ਦੇ ਵਿੱਚ ਪੈਟਰਨ ਹੈਗੇ, ਉਹਨਾਂ ਨੂੰ ਸਟੱਡੀ ਕੀਤਾ ਜਾ ਸਕਦਾ, ਉਹਨਾਂ ਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ। ਅਤੇ ਜਦੋਂ ਅਸੀਂ ਕਲਾਸਰੂਮ ਵਿੱਚ ਗੱਲ ਕਰਦੇ ਹਾਂ ਜਾਂ ਜਦੋਂ ਲੇਖਣ ਕਰਨ ਲੱਗਦੇ ਹਾਂ ਤਾਂ ਸਾਡੀ ਇੱਕ ਧਾਰਨਾ ਹੁੰਦੀ ਹੈ, ਪਿੰਡ ਇਹ ਹੁੰਦਾ ਹੈਗਾ, ਸ਼ਹਿਰ ਇਹ ਹੁੰਦਾ ਹੈਗਾ। ਅਤੇ ਮੈਨੂੰ ਲੱਗਿਆ ਕਿ ਇੱਦਾਂ ਦੀ ਗੱਲ ਕਰਨੀ ਪਟਿਆਲੇ 'ਚ ਜਾਇਜ਼ ਹੋਏਗੀ। ਅਤੇ ਮੈਂ ਕੰਮ ਵੀ ਕਰ ਰਿਹਾ ਪਿਛਲੇ 30-35 ਸਾਲਾਂ ਤੋਂ। ਮੇਰਾ PhD ਵੀ ਐਗਰੀਰੀਅਨ ਚੇਂਜ 'ਤੇ ਸੀਗਾ, ਹਰਿਆਣਾ ਦੇ ਵਿੱਚ ਸੀਗਾ ਮੇਰਾ ਫੀਲਡ ਵਰਕ। ਉਦੋਂ ਇੱਥੇ ਮਿਲੀਟੈਂਟ ਮੂਵਮੈਂਟ ਚੱਲ ਰਿਹਾ ਸੀ ਕਿ ਮੈਨੂੰ ਸਾਰਿਆਂ ਨੇ ਡਿਸਕਰੇਜ ਕੀਤਾ, ਪੰਜਾਬ ਵਿੱਚ ਤੁਸੀਂ ਫੀਲਡ ਵਰਕ ਨਾ ਕਰੋ। ਹਾਲਾਂਕਿ ਮੈਨੂੰ ਕੋਈ ਡਰ ਨਹੀਂ ਸੀਗਾ, ਪਰ ਉਹ ਕਿਸੇ ਨੇ ਕਰਨ ਨਹੀਂ ਦਿੱਤਾ, ਤਾਂ ਇਸ ਵਾਸਤੇ ਮੈਂ ਫਿਰ ਉਹ ਕਰਨਾਲ ਡਿਸਟ੍ਰਿਕਟ ਹਰਿਆਣੇ ਜਾ ਕੇ ਕੀਤਾ ਸੀਗਾ। ਦੈਟ ਵਾਜ਼ ਇਨ ਲੇਟ 1980s। ਉਸ ਤੋਂ ਬਾਅਦ ਵੀ ਕਰਦਾ ਰਿਹਾ, ਪੰਜਾਬ ਦੀ ਵੀ ਸਟੱਡੀ ਕੀਤੀ, ਅਸੀਂ 51 ਪਿੰਡਾਂ ਦਾ ਸਰਵੇ ਕੀਤਾ ਸੀਗਾ। ਮੇਰਾ ਕਾਸਟ ਦਾ ਕੰਮ ਜਿਹੜਾ ਉਹ ਪੰਜਾਬ ਤੋਂ ਸ਼ੁਰੂ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਮੈਂ ਇੱਕ ਵਾਰੀ ਪੰਜਾਬ ਵਿੱਚ ਸਟੱਡੀ ਕੀਤੀ ਸੀ, 6 ਪਿੰਡਾਂ ਦੀ ਸਟੱਡੀ ਕੀਤੀ ਸੀਗੀ। 2 ਪਿੰਡ ਮਾਲਵੇ ਦੇ ਸੀਗੇ, 2 ਦੁਆਬੇ ਦੇ ਸੀਗੇ ਅਤੇ 1-2 ਪਿੰਡ ਹੋਰ ਸੀਗੇ। 6 ਪਿੰਡਾਂ ਦੀ ਸਟੱਡੀ ਵੀ ਕੀਤੀ ਸੀਗੀ। ਅਤੇ ਪੰਜਾਬ ਤੋਂ ਮੈਂ ਵੈਸੇ ਹੀ ਪੰਜਾਬ ਪੋਲੀਟਿਕਸ, ਪੰਜਾਬ ਕਲਚਰ ਦੇ ਵਿੱਚ ਕੁਝ ਥੋੜ੍ਹੇ ਬਹੁਤੇ ਡਾਇਨਮਿਕਸ ਪੋਸੀਕਲੀ ਤਰੀਕੇ ਦੇ ਵਿੱਚ ਕੰਟੈਕਟ ਵਿੱਚ ਰਹਿ ਕੇ ਕੋਸ਼ਿਸ਼ ਕਰੀਦਾ ਹੈ ਕਿ ਉਹਦੇ ਬਾਰੇ ਸੋਚਿਆ ਜਾਵੇ, ਉਹਦੇ ਬਾਰੇ ਲਿਖਿਆ ਜਾਵੇ, ਗੱਲਬਾਤ ਕੀਤੀ ਜਾਏ ਜਿਹੜੀ ਇਨਫੋਰਮਡ ਹੈਗੀ, ਜਿਹੜੀ ਬਿਲਕੁਲ ਉਹ ਸਿਰਫ ਕਾਈਂਡ ਆਫ ਓਪੀਨੀਅਨ ਬੇਸ ਨਹੀਂ ਹੈਗੀ। ਅਤੇ ਜਦੋਂ ਕਿਸਾਨੀ ਅੰਦੋਲਨ ਦਿੱਲੀ ਪਹੁੰਚਿਆ, ਅਸੀਂ ਦਿੱਲੀ ਸੀਗੇ, ਹਾਲਾਂਕਿ ਕੋਵਿਡ ਚੱਲ ਰਿਹਾ ਸੀਗਾ ਅਤੇ ਅਸੀਂ ਜ਼ਿਆਦਾ ਡਰੇ ਹੋਏ ਸੀਗੇ, ਮੱਧਮ ਵਰਗ ਦੇ ਲੋਕ ਜ਼ਿਆਦਾ ਡਰੇ ਹੋਏ ਸੀਗੇ ਅਤੇ ਅਸੀਂ ਘਰੋਂ ਜ਼ਿਆਦਾ ਬਾਹਰ ਨਹੀਂ ਨਿਕਲੇ, ਪਰ ਕਿਸਾਨੀ ਅੰਦੋਲਨ ਨੇ ਸਾਨੂੰ ਜਗਾਇਆ। ਅਤੇ ਜਾ ਕੇ ਫਿਰ ਸਾਰੀ ਰਾਤ ਕਈ ਵਾਰੀ ਫੇਸਬੁੱਕ 'ਤੇ ਬੈਠ ਕੇ ਅਤੇ ਉਹਨਾਂ ਦੇ ਵੀਡੀਓ ਸੁਣੀਦੇ ਸੀਗੇ। ਅੰਦੋਲਨ ਦੀ ਜਿਹੜੀ ਡਿਜੀਟਲ ਅਵੇਲੇਬਿਲਿਟੀ ਸੀਗੀ ਉਹ ਕਾਫੀ ਐਕਸੈਸ ਕੀਤੀ। ਮੈਂ ਗਿਆ ਵੀ ਉੱਥੇ 2-3 ਵਾਰੀ ਗਿਆ ਵੀ ਸਹੀ ਮੈਂ, ਅਤੇ ਮੈਂ ਪਰਚੇ ਵੀ ਲਿਖੇ, 3-4 ਪਰਚੇ ਅਖਬਾਰਾਂ 'ਚ ਵੀ ਲਿਖੇ ਸੀਗੇ ਕਿਉਂਕਿ ਲੋੜ ਸੀਗੀ ਅਖਬਾਰਾਂ 'ਚ ਅੰਗਰੇਜ਼ੀ 'ਚ ਲਿਖਿਆ। ਫਿਰ ਉਸ ਤੋਂ ਬਾਅਦ ਪੰਜਾਬੀ 'ਚ ਵੀ ਟਰਾਂਸਲੇਟ ਕਰਕੇ ਪੰਜਾਬੀ ਟ੍ਰਿਬਿਊਨ ਮੇ 3 ਪੀਸ ਛਾਪੇ ਸੀਗੇ ਮੇਰੇ। ਇੱਕ ਜਰਨਲ ਆਫ ਪੇਜ਼ੈਂਟ ਸਟੱਡੀਜ਼ ਹੁੰਦਾ, ਕਾਫੀ ਐਗਰੇਰੀਅਨ ਸਟੱਡੀਜ਼ ਦਾ ਟੌਪ ਜਰਨਲ ਮੰਨਿਆ ਜਾਂਦਾ, ਉਹਦੇ 'ਚ ਮੇਰਾ ਪੇਪਰ ਹੈਗਾ ਪੰਜਾਬ ਦੇ ਫਾਰਮਰਸ ਕਿਉਂ ਪ੍ਰੋਟੈਸਟ ਕਰ ਰਹੇ ਆ। ਉਸ ਦੇ ਕੌਨਟੈਕਸਟ ਦੇ ਵਿੱਚ ਮੇਰੀ ਆਪਣੀ ਜਿਹੜੀ ਸੋਚ ਹੈਗੀ ਸਮਾਜ ਦੇ ਬਾਰੇ, ਆਪਣਾ ਜਿਹੜਾ ਅਧਿਐਨ ਕਰ ਰਹੇ ਹਾਂ, ਉਹ ਕਾਫੀ ਬਦਲੀ। ਅਤੇ ਉਸ ਨੇ ਬਦਲੀ ਤਾਂ ਨਹੀਂ ਕਹੀ ਜਾ ਸਕਦੀ, ਪਰ ਇੱਕ ਨਵਾਂ ਤਰ੍ਹਾਂ ਦਾ ਕੌਨਫੀਡੈਂਸ ਆਇਆ ਕਿ ਜਿਹੜੀਆਂ ਚੀਜ਼ਾਂ ਸੋਚ ਰਹੇ ਸੀਗੇ ਉਹਨਾਂ ਦੇ ਵਿੱਚ ਦਮ ਹੈਗਾ। ਅਤੇ ਜਿਹੜਾ ਖਾਸ ਤੌਰ 'ਤੇ ਪੰਜਾਬੀ ਕਿਸਾਨ
ਦਿੱਲੀ ਪਹੁੰਚ ਕੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਮੂਵਮੈਂਟ ਨੂੰ ਕੰਡਕਟ ਕੀਤਾ, ਉਹ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਇੱਕ ਆਪਣੇ ਤਰ੍ਹਾਂ ਦੀ ਇੱਕ ਮਿਸਾਲ ਹੈਗੀ। ਉੱਦਾਂ ਦੀਆਂ ਮਿਸਾਲਾਂ ਮਿਲਣੀਆਂ ਸੌਖੀਆਂ ਨਹੀਂ ਹੈਗੀਆਂ, ਅਤੇ ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਸਾਡੀ ਜ਼ਿੰਮੇਵਾਰੀ ਹੈਗੀ ਕਿ ਉਸ ਚੀਜ਼ ਨੂੰ ਅਸੀਂ ਡਾਕੂਮੈਂਟ ਕਰੀਏ, ਜਿੰਨਾ ਮੈਕਸਿਮਮ ਡਾਕੂਮੈਂਟ ਕਰ ਸਕਦੇ ਹਾਂ ਉਹ ਕਰਕੇ ਉਹਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈਗੀ, ਕਿਉਂਕਿ ਉਹਦੇ ਵਿੱਚ ਸਿਰਫ ਇੱਕ ਕਿਸਾਨੀ ਅੰਦੋਲਨ ਦੀ ਗੱਲ ਨਹੀਂ ਸੀ। ਮੇਰੇ ਹਿਸਾਬ ਨਾਲ ਉਹਦੇ ਵਿੱਚ ਜਿਵੇਂ ਯੂਰਪ ਵਿੱਚ ਵੀ ਹੋ ਰਿਹਾ ਸੀਗਾ 19th ਸੈਂਚਰੀ 'ਚ, ਜਾਂ ਤੁਹਾਡਾ ਫਰੀडम ਸਟਰਗਲ ਚੱਲ ਰਿਹਾ ਸੀਗਾ, ਉਹ ਬੜਾ ਕ੍ਰੀਏਟਿਵ ਮੂਵਮੈਂਟ ਸੀਗਾ ਜਿਹਦੇ ਨਵੇਂ ਆਈਡੀਆਜ਼ ਨਿਕਲ ਕੇ ਆਏ, ਨਵੀਆਂ ਚੀਜ਼ਾਂ ਨਿਕਲ ਕੇ ਆਈਆਂ, ਅਤੇ ਉਹਨਾਂ ਨੂੰ ਕਿਵੇਂ ਸਮਝਿਆ ਜਾਏ ਇਹ ਸਾਡੀ ਜ਼ਿੰਮੇਵਾਰੀ ਹੈਗੀ। ਕਿਸੇ ਨਾ ਕਿਸੇ ਤਰੀਕੇ ਮੈਂ ਇਸ ਲੈਕਚਰ 'ਚ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਇੱਕ ਚੀਜ਼ ਜਿਹੜੀ ਮੈਨੂੰ ਇਮੀਡੀਏਟਲੀ ਸਟਰਾਈਕ ਕੀਤੀ ਉਹ ਇਹ ਸੀਗੀ ਕਿ ਦਿੱਲੀ ਦੀ ਜਿਹੜੀ ਮੇਨ ਸਟ੍ਰੀਮ ਮੀਡੀਆ ਸੀਗਾ ਉਹਨੇ, ਅਤੇ ਖਾਸ ਤੌਰ 'ਤੇ ਜਿਹੜਾ ਪੋਲੀਟੀਕਲ ਲੀਡ ਸੀਗਾ ਜਿਹੜਾ ਰੂਲਿੰਗ ਇਸਟੈਬਲਿਸ਼ਮੈਂਟ ਦਾ, ਉਹਨਾਂ ਨੇ ਬੜੇ ਖਾਸ ਤਰੀਕੇ ਦੇ ਨਾਲ ਰਿਐਕਟ ਕੀਤਾ, ਅਤੇ ਉਹ ਇੱਕ ਲੈਂਗੁਏਜ ਜਿਹੜੀ ਯੂਜ਼ ਕੀਤੀ ਉਹਨਾਂ ਨੇ ਉਹਦੇ ਬੇਸਿਕਲੀ ਕਿ ਇਹ ਤਾਂ ਜਾਹਲ ਲੋਕ ਨੇ, ਵਰਡ ਯੂਜ਼ ਕੀਤੇ ਗਏ, ਜਾਹਲ ਵਰਗੇ ਵਰਡ ਯੂਜ਼ ਕੀਤੇ ਗਏ, ਇਹ ਤਾਂ ਪੇਂਡੂ ਲੋਕ ਨੇ। ਸਾਡੇ ਮੈਨੂੰ ਯਾਦ ਹੈ ਇੱਕ ਬੜੇ ਸੀਨੀਅਰ ਇਕੋਨੋਮਿਸਟ ਹੈਗੇ, ਸਿੱਖ ਹੈਗੇ, ਉਹਨਾਂ ਨੇ ਕਿਹਾ ਜੀ ਇਹ ਤਾਂ ਮੱਝ ਦਾ ਦੁੱਧ ਪੀਂਦੇ ਆ, ਅਤੇ ਇਸ ਵਾਸਤੇ ਇਹਨਾਂ ਨੂੰ ਨਾ ਗੱਲ ਸਮਝ ਨਹੀਂ ਆ ਰਹੀ, ਗੱਲ ਤਾਂ ਇਹਨਾਂ ਦੇ ਹੱਕ ਦੀ ਹੋ ਰਹੀ ਆ, ਜਾਂ ਫਿਰ ਉਹ ਕਹਿਣਗੇ ਜੀ ਇਹ ਤਾਂ ਮਤਲਬ ਢੀਠ ਹੈਗੇ ਜਾਂ ਰਸਟਿਕ ਹੈਗੇ। ਅਤੇ ਖਾਸ ਤਰ੍ਹਾਂ ਦਾ ਇੱਕ ਮਿਡਲ ਕਲਾਸ, ਅਰਬਨ ਇਸਟੈਬਲਿਸ਼ਮੈਂਟ ਇੱਕ ਸਟੀਰੀਓਟਾਈਪ ਦੇ ਨਾਲ ਉਹਨਾਂ ਨੂੰ ਅਪਰੋਚ ਕਰ ਰਹੀ ਸੀਗੀ। ਅਤੇ ਜਦੋਂ ਤੁਸੀਂ ਫਾਰਮਰਸ ਮੂਵਮੈਂਟ ਨੂੰ ਕੋਲੋਂ ਜਾ ਕੇ ਦੇਖੋਗੇ ਜਾਂ ਕਿਸੇ ਵੀ ਲੀਡਰ ਨੂੰ ਸੁਣੋਗੇ, ਲੀਡਰ ਨੂੰ ਛੱਡੋ, ਜੇ ਇੱਕ ਐਵਰੇਜ ਫਾਰਮਰ ਨੂੰ ਸੁਣੋਗੇ, ਤੁਸੀਂ ਉਹਨਾਂ ਦੀ ਸਮਝ ਹੈਗੀ ਤੁਹਾਨੂੰ, ਤਾਂ ਤੁਹਾਨੂੰ ਇੱਕਦਮ ਕੰਟਰਾਸਟ ਦਿਖਾਈ ਦੇਗਾ। ਇੱਕ ਤਾਂ ਇਹ ਗੱਲ ਉਹ ਬੜੀ ਵੱਖਰੀ ਕਰ ਰਹੇ ਆ, ਅਤੇ ਗੱਲ ਉਹ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਸੀਗੇ ਕਿ ਜਿਹੜੇ ਟੌਪ ਲੈਵਲ ਦੇ ਐਕੈਡੈਮਿਕਸ ਹੈਗੇ ਉਹ ਵੀ ਉਸ ਤਰ੍ਹਾਂ ਆਰਟੀਕੂਲੇਟ ਨਹੀਂ ਕਰ ਸਕਣਗੇ। ਤੁਹਾਡਾ ਜਿਹੜਾ ਸਮਾਜਿਕ ਢਾਂਚਾ ਹੈਗਾ ਉਹ ਸਿਰਫ ਖੇਤੀ ਦੀ ਗੱਲ ਨਹੀਂ ਸੀ ਕਰ ਰਿਹਾ, ਉਹ ਸਾਰੀ ਦੁਨੀਆ ਦੀ ਗੱਲ ਕਰ ਰਹੇ ਸੀਗੇ, ਉਹ ਸਾਰੇ ਜਿਹੜੇ ਤੁਹਾਡਾ ਰਾਜਤੰਤਰ ਹੈਗਾ, ਆਰਥਿਕ ਤੰਤਰ ਹੈ, ਉਹਦੀ ਗੱਲ ਕਰ ਰਹੇ ਸੀਗੇ। ਅਤੇ ਉੱਥੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਪ੍ਰੋਟੈਸਟ ਦਾ ਕੀ ਕਹਿੰਦੇ ਉਸ ਨੂੰ, ਉਹ ਜਿਹੜੀ ਸਟਰਕਚਰ ਬਣਾਇਆ ਉੱਥੇ, ਉਹਨਾਂ ਨੂੰ ਮੈਂ ਆਪਣੇ ਆਰਟੀਕਲ ਦੇ ਵਿੱਚ ਯੂਜ਼ ਕੀਤਾ ਸੀਗਾ ਵਰਡ ਟਾਊਨਸ਼ਿਪਸ ਆਫ ਪ੍ਰੋਟੈਸਟਸ। ਉਹ ਇੱਕ ਸ਼ਹਿਰ ਵਸਾਏ ਉਹਨਾਂ ਨੇ, ਛੋਟੇ ਸ਼ਹਿਰ ਵਸਾਏ ਉੱਥੇ, ਉਹ ਭਾਵੇਂ ਸਿੰਘੂ ਬਾਰਡਰ 'ਤੇ ਸੀਗਾ ਜਾਂ ਟਿਕਰੀ ਸੀਗਾ ਜਾਂ ਬਾਕੀ ਜਗ੍ਹਾ 'ਤੇ। ਉੱਥੋਂ ਦਾ ਜਿਹੜਾ ਮਾਹੌਲ ਸੀਗਾ ਉਹ ਪਿੰਡ ਵਾਲਾ ਮਾਹੌਲ ਨਹੀਂ ਸੀਗਾ, ਉਹ ਸ਼ਹਿਰੀ ਮਾਹੌਲ ਸੀਗਾ ਕਿਸੇ ਨਾ ਕਿਸੇ ਲੈਵਲ 'ਤੇ। ਅਤੇ ਉਸ ਤੋਂ ਬਾਅਦ ਇੱਕ ਮੈਂ ਹੋਰ ਕਿਧਰੇ ਇੱਕ ਕਿਤਾਬ ਵਿੱਚ ਵੀ ਸ਼ਾਇਦ ਮੈਂ ਕੰਕਲੂਡਿੰਗ ਚੈਪਟਰ 'ਚ ਟਰਮ ਯੂਜ਼ ਕੀਤੀ ਹੈਗੀ ਕਿ ਇਹ ਜਿਹੜਾ ਫਾਰਮਰ ਹੈਗਾ ਇਹ ਕਾਸਮੋਪੋਲੀਟਨ ਫਾਰਮਰ ਹੈਗਾ। ਕਾਸਮੋਪੋਲੀਟਨ ਨੂੰ ਪੰਜਾਬੀ 'ਚ ਕੀ ਕਹਾਂਗੇ? ਮਹਾਨਗਰੀ। ਹਾਂ, ਮਹਾਨਗਰੀ ਆਪਣੇ ਆਪ ਵਿੱਚ ਗਲਤ ਵਰਡ ਹੈਗਾ, ਕਿਉਂਕਿ ਕਾਸਮੋਪੋਲੀਟਨ ਵਿੱਚ ਨਗਰ ਵਰਡ ਨਹੀਂ ਹੁੰਦਾ। ਉਹ ਜਿਹੜੀ ਇਮੈਜੀਨੇਸ਼ਨ ਉਹਦੀ ਸੀਗੀ ਉਹ ਕਿਸੇ ਲੋਕਲ ਕੰਟੈਕਸਟ ਦੀ ਇਮੈਜੀਨੇਸ਼ਨ ਨਹੀਂ ਸੀਗੀ, ਉਹਦੀ ਇਮੈਜੀਨੇਸ਼ਨ ਗਲੋਬਲ ਸੀਗੀ। ਉਹ ਸਾਰੇ ਜਿਹੜੇ ਪੋਲੀਟੀਸ਼ੀਅਨਸ ਜਾਂ ਮਿਡਲ ਕਲਾਸ ਮੀਡੀਆ ਜਿਹੜੀ ਗੱਲ ਕਰ ਰਹੇ ਆ ਉਹ ਤੋਂ ਕਿਤੇ ਅੱਗੇ ਗੱਲ ਕਰ ਰਹੇ ਸੀਗੇ। ਉਹ ਕੈਨੇਡਾ ਦੀ ਵੀ ਗੱਲ ਕਰ ਰਹੇ ਸੀਗੇ, ਅਮਰੀਕਾ ਦੀ ਵੀ ਗੱਲ ਕਰ ਰਹੇ ਸੀਗੇ, ਥਾਈਲੈਂਡ ਦੀ ਵੀ ਗੱਲ ਕਰ ਰਹੇ ਸੀਗੇ, ਇੰਡੋਨੇਸ਼ੀਆ ਦੀ ਵੀ ਗੱਲ ਕਰ ਰਹੇ ਸੀਗੇ, ਅਤੇ ਆਪਣੇ ਪਿੰਡ ਦੀ ਵੀ ਗੱਲ ਕਰ ਰਹੇ ਸੀਗੇ। ਇਹ ਜਿਹੜੀ ਕਨੈਕਟਿਡਨੈਸ ਸੀਗੀ ਪੰਜਾਬੀ ਫਾਰਮਰ ਦੀ, ਜਿਹੜੀ ਆਰਟੀਕੂਲੇਸ਼ਨ ਦੀ ਜਿਹੜੀ ਉਹਦੀ ਲੈਂਗੁਏਜ ਸੀਗੀ, ਅਤੇ ਇਹ ਅਕਰੋਸ ਸਟਰਾਟਾ, ਇਹ ਨਹੀਂ ਕਿ ਤੁਹਾਡੇ ਲੀਡਰ ਉਹ ਗੱਲ ਕਰ ਰਹੇ ਸੀ ਜਿਹਨੂੰ ਅੰਗਰੇਜ਼ੀ ਹੁੰਦੀ ਉਹ ਗੱਲ ਕਰ ਰਹੇ ਸੀਗਾ, ਜਿਹੜਾ ਬਿਲਕੁਲ ਠੇਠ ਪੰਜਾਬੀ ਦੇ ਵਿੱਚ 72 ਸਾਲ ਦੀ ਔਰਤ ਵੀ ਉੱਥੇ ਗੱਲ ਕਰ ਰਹੀ ਹੈ, ਉਹਨੂੰ ਵੀ ਸਾਰੀ ਸਮਝ ਜਿਹੜੀ ਕੰਪਲੈਕਸਿਟੀਜ਼ ਸੀਗੀਆਂ ਬੜੇ ਈਜ਼ੀਲੀ ਯੂ ਕੈਨ ਕੰਪਰੀਹੈਂਡ, ਬੜੇ ਆਰਾਮ ਨਾਲ ਪਤਾ ਲੱਗ ਰਿਹਾ ਸੀਗਾ ਕਿ ਇਹਦੇ ਦਿਮਾਗ ਦੇ ਵਿੱਚ ਸਾਰੇ ਜਿਹੜੇ ਕੰਪਲੈਕਸ ਕਨੈਕਸ਼ਨ ਹੈਗੇ, ਉਹਨੂੰ ਪੋਲੀਟੀਕਲ ਇਕੋਨਮੀ ਕਹਿ ਲਓ ਜਾਂ ਤੁਸੀਂ ਹਿਸਟਰੀ ਕਹਿ ਲਓ ਜਾਂ ਸਮਾਜ ਕਹਿ ਲਓ, ਜੋ ਵੀ ਕਹਿ ਲਓ, ਆਰਥਿਕਤਾ, ਰਾਜਨੀਤੀ, ਸਾਰੀ ਕੁਛ ਉਹਨਾਂ ਛੋਟੇ ਛੋਟੇ ਵਰਡਸ ਦੇ ਵਿੱਚ ਸੀਗੀ। ਅਤੇ ਉਹਦੀ ਜਿਹੜੀ ਕ੍ਰੀਏਟੀਵਿਟੀ ਸੀਗੀ ਅਤੇ ਉਸ ਦੇ ਨਾਲ ਇੱਕ ਕੌਨਫੀਡੈਂਸ ਵੀ ਜੁੜਿਆ ਸੀਗਾ ਕਿ ਹਾਂ ਜੀ ਅਸੀਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ। ਅਤੇ ਉਹ ਫਿਰ ਉਹਨਾਂ ਨੇ ਨਾ ਇੱਕ ਨਵੇਂ ਤਰੀਕੇ ਦੇ ਨਾਲ ਜਿਹੜੇ ਆਪਣੇ ਜਿਹੜਾ ਪਿਛੋਕੜ ਹੈਗਾ, ਆਪਣੀ ਜਿਹੜੀ ਉਹਨਾਂ ਦੀ ਆਪਣੀ ਕਲੈਕਟਿਵ ਆਈਡੈਂਟੀਟੀ ਹੈਗੀ, ਟ੍ਰੈਡੀਸ਼ਨ ਹੈਗੀ, ਸਿੱਖੀ ਬੜੇ ਪ੍ਰੋਪਰ ਤਰੀਕੇ ਨਾਲ ਫੋਰਗਰਾਊਂਡ ਕੀਤੀ, ਜਿਹੜੇ ਲੰਗਰ ਚੱਲੇ ਉੱਥੇ, ਅਤੇ ਉਹਨਾਂ ਜਿਹੜੀਆਂ ਚੀਜ਼ਾਂ ਦਾ ਅਸਰ ਅਤੇ ਉਹਨਾਂ ਦਾ ਜਿਹੜਾ ਇੱਕ ਰਿਸੋਰਸ ਦੇ ਤੌਰ 'ਤੇ ਜਿਹੜਾ ਉਹਨਾਂ ਨੇ ਕਿਸਾਨਾਂ ਨੂੰ ਕੌਨਫੀਡੈਂਸ ਮਿਲਿਆ ਉਸ ਦੇ ਥਰੂ, ਉਹ ਬੜਾ ਰਿਮਾਰਕੇਬਲ ਸੀਗਾ। ਆਈ ਥਿੰਕ ਆਉਣ ਵਾਲੀਆਂ ਜਨਰੇਸ਼ਨਸ ਨੂੰ ਐਨਾਲਾਈਜ਼ ਕਰਨਗੀਆਂ ਕਿ ਉਹਨਾਂ ਦਾ ਕੌਨਫੀਡੈਂਸ ਆਇਆ ਕਿੱਥੋਂ। 500 ਬੰਦਾ ਤੁਹਾਡਾ ਸ਼ਹੀਦ ਹੋ ਜਾਂਦਾ ਤਾਂ ਉਸ ਤੋਂ ਬਾਅਦ ਵੀ ਮਤਲਬ ਉਹਦੇ ਜਿਹੜੇ ਆਪਣੇ ਪਰਿਵਾਰ ਦੇ ਬੰਦੇ, ਜਿਹਨਾਂ ਦੇ ਆਪਣੇ ਬੰਦੇ ਗਏ ਆ, ਉਹ ਵੀ ਆਪਣਾ ਬਿਲਕੁਲ ਕਹਿ ਰਹੇ ਨੇ ਜੀ ਅਸੀਂ ਲੜਾਂਗੇ। ਇਸ ਵਾਸਤੇ ਮਤਲਬ ਉਹ ਮੈਨੂੰ ਯਾਦ 3-4 ਜਰਨਲਿਸਟ ਮੇਰੇ ਕੋਲ ਆਏ, ਮੈਂ ਕਿਹਾ ਯਾਰ ਇਹਨਾਂ ਨੇ ਨਹੀਂ ਹਾਰਨਾ, ਇਹਨਾਂ ਨੇ ਕੀ ਹਾਰਨਾ, ਮਤਲਬ ਇਹਨਾਂ ਨੂੰ ਕੌਣ ਹਰਾ ਲਊਗਾ। ਅਤੇ ਉਹ ਮਤਲਬ ਬੜੇ ਪਹਿਲੇ ਦੀ ਗੱਲ ਹੈ, ਜਦੋਂ ਗੱਲ ਚੱਲ ਰਹੀ ਸੀ ਸ਼ੁਰੂ ਮੈਂ ਕਿਹਾ ਜੀ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਇਹ ਬੈਠੇ ਹੈਗੇ, ਇਹਨਾਂ ਨੇ ਕਿਧਰੇ ਨਹੀਂ ਜਾਣਾ। ਅਤੇ
ਇਹਦੇ ਨਾਲ ਇੱਕ ਹੋਰ ਸਵਾਲ ਹੁੰਦੇ ਆ ਕਿ ਇੱਕ ਸਾਈਡ ਤੇ ਤਾਂ ਅਸੀਂ ਆਪਣੇ ਕਿਸਾਨੀ ਅੰਦੋਲਨ ਦੀ ਗੱਲ ਕਰਾਂਗੇ, ਠੀਕ ਹੈ ਜੀ, ਸਾਨੂੰ ਵੀ ਚੰਗਾ ਲੱਗਦਾ, ਸਾਰੇ ਪੰਜਾਬੀਆਂ ਨੇ ਆਈਡੈਂਟੀਫਾਈ ਕੀਤਾ ਕਿਸੇ ਨਾ ਕਿਸੇ ਤਰੀਕੇ ਨਾਲ, ਸਾਰੇ ਪੰਜਾਬੀ ਉਹਨੂੰ ਫੋਲੋ ਵੀ ਕਰ ਰਹੇ ਸੀਗੇ, ਜਿਹੜੇ ਪਗੜੀ ਬੰਨ੍ਹਦੇ ਆ ਉਹਨਾਂ ਨੂੰ ਜ਼ਿਆਦਾ ਪ੍ਰਾਈਡ ਵੀ ਹੋ ਰਹੀ ਸੀਗੀ, ਦੇਖੋ ਜੀ ਸਾਡੀ ਸਿੱਖੀ ਦੀ ਗੱਲ ਹੋ ਰਹੀ ਹੈ। ਪਰ ਅਸੀਂ ਆਪ ਜਿਹੜੇ ਹੈਗੇ ਲੋਕੇਟਿਡ ਕਿਸੇ ਨਾ ਕਿਸੇ ਉਸ ਅਰਬਨ ਮਿਡਲ ਕਲਾਸ ਮੱਧਮ ਵਰਗ ਵਿੱਚ ਵੀ ਹੈਗੇ, ਅਤੇ ਬਾਕੀ ਜਿਹੜੇ ਹਿਸਾਬ ਨਾਲ ਪੰਜਾਬ ਦੀ ਗੱਲ ਹੁੰਦੀ ਹੈ ਜਾਂ ਪਿੰਡਾਂ ਦੀ ਗੱਲ ਹੁੰਦੀ ਹੈ ਉਹਦੀਆਂ ਇੱਕ ਆਪਣੀਆਂ ਨੋਸ਼ਨਸ ਵੀ ਹੈਗੀਆਂ। ਅਤੇ ਹੁਣ ਮੇਰੇ ਵਾਸਤੇ ਜਿਹੜਾ ਸਵਾਲ ਸੀਗਾ ਕਿ ਉਹ ਜਿਹੜੀ ਗੱਲਾਂ ਮੈਂ ਪਹਿਲੇ ਵੀ ਸੋਚ ਰਿਹਾ ਸੀਗਾ ਕਿ ਇਹ ਜਿਹੜੀ ਮਿਡਲ ਕਲਾਸ ਕਾਮਨ ਸੈਂਸ ਹੈਗੀ, ਮਤਲਬ ਸਾਡੇ ਵਰਗੇ ਬੰਦੇ ਤਾਂ ਰਿਲੇਟ ਕਰ ਗਏ, ਪਰ ਐਵਰੇਜ ਬੰਦੇ ਨੇ ਅਜੇ ਵੀ ਰਿਲੇਟ ਨਹੀਂ ਕੀਤਾ। ਉਹਨਾਂ ਨੂੰ ਅਜੇ ਵੀ ਲੱਗਦਾ ਕਿ ਹਾਂ ਜੀ ਇਹ ਤਾਂ ਨਾ ਮਤਲਬ ਬੇਸਿਕਲੀ ਲੈ ਗਏ, ਠੀਕ ਹੈ ਜੀ, ਵੱਖਰੀ ਗੱਲ ਹੈ, ਬਟ ਕੋਈ ਉਹਦੇ ਰਿਫਲੈਕਸ਼ਨ ਵਾਲੀ ਗੱਲ ਨਹੀਂ ਹੈਗੀ। ਅਤੇ ਇਸ ਵਾਸਤੇ ਮੈਨੂੰ ਲੱਗਦਾ ਜ਼ਰੂਰੀ ਹੈਗਾ ਕਿ ਅਸੀਂ ਕੁਛ ਸਵਾਲ ਜਿਹੜੇ ਹੈਗੇ ਉਹ ਰੇਜ਼ ਕੀਤੇ ਜਾਣ। ਇੱਕ ਸਾਡੀ ਜਿਹੜੀ ਕਾਮਨ ਸੈਂਸ ਹੈਗੀ ਪਿੰਡ ਦੇ ਬਾਰੇ ਅਤੇ ਸ਼ਹਿਰ ਦੇ ਬਾਰੇ, ਅਤੇ ਜਦੋਂ ਵੀ ਅਸੀਂ ਦੇਖਦੇ ਹਾਂ ਕੋਈ ਬੰਦਾ ਖੇਤੀ ਕਰਦਾ ਤਾਂ ਉਹ ਪੇਂਡੂ ਹੈਗਾ, ਜਦੋਂ ਗੱਲ ਕਰਦੇ ਹਾਂ ਪੇਂਡੂ ਉਹਦਾ ਅਪੋਜ਼ਿਟ ਅਸੀਂ ਇਮੀਡੀਏਟਲੀ ਇਨਵੋਕ ਕਰਦੇ ਹਾਂ ਸ਼ਹਿਰੀ, ਅਤੇ ਸ਼ਹਿਰੀ ਅਤੇ ਪੇਂਡੂ ਦਾ ਜਿਹੜਾ ਕੰਟਰਾਸਟ ਹੈਗਾ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ, ਇਹਦੇ 'ਤੇ ਕਾਫੀ ਸਮੇਂ ਤੋਂ ਲੋਕ ਗੱਲਾਂ ਕਰ ਰਹੇ ਆ, ਅਤੇ ਮੈਨੂੰ ਲੱਗਿਆ ਕਿ ਉਸ ਚੀਜ਼ ਨੂੰ ਲੈ ਕੇ ਹੋਰ ਸੋਚਣਾ ਬੜਾ ਜ਼ਰੂਰੀ ਹੈਗਾ, ਅਤੇ ਇਹ ਇੱਕ ਮੂਮੈਂਟ ਹੈਗਾ ਜਿੱਥੇ ਉਸ ਨੂੰ ਪੁਸ਼ ਦਿੱਤਾ ਜਾ ਸਕਦਾ ਥਿਓਰੇਟੀਕਲੀ। ਅਤੇ ਹੁਣ ਜਦੋਂ ਵੀ ਪੇਂਡੂ ਦੇ ਨਾਲ ਕਿਸਾਨ ਦੀ ਗੱਲ ਹੁੰਦੀ ਆ ਉਹਦੇ ਵਿੱਚ ਜਿਹੜੀ ਮਿਡਲ ਕਲਾਸ ਕਾਮਨ ਸੈਂਸ ਹੈਗੀ, ਅਤੇ ਸਿਰਫ ਮਿਡਲ ਕਲਾਸ ਕਾਮਨ ਸੈਂਸ ਨਹੀਂ ਹੈਗੀ, ਜਿਹੜੇ ਪਿੰਡ 'ਚ ਲੋਕ ਰਹਿੰਦੇ ਹੈਗੇ ਉਹਨਾਂ ਦੀ ਵੀ ਇਹੀ ਕਾਮਨ ਸੈਂਸ ਹੈਗੀ। ਇੱਕ ਸਾਈਡ 'ਤੇ ਉਹ ਕਹਿਣਗੇ ਜੀ ਅਸੀਂ ਓਥੈਂਟਿਕ ਹੈਗੇ, ਅਸੀਂ ਬਿਲਕੁਲ ਸੱਚ ਜਿਹੜੀ ਹੈਗੀ ਸਾਡੀ, ਅਸੀਂ ਸਿੰਪਲ ਬੰਦੇ ਆ ਪਰ ਅਸੀਂ ਜੋ ਵੀ ਸੋਚਦੇ ਹਾਂ ਉਹ ਸਹੀ ਸੋਚਦੇ ਹਾਂ, ਕਿਉਂਕਿ ਸਾਡੇ 'ਚ ਕੋਈ ਕਰਪਸ਼ਨ ਨਹੀਂ ਹੈਗੀ। ਜਿਹੜਾ ਅਰਬਨ ਮਿਡਲ ਕਲਾਸ ਹੈਗੀ, ਸ਼ਹਿਰੀ ਕਲਚਰ ਹੈਗਾ, ਉਹਦੇ 'ਚ ਬੜੀ ਕਰਪਸ਼ਨ ਹੈਗੀ, ਅਤੇ ਸਾਡਾ ਜਿਹੜਾ ਹੈਗਾ ਅਸੀਂ ਤਾਂ ਸੱਚ ਬੋਲਦੇ ਹਾਂ ਜੀ, ਅਸੀਂ ਤਾਂ ਧਰਤੀ ਨਾਲ ਜੁੜੇ ਹਾਂ, ਅਸੀਂ ਮਿੱਟੀ ਨਾਲ ਜੁੜੇ ਹਾਂ। ਇਹ ਗੱਲਾਂ ਵੀ ਹੋ ਰਹੀਆਂ ਸੀਗੀਆਂ। ਹੁਣ ਇਹ ਜਿਹੜਾ ਇਹ ਉਸੇ ਸਟੀਰੀਓਟਾਈਪ ਬਾਈਨਰੀ ਦਾ ਹਿੱਸਾ ਹੈਗਾ ਜਿਹੜਾ ਆਪਣੇ ਆਪ ਨੂੰ ਧਰਤੀ ਨਾਲ ਜੁੜਿਆ ਸਮਝਣਾ, ਹਾਲਾਂਕਿ ਇਹ ਸੱਚ ਹੈਗਾ ਕਿ ਅੱਜ ਦਾ ਕੋਈ ਕਿਸਾਨ ਧਰਤੀ ਨਾਲ ਨਹੀਂ ਜੁੜਿਆ, ਧਰਤੀ ਤਾਂ ਨਾਲ ਜੁੜਿਆ ਤਾਂ ਹੈਗਾ ਪਰ ਖੇਤੀ ਕਰਦੇ ਆ, ਖੇਤੀ ਵੀ ਉਹ ਆਪ ਨਹੀਂ ਕਰਦੇ, ਖੇਤੀ ਕਈ ਹੋਰ ਕਰਦੇ ਆ, ਮਜ਼ਦੂਰ ਆਪਣਾ ਹੈਗਾ, ਉਹ ਸਾਰੀਆਂ ਚੀਜ਼ਾਂ ਹੈਗੀਆਂ। ਅਤੇ ਇਹ ਜਿਹੜਾ ਐਕਚੁਅਲ ਰਿਐਲਿਟੀ ਹੈਗੀ ਕਿਸਾਨੀ ਦੀ ਆ, ਐਕਚੁਅਲ ਰਿਐਲਿਟੀ ਜਿਹੜੀ ਪਿੰਡ ਦੀ ਹੈਗੀ, ਉਹ ਐਕਚੁਅਲੀ ਬੜੀ ਕੰਪਲੈਕਸ ਹੈਗੀ। ਮਤਲਬ ਓਨ ਤਾਂ ਕਰ ਰਹੇ ਸੀਗੇ ਕਿਸਾਨੀ, ਆਪਣੇ ਪਿੰਡ ਨੂੰ ਵੀ ਓਨ ਕਰ ਰਿਹਾ ਸੀਗਾ, ਪਿੰਡ ਦੀ ਪ੍ਰੋਜੈਕਸ਼ਨ ਵੀ ਹੋ ਰਹੀ ਹੈ ਕਿ ਸਾਰੇ ਪਿੰਡ 'ਚ ਕਿਸਾਨੀ ਰਹਿੰਦੀ ਹੈਗੀ, ਜਿਹੜੇ ਨਹੀਂ ਵੀ ਰਹਿੰਦੇ ਉਹ ਵੀ ਸਾਡੇ ਨਾਲ ਹੈਗੇ, ਪਰ ਐਕਚੁਅਲ ਜਿਹੜੀ ਪਿੰਡ ਦਾ ਸਮਾਜ ਹੈਗਾ, ਪਿੰਡ ਦੀ ਆਰਥਿਕਤਾ ਹੈਗੀ, ਉਹ ਕਾਫੀ ਕੰਪਲੈਕਸ ਹੈਗੀ। ਅਤੇ ਉਹਦਾ ਜਿਹੜਾ ਕੰਟਰਾਸਟ ਜਿਹੜਾ ਸ਼ਹਿਰ ਇਨਵੋਕ ਕੀਤਾ ਜਾਂਦਾ, ਧਾਰਨਾ ਜਿਹਦੀ ਗੱਲ ਕਰ ਰਹੇ ਸੀ ਪਹਿਲੇ, ਉਹਦੇ ਬਾਰੇ ਵੀ ਕਈ ਧਾਰਨਾਵਾਂ ਹੈਗੀਆਂ ਇਹਦੇ ਵਿੱਚ। ਉਹਦੇ 'ਚ ਇੱਕ ਖਾਸ ਕਿਸਮ ਦਾ ਇੱਕ ਬਾਈਨਰੀ ਨਿਕਲ ਕੇ ਆਉਂਦੀ ਹੈ, ਅਪੋਜ਼ਿਟ ਨਿਕਲ ਕੇ ਆਉਂਦੇ ਆ। ਇੱਕ ਸਾਈਡ 'ਤੇ ਤੁਹਾਡਾ ਰਸਟਿਕ ਰੂਰਲ ਹੈਗਾ, ਜਿਹਨੂੰ ਕੋਈ ਬਹੁਤਾ ਕੁਝ ਜ਼ਿਆਦਾ ਪਤਾ ਨਹੀਂ, ਸਿੱਧਾ ਸਾਦਾ ਹੈਗਾ ਲੇਕਿਨ ਸੱਚ ਬੋਲਦਾ ਹੈਗਾ। ਦੂਜੇ ਪਾਸੇ ਅਰਬਨ ਇੰਟੈਲੀਜੈਂਟ ਬੰਦੇ ਹੈਗੇ, ਆਰਟੀਕੂਲੇਟ ਹੈਗੇ, ਕਲੈਵਰ ਹੈਗੇ, ਪੜ੍ਹੇ ਲਿਖੇ ਹੈਗੇ, ਉਹਨਾਂ ਦੇ ਕੋਲ ਐਜੂਕੇਸ਼ਨ ਹੈਗੀ, ਇੰਡਸਟਰੀ ਹੈਗੀ, ਉਹ ਅਗਾਂਹ ਸੋਚੀ ਹੈਗੇ, ਪ੍ਰੋਗਰੈਸਿਵ ਹੈਗੇ। ਅਤੇ ਇਹ ਜਿਹੜੀ ਬਾਈਨਰੀ ਹੈਗੀ ਇਹ ਆਪਣੇ ਆਪ ਦੇ ਵਿੱਚ ਇਸ ਨੂੰ ਕੁਐਸਚਨ ਕਰਨਾ ਬੜਾ ਜ਼ਰੂਰੀ ਹੈਗਾ, ਕਿਉਂਕਿ ਇਹ ਬੇਸਿਕਲੀ ਇੱਕ ਪੋਲੀਟੀਕਲ ਮੂਵ ਹੈਗਾ। ਅਤੇ ਉਸ ਦੇ ਬਾਰੇ ਲੈ ਕੇ ਮੈਂ ਅੱਗੇ ਆਉਣ ਵਾਲੇ 25-30 ਮਿੰਟਾਂ ਦੇ ਵਿੱਚ ਤੁਹਾਨੂੰ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਹੁਣ ਇਹ ਕਾਮਨ ਸੈਂਸ ਆਉਂਦੀ ਕਿੱਥੋਂ ਹੈਗੀ ਅਤੇ ਕਦੋਂ ਬਣੀ ਹੈ ਕਾਮਨ ਸੈਂਸ? ਜਦੋਂ ਹਿਸਟੋਰੀਕਲੀ ਤੁਸੀਂ ਦੇਖੋਗੇ, ਜਿਹਨੇ ਵੀ ਥੋੜ੍ਹਾ ਬਹੁਤਾ ਇਤਿਹਾਸ ਪੜ੍ਹਿਆ, ਅਸੀਂ ਸਾਰਿਆਂ ਨੇ ਇਤਿਹਾਸ ਦੂਜੀ ਤੀਜੀ ਜਮਾਤ ਦੇ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਆਹ ਤੁਹਾਡੇ ਰੋਪੜ ਦੇ ਅੱਗੇ ਜਾ ਕੇ ਕੁਝ ਚੀਜ਼ ਸੀਗੀ ਕਿ ਉਹ ਮੋਹਨਜੋਦਾੜੋ ਦੀ ਸਿਵਲਾਈਜੇਸ਼ਨ ਸੀਗੀ, ਹਾਂਜੀ। ਅਤੇ ਪਿੰਡ ਅਤੇ ਸ਼ਹਿਰ ਦੀ ਜਦੋਂ ਗੱਲ ਕਰਦੇ ਆ, ਪਿੰਡ ਅਤੇ ਸ਼ਹਿਰ ਜਿਹੜੇ ਹੈਗੇ ਉਹਨਾਂ ਦਾ ਐਵੋਲਿਊਸ਼ਨ ਕਾਮਨ ਹੈਗਾ। ਜਦੋਂ ਸ਼ਹਿਰ ਬਣਦਾ ਹੈਗਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਐਗਰੀਕਲਚਰ ਹੋਏ, ਜੇ ਐਗਰੀਕਲਚਰ ਨਹੀਂ ਹੈਗਾ ਤਾਂ ਸ਼ਹਿਰ ਦੀ ਪੋਸੀਬਿਲਿਟੀ ਨਹੀਂ ਹੈਗੀ। ਹਿਸਟੋਰੀਕਲੀ ਪਿੰਡ ਅਤੇ ਸ਼ਹਿਰ ਕੋ ਇਵੋਲਵ ਹੋਏ, ਇਕੱਠੇ ਨਿਕਲੇ ਹੈਗੇ। ਆਹ ਜਿਹੜੇ ਸਾਨੂੰ ਇਤਿਹਾਸ ਵਿੱਚ ਪੜ੍ਹਾਉਂਦੇ ਆ ਮੋਹਨਜੋਦਾੜੋ ਸਿਵਲਾਈਜੇਸ਼ਨ, ਇਹ ਸਾਰੇ ਕਹਿੰਦੇ ਨਾਲੇ ਤਾਂ ਸ਼ਹਿਰੀ ਸਿਵਲਾਈਜੇਸ਼ਨ ਸੀਗੀ। ਉਹ ਜਦੋਂ ਤੁਹਾਡੇ ਐਗਰੀਕਲਚਰ ਡਿਵੈਲਪ ਹੋਈ ਹੋਣੀ ਉੱਥੇ ਤਾਂ ਹੀ ਸ਼ਹਿਰ ਬਣ ਸਕਦੇ ਆ। ਕਿਉਂ ਸ਼ਹਿਰ ਐਗਰੀਕਲਚਰ ਨਾਲ ਬਣਦੇ ਆ? ਕਿਉਂਕਿ ਐਗਰੀਕਲਚਰ ਬਣੇਗੀ ਤਾਂ ਹੀ ਸਰਪਲਸ ਪ੍ਰੋਡਕਸ਼ਨ ਹੋਏਗਾ। ਜੇ ਸਰਪਲਸ ਪ੍ਰੋਡਕਸ਼ਨ ਹੋਏਗਾ ਤਾਂ ਹੀ ਇੱਕ ਪੋਸੀਬਿਲਿਟੀ ਹੋਏਗੀ ਕਿ ਤੁਹਾਡਾ ਇਲੀਟ ਆ ਸਕਦਾ, ਜਿਹੜਾ ਰੂਲਿੰਗ ਇਲੀਟ ਤੁਹਾਡੇ ਤੋਂ ਪਰੇ ਹੋ ਕੇ ਵੱਖਰਾ ਰਹਿ ਸਕਦਾ, ਸ਼ਹਿਰ ਬਣਾ ਸਕਦਾ। ਤਾਂ ਸ਼ਹਿਰ ਤਾਂ ਹੀ ਬਣਦੇ ਆ ਜਦੋਂ ਖੇਤੀਬਾੜੀ ਹੁੰਦੀ ਹੈਗੀ। ਤਾਂ ਖੇਤੀਬਾੜੀ ਦਾ ਸ਼ਹਿਰ ਦੇ ਨਾਲ ਰਿਸ਼ਤਾ ਡਾਇਰੈਕਟ ਹੈਗਾ, ਕਿਉਂਕਿ ਉਸ ਤੋਂ ਬਗੈਰ ਸ਼ਹਿਰ ਆ ਹੀ ਨਹੀਂ ਸਕਦਾ। ਅਤੇ ਜਦੋਂ ਹੀ ਖੇਤੀਬਾੜੀ ਸ਼ੁਰੂ ਹੋ ਜਾਂਦੀ ਹੈ, ਉਸ ਤੋਂ ਪਹਿਲੇ ਜਿਵੇਂ ਤੁਸੀਂ ਕਹੋਗੇ ਫੂਡ ਗੈਦਰਿੰਗ ਸੁਸਾਇਟੀਜ਼ ਹੈਗੀਆਂ, ਉਹਦੀਆਂ ਡਿਟੇਲਸ ਮੈਨੂੰ ਪਤਾ ਨਹੀਂ, ਮੈਂ ਇਤਿਹਾਸਕਾਰ ਨਹੀਂ ਹੈਗਾ, ਪਰ ਤੁਸੀਂ ਇਤਿਹਾਸ ਦੇ ਵਿੱਚ ਚਲੇ ਜਾਓ, ਆਪਣੇ ਇਤਿਹਾਸ ਵਿੱਚ ਚਲੇ ਜਾਓ। ਕੋਈ ਸ਼ਹਿਰ, ਹੁਣ ਸਾਡਾ ਜਿਹੜਾ ਸ਼ਹਿਰ ਦੀ ਧਾਰਨਾ ਹੈਗੀ, ਉਹ ਸ਼ਹਿਰ ਦੀ ਧਾਰਨਾ ਹੈਗੀ ਪੋਸਟ ਐਨਲਾਈਟਨਮੈਂਟ ਯੂਰਪ ਵਾਲੀ ਸ਼ਹਿਰ ਦੀ ਧਾਰਨਾ, ਕਿ ਹਾਂਜੀ ਸ਼ਹਿਰ ਤਾਂ ਸਾਰੇ ਮਾਡਰਨ ਹੁੰਦੇ ਆ। ਪਟਿਆਲਾ ਕਦੋਂ ਬਣਿਆ ਸੀਗਾ? ਕਿਸੇ ਨੂੰ ਇਤਿਹਾਸ ਹੋਣਾ ਪਟਿਆਲੇ ਦਾ? ਪਟਿਆਲਾ ਕੋਈ ਅੰਗਰੇਜ਼ਾਂ ਨੇ ਤਾਂ ਨਹੀਂ ਬਣਾਇਆ। ਤੁਹਾਡੇ ਪਟਿਆਲੇ ਦੇ ਰਾਜਪੁਰ ਹੈ, ਕੋਈ ਅੰਗਰੇਜ਼ਾਂ ਨੇ ਤਾਂ ਨਹੀਂ ਬਣਾਇਆ। ਇੱਥੇ ਤੁਹਾਡੇ ਜਲੰਧਰ ਹੈਗਾ, ਅੰਗਰੇਜ਼ਾਂ ਤਾਂ ਨਹੀਂ ਬਣਾਇਆ।
ਲਾਹੌਰ ਹੈ, ਲਾਹੌਰ ਦੀ ਆਪਣੀ ਇਤਿਹਾਸ ਹੈ, ਰਾਵਲਪਿੰਡੀ ਦਾ ਆਪਣੀ ਇਤਿਹਾਸ ਹੈ। ਇਸ ਏਰੀਏ ਦੇ ਵਿੱਚ ਕੋਈ ਸ਼ਹਿਰ ਨਹੀਂ ਹੈਗਾ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਜਾਂ ਜਿਹੜਾ ਯੂਰਪੀਅਨ ਇਨਫਲੂਐਂਸ ਦੇ ਨਾਲ ਜਾਂ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਬਣਿਆ ਹੋਏ। ਸਾਡਾ ਇੱਕ ਕਨੈਕਸ਼ਨ ਹੈਗਾ ਵੀ ਸ਼ਹਿਰ ਤਾਂ ਇੰਡਸਟਰੀ ਦੇ ਨਾਲ ਜੁੜਿਆ ਹੈ। ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਅਰਬਨਾਈਜੇਸ਼ਨ ਹੁੰਦੀ ਹੈਗੀ। ਸੱਚ ਇਹ ਹੈਗਾ ਕਿ ਜਦੋਂ ਅੰਗਰੇਜ਼ ਇੱਥੇ ਆਉਂਦੇ ਆ, ਇੰਡੀਆ ਦੀ ਪਾਪੂਲੇਸ਼ਨ ਜਿਹੜੀ ਅਰਬਨ ਪਾਪੂਲੇਸ਼ਨ ਸ਼ਹਿਰੀ ਆਬਾਦੀ ਹੈਗੀ ਉਹ ਪੂਰੇ ਗ੍ਰੇਟ ਬ੍ਰਿਟਨ ਦੀ ਆਬਾਦੀ ਤੋਂ ਜ਼ਿਆਦਾ ਸੀਗੀ ਜਿਹੜੀ ਉਸ ਟਾਈਮ 17ਵੀਂ ਸ਼ਤਾਬਦੀ 18ਵੀਂ ਸ਼ਤਾਬਦੀ 'ਚ ਸੀਗੀ। ਤੁਸੀਂ ਦੇਖ ਲਓ ਐਵੀਡੈਂਸ ਜਿਹੜਾ ਅਰਬਨ ਹਿਸਟੋਰੀਅਨਸ, ਹਾਲਾਂਕਿ ਉਸ ਤਰ੍ਹਾਂ ਦਾ ਡੈਮੋਗ੍ਰਾਫਿਕ ਡੇਟਾ ਸਾਡੇ ਕੋਲ ਹੈ ਨਹੀਂਗਾ, ਪਰ ਤੁਸੀਂ ਕਾਮਨ ਸੈਂਸ ਵੀ ਕਾਊਂਟ ਕਰੋਗੇ। ਜਦੋਂ ਮੈਂ ਉਹ ਐਗਜ਼ਾਮਪਲ ਦਿੱਤਾ ਸੀਗਾ ਜੇ ਅੰਮ੍ਰਿਤਸਰ ਦੀ ਜਦੋਂ ਗੱਲ ਹੁੰਦੀ ਹੈ ਤਾਂ ਗੁਰੂਆਂ ਨੇ ਸ਼ਹਿਰ ਵਸਾਇਆ ਸੀਗਾ, ਗੁਰੂਆਂ ਨੇ ਵਸਾਇਆ ਸੀਗਾ, ਸ਼ਹਿਰ ਵਸਾਇਆ ਸੀਗਾ। ਉਹ ਇੱਕ ਅਰਬਨ ਇਮੈਜੀਨੇਸ਼ਨ ਜਿਹੜੀ ਹੈਗੀ ਸਾਡੀ ਉਹ ਬਹੁਤ ਪੁਰਾਣੀ ਹੈਗੀ। ਤੇ ਅਰਬਨ ਇਮੈਜੀਨੇਸ਼ਨ ਸਿਰਫ ਇੰਡਸਟਰੀਅਲਾਈਜੇਸ਼ਨ ਜਾਂ ਕੈਪੀਟਲਿਜ਼ਮ ਦੇ ਨਾਲ ਜਾਂ ਉਹਦੇ ਨਾਲ ਨਹੀਂ ਹੁੰਦੀ, ਪਰ ਇਹ ਕਾਮਨ ਸੈਂਸ ਬਣਦੀ ਕਿਵੇਂ ਹੈਗੀ? ਇੱਕ ਸਾਈਡ ਤੇ ਸਾਡੀ ਰਿਐਲਿਟੀ ਹੈਗੀ, ਸਾਡਾ ਸ਼ਹਿਰ ਹੈਗਾ। ਹੁਣ ਕੋਈ ਵੀ ਪਟਿਆਲੇ ਨੂੰ ਮਾਲਵੇ ਦੇ ਪਿੰਡਾਂ ਤੋਂ ਵੱਖਰਾ ਕਰਕੇ ਨਹੀਂ ਸਮਝ ਸਕਦਾ। ਪਟਿਆਲੇ ਦੇ ਰਾਜੇ ਮਹਾਰਾਜਾ ਸੀਗਾ, ਮਹਾਰਾਜਾ ਇਸ ਵਾਸਤੇ ਸੀਗਾ ਕਿਉਂਕਿ ਇੱਥੇ ਖੇਤੀ ਹੁੰਦੀ ਸੀ, ਖੇਤੀ ਦਾ ਰਿਵੈਨਿਊ ਹੁੰਦੇ ਸੀਗਾ, ਸਾਰਾ ਲੈਂਡ ਰਿਵੈਨਿਊ ਸੀਗਾ, ਸਾਰਾ ਬੇਸਿਸ ਉਹਨਾਂ ਦਾ ਜਿਹੜੀ ਕਮਾਈ ਹੁੰਦੀ ਸੀ। ਉਸ ਲੈਂਡ ਰਿਵੈਨਿਊ ਲੈ ਕੇ ਥੋੜਾ ਫਿਰ ਸ਼ਹਿਰੀ ਜਿਹੜਾ ਇੱਥੇ ਆਰਟੀਜ਼ਨ ਵਰਗ ਇਵੋਲਵ ਹੁੰਦਾ, ਉਹਦੇ ਸਰਕੂਲੇਟ ਹੁੰਦਾ। ਬਾਕੀ ਤੁਸੀਂ ਸ਼ਹਿਰਾਂ ਦੀ ਗੱਲ ਕਰ ਰਹੇ ਹੋ ਤੇ ਘੱਟ ਤੋਂ ਘੱਟ ਵੀ 2 ਦਰਜਨ ਸ਼ਹਿਰ ਤੋਂ ਆਲੇ ਦੁਆਲੇ ਮਿਲ ਜਾਣੇ। ਸਾਰੇ ਜਿਹੜੇ ਪ੍ਰੀ ਕਲੋਨੀਅਲ ਸਿਟੀਜ਼ ਹੈਗੀਆਂ ਅਰਬਨ ਸੈਂਟਰ ਸੀਗੇ। ਤੇ ਉਹ ਅਰਬਨ ਸੈਂਟਰ ਸਿਰਫ ਇਹ ਨਹੀਂ ਸੀਗਾ ਕਿ ਹਾਂ ਜੀ ਉਹ ਤਾਂ ਸ਼ਹਿਰੀ ਪਿੰਡਾਂ ਦੇ ਐਕਸਟੈਂਸ਼ਨ ਸੀਗੇ, ਉਹਨਾਂ ਦਾ ਆਪਣਾ ਇੱਕ ਸੁਭਾਅ ਸੀਗਾ। ਤੇ ਪੂਰਾ ਜਿਹੜਾ ਰੀਜਨ ਇਵੋਲਵ ਹੁੰਦਾ ਉਹ ਉਸ ਸ਼ਹਿਰ ਤੇ ਪਿੰਡ ਦੇ ਇੰਟਰੈਕਸ਼ਨ ਦੇ ਨਾਲ ਹੀ ਇਵੋਲਵ ਹੁੰਦਾ। ਉੱਥੋਂ ਦਾ ਅਸਰ ਪਿੰਡ ਦਾ ਅਸਰ ਸ਼ਹਿਰ 'ਚ ਹੁੰਦਾ, ਸ਼ਹਿਰ ਦਾ ਅਸਰ ਪਿੰਡ 'ਤੇ ਹੁੰਦਾ, ਤੇ ਉਹ ਸਾਰਾ ਜਿਹੜਾ ਕਨੈਕਟਿਡ ਹੈਗਾ। ਤੇ ਇਹ ਜਿਹੜਾ ਆਈਡੀਆ ਹੈਗਾ ਪਿੰਡ ਤੇ ਸ਼ਹਿਰ ਵੱਖਰੇ ਕਨੈਕਸ਼ਨ, ਇਹ ਹੁਣ ਸਾਡੇ ਡੀਪ ਰੂਟ ਕਰ ਗਿਆ ਸੀ। ਬਿਲਕੁਲ ਉਹਨੂੰ ਸੋਚਣਾ, ਉਹਦੇ ਥਰੂ ਹੀ ਆਪਣੀਆਂ ਆਈਡੈਂਟੀਟੀਜ਼ ਦੇ ਬਾਰੇ ਸੋਚਦੇ ਹਾਂ। ਤੇ ਇਹ ਜਿਹੜਾ ਹੈਗਾ ਮੇਰੀ ਆਪਣੀ ਜਿਹੜੀ ਰਿਸਰਚ ਹੈ ਉਹ ਦੱਸਦੀ ਹੈਗੀ, ਬਾਕੀ ਹੋਰਾਂ ਨੇ ਵੀ ਕੀ ਲਿਖਿਆ ਕਿ ਦਿਸ ਪੋਸਟ ਐਨਲਾਈਟਨਮੈਂਟ, ਜਦੋਂ 17ਵੀਂ 18ਵੀਂ ਸ਼ਤਾਬਦੀ ਦੇ ਵਿੱਚ ਯੂਰਪ ਆਪਣੇ ਆਪ ਦੇ ਬਾਰੇ ਥੋੜਾ ਵੱਖਰੇ ਤਰੀਕੇ ਨਾਲ ਸੋਚਣਾ ਸ਼ੁਰੂ ਕਰਦਾ ਕਿ ਅਸੀਂ ਤਾਂ ਰੈਸ਼ਨਲ ਸੁਸਾਇਟੀ ਹੈਗੇ, ਸਾਡੇ ਇੱਥੇ ਸਾਇੰਸ ਡਿਵੈਲਪ ਹੋ ਗਈ ਹੈ। ਹੁਣ ਸਾਇੰਸ ਦੇ ਬਾਰੇ ਵੀ ਸਾਡੀਆਂ ਅਜੀਬ ਜਿਹੀਆਂ ਧਾਰਨਾ ਹੈਗੀਆਂ। ਮਤਲਬ ਹਿਊਮਨ ਲਾਈਫ ਬਿਕਮਸ ਹਿਊਮਨ ਓਨਲੀ ਵੈਨ ਇਟ ਬਿਕਮ ਸਾਇੰਟੀਫਿਕ। ਸਾਇੰਸ ਕਿਸੇ ਦੀ ਵੱਖਰੀ ਕੋਈ ਨਵੇਂ ਇਜਾਦ ਨਹੀਂ ਹੁੰਦੀ। ਹਰ ਜਗ੍ਹਾ ਤੇ ਹਰ ਸਮਾਜ ਦਾ ਜਦੋਂ ਵਿਕਾਸ ਸ਼ੁਰੂ ਹੁੰਦਾ ਉਹ ਸਾਇੰਸ ਤੋਂ ਹੀ ਹੁੰਦਾ ਕਿ ਹਰ ਹਿਊਮਨ ਬੀਇੰਗ ਇਜ਼ ਅ ਸਾਇੰਟਿਸਟ। ਉਹ ਸਾਡਾ ਜਿਹੜਾ ਬਿਲਕੁਲ ਪਰ ਉਹ ਸਾਇੰਸ ਇਕੱਲਾ ਨਹੀਂ ਹੈਗਾ ਨਾ, ਬਾਕੀ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਹੈਗੀਆਂ। ਪਰ ਸਾਡੇ ਬਾਈਨਰੀ ਬਣਾ ਦਿੱਤੀ ਗਈ ਜੀ, ਸਾਡੇ ਤਾਂ ਜਿਹੜੇ ਆਪਣਾ ਕਲਚਰ ਹੈਗਾ, ਸਾਡੇ ਸਾਇੰਸ ਨਹੀਂ ਹੈਗੀ, ਅਸੀਂ ਤਾਂ ਰੂੜੀਵਾਦੀ ਬੰਦੇ ਹੈਗੇ, ਸਾਡੇ ਤਾਂ ਟ੍ਰੈਡੀਸ਼ਨਲ ਜੁੜੇ ਹੈਗੇ, ਅਸੀਂ ਤਾਂ ਇਮੋਸ਼ਨਲ ਹੈਗੇ, ਅਸੀਂ ਤਾਂ ਸਪਿਰਿਚੁਅਲ ਹੈਗੇ, ਤੇ ਸਾਇੰਸ ਜਿਹੜੀ ਉਹ ਵੈਸਟ 'ਚ ਆਉਂਦੀ ਹੈ। ਇਹ ਧਾਰਨਾ ਵੈਸਟ ਨੇ ਬਣਾਈ ਆਪਣੇ ਬਾਰੇ, ਤੇ ਉਹ ਜਦੋਂ 17ਵੀਂ 18ਵੀਂ ਸ਼ਤਾਬਦੀ ਵਿੱਚ ਆਪਣੇ ਬਾਰੇ ਸੋਚਣਾ ਸ਼ੁਰੂ ਕਰਦੇ ਆ ਤਾਂ ਉਹ ਜਿਹੜੀਆਂ ਅਵਧਾਰਨਾ ਬਣਾਉਂਦੇ ਹੈਗੇ ਉਹਨਾਂ ਨੂੰ ਫਿਰ ਕਨਵਰਟ ਕਰ ਦਿੰਦੇ ਆ ਥਿਊਰੀਆਂ ਦੇ ਵਿੱਚ, ਜਿਹਨੂੰ ਅਸੀਂ ਅੱਜ ਕਲਾਸੀਕਲ ਥਿਊਰੀਆਂ ਸਮਾਜ ਸ਼ਾਸਤਰ ਦੇ ਵਿਭਾਗ ਵਿੱਚ ਪੜ੍ਹਾਉਂਦੇ ਹਾਂ। ਅਸੀਂ ਕਲਾਸੀਕਲ ਥਿਊਰੀ, ਹਾਂ ਜੀ ਇੱਦਾਂ ਸਮਾਜ ਵਿਕਸਿਤ ਹੁੰਦੇ ਆ, ਇੱਦਾਂ ਸਮਾਜ ਬਦਲਦੇ ਆ। ਉਹ ਇੱਕ ਆਰਗੈਨਿਕ ਸੋਲੀਡੈਰਿਟੀ ਤੇ ਮਕੈਨੀਕਲ ਸੋਲੀਡੈਰਿਟੀ, ਫਿਊਡਲਿਜ਼ਮ, ਕੈਪੀਟਲਿਜ਼ਮ, ਪ੍ਰੋਟੈਸਟੈਂਟ ਐਥਿਕਸ, ਉਹ ਸਾਰੀਆਂ ਜਿਹੜੀਆਂ ਕੈਟੇਗਰੀਜ਼ ਹੈਗੀਆਂ ਉਹ ਅਸੀਂ ਆਪਣੀਆਂ ਟੈਕਸਟ ਬੁੱਕਸ ਦੇ ਵਿੱਚ ਇੰਸਟੀਟਿਊਸ਼ਨਲਾਈਜ਼ ਕਰ ਦਿੰਦੇ ਹਾਂ। ਪਰ ਉਹਦੀ ਇੱਕ ਜਰਨੀ ਹੈਗੀ, ਉਸ ਜਰਨੀ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਇੱਕ ਨਵਾਂ ਰਜੀਮ ਆਉਂਦਾ ਹੈਗਾ ਗਲੋਬਲੀ। ਤੇ ਉਸ ਰਜੀਮ ਦੀ ਸ਼ੁਰੂਆਤ ਪੋਸਟ ਐਨਲਾਈਟਨਮੈਂਟ ਯੂਰਪ ਵਿੱਚ ਹੁੰਦੀ ਹੈ, ਪਰ ਉਹਦੇ ਨਾਲ 2-3 ਚੀਜ਼ਾਂ ਹੋਰ ਜੁੜੀਆਂ ਹੈਗੀਆਂ। ਖਾਸ ਤੌਰ ਤੇ ਜਿਹੜਾ ਇੱਕ ਵਰਡ ਹੈਗਾ ਓਰੀਐਂਟਲਿਜ਼ਮ। ਉਸੇ ਟਾਈਮ ਹੀ ਯੂਰਪ ਨਵੇਂ ਅਦਾਰੇ ਸ਼ੁਰੂ ਕਰਦਾ ਪੜ੍ਹਨ ਦੇ, ਲਿਖਣ ਦੇ। ਇੱਕ ਇੰਡੋਲੋਜੀ ਸ਼ੁਰੂ ਹੁੰਦੀ ਹੈ, ਸਾਈਨੋਲੋਜੀ ਸ਼ੁਰੂ ਹੁੰਦੀ ਹੈ, ਉਹ ਆਪਣੇ ਡਿਪਾਰਟਮੈਂਟ ਸ਼ੁਰੂ ਕਰਦੇ ਆ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਮਝਣਾ, ਇਸ ਵਾਸਤੇ ਦੂਜਿਆਂ ਨੂੰ ਸਮਝਣਾ ਜ਼ਰੂਰੀ ਹੈਗਾ। तो इंडिया ਦੇ ਸਟੱਡੀ ਕਰਨ ਵਾਲੇ ਡਿਪਾਰਟਮੈਂਟ ਖੁੱਲ੍ਹਦੇ ਆ ਫਰਾਂਸ ਦੇ ਵਿੱਚ, ਜਰਮਨੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਤੇ ਉਹ ਸਪੈਸੀਫਿਕਲੀ ਇੰਡੀਆ ਦੀ ਜਿਹੜੀ ਕਲਾਸੀਕਲ ਟੈਕਸਟ ਨੂੰ ਪੜ੍ਹਨਾ ਸ਼ੁਰੂ ਕਰਦੇ ਆ। ਇਵੇਂ ਹੀ ਚਾਈਨਾ ਨੂੰ ਡਿਸਕਵਰ ਕਰਦੇ, ਕਿਉਂਕਿ ਇੰਡੀਆ ਤੇ ਚਾਈਨਾ ਜਿਹੜੇ ਹੈਗੇ ਉਹ ਗ੍ਰੇਟ ਸਿਵਲਾਈਜੇਸ਼ਨਸ ਹੈਗੀਆਂ। ਯੂਰਪ ਜਿਹੜਾ ਪਛੜਿਆ ਸੀਗਾ ਉਸ ਟਾਈਮ ਉੱਥੇ, ਤੇ ਉਹ ਜਿਹੜਾ ਮੂਵਮੈਂਟ ਹੈਗਾ ਉਹੀ ਸਮਾਂ ਹੈਗਾ ਜਦੋਂ ਯੂਰਪੀਅਨ ਸਮਰਾਜਵਾਦ ਸਪਰੈਡ ਕਰਦਾ ਆਪਣੇ ਆਪ ਨੂੰ। ਉਹ ਸਾਰੇ ਵਰਲਡ ਨੂੰ ਕੋਲੋਨਾਈਜ਼ ਕਰ ਲੈਂਦਾ। ਉਸ ਕੋਲੋਨਾਈਜੇਸ਼ਨ ਨੂੰ ਜਸਟੀਫਾਈ ਕਰਨ ਵਾਸਤੇ ਉਹ ਨਵੀਆਂ ਥਿਊਰੀਆਂ ਦਿੰਦੀਆਂ। ਮੇਰੀ ਗੱਲ ਨਹੀਂ, ਬਰਨਾਰਡ ਕੋਹਨ ਨੇ ਕਹੀ ਸੀ ਬਹੁਤ ਪਹਿਲੇ ਗੱਲ। ਕਲੋਨੀਅਲਿਜ਼ਮ ਜਿਹੜਾ ਹੈਗਾ ਇੱਕ ਥਿਊਰੀਆਂ ਬਣਾਉਂਦਾ ਹੈਗਾ। ਉਸ ਥਿਊਰੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਥਿਊਰੀ ਜਿਹੜੀ ਇੰਡੀਆ ਦੇ ਬਾਰੇ ਹੈਗੀ ਉਹ 2-3 ਚੀਜ਼ਾਂ ਹੈਗੀਆਂ ਕਿ ਇੰਡੀਆ ਜਿਹੜਾ ਹੈਗਾ ਇੱਕ ਸਿਵਲਾਈਜੇਸ਼ਨ ਸੀਗਾ, ਪਰ ਉਸ ਤੋਂ ਬਾਅਦ ਪਛੜ ਗਿਆ। ਤਾਂ ਹੁਣ ਜਿਹੜਾ ਇੰਡੀਆ ਅੱਜ ਦਾ ਹੈਗਾ ਇਟਸ ਅ ਲੈਂਡ ਆਫ ਵਿਲੇਜ ਰਿਪਬਲਿਕਸ। ਉਹ ਪਿੰਡਾਂ ਦਾ ਦੇਸ਼ ਹੈਗਾ। ਹਰ ਪਿੰਡ ਇੰਡੀਪੈਂਡੈਂਟ ਹੈਗਾ, ਹਰ ਪਿੰਡ ਆਟੋਨਮਸ ਹੈਗਾ, ਹਰ ਪਿੰਡ ਸਟੈਟਿਕ ਹੈਗਾ, ਕੁਛ ਬਦਲਦਾ ਨਹੀਂ ਉਹਦੇ 'ਚ। ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜਾਂਦੀਆਂ। ਅੱਜ ਵੀ ਉਹ ਮਕੌਲੇ ਦੀ ਟੈਕਸਟ ਹੈਗੀ, ਬੜੇ ਸ਼ਾਰਪਲੀ ਤੇ ਕਲੀਅਰਲੀ ਲਿਖਿਆ ਹੈਗਾ। ਉਸ ਤੋਂ ਬਾਅਦ ਫਿਰ ਕਾਸਟ ਦੀ ਗੱਲ ਹੁੰਦੀ ਹੈ। ਕਾਸਟ ਤੇ ਹਿੰਦੂਇਜ਼ਮ ਨੂੰ ਨਾਲ ਜੋੜਿਆ ਜਾਂਦਾ ਹੈਗਾ।
ਇਹ ਜੋੜ ਕੇ ਇੱਕ ਨਵੀਂ ਧਾਰਨਾ ਇੰਡੀਆ ਦੇ ਬਣਾਈ ਜਾਂਦੀ, ਇੰਡੀਆ ਦੇ ਬਾਰੇ ਬਣਾਈ ਜਾਂਦੀ ਹੈ। ਤੇ ਉਹ ਧਾਰਨਾ ਜਿਹੜੀ ਹੈਗੀ ਬੇਸਿਕਲੀ ਪ੍ਰਾਇਮਰੀਲੀ ਯੂਰਪ ਵਿੱਚ ਪ੍ਰਚਲਿਤ ਹੁੰਦੀ ਹੈਗੀ। ਯੂਰਪ ਵਿੱਚ ਪ੍ਰਚਲਿਤ ਕਰਨੀ ਇਸ ਵਾਸਤੇ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਜਸਟੀਫਾਈ ਕਰਨਾ ਆਪਣੀ ਪ੍ਰੈਜ਼ੈਂਸ ਇਨ ਇੰਡੀਆ। ਉਹ ਜਿਹੜੀ ਪ੍ਰਚਲਿਤ ਹੁੰਦੀ ਹੈ ਉਹ ਪ੍ਰਚਲਿਤ ਫਿਰ ਉੱਥੇ ਕਲਾਸੀਕਲ ਥਿਓਰੀਟੀਕਲ ਰਾਈਟਿੰਗਸ ਦੇ ਵਿੱਚ ਵੀ ਚਲੀ ਜਾਂਦੀ। ਜਦੋਂ ਮਾਰਕਸ ਇੰਡੀਆ ਦੇ ਬਾਰੇ ਗੱਲ ਕਰਦਾ ਤਾਂ ਉਹੀ ਕਰਦਾ ਜਿਹੜੇ ਅੰਗਰੇਜ਼ ਕਰ ਰਹੇ ਆ, ਕਿਉਂਕਿ ਉਹਨਾਂ ਨੇ ਆਪਣਾ ਇੱਥੇ ਡੋਮੀਨੇਸ਼ਨ ਜਸਟੀਫਾਈ ਕਰਨੀ ਹੈ ਕਿ ਵੀ ਇਹ ਤਾਂ ਹੋਪਲੈਸ ਪਲੇਸ ਹੈਗਾ, ਇਹ ਤਾਂ ਸ਼ੁਕਰ ਕਰੋ ਅਸੀਂ ਇੱਥੇ ਆ ਗਏ, ਇੱਥੇ ਥੋੜ੍ਹੀ ਬਹੁਤੀ ਪ੍ਰੋਗਰੈਸ ਕਰ ਦਿਆਂਗੇ। ਸਾਰਾ ਸੱਚ ਇਹ ਦੱਸਦਾ ਹੈਗਾ ਕਿ ਇੱਥੋਂ ਲੁੱਟ ਕੇ ਲਿਜਾ ਰਹੇ ਸੀ ਤੇ ਖਰਬਾਂ ਅਰਬਾਂ, ਹੁਣ ਤਾਂ ਲੋਕਾਂ ਨੇ ਕੁਆਂਟੀਫਾਈ ਵੀ ਕਰਤਾ 47 ਬਿਲੀਅਨ ਕਿੰਨੀਆਂ ਟ੍ਰਿਲੀਅਨ ਬਿਲੀਅਨ, ਮਤਲਬ ਜਿਹੜੀ ਵੈਲਥ ਇੱਥੋਂ ਮਾਈਗ੍ਰੇਟ ਹੋਈ ਹੈ, ਇੱਥੋਂ ਜਾ ਕੇ ਉੱਥੇ ਗਈ ਹੈ। ਉਹਨੇ ਯੂਰਪ ਨੂੰ ਵਿਕਸਿਤ ਕੀਤਾ, ਉਹਨੇ ਇੰਗਲੈਂਡ ਨੂੰ ਵਿਕਸਿਤ ਕੀਤਾ। ਤੇ ਸਾਨੂੰ ਜਿਹੜਾ ਹੈਗਾ ਉਹ ਇੱਕ ਲੈਟਿਨ ਅਮਰੀਕਨ ਸੋਸ਼ੀਓਲੋਜਿਸਟ ਆਂਦਰੇ ਗੁੰਦਰ ਫਰੈਂਕ, ਉਹ ਕਹਿੰਦਾ ਕਿਵੇਂ ਅੰਡਰ ਡਿਵੈਲਪਮੈਂਟ ਨੂੰ ਡਿਵੈਲਪ ਕੀਤਾ ਗਿਆ ਕਿ ਇੱਕ ਪਾਸੇ ਡਿਵੈਲਪਮੈਂਟ ਹੁੰਦੀ ਹੈ, ਦੂਜੇ ਪਾਸੇ ਸਾਨੂੰ ਥੱਲੇ ਕੀਤਾ ਜਾਂਦਾ ਤਾਂ ਉੱਪਰ ਕੀਤਾ ਜਾਂਦਾ। ਤੋ ਇੱਕ ਨਵਾਂ ਸਟਰਕਚਰ ਦੇ ਵਿੱਚ ਉਸੇ ਟਾਈਮ ਇਹ ਜਿਹੜੇ ਨਵੀਆਂ ਥਿਊਰੀਆਂ ਆਉਂਦੀਆਂ ਕਿ ਹਾਂ ਵੀ ਸਮਾਜ ਦਾ ਪ੍ਰੋਗਰੈਸ ਹੁੰਦਾ ਹੈ। ਦ ਵਰਡ ਪ੍ਰੋਗਰੈਸ ਬਿਕਮਸ ਵੈਰੀ ਕ੍ਰਿਟੀਕਲ। ਉਹ ਜਿਹੜਾ ਪ੍ਰੋਗਰੈਸ ਹੈ ਉਹਦੇ ਨਾਲ ਐਵੋਲੂਸ਼ਨ ਦਾ ਵਰਡ ਜੁੜਿਆ ਤੇ ਉਹਦੇ ਵਿੱਚ ਹੀ ਇਹ ਜਿਹੜੀ ਪਿੰਡ ਤੇ ਸ਼ਹਿਰ ਦੀ ਧਾਰਨਾ ਜੁੜੀ ਹੈਗੀ ਕਿ ਪਿੰਡ ਜਿਹੜਾ ਉਹ ਪਛੜਿਆ ਹੈਗਾ, ਪਿੰਡ ਪਿਛਲੇ ਸਮਾਜ ਦਾ ਹਿੱਸਾ ਹੈਗਾ ਤੇ ਸ਼ਹਿਰ ਜਿਹੜਾ ਹੈਗਾ ਉਹ ਪ੍ਰੋਗਰੈਸਿਵ ਹੈਗਾ, ਉਹ ਅਗਲੇ ਸਮਾਜ ਦਾ ਹਿੱਸਾ ਹੈਗਾ। ਮੈਂ ਤੁਹਾਨੂੰ 2-3 ਦਿਖਾਵਾਂਗਾ ਸਲਾਈਡਾਂ, ਉਸ ਤੋਂ ਬਾਅਦ ਫਿਰ ਮੈਂ ਫਾਈਨਲ ਕੰਕਲੂਡ ਕਰੂੰਗਾ ਤੇ ਜਿਹੜੀਆਂ ਐਕਚੁਅਲ ਐਗਜ਼ਿਸਟਿੰਗ ਰਿਐਲਿਟੀਜ਼ ਪਿੰਡ ਦੀਆਂ ਕੀ ਹੈਗੀਆਂ ਅੱਜ ਦੇ ਜ਼ਮਾਨੇ 'ਚ। ਇਸ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਇਹਨਾਂ 'ਤੇ ਚਰਚਾ ਕਰਾਂਗੇ ਤੇ ਫਿਰ ਮੈਂ ਕੰਕਲੂਡ ਕਰਨ ਦੀ ਕੋਸ਼ਿਸ਼ ਕਰੂੰਗਾ। ਇਸ ਰਾਈਟ ਐਰੋ ਕੀ ਨਾਮ ਹੈ? ਹਾਂ, ਆਹ ਟੇਬਲ ਤੁਹਾਨੂੰ ਦਿਖਾਈ ਦੇ ਰਿਹਾ ਨਾ। ਹੁਣ ਇਹਦੇ 'ਚ ਬੇਸਿਕਲੀ ਸੈਂਸਸ ਡੇਟਾ ਹੈਗਾ, ਕੋਈ ਮੈंने ਆਪਣਾ ਡੇਟਾ ਨਹੀਂ ਇਕੱਠਾ ਕੀਤਾ ਪਰ ਇਹਨੂੰ ਮੈਂ ਅਰੇਂਜ ਕੀਤਾ ਆਪਣੇ ਹਿਸਾਬ ਦੇ ਨਾਲ। ਹੁਣ ਦੇਖੋ ਜੀ, ਇੰਡੀਆ ਦੇ ਵਿੱਚ ਨੈਚੁਰਲੀ ਅਰਬਨਾਈਜੇਸ਼ਨ ਹੋ ਰਿਹਾ, ਇਹਦੇ 'ਚ ਕੋਈ ਸ਼ੱਕ ਦੀ ਗੱਲ ਨਹੀਂ ਗੀ। ਜੇ ਆਪਾਂ ਪਿਛਲੇ 110 ਜਾਂ 20 ਸਾਲਾਂ ਦੀ ਗੱਲ ਕਰੀਏ ਤਾਂ ਇੰਡੀਆ ਦਾ ਜਿਹੜਾ ਅਰਬਨ ਪੋਪੂਲੇਸ਼ਨ ਹੈ ਉਹ ਕਾਫੀ ਇਨਕਰੀਜ਼ ਹੋਇਆ। 2001 ਦੇ ਵਿੱਚ 10% ਪੋਪੂਲੇਸ਼ਨ ਸੀਗੀ ਅਰਬਨ, ਇਹ ਘਟ ਗਈ ਸੀ। ਮਤਲਬ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ, ਬ੍ਰਿਟਿਸ਼ ਰੂਲ ਦੇ ਵਿੱਚ ਇੰਡੀਆ ਦਾ ਡੀ ਅਰਬਨਾਈਜੇਸ਼ਨ ਹੋਇਆ ਸੀਗਾ, ਡੀ ਇੰਡਸਟਰੀਅਲਾਈਜੇਸ਼ਨ ਹੋਇਆ ਸੀਗਾ। ਜੇ ਸਾਡੇ ਕੋਲ ਡੇਟਾ ਹੁੰਦਾ ਤਾਂ ਸ਼ਾਇਦ ਉਹ ਪ੍ਰਪੋਰਸ਼ਨ ਕੋਈ ਹਿਸਟੋਰੀਅਨ ਕਹਿੰਦੇ ਆ ਕਿ 18ਵੀਂ ਸ਼ਤਾਬਦੀ ਦੇ ਵਿੱਚ ਇੰਡੀਆ 'ਚ ਕੋਈ 15% ਦੇ ਲੋਕ ਜਿਹੜੇ ਆ ਉਹ ਸ਼ਹਿਰਾਂ 'ਚ ਰਹਿੰਦੇ ਸੀਗੇ। ਉਹਦੇ ਵੱਖਰੇ ਵੱਖਰੇ ਐਸਟੀਮੇਟਸ ਹੈਗੇ ਕਿਉਂਕਿ ਸਾਡੇ ਕੋਲ ਆਥੈਂਟਿਕ ਐਸਟੀਮੇਟ ਤਾਂ ਹੈ ਨਹੀਂਗਾ, ਪਰ ਇਹਦੇ ਬਾਰੇ ਕਾਫੀ ਸਟੱਡੀ ਹੈਗੀ ਕਿ ਡਿਊਰਿੰਗ ਬ੍ਰਿਟਿਸ਼ ਰੂਲ ਇੰਡੀਆ ਦਾ ਐਕਚੁਅਲੀ ਡੀ ਅਰਬਨਾਈਜੇਸ਼ਨ ਹੋਇਆ ਸੀਗਾ। ਸ਼ਹਿਰ ਬਣੇ ਸੀਗੇ ਨਵੇਂ ਵੀ, ਬਟ ਓਵਰਆਲ ਜਿਹੜੀ ਸ਼ਹਿਰੀ ਪਾਪੂਲੇਸ਼ਨ ਹੈ ਉਹ ਘੱਟੀ ਸੀਗੀ ਕਿਉਂਕਿ ਉਹਨਾਂ ਨੇ ਪੁਰਾਣੀ ਜਿਹੜੀ ਇਕਨੋਮੀ ਦਾ ਸੱਤਿਆਨਾਸ਼ ਕਰਤਾ ਤੇ ਲੋਕੀ ਸ਼ਹਿਰਾਂ 'ਚੋਂ ਪਿੰਡ 'ਚ ਵਾਪਸ ਆਏ ਸੀਗੇ। ਪਰ ਜੇ ਆਪਾਂ ਪਿਛਲੇ 120 ਸਾਲ ਦਾ 111 ਸਾਲਾਂ ਦਾ ਵੀ ਜੇ ਹਿਸਾਬ ਕਿਤਾਬ ਲਈਏ ਤਾਂ ਜਿਹੜਾ 1901 ਦੇ ਵਿੱਚ ਆ ਦੇਖ ਰਹੇ ਹੋ ਤੁਸੀਂ, ਸਾਡਾ 10% ਪਾਪੂਲੇਸ਼ਨ ਹੈਗੀ ਜਿਹੜੀ ਅਰਬਨ ਹੈਗੀ। ਇਹ ਵੱਧਦੀ 2011 ਤੱਕ ਜਿਹੜੀ ਹੈਗੀ 31% ਹੋ ਗਈ, 33-35% ਹੋ ਗਈ ਹੋਣੀ ਹੁਣ ਤੱਕ। ਇਸ ਵਾਰੀ ਸਾਡੇ ਸੈਂਸਸ ਹੋਇਆ ਨਹੀਂ, 36% ਹੋ ਗਈ ਹੋਣੀ ਹੈ। ਸੋ ਅਰਬਨ ਪਾਪੂਲੇਸ਼ਨ ਇਜ਼ ਡੈਫੀਨਿਟਲੀ ਇਨਕਰੀਜ਼ਿੰਗ। ਤੇ ਉਸ ਤੋਂ ਬਾਅਦ ਜੇ ਤੀਜੇ ਤੁਸੀਂ ਕਾਲਮ ਵਿੱਚ ਜਾਓ ਤਾਂ ਉੱਥੇ ਬੜਾ ਕਲੀਅਰਲੀ ਦਿਖਾ ਰਿਹਾ ਕਿ ਰੂਰਲ ਪਾਪੂਲੇਸ਼ਨ, ਦੂਜੇ ਕਾਲਮ ਦੇ ਰੂਰਲ ਪਾਪੂਲੇਸ਼ਨ ਘੱਟ ਹੀ ਹੈਗੀ, ਉਹ ਕਰਸਪੌਂਡਿੰਗ ਹੋਏਗੀ ਕਿਉਂਕਿ ਉਹ ਦੋਨਾਂ ਨੂੰ ਪਰਸੈਂਟੇਜ ਕੀਤਾ ਜਾਂਦਾ। 89 ਤੋਂ ਘੱਟ ਕੇ ਤੇ ਉਹ ਰਹਿ ਗਈ ਤੁਹਾਡੀ 67-68% ਜਾਂ 65% ਹੋ ਗਈ ਹੋਣੀ ਹੈ, 62-63% ਹੋ ਗਈ ਹੋਣੀ ਹੈ। ਤਾਂ ਨੈਚੁਰਲੀ ਰੂਰਲ ਪਾਪੂਲੇਸ਼ਨ ਘੱਟ ਰਹੀ ਹੈ, ਅਰਬਨ ਪਾਪੂਲੇਸ਼ਨ ਵੱਧ ਰਹੀ ਹੈ। ਇਹ ਕਲਾਸੀਕਲ ਜਿਹੜੇ ਜਿਓਗ੍ਰਾਫਰ ਹੈ ਜਾਣਦੇ ਆ, ਅਰਬਨਾਈਜੇਸ਼ਨ ਦੀ ਥਿਊਰੀ ਹੈ, ਡੈਮੋਗ੍ਰਾਫਿਕ ਟ੍ਰਾਂਜੀਸ਼ਨ ਦੀ ਥਿਊਰੀ ਹੈ ਕਿ ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਹੈ, ਸ਼ਹਿਰਾਂ ਦੀ ਆਬਾਦੀ ਵੱਧਦੀ ਹੈਗੀ ਤੇ ਪਿੰਡਾਂ ਦੀ ਆਬਾਦੀ ਘਟਦੀ ਹੈਗੀ। ਇੱਕ ਟਾਈਮ ਆਏਗਾ ਜਦੋਂ ਸਾਰੀ ਆਬਾਦੀ ਸ਼ਹਿਰੀ ਹੋ ਜਾਏਗੀ। ਹੁਣ ਅਮਰੀਕਾ ਦੇ ਵਿੱਚ ਛੋਟੇ ਕਸਬੇ ਹੈਗੇ, ਛੋਟੇ ਸੈਟਲਮੈਂਟ ਹੈਗੇ, ਪਰ ਉਹਨਾਂ ਨੂੰ ਪਿੰਡ ਨਹੀਂ ਕਹਿੰਦੇ, ਉਹਨਾਂ ਨੂੰ ਸਮਾਲ ਟਾਊਨਸ ਕਹਿੰਦੇ ਹੈਗੇ। ਹੁਣ ਸਾਰੀ ਆਬਾਦੀ ਜਿਹੜੀ ਉਹ ਸ਼ਹਿਰੀ ਹੋ ਗਈ ਹੈ। ਯੂਰਪ ਵਿੱਚ ਚਲੇ ਜਾਓ ਤਾਂ ਉੱਥੇ ਤੁਹਾਨੂੰ ਵਿਲੇजेस ਮਿਲਣਗੇ, ਪਰ ਵਿਲੇजेस ਉੱਥੇ ਇਲੀਟ ਜਾ ਕੇ ਰਹਿੰਦੇ ਆ। ਪਿੰਡ 'ਚ ਕੋਈ ਕਿਸਾਨੀ ਜਿਹੜੀ ਹੈਗੀ ਉਹ ਬੜੀ ਲਿਮਿਟਿਡ ਹੋ ਗਈ ਹੈ, ਉਸ ਤਰ੍ਹਾਂ ਦੀ ਕਿਸਾਨੀ ਨਹੀਂ ਬਚੀ। ਤੇ ਉਹ ਸੋਚਦੇ ਕਿ ਸਾਰੇ ਦੁਨੀਆ ਦਾ ਪ੍ਰੋਸੈਸ ਜਿਹੜਾ ਹੈ ਇੱਦਾਂ ਦਾ ਹੀ ਹੋਏਗਾ। ਪਰ ਇਹਦੇ ਨਾਲ ਦੇਖੋ ਤੁਸੀਂ ਜਿਹੜੇ ਸਾਡੇ ਸ਼ਹਿਰਾਂ ਦਾ ਨੰਬਰ ਉਹ ਵੀ ਵਧਿਆ ਹੈਗਾ। ਇਹ 1827 ਤੋਂ ਵੱਧ ਕੇ 7925 ਦੇ ਲਗਭਗ ਹੋ ਗਿਆ ਪਿਛਲੇ 100-110 ਸਾਲਾਂ ਦੇ ਵਿੱਚ। ਉਸੇ ਫਸਟ ਕਾਲਮ ਵਿੱਚ ਦੇਖੋ 7935 ਇਸ ਕੰਸਿਸਟੈਂਟਲੀ ਵੱਧ ਰਿਹਾ। 1901 'ਚ ਦੇਖੋ, ਫਿਰ ਤੁਸੀਂ 1951 'ਚ ਦੇਖੋ, ਫਿਰ 2001 'ਚ ਦੇਖੋ, 2011 'ਚ ਦੇਖੋ। ਕਈ ਜਿਹੜੇ ਪਿੰਡ ਹੈ ਉਹਨਾਂ ਨੂੰ ਰੀਕਲਾਸੀਫਾਈ ਕੀਤਾ ਜਾਂਦਾ ਹੈ ਐਜ਼ ਸਿਟੀਜ਼।
ਦੇ ਕਾਲ ਸੈਂਸਸ ਟਾਊਨਸ, ਉਹਦਾ ਇੱਕ ਆਪਣਾ ਪ੍ਰੋਸੈਸ ਹੁੰਦਾ। ਇਸ ਹਿਸਾਬ ਨਾਲ ਦੇਖੋ ਤਾਂ ਜੀ ਰੂਰਲ ਪਾਪੂਲੇਸ਼ਨ ਘਟ ਰਹੀ ਹੈ। ਪਰ ਜਦੋਂ ਤੁਸੀਂ ਚੌਥੇ ਤੇ ਤੀਜੇ ਤੇ ਚੌਥੇ ਤੇ ਪੰਜਵੇਂ ਕਾਲਮ ਵਿੱਚ ਆਉਂਦੇ ਹੋ ਤਾਂ ਇਹ ਕੁਝ ਹੋਰ ਹੀ ਕਹਾਣੀ ਦੱਸਦੀ ਹੈ। ਸ਼ਹਿਰੀ ਆਬਾਦੀ ਵੱਧ ਰਹੀ ਹੈ ਨੈਚੁਰਲੀ, 2 ਕਰੋੜ 58 ਲੱਖ ਤੋਂ ਵੱਧ ਕੇ 37 ਕਰੋੜ 70 ਲੱਖ ਹੋ ਗਈ 2011 ਦੇ ਵਿੱਚ, ਕਈ ਗੁਣਾ ਵੱਧ ਗਈ। ਪਰ ਜਦੋਂ ਤੁਸੀਂ ਲਾਸਟ ਵਾਲਾ ਕਾਲਮ ਦੇਖੋਗੇ ਤਾਂ ਪਿੰਡਾਂ ਦੀ ਆਬਾਦੀ ਘਟਣੀ ਚਾਹੀਦੀ ਆ ਕਰਸਪੋਂਡਿੰਗਲੀ। ਇੰਡੀਆ ਦੇ ਵਿੱਚ ਪਿੰਡਾਂ ਦੀ ਆਬਾਦੀ ਕਦੇ ਵੀ ਨਹੀਂ ਘਟੀ। ਇਹ ਦੇਖੋ 21 ਕਰੋੜ ਸੀਗੀ ਆਪਣਾ 2001 'ਚ, ਕੰਸਿਸਟੈਂਟਲੀ ਵੱਧ ਰਹੀ ਹੈ। ਐਬਸੋਲੂਟ ਪਾਪੂਲੇਸ਼ਨ ਜਿਹੜੀ ਪਿੰਡ ਦੀ ਹੈਗੀ, ਟੋਟਲ ਪਾਪੂਲੇਸ਼ਨ ਹੈਗੀ, ਟੋਟਲ ਪਾਪੂਲੇਸ਼ਨ 2011 ਦੇ ਵਿੱਚ ਤੁਹਾਡੀ 83 ਕਰੋੜ ਹੈਗੀ ਪਿੰਡਾਂ ਦੀ ਆਬਾਦੀ। 83 ਕਰੋੜ ਜਿਹੜੀ ਹੈਗੀ 21 ਕਰੋੜ ਦੇ ਲਗਭਗ 4 ਗੁਣਾ ਹੈਗੀ। ਹੁਣ 4 ਗੁਣਾ ਆਬਾਦੀ ਵਧੀ, ਉਸ ਦੇ ਨਾਲ ਉਹ ਜਿਹੜੇ ਦੇਖੋ ਤੁਸੀਂ ਬ੍ਰੈਕਟ ਦੇ ਵਿੱਚ ਹੈ ਨਾ ਫਿਗਰਸ, ਸ਼ਹਿਰੇ ਜਿਹੜੇ ਨੰਬਰ ਆਫ ਅਰਬਨ ਸੈਟਲਮੈਂਟਸ ਹੈਗੇ ਉਹ 1827 ਤੋਂ ਲੈ ਕੇ ਕਰੀਬਨ 8000 ਹੋ ਜਾਂਦੇ ਆ। ਪਰ ਜਿਹੜੀਆਂ ਰੂਰਲ ਸੈਟਲਮੈਂਟਸ ਹੈਗੀਆਂ ਉਹ ਵੀ ਵੱਧ ਰਹੀਆਂ ਨੇ। ਇਹ ਤਾਂ ਕੋਈ ਕਿਸੇ ਨੇ ਗੈਸ ਨਹੀਂ ਕੀਤਾ, ਇਹ ਤਾਂ ਸੈਂਸਸ ਨੇ ਇਨੂਮਰੇਟ ਕੀਤਾ। ਉਹ ਦੇਖੋ 5,67,000 ਤੋਂ ਲੈ ਕੇ 6,40,000, ਇਹਦਾ ਮਤਲਬ ਨਵੇਂ ਪਿੰਡ ਵੀ ਆ ਰਹੇ ਆ। ਹੁਣ ਇਹ ਜਿਹੜੀ ਹੈ ਕਹਾਣੀ ਹੈਗੀ, ਕੋਈ ਸਿੰਪਲ ਗੱਲ ਨਹੀਂ ਹੈਗੀ। ਇੱਕ ਜਦੋਂ ਅਸੀਂ ਸਮਾਜ ਦੇ ਨਾਲ ਡੀਲ ਕਰਨਾ ਹੈਗਾ, ਅਰਬਨ ਪਾਪੂਲੇਸ਼ਨ ਵੱਧ ਰਹੀ ਹੈ ਪਰ ਰੂਰਲ ਪਾਪੂਲੇਸ਼ਨ ਵੀ ਵੱਧ ਰਹੀ ਹੈ। ਹੁਣ ਇਹ ਜਿਹੜਾ ਟ੍ਰੈਜੈਕਟਰੀ ਹੈਗੀ, ਇਹ ਟ੍ਰੈਜੈਕਟਰੀ ਇੰਡੀਆ ਦੀ ਯੂਨੀਕ ਨਹੀਂ ਹੈਗੀ। ਨੈਕਸਟ ਉਹਦੇ ਤੇ ਜਾਣਾ, ਤੁਸੀਂ ਆਹ ਦੁਨੀਆ ਦੀ ਆਬਾਦੀ ਦੇਖੋ, ਇਹ ਵਰਲਡ ਬੈਂਕ ਦੀ ਕੈਲਕੂਲੇਸ਼ਨ ਹੈਗੀ ਤੇ ਇਹ ਦਿਖਾ ਰਹੀ ਹੈ ਕਿ ਹਾਂ ਜੀ ਕਿਵੇਂ ਅਰਬਨ ਪਾਪੂਲੇਸ਼ਨ ਦੁਨੀਆ ਦੇ ਵਿੱਚ ਵੱਧ ਰਹੀ ਹੈਗੀ। ਆਹ ਜਿਹੜੀ ਲਾਲ ਲਾਈਨ ਹੈਗੀ ਇਹ ਅਰਬਨ ਪਾਪੂਲੇਸ਼ਨ ਦੀ ਹੈ। ਮੇਰੇ ਕੋਲ ਇੱਕ ਹੋਰ ਵੀ ਟੇਬਲ ਹੈਗਾ ਜਿਹੜਾ 1901 ਤੱਕ ਜਾਂਦਾ ਹੈਗਾ ਜਾਂ 1801 ਤੱਕ ਵੀ ਜਾਂਦਾ ਹੈਗਾ, ਮੈਂ ਉਹ ਕਿਧਰੇ ਯੂਜ਼ ਨਹੀਂ ਕੀਤਾ ਹੈ। ਉਦੋਂ ਤੁਸੀਂ ਜਾਓਗੇ ਤਾਂ ਦੇਖੋਗੇ ਅਰਬਨ ਪਾਪੂਲੇਸ਼ਨ ਬਿਲਕੁਲ ਘੱਟ ਹੈਗੀ, ਮਤਲਬ ਸਾਰੀ ਦੁਨੀਆ ਦੇ ਵਿੱਚ 3-4% ਅਰਬਨ ਪਾਪੂਲੇਸ਼ਨ ਹੈਗੀ। ਤੇ ਪਿੰਡ ਪਾਪੂਲੇਸ਼ਨ ਜਿਹੜੀ ਹੁਣ ਇੱਥੇ 1 ਬਿਲੀਅਨ ਹੈਗੀ 1960 ਦੇ ਵਿੱਚ, ਉਦੋਂ ਇਸ ਤੋਂ ਵੀ ਘੱਟ ਹੈਗੀ। ਪਰ ਹੁਣ ਦੇਖੋ ਜੀ ਤੁਸੀਂ 1 ਬਿਲੀਅਨ ਅਰਬਨ ਪਾਪੂਲੇਸ਼ਨ ਹੈ ਕਿ 2 ਬਿਲੀਅਨ 1 ਬਿਲੀਅਨ ਅਰਬਨ ਪਾਪੂਲੇਸ਼ਨ ਹੈ ਤੇ 2 ਬਿਲੀਅਨ ਹੈਗੀ ਰੂਰਲ ਪਾਪੂਲੇਸ਼ਨ 1960 ਦੇ ਵਿੱਚ। ਹੁਣ ਉਹੀ ਟ੍ਰੈਜੈਕਟਰੀ ਹੈਗੀ ਇੱਥੇ, ਇੰਡੀਆ ਵਾਲੀ ਟ੍ਰੈਜੈਕਟਰੀ ਹੈਗੀ ਦੁਨੀਆ ਦੀ ਕਿ ਕਰੀਬਨ 2007-8 ਦੇ ਵਿੱਚ ਆ ਕੇ ਅਰਬਨ ਪਾਪੂਲੇਸ਼ਨ ਦੁਨੀਆ ਦੇ ਵਿੱਚ ਰੂਰਲ ਪਾਪੂਲੇਸ਼ਨ ਤੋਂ ਵੱਧ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਸ਼ਾਰਪਲੀ ਵੱਧ ਰਹੀ ਹੈ। ਪਰ ਦੇਖੋ ਤੁਸੀਂ ਰੂਰਲ ਪਾਪੂਲੇਸ਼ਨ ਵਾਲਾ ਜਿਹੜਾ ਲਾਈਨ ਹੈਗੀ ਉਹ ਡਾਊਨਵਰਡ ਨਹੀਂ ਹੋਈ, ਉਹ ਵੀ ਅਪਵਰਡ ਹੀ ਹੈਗੀ। ਹੁਣ ਅੱਜ ਜਿਹੜਾ ਹੈਗਾ ਦੁਨੀਆ ਦੀ ਜਿਹੜੀ ਰੂਰਲ ਪਾਪੂਲੇਸ਼ਨ ਪਿਛਲੇ 60 ਸਾਲਾਂ ਦੇ ਵਿੱਚ ਇਹ ਕਰੀਬਨ ਡਬਲ ਹੋ ਗਈ ਹੈ, ਥੋੜੀ ਡਬਲ ਤੋਂ ਘੱਟ ਹੈਗੀ, ਘਟੀ ਨਹੀਂ ਹੈਗੀ। ਹੁਣ ਇਸ ਨੂੰ ਕਿਵੇਂ ਤੁਸੀਂ ਐਕਸਪਲੇਨ ਕਰੋਗੇ? ਇਹਦਾ ਮਤਲਬ ਹੈਗਾ ਕਿ ਤੁਹਾਨੂੰ ਕਈ 200-400 ਸਾਲ ਹੋਰ ਵੇਟ ਕਰਨਾ ਪੈਣਾ ਜਾਂ ਕਿਧਰੇ ਕੋਈ ਹੋਰ ਕਹਾਣੀ ਹੈਗੀ। ਮੇਰੀ ਜਿਹੜੀ ਆਪਣੀ ਜਿਹੜੀ ਗੈਸ ਹੈਗਾ ਜਾਂ ਮੇਰਾ ਆਪਣਾ ਜਿਹੜਾ ਹਾਈਪੋਥੇਸਿਸ ਹੈਗਾ ਉਹ ਇਹ ਹੈਗਾ ਕਿ ਇਹ ਕਹਾਣੀ ਕਿਸੇ ਹੋਰ ਤਰੀਕੇ ਨਾਲ ਦੱਸੀ ਜਾਣੀ ਚਾਹੀਦੀ ਹੈ। ਉਹ ਉਸ ਤਰੀਕੇ ਨਾਲ ਦੱਸੀ ਗਈ ਹੈ ਤਾਂ ਕਿ ਉਹਦੇ ਨਾਲ ਇੱਕ ਖਾਸ ਤਰ੍ਹਾਂ ਦਾ ਨੈਰੇਟਿਵ ਬਣਾਇਆ ਜਾਵੇ ਜਿਹਦੇ 'ਚ ਸ਼ਹਿਰ ਦਾ ਤਬਕਾ ਹੈਗਾ ਉਹਨੂੰ ਪ੍ਰੋਗਰੈਸਿਵ ਦਿਖਾਇਆ ਜਾਵੇ ਤੇ ਪਿੰਡ ਦਾ ਤਬਕਾ ਜਿਹੜਾ ਹੈਗਾ ਉਹ ਆਟੋਮੈਟਿਕਲੀ ਜਿਹੜਾ ਪਿੱਛੇ ਰਹਿ ਗਿਆ, ਉਹ ਪਿੰਡ 'ਚ ਰਹਿ ਗਏ, ਉਹ ਦਿਖਾਇਆ ਜਾਵੇ। ਹੁਣ ਹੈਗਾ ਕਿ ਹਿਸਟੋਰੀਕਲੀ ਜਿਹੜੀ ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀਗਾ, ਤੁਸੀਂ ਐਗਰੀਕਲਚਰ ਦੀ ਹਿਸਟਰੀ ਪੜ੍ਹ ਕੇ ਦੇਖੋ। ਇੱਕ ਹਿਸਟੋਰੀਅਨ ਹੈਗਾ ਅਮਰੀਕਨ ਹਿਸਟੋਰੀਅਨ ਡੇਵਿਡ ਲਡਨ, ਬੜੀ ਐਕਸੈਸਿਬਲ ਕਿਤਾਬ ਹੈਗੀ, ਡਾਊਨਲੋਡ ਵੀ ਕਰ ਸਕਦੇ ਹੋ, ਮੈਂ ਵੀ ਡਾਊਨਲੋਡ ਕੀਤੀ ਸੀਗੀ ਕਿਸੇ ਸਾਈਟ ਤੋਂ। ਤੇ ਉਹ ਸ਼ੋਅ ਕਰਦਾ ਕਿਵੇਂ 15ਵੀਂ-16ਵੀਂ ਸ਼ਤਾਬਦੀ ਦੇ ਵਿੱਚ ਇੱਥੇ ਜਿਹੜਾ ਐਗਰੇਰੀਅਨ ਅਰਬਨਿਜ਼ਮ ਇਵੋਲਵ ਹੁੰਦਾ ਇਸ ਰੀਜਨ ਦੇ ਵਿੱਚ। ਜਦੋਂ ਐਗਰੀਕਲਚਰ ਦੀ ਗਰੋਥ ਹੁੰਦੀ ਹੈ ਇੱਥੇ ਪੰਜਾਬ ਹਰਿਆਣਾ ਦੇ ਵਿੱਚ ਜੱਟ ਆਉਂਦੇ ਆ, ਜੱਟ ਆ ਕੇ ਨਵੇਂ ਤਰੀਕੇ ਦੇ ਨਾਲ ਐਗਰੀਕਲਚਰ ਇਸਟੈਬਲਿਸ਼ ਕਰਦੇ ਆ। ਉਹ ਕੋਈ ਪੇਂਡੂ ਮੂਵਮੈਂਟ ਨਹੀਂ ਸੀਗਾ, ਉਹ ਬਿਲਕੁਲ ਕਨੈਕਟਡ ਸੀਗਾ ਇਸ ਪੂਰੇ ਰੀਜਨ ਦੀ ਇਕੋਨਮੀ ਦੇ ਨਾਲ। ਕੀ ਐਕਸਪੋਰਟ ਹੋ ਰਿਹਾ, ਕੀ ਇੰਪੋਰਟ ਹੋ ਰਿਹਾ, ਕਿਹੜੀਆਂ ਕ੍ਰੌਪਸ ਪ੍ਰੋਡਿਊਸ ਕਰਨੀਆਂ, ਕਿਹੜੀਆਂ ਕ੍ਰੌਪਸ ਪ੍ਰੋਡਿਊਸ ਨਹੀਂ ਕਰਨੀਆਂ, ਉਹ ਸਾਰਾ ਜਿਹੜੇ ਐਗਰੇਰੀਅਨ ਪ੍ਰੋਸੈਸ ਨੂੰ ਦੇਖੋਗੇ ਉਹ ਐਕਚੁਅਲੀ ਮਾਰਕੀਟ ਰਿਲੇਟਿਡ ਪ੍ਰੋਸੈਸ ਸੀਗੇ, ਪੋਲੀਟੀਕਲ ਪ੍ਰੋਸੈਸ ਰਿਲੇਟਿਡ ਪ੍ਰੋਸੈਸਿਸ ਸੀਗੇ। ਤੇ ਇਹ ਜਿਹੜਾ ਕਾਮਨ ਸੈਂਸ ਬਣਦਾ ਹੈਗਾ ਇਹ ਕਿਵੇਂ ਇੰਸਟੀਟਿਊਸ਼ਨਲਾਈਜ਼ ਹੋ ਜਾਂਦਾ ਹੈ ਸਾਡੇ ਆਪਣੇ ਕਲਚਰ ਦੇ ਵਿੱਚ। ਅੱਜ ਅਸੀਂ ਕਿਉਂ ਇਸ ਨੂੰ ਮੰਨਦੇ ਹਾਂ, ਕਿਉਂ ਅਸੀਂ ਬੜਾ ਪ੍ਰਾਊਡਲੀ ਕਹਿੰਦੇ ਜੀ ਮੇਰਾ ਪਿੰਡ ਤਾਂ ਉਹ ਹੈਗਾ। ਤੂੰ ਦੱਸ, ਤੇਰਾ ਪੰਜਾਬ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਲੇਟ 80s, ਤੁਹਾਨੂੰ ਆਈਡੈਂਟੀਫਾਈ ਕਰਨਾ ਪੈਂਦਾ ਸੀਗਾ ਤੁਹਾਡਾ ਪਿੰਡ ਕਿਹੜਾ ਹੈਗਾ। ਹਾਂਜੀ, ਪਿੰਡ ਤੋਂ ਇਲਾਵਾ ਤੁਹਾਡੀ ਕੋਈ ਆਈਡੈਂਟਿਟੀ ਨਹੀਂ ਸੀ ਬਣਦੀ, ਕਿਉਂਕਿ ਉਹ ਇੱਕ ਕਾਰਨ ਹੈਗਾ ਪੋਸਟ ਗ੍ਰੀਨ ਰੈਵੋਲੂਸ਼ਨ ਪੰਜਾਬ ਰੀਜਨ ਦੇ ਵਿੱਚ ਜਿਹੜੀ ਐਗਰੇਰੀਅਨ ਇਲੀਟ ਸੀਗਾ ਉਹਨੇ ਆਪਣੀ ਹੈਜਮਨੀ ਬਣਾ ਲਈ ਸੀਗੀ ਬਿਕੋਜ਼ ਆਫ ਵੇਰੀਅਸ ਹਿਸਟੋਰੀਕਲ ਪੋਲੀਟੀਕਲ ਇਕਨੋਮਿਕ ਰੀਜ਼ਨਸ। ਉਹ ਗ੍ਰੀਨ ਰੈਵੋਲੂਸ਼ਨ ਜਿਹੜਾ ਉਹ ਇਸੇ ਰੀਜਨ ਤੱਕ ਲਿਮਿਟਿਡ ਸੀਗਾ, ਬਾਕੀ ਰੀਜਨਸ ਦੇ ਵਿੱਚ ਉਹ ਪ੍ਰੋਸੈਸ ਨਹੀਂ ਹੋਇਆ।
ਪਰ ਇਹ ਜਿਹੜੀ ਪਿੰਡ ਤੇ ਸ਼ਹਿਰ ਦੀ ਬਾਈਨਰੀ ਹੈਗੀ, ਇਹ ਬੜਾ ਸਿਸਟਮੈਟਿਕਲੀ ਸਾਡੇ ਆਪਣੇ ਕਲਚਰ ਦੇ ਵਿੱਚ ਇੰਸਟੀਟਿਊਸ਼ਨਲਾਈਜ਼ ਹੋ ਗਈ ਥਰੂ ਨੈਸ਼ਨਲਿਸਟ ਮੂਵਮੈਂਟ। ਹੁਣ ਜਿਹੜੇ ਗਾਂਧੀ, ਨਹਿਰੂ, ਸਾਰੇ ਜਿਹੜੇ ਲੀਡਰ ਸੀਗੇ, ਆਪਣੇ ਅੰਬੇਡਕਰ ਇਨਕਲੂਡਿਡ, ਉਹ ਸਾਰੇ ਪੜ੍ਹੇ ਤਾਂ ਵਲਾਇਤ 'ਚ ਸੀਗੇ, ਜਾ ਕੇ ਅੰਗਰੇਜ਼ਾਂ ਨੇ ਪੜ੍ਹਾਇਆ ਸੀਗਾ ਉਹਨਾਂ ਨੂੰ। ਉਹੀ ਜਿਹੜਾ ਲਿਟਰੇਚਰ ਅੰਗਰੇਜ਼ਾਂ ਨੇ ਜਨਰੇਟ ਕੀਤਾ ਸੀਗਾ ਇੰਡੀਆ ਤੇ, ਉਸੇ ਦੇ ਥਰੂ ਐਜੂਕੇਟ ਹੋਏ। ਉਹਨਾਂ ਨੇ ਵੀ ਮਤਲਬ ਉਹ ਇੰਟਰਨਲਾਈਜ਼ ਕੀਤਾ ਕਿ ਹਾਂ ਬਈ ਯੂਰਪ ਇਜ਼ ਹੈਡ ਆਫ ਅਸ, ਪ੍ਰੋਗਰੈਸ ਕਰ ਗਿਆ, ਅਸੀਂ ਪਿੱਛੇ ਰਹਿ ਗਏ, ਸਾਡੇ ਸਮਾਜ ਜਿਹੜੇ ਆ ਟ੍ਰੈਡੀਸ਼ਨਲ ਹੈਗੇ ਜਾਂ ਪਿਛੜੇ ਸਮਾਜ ਹੈਗੇ। ਪਰ ਉਸ ਦੇ ਇਲਾਵਾ ਇਹ ਜਿਹੜਾ ਨੈਰੇਟਿਵ ਸੀਗਾ, ਇੰਡੀਆ ਇਜ਼ ਲੈਂਡ ਆਫ ਵਿਲੇजेस, ਇੰਡੀਆ ਇਜ਼ ਲੈਂਡ ਆਫ ਹਿੰਦੂਜ਼, ਇੰਡੀਆ ਇਜ਼ ਲੈਂਡ ਆਫ ਕਾਸਟ, ਇਹ ਉਹਨਾਂ ਨੂੰ ਸੂਟ ਵੀ ਬੜਾ ਕੀਤਾ। ਕਿਉਂਕਿ ਇੱਥੇ ਤੁਹਾਡੇ ਇੱਕ ਸਾਈਡ 'ਤੇ ਤਾਮਿਲਨਾਡੂ ਹੈਗਾ, ਦੂਜੀ ਸਾਈਡ 'ਤੇ ਪੰਜਾਬ ਹੈਗਾ, ਤੀਜੀ ਸਾਈਡ 'ਤੇ ਤੁਹਾਡਾ ਗੋਆ ਤੇ ਮਹਾਰਾਸ਼ਟਰ ਹੈਗਾ, ਫਿਰ ਬੰਗਾਲ ਹੈਗਾ। ਇਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਤੁਸੀਂ ਕਿਵੇਂ ਕਨੈਕਟ ਕਰੋਗੇ ਕਿ ਹਾਂ ਅਸੀਂ ਸਾਡੇ ਇੱਕ ਨੇਸ਼ਨ ਹੈਗੇ? ਹੁਣ ਉਹਨਾਂ ਨੇ ਕਿਹਾ ਦੇਖੋ ਜੀ, ਆ ਤੁਸੀਂ ਲਿਖਿਆ ਸੀ ਇੱਕ ਨੇਸ਼ਨ ਹੈਗੇ, ਸਾਡਾ ਇੱਕ ਕਲਚਰ ਹੈਗਾ, ਅਸੀਂ ਸਾਰੇ ਪੇਂਡੂ ਹੈਗੇ, ਅਸੀਂ ਸਾਰੇ ਹਿੰਦੂ ਹੈਗੇ, ਅਸੀਂ ਸਾਰੇ ਕਾਸਟਿਸਟ ਹੈਗੇ। ਇਹਦਾ ਮਤਲਬ ਇਹ ਹੈਗਾ ਕਿ ਸਾਡਾ ਇੱਕ ਆਪਣਾ ਕਲਚਰ ਹੈਗਾ। ਤੇ ਇਸ ਚੀਜ਼ ਦੀ ਡਿਟੇਲ ਬੜੇ ਆਰਾਮ ਨਾਲ ਤੁਸੀਂ ਦੇਖ ਸਕਦੇ ਹੋ। ਜਦੋਂ ਗਾਂਧੀ ਕੋਸ਼ਿਸ਼ ਕਰ ਰਿਹਾ ਕਿ ਨਵੀਂ ਨੈਸ਼ਨਲ ਇਮੈਜੀਨੇਸ਼ਨ ਬਣੇ, ਉਹ ਇਹ ਸਾਰੇ ਨੈਰੇਟਿਵਸ ਯੂਜ਼ ਕਰਦੇ ਆ। ਜਦੋਂ ਗਾਂਧੀ ਜਦੋਂ ਨਹਿਰੂ ਆਪਣੇ ਡਿਸਕਵਰੀ ਆਫ ਇੰਡੀਆ ਲਿਖਦਾ ਹੈਗਾ, ਉਹ ਕਿਵੇਂ ਇੱਕ ਟ੍ਰੈਡੀਸ਼ਨਲ ਸੁਸਾਇਟੀ ਨੂੰ ਕਨਸੈਪਚੁਅਲਾਈਜ਼ ਕਰਦਾ, ਇਹ ਤਾਂ ਮੈਂ ਲਿਖਿਆ ਵੀ ਹੈਗਾ ਕਿਧਰੇ। ਤੇ ਉਹਦੇ ਥਰੂ ਇੱਕ ਜਦੋਂ ਇੰਡੀਆ ਇੰਡੀਪੈਂਡੈਂਟ ਨੇਸ਼ਨ ਸਟੇਟ ਬਣਦਾ ਹੈਗਾ, ਉਹਦੀ ਜਿਹੜੀ ਏਜੰਸੀ ਆ, ਉਹਦਾ ਜਿਹੜਾ ਮੇਨ ਬੈਨੀਫੀਸ਼ੀਅਰੀ ਆ, ਉਹ ਇੱਕ ਨਵੇਂ ਤਰ੍ਹਾਂ ਦਾ ਇੰਗਲਿਸ਼ ਐਜੂਕੇਟਿਡ ਇਲੀਟ ਹੈਗਾ। ਤੇ ਉਸ ਇੰਗਲਿਸ਼ ਐਜੂਕੇਟਿਡ ਇਲੀਟ ਨੂੰ ਇਹ ਕੈਟੇਗਰੀਜ਼ ਕਾਫੀਆਂ ਕਨਵੀਨੀਅੰਟ ਲੱਗਦੀਆਂ ਹੈਗੀਆਂ। ਤੇ ਉਹ ਗਲੋਬਲ ਨੇਸ਼ਨ ਸਟੇਟ ਰਜੀਮ ਜਿਹੜੇ ਹੈਗੇ ਉਸ ਟਾਈਮ ਸਟਰਕਚਰ ਹੁੰਦੇ ਆ, ਤੇ ਉਹਦੇ ਥਰੂ ਤੁਹਾਡੇ ਜਿਹੜੇ ਡੈਮੋਗ੍ਰਾਫਿਕਸ ਹੈਗੇ, ਤੁਹਾਡੇ ਪੋਪੂਲੇਸ਼ਨ ਹੈ, ਉਹਨੂੰ ਕਨਸੈਪਚੁਅਲਾਈਜ਼ ਕਰਨ ਦੇ ਵਾਸਤੇ ਇਹ ਕੈਟੇਗਰੀਜ਼ ਨਾਰਮਲੀ ਯੂਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਤੇ ਉਸ ਕੈਟੇਗਰੀਜ਼ ਨੂੰ ਨਾਰਮਲੀ ਯੂਜ਼ ਹੀ ਨਹੀਂ ਕਰਦੇ। ਜਦੋਂ ਤੁਸੀਂ ਪੋਪੂਲੇਸ਼ਨ ਕਲਾਸੀਫਾਈ ਕਰਨੀ ਹੈ, ਉਹਦੀ ਸਭ ਤੋਂ ਪਹਿਲੀ ਕਲਾਸੀਫਿਕੇਸ਼ਨ ਹੁੰਦੀ ਹੈ ਰੂਰਲ ਕਿੰਨੇ ਹੈ ਤੇ ਅਰਬਨ ਕਿੰਨੇ ਹੈ। ਹੁਣ ਇਹ ਰੂਰਲ ਅਰਬਨ ਕੋਈ ਆਪਣੇ ਆਪ ਵਿੱਚ ਕੈਟੇਗਰੀਜ਼ ਹੈ ਹੀ ਨਹੀਂ ਹੈਗੇ। ਪਿੰਡ ਹੈਗੇ, ਸ਼ਹਿਰ ਵੀ ਹੈਗੇ, ਪਰ ਤੁਸੀਂ ਦੇਖੋ ਪਿੰਡ ਜਾ ਕੇ ਕਿੰਨੇ ਤਰ੍ਹਾਂ ਦੇ ਪਿੰਡ ਹੈਗੇ। ਤੁਹਾਡੇ ਗੁਆਂਢ 'ਚ ਹੈਗਾ ਹਿਮਾਚਲ ਪ੍ਰਦੇਸ਼, ਥੋੜ੍ਹਾ ਘੁੰਮ ਫਿਰ ਕੇ ਦੇਖੋ, ਮੈਂ ਸਟੱਡੀ ਕੀਤੀ ਹੈ ਉੱਥੇ। ਐਵਰੇਜ ਪਿੰਡ ਜਿਹੜਾ ਹੈਗਾ ਉਹਦੀ ਆਬਾਦੀ 50 ਤੋਂ ਲੈ ਕੇ 200 ਤੱਕ ਹੋਏਗੀ। ਕਿਸੇ 5 ਹਾਊਸ ਹੋਲਡ ਹੈਗੇ, ਕਿਸੇ 10 ਹਾਊਸ ਹੋਲਡ ਹੈਗੇ, ਕਿ 25-10 ਹਾਊਸ ਹੋਲਡ ਹੈਗੇ, ਜ਼ਿਆਦਾ 50 ਹਾਊਸ ਹੋਲਡ ਹੋਣਗੇ। ਉਹ ਹਾਊਸੇਬਲ ਲੈਂਡਸ ਹੀ ਨਹੀਂ ਹੈਗੀਆਂ। ਸ਼ਿਮਲੇ ਦੀ ਆਬਾਦੀ ਕਿੰਨੀ ਹੈਗੀ, ਜਿਹੜਾ ਸਭ ਤੋਂ ਵੱਡਾ ਸੋਲਨ ਤੇ ਸ਼ਿਮਲੇ ਦੀ ਆਬਾਦੀ ਕਿੰਨੀ ਹੈਗੀ? ਹਾਰਡਲੀ ਐਨੀ। ਉਹਦੇ ਕੰਪੇਅਰ ਕਰੋ ਤੁਸੀਂ, ਮੈਂ ਬਿਹਾਰ 'ਚ ਵੀ ਫੀਲਡ ਵਰਕ ਕੀਤਾ, ਇੱਕ ਪਿੰਡ ਦੀ ਆਬਾਦੀ 30 ਤੋਂ 40 ਹਜ਼ਾਰ ਤੱਕ ਹੈਗੀ। ਪਿੰਡ ਹੈਗੇ, ਐਕਚੁਅਲ ਪਿੰਡ ਹੈਗੇ। ਪਰ ਐਕਚੁਅਲ ਪਿੰਡ ਦਾ ਕੀ ਮਤਲਬ ਹੈਗਾ? ਸਾਡੀ ਜਿਹੜਾ ਸੈਂਸਸ ਕਲਾਸੀਫਿਕੇਸ਼ਨ ਹੈਗੀ, ਉਹਦੇ 'ਚ 3 ਚੀਜ਼ਾਂ ਆਉਂਦੀਆਂ। ਇੱਕ ਤਾਂ ਪਾਪੂਲੇਸ਼ਨ 5000 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ, ਪਾਪੂਲੇਸ਼ਨ ਡੈਂਸਿਟੀ 400 ਤੋਂ ਜਿਹੜੀ ਆਬਾਦੀ 5000 ਤੋਂ ਘੱਟ ਹੋਣੀ ਚਾਹੀਦੀ ਹੈ, ਪਾਪੂਲੇਸ਼ਨ ਡੈਂਸਿਟੀ ਉਹ 400 ਤੋਂ ਘੱਟ ਹੋਣੀ ਚਾਹੀਦੀ ਹੈ 5 ਕਿਲੋਮੀਟਰ, ਤੇ ਮੇਨ ਆਕੂਪੇਸ਼ਨ ਆਫ ਦ ਮੇਲ ਵਰਕਰਸ ਅਪ ਟੂ 75 ਸ਼ੁੱਡ ਬੀ ਇਨ ਐਗਰੀਕਲਚਰ, ਸ਼ੁੱਡ ਨਾਟ 75% ਪਲੱਸ ਸ਼ੁੱਡ ਨਾਟ ਬੀ ਨੋਨ ਐਗਰੀਕਲਚਰ। ਹੁਣ ਇੰਡੀਆ ਦੇ ਵਿੱਚ ਬੜੇ ਥੋੜ੍ਹੇ ਪਿੰਡ ਬੱਚੇ ਆ ਜਿੱਥੇ ਪਿੰਡਾਂ ਦੇ ਵਿੱਚ 75% ਤੋਂ 25% ਤੋਂ ਜ਼ਿਆਦਾ ਲੋਕ ਫੁੱਲ ਟਾਈਮ ਐਗਰੀਕਲਚਰ ਵਿੱਚ ਇਨਵੋਲਡ ਹੈਗੇ। ਅੱਜ ਦੇ ਦਿਨ ਤੁਸੀਂ ਪੰਜਾਬ ਦੇ ਕਿਸੇ ਪਿੰਡ ਚਲੇ ਜਾਓ, ਮੈਂ ਥੋੜ੍ਹਾ ਬਹੁਤਾ ਮੈਨੂੰ ਪਤਾ ਹੈਗਾ, ਬਾਕੀ ਪਿੰਡਾਂ ਦਾ ਮੈਨੂੰ ਪਤਾ, ਜਿਹੜੇ ਰੂਰਲ ਹਾਊਸ ਹੋਲਡ ਹੈ, ਸਰਵੇ ਕਰਕੇ ਦੇਖੋ 25% ਤੋਂ ਜ਼ਿਆਦਾ ਕਿਹੜੇ ਪਿੰਡ ਹੈ ਜਿਹਦੇ ਫੁੱਲ ਟਾਈਮ ਐਗਰੀਕਲਚਰ ਵਿੱਚ ਇਨਵੋਲਡ ਹੈਗੇ। ਖੇਤੀ ਹੈਗੀ, ਤੁਹਾਡੇ 2 ਕਿੱਲੇ ਜ਼ਮੀਨ ਹੈਗੀ, 3 ਕਿੱਲੇ ਜ਼ਮੀਨ ਹੈਗੀ, ਈਵਨ 25 ਕਿੱਲੇ ਜ਼ਮੀਨ ਹੈਗੀ, ਪਰ ਨਾਲ 3 ਹੋਰ ਆਕੂਪੇਸ਼ਨ ਹੈਗੇ ਹਾਊਸ ਹੋਲਡ ਦੇ। ਜਿਹੜੀ ਫੈਮਿਲੀ ਤੁਹਾਡੀ ਹੈਗੀ, ਤੁਹਾਡੇ ਮੈਂਬਰ ਹੈਗੇ ਫੈਮਿਲੀ ਦੇ, ਜਿਹੜੇ ਐਕਸਕਲੂਸਿਵ ਆਕੂਪੇਸ਼ਨ ਹੈਗੇ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਤਲਬ ਇਟਸ ਵੈਰੀ ਡਿਫਿਕਲਟ। ਤਾਂ ਮੇਰੀ ਜਿਹੜੀ ਆਰਗੂਮੈਂਟ ਹੈਗੀ ਉਹ ਇਹ ਹੈਗੀ ਕਿ ਸਾਨੂੰ ਜਿਹੜੀ ਸੈਟਲਮੈਂਟਸ ਹੈਗੀਆਂ ਉਹਨਾਂ ਦੇ ਬਾਰੇ ਕਿਸੇ ਹੋਰ ਤਰੀਕੇ ਨਾਲ ਸੋਚਣਾ ਚਾਹੀਦਾ, ਜੋ ਕੋਈ ਸੋਸ਼ੀਓਲੋਜੀਕਲੀ ਵੀ ਮੀਨਿੰਗਫੁਲ ਹੋਏ ਤੇ ਨਾਨ ਇਲੀਟਿਸਟ ਵੀ ਹੋਏ। ਹੁਣ ਲਾਸਟ ਜਿਹੜੀਆਂ ਕਨਕਲੂਡਿੰਗ 4-5 ਪੁਆਇੰਟ ਹੈਗੇ, ਤੇ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇਸੈਂਸ਼ੀਅਲ, ਇਸ ਨੂੰ ਪੰਜਾਬੀ 'ਚ ਕੀ ਕਹਾਂਗੇ? ਇੱਕ ਹੈ ਹਾਂ, ਲਾਜ਼ਮੀ ਵੀ ਥੋੜ੍ਹਾ ਮਤਲਬ ਉਸ ਤੋਂ ਇਲਾਵਾ ਕੁਝ ਹੋ ਹੀ ਨਹੀਂ ਸਕਦਾ। ਇਹ ਜਿਹੜੀ ਨੋਸ਼ਨ ਹੈਗੀ ਇਸੈਂਸ਼ੀਅਲ, ਇਸ ਨੋਸ਼ਨ ਉਸ ਤੋਂ ਬਾਹਰ ਹੋ ਕੇ ਉਹ ਦੇਖਣਾ ਪੈਣਾ, ਕਿਉਂਕਿ ਪਿੰਡ ਤੇ ਸ਼ਹਿਰ ਇੱਕ ਐਕਚੁਅਲੀ ਹੈਜੀਮੋਨਿਕ ਤੇ ਇਲੀਟਿਸਟ ਫਾਰਮੂਲੇਸ਼ਨ ਹੈਗੀ। ਹੈਜੀਮੋਨਿਕ ਦਾ ਮਤਲਬ ਅਸੀਂ ਆਪ ਹੀ ਐਕਸੈਪਟ ਕਰ ਲੈਂਦੇ ਹਾਂ, ਹਾਂਜੀ ਤੁਸੀਂ ਸਾਡੇ ਤੋਂ ਚੰਗੇ ਹੋ, ਤੁਹਾਨੂੰ ਵੀ ਪਤਾ ਸਾਡੇ ਬਾਰੇ ਚੰਗਾ ਕੀ ਹੈਗਾ। ਇਹੀ ਦਿੱਲੀ ਦੇ ਇਲੀਟ ਕਹਿ ਰਿਹਾ ਸੀਗਾ ਕਿ ਸਾਨੂੰ ਪਤਾ ਤੁਹਾਡੇ ਵਾਸਤੇ ਠੀਕ ਕੀ ਹੈਗਾ। ਉਹ ਰਜੀਮ ਇਹੀ ਕਹਿ ਰਿਹਾ ਸੀਗਾ ਨਾ, ਭਾਈ ਤੁਹਾਨੂੰ, ਤੁਸੀਂ ਪੇਂਡੂ ਹੋ, ਤੁਹਾਨੂੰ ਨਹੀਂ ਪਤਾ ਤੁਹਾਡੇ ਵਾਸਤੇ ਚੰਗਾ ਠੀਕ ਹੈ, ਕੀ ਚੰਗਾ ਹੈਗਾ, ਕੀ ਗਲਤ ਹੈਗਾ।
ਅਸੀਂ ਦੱਸਾਂਗੇ ਤੁਹਾਡੇ ਵਾਸਤੇ ਕੀ, ਕਿਉਂਕਿ ਸਾਡੇ ਕੋਲ ਡੇਟਾ ਹੈ, ਕਿਉਂਕਿ ਸਾਡੇ ਕੋਲ ਸਮਝ ਹੈਗੀ। ਤੁਸੀਂ ਤਾਂ ਪਿੰਡ ਤੋਂ ਆਏ ਹੋ, ਤੁਹਾਨੂੰ ਕੀ ਪਤਾ ਐਗਰੀਕਲਚਰ ਦਾ ਫਿਊਚਰ ਕੀ ਹੈ, ਤੁਹਾਨੂੰ ਕੀ ਪਤਾ ਗਲੋਬਲ ਮਾਰਕੀਟ ਕਿਵੇਂ ਚੱਲਦੀਆਂ। ਤੇ ਸਾਡੇ ਆਪਣੇ ਜਿਹੜੇ ਕਿਸਾਨ ਸੀਗੇ ਉਹ ਕਹਿੰਦੇ ਸੀ ਆਹ ਦੇਖੋ ਜੀ, ਉਸੇ ਟਾਈਮ ਲੱਗਦਾ ਸੀਗਾ ਉਹ ਜਿਹੜੇ ਕਹਿ ਰਹੇ ਸੀਗੇ ਤੁਹਾਨੂੰ ਕੀ ਪਤਾ, ਉਹ ਉਹਨਾਂ ਦੇ ਸਾਹਮਣੇ ਨਿਆਣੇ ਲੱਗਣ ਲੱਗਦੇ ਸੀਗੇ ਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ। ਇਹ ਸਾਡੇ ਜਿਹੜੇ ਕਿਸਾਨ ਲੀਡਰ ਹੈਗੇ ਆ, ਛੋਟੇ ਛੋਟੇ ਯੰਗ ਕਿਸਾਨ ਹੈਗੇ ਆ, ਜਿਹੜੇ ਉੱਥੇ ਐਕਟਿਵਿਸਟ ਬੈਠੇ ਸੀਗੇ, ਉਹਨਾਂ ਨੂੰ ਉਹਦੇ ਤੋਂ 10 ਗੁਣਾ ਜ਼ਿਆਦਾ ਪਤਾ ਸੀਗਾ। ਪਰ ਕਿਉਂਕਿ ਉਹਨਾਂ ਨੂੰ ਆਪਣਾ ਕੌਨਫੀਡੈਂਸ ਸੀਗਾ, ਉਹ ਇੱਕ ਇਲੀਟ ਨੈਰੇਟਿਵ ਹੈਗਾ ਪਿੰਡ ਤੇ ਸ਼ਹਿਰ ਦਾ, ਖੇਤੀ ਤੇ ਨੌਨ ਇੱਕ ਖੇਤੀ ਦਾ, ਉਹਦੇ ਵਿੱਚ ਉਹਦੇ ਵਿੱਚੋਂ ਅਸੀਂ ਲੋੜ ਹੈਗੀ ਕਿ ਇਸ ਅਰਬਨ ਤੇ ਰੂਰਲ ਬਾਈਨਰੀ ਜਿਹੜੀ ਹੈਗੀ ਕਿ ਹਾਂ ਵੀ ਜਾਂ ਤਾਂ ਤੁਸੀਂ ਪਿੰਡੂ ਹੋ ਸਕਦੇ ਹੋ ਜਾਂ ਤੁਸੀਂ ਸ਼ਹਿਰੀ ਹੋ ਸਕਦੇ ਹੋ, ਉਹਦੇ ਚੋਂ ਨਿਕਲਣਾ ਜ਼ਰੂਰੀ ਹੈਗਾ। ਤੇ ਐਕਚੁਅਲ ਵੱਖਰੇ ਵੱਖਰੇ ਤਰ੍ਹਾਂ ਦੀਆਂ ਸਪੇਸ਼ੀਅਲ ਫਾਰਮੇਸ਼ਨਸ ਹੈਗੀਆਂ। ਸਪੇਸ਼ੀਅਲ ਫਾਰਮੇਸ਼ਨ ਸੈਟਲਮੈਂਟ ਹੈਗੀ, ਜਿਵੇਂ ਪਿੰਡ 'ਚ ਛੋਟਾ ਕਸਬਾ ਹੈਗਾ ਜਾਂ ਹੋਰ ਵੱਡੇ ਕਸਬੇ ਹੈਗੇ, ਤਰ੍ਹਾਂ ਤਰ੍ਹਾਂ ਦੇ ਸ਼ਹਿਰ ਹੈ। ਪਟਿਆਲੇ ਤੇ ਰਾਜਪੁਰੇ 'ਚ ਫਰਕ ਹੈਗਾ, ਪਟਿਆਲੇ ਤੇ ਚੰਡੀਗੜ੍ਹ 'ਚ ਫਰਕ ਹੈਗਾ, ਚੰਡੀਗੜ੍ਹ ਤੇ ਦਿੱਲੀ 'ਚ ਫਰਕ ਹੈਗਾ, ਦਿੱਲੀ ਤੇ ਬੰਬਈ 'ਚ ਫਰਕ ਹੈਗਾ। ਹੁਣ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਰਹਿਣਾ, ਮੇਰੇ ਆਲੇ ਦੁਆਲੇ ਘੱਟ ਤੋਂ ਘੱਟ ਵੀ 10 ਤਰ੍ਹਾਂ ਦੇ ਵੱਖਰੇ ਵੱਖਰੇ ਸ਼ਹਿਰ ਹੈਗੇ। JNU ਇੱਕ ਆਪਣੇ ਤਰ੍ਹਾਂ ਦਾ ਸ਼ਹਿਰ ਹੈਗਾ। ਮੇਰੇ ਸਾਹਮਣੇ ਇੱਕ ਪਿੰਡ ਹੈਗਾ ਮੁਨੀਰਕਾ ਵਿਲੇਜ, ਹੁਣ ਪਿੰਡ ਤਾਂ ਨਹੀਂ ਬਚਿਆ, ਅਰਬਨ ਵਿਲੇਜ ਹੈਗਾ, ਉਹਨੂੰ ਕਹਿੰਦੇ ਅਰਬਨ ਵਿਲੇਜ ਹੈਗੇ, ਪਰ ਮੁਨੀਰਕਾ ਵੀ 3 ਤੇ 4 ਤਰ੍ਹਾਂ ਦੇ ਹੈਗੇ। ਇੱਕ ਤਾਂ ਟ੍ਰੈਡੀਸ਼ਨਲ ਪਿੰਡ ਹੈਗਾ, ਉਹਦੇ ਪਿੰਡ ਦੇ ਵਿੱਚ 2 ਚੀਜ਼ਾਂ ਹੈਗੀਆਂ, ਇੱਕ ਤਾਂ ਪਿੰਡ ਦੇ ਵਿੱਚ ਪੇਂਡੂ ਰਹਿੰਦੇ ਆ, ਦੂਜੀ ਉੱਥੇ ਮਾਈਗ੍ਰੈਂਟ ਲੇਬਰ ਰਹਿੰਦੇ ਆ, ਕਿਉਂਕਿ ਉਹਨਾਂ ਨੇ 7-7 ਸਟੋਰੀ ਘਰ ਬਣਾ ਰੱਖੇ। ਸਾਡੇ ਉੱਥੇ ਕਨਸੈਪਟ ਹੈ ਕਿ ਲਾਲ ਡੋਰਾ ਦੀ, ਉੱਥੇ ਕੋਈ ਐਡਮਿਨਿਸਟ੍ਰੇਸ਼ਨ ਦੇ ਰੂਲ ਅਪਲਾਈ ਨਹੀਂ ਕਰਦੇ ਹੈ। ਉੱਥੇ ਸਾਰੇ ਮਜ਼ਦੂਰ ਰਹਿੰਦੇ ਆ, ਜਿੱਥੇ ਬਾਹਰ ਦਾ ਕਿਰਾਇਆ ਹੋਏਗਾ 10,000, ਉੱਥੇ ਤੁਹਾਨੂੰ 1000 'ਚ ਮਕਾਨ ਮਿਲ ਜਾਏਗਾ ਜਾਂ ਇੱਕ ਕਮਰਾ ਮਿਲ ਜਾਏਗਾ। ਉੱਥੇ ਰਹਿ ਰਹੇ 4-4 ਲੇਬਰਰ ਇੱਕ ਕਮਰੇ ਦੇ ਵਿੱਚ। ਉਹਦੇ ਨਾਲ ਇੱਕ ਮੁਨੀਰਕਾ ਇਨਕਲੇਵ ਹੈਗਾ, ਜਿਹੜਾ ਬਿਲਕੁਲ ਮਿਡਲ ਕਲਾਸ ਲੋਕੈਲਿਟੀ ਹੈਗੀ। ਇੱਕ ਉਹਦੇ ਪਾਸੇ DDA ਫਲੈਟਸ ਹੈਗੇ, ਉਹ ਮੁਨੀਰਕਾ ਇਨਕਲੇਵ ਤੋਂ ਵੀ ਵੱਖਰਾ ਹੈਗਾ, ਮੁਨੀਰਕਾ ਪਿੰਡ ਤੋਂ ਵੀ ਵੱਖਰਾ ਹੈਗਾ। ਮੇਰੇ ਰਾਈਟ ਹੈਂਡ ਸਾਈਡ ਤੇ ਵਸੰਤ ਵਿਹਾਰ ਹੈਗਾ। ਵਸੰਤ ਵਿਹਾਰ 'ਚ ਅਮਿਤਾਭ ਬੱਚਨ ਦਾ ਵੀ ਘਰ ਹੈਗਾ, ਜਿਹੜੇ ਦਿੱਲੀ ਦੇ ਵੱਡੇ ਵੱਡੇ ਸੇਠ ਹੈਗੇ, 20 ਕਰੋੜ 50 ਕਰੋੜ ਦੇ ਉੱਥੇ ਫਲੈਟ ਮਿਲਦੇ ਹੈਗੇ। ਮੇਰੇ ਪਿਛੋਕੜ 'ਚ ਹੈਗਾ ਵਸੰਤ ਕੁੰਜ, ਉਹ ਆਪਣੇ ਆਪ 'ਚ ਇੱਕ ਵੱਖਰੀ ਦੁਨੀਆ ਹੈਗੀ। ਵਸੰਤ ਕੁੰਜ ਇੱਕ ਟਿਪੀਕਲ DDA ਮਿਡਲ ਕਲਾਸ ਲੋਕੈਲਿਟੀ ਹੈਗੀ, ਜਿਹੜੇ ਸਾਡੇ ਵਰਗੇ ਬੰਦੇ ਉੱਥੇ ਰਹਿੰਦੇ ਆ। ਰਾਈਟ ਹੈਂਡ ਸਾਈਡ 'ਤੇ ਚਲੇ ਜਾਓ, ਮਾਲਵੀਆ ਨਗਰ ਹੈਗਾ, ਉੱਥੇ ਪੁਰਾਣੇ ਰਿਫਿਊਜੀ ਵੀ ਆ ਕੇ ਵਸਦੇ ਸੀਗੇ। ਇਨ ਬਿਟਵੀਨ 5-6 ਤਰ੍ਹਾਂ ਦੀਆਂ ਸਲਮਸ ਹੈਗੀਆਂ। ਉਹ ਹਰ ਸਲਮ ਦਾ ਇੱਕ ਆਪਣਾ ਵੱਖਰਾ ਸੋਸ਼ਲ ਫਾਰਮੇਸ਼ਨ ਹੈਗਾ। ਤੋ ਜਿਹੜੀ ਗਰਾਊਂਡ ਰਿਐਲਿਟੀ ਹੈਗੀ, ਉਹਨੂੰ ਜੇ ਅਸੀਂ ਇੰਗੇਜ ਕਰਨਾ ਹੈ ਤਾਂ ਉਹਦੇ ਜਿਹੜੇ ਇੰਟਰਨਲ ਡਿਫਰੈਂਸਿਸ ਹੈਗੇ, ਉਹਨਾਂ ਨੂੰ ਕਲਾਸੀਫਾਈ ਕਰਨ ਵਾਸਤੇ ਈਵਨ ਫॉर ਸਟੇਟ ਪੋਲਿਸੀ one will have to think through very different kinds of categories। ਤੇ ਇਸ ਵਾਸਤੇ ਜਿਹੜਾ ਹੈਗਾ ਹਿਸਟੋਰੀਕਲੀ ਸਾਨੂੰ ਜਿਹੜਾ ਆਪਣਾ ਰੀਵਿਜ਼ਿਟ ਕਰਨਾ ਪੈਣਾ, ਜਿਹੜਾ ਪਿੰਡ ਤੇ ਸ਼ਹਿਰ ਦੀ ਬਾਈਨਰੀ ਨੂੰ, ਕਿਵੇਂ ਪਿੰਡ ਤੇ ਸ਼ਹਿਰ ਕੋ-ਇਵੋਲਵ ਹੋਇਆ। ਤੇ ਇਸ ਦੇ ਵਾਸਤੇ we should also recognize that spatial formations are also shaped by histories। ਅੱਜ ਵੀ ਤੁਸੀਂ ਪਟਿਆਲੇ ਦਾ ਜਿਹੜਾ ਪਟਿਆਲਾ ਸ਼ਾਹੀ ਕਲਚਰ ਹੈਗਾ, ਉਹ ਕਿਧਰੇ ਨਾ ਕਿਧਰੇ ਪਟਿਆਲੇ ਦਾ ਜਿਹੜਾ ਮਹਾਰਾਜਾ ਉਹਦੇ ਨਾਲ ਜੁੜਿਆ ਹੈਗਾ। ਪਟਿਆਲੇ ਦੀ ਹਿਸਟਰੀ ਜਲੰਧਰ ਨਾਲੋਂ ਬੜੀ ਵੱਖਰੀ ਹੈਗੀ, ਜਲੰਧਰ ਦੀ ਹਿਸਟਰੀ ਲੁਧਿਆਣੇ ਨਾਲੋਂ ਬੜੀ ਵੱਖਰੀ ਹੈਗੀ, ਲੁਧਿਆਣੇ ਦੀ ਹਿਸਟਰੀ ਲਾਹੌਰ ਨਾਲੋਂ ਬੜੀ ਵੱਖਰੀ ਹੈਗੀ। ਹੁਣ ਕਿਵੇਂ ਤੁਸੀਂ ਲਾਹੌਰ ਤੇ ਅੰਮ੍ਰਿਤਸਰ ਨੂੰ ਸਮਝੋਗੇ ਜੇ ਤੁਸੀਂ ਪਾਰਟੀਸ਼ਨ ਨੂੰ ਵਿੱਚ ਨਹੀਂ ਲਿਆਓਗੇ? ਕਿਵੇਂ ਤੁਸੀਂ ਅੰਮ੍ਰਿਤਸਰ ਨੂੰ ਸਮਝੋਗੇ ਜਿਵੇਂ ਸਿੱਖੀ ਨੂੰ ਵਿੱਚ ਨਹੀਂ ਲਿਆਓਗੇ? ਚੰਡੀਗੜ੍ਹ ਦੀ ਹਿਸਟਰੀ ਨੇਸ਼ਨ ਸਟੇਟ ਨਾਲ ਜੁੜੀ ਹੈਗੀ। ਸੋ ਹਰ ਸਪੇਸ਼ੀਅਲ ਫਾਰਮੇਸ਼ਨ ਦੀ ਇੱਕ ਆਪਣੀ ਇਕਨੋਮਿਕ ਪ੍ਰੋਸੈਸ ਦੇ ਨਾਲ ਜੁੜਿਆ ਹੈਗਾ, ਇਕੋਲੋਜੀਕਲ ਪ੍ਰੋਸੈਸ ਦੇ ਨਾਲ ਜੁੜਿਆ ਹੈਗਾ। ਜਿਹੜੇ ਗੱਲ ਕਰ ਅਸੀਂ ਪਹਾੜਾਂ 'ਤੇ ਚਲੇ ਜਾਓਗੇ, ਉਹ ਕਿਨੌਰ ਡਿਸਟ੍ਰਿਕਟ ਹੈੱਡਕੁਆਟਰ ਹੈਗਾ, ਪਰ ਉੱਥੇ ਪੰਚਾਇਤ ਹੈਗੀ, ਕਿਉਂਕਿ ਮਿਊਨਿਸਪੈਲਿਟੀ ਵਾਸਤੇ ਇੱਕ ਨੰਬਰ ਆਫ ਹਾਊਸ ਹੋਲਡ ਹੋਣਾ ਜ਼ਰੂਰੀ ਹੈ, ਪੋਪੂਲੇਸ਼ਨ ਹੈ ਨਹੀਂਗਾ ਉੱਥੇ, ਉਹ ਅਜੇ ਵੀ ਪੰਚਾਇਤ ਹੈਗੀ, ਪਰ ਉਹ ਹੈਗਾ ਡਿਸਟ੍ਰਿਕਟ ਹੈੱਡਕੁਆਟਰ। ਬਸ ਜੀ ਮੈਨੂੰ ਭੋਗ ਪਾਉਣ ਲੱਗਿਆ, ਅਤੇ ਬਾਕੀ ਕੋਈ ਸਵਾਲ ਸੁਣੋ ਤਾਂ ਬਹਿ ਕੇ ਹੱਲ ਕਰ ਲਾਂਗੇ। ਲਾਜ਼ਮੀ ਤੌਰ 'ਤੇ ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਖੜ੍ਹੇ ਹੋਏ ਹੋਣਗੇ, ਕਿਉਂਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਦੀਆਂ ਨਜ਼ਰਾਂ ਤੋਂ ਦੇਖਣ ਦੇ ਵਧੇਰੇ ਆਦੀ ਹਾਂ। ਬਹੁਤ ਸਾਲ ਜਦੋਂ ਪੋਸਟ ਕਲੋਨੀਅਲਿਜ਼ਮ ਦੀ ਗੱਲ ਹੋਣੀ ਸ਼ੁਰੂ ਹੋਈ, ਉਸ ਤੋਂ ਪਹਿਲਾਂ ਅਸੀਂ ਯੂਰਪ ਦੀਆਂ ਅੱਖਾਂ ਰਾਹੀਂ ਆਪਣੇ ਆਪ ਨੂੰ ਅਨਕ੍ਰਿਟੀਕਲੀ ਦੇਖਦੇ ਰਹੇ ਹਾਂ, ਆਲੋਚਨਾਤਮਕ ਤਰੀਕੇ ਨਾਲ ਦੇਖਣ ਦੀ ਬਜਾਏ ਜੋ ਯੂਰਪ ਨੇ ਧਾਰਨਾਵਾਂ ਬਣਾਈਆਂ ਉਸ ਮੁਤਾਬਕ ਆਪਣੇ ਆਪ ਨੂੰ ਸੋਚਿਆ। ਅਤੇ ਜਿਵੇਂ ਹੁਣ ਪ੍ਰੋਫੈਸਰ ਜੋਧਕਾ ਹੋਰਾਂ ਨੇ ਜਿਵੇਂ ਗੁਰਮੁਖ ਹੋਰਾਂ ਨੇ ਜੰਕਸ਼ਨ ਕਰਾਈ ਸੀ ਕਿ ਇੱਕ ਤਾਂ ਅਸੀਂ ਅਬਜ਼ਰਵੇਸ਼ਨ ਦੇ ਪੱਧਰ ਦੇ ਉੱਪਰ ਧਾਰਨਾਵਾਂ ਬਣਾ ਲੈਂਦੇ ਹਾਂ ਕੁਛ, ਪਰ ਉਹਨਾਂ ਅਬਜ਼ਰਵੇਸ਼ਨ ਨੂੰ ਅੰਕੜਿਆਂ ਦੀ ਸਪੋਰਟ ਦੇ ਨਾਲ ਧਾਰਨਾਵਾਂ ਦੇ ਵਿੱਚ ਬਦਲਣਾ ਅਤੇ ਜਿਹੜੀਆਂ ਠੋਸ ਧਾਰਨਾਵਾਂ ਹੋਣ ਉਹ ਤੁਹਾਨੂੰ ਉਹਨਾਂ ਨੇ ਆਪਣੇ ਇਸ ਭਾਸ਼ਣ ਰਾਹੀਂ ਕਰਕੇ ਵੀ ਦੱਸਿਆ। ਬਹੁਤੀ ਵਾਰ ਸਾਡੀਆਂ ਧਾਰਨਾਵਾਂ ਪੂਰਵ ਧਾਰਨਾਵਾਂ ਹੁੰਦੀਆਂ ਨੇ, ਕਿਉਂਕਿ ਉਹ ਤੱਥਾਂ ਦੇ ਉੱਪਰ ਅਤੇ ਅੰਕੜਿਆਂ ਉੱਪਰ ਆਧਾਰਿਤ ਨਹੀਂ ਹੁੰਦੀਆਂ। ਤਾਂ ਹੁਣ ਪਿੰਡ ਕਿੰਨਾ ਕੁ ਸੱਚਮੁੱਚ ਪਿੰਡ ਹੈ ਅਤੇ ਸ਼ਹਿਰ ਕਿੰਨਾ ਕੁ ਸੱਚਮੁੱਚ ਸ਼ਹਿਰ ਹੈ, ਜਿਹੜੀ ਉਹਦੀ ਡਾਇਕੋਟਮੀ ਸਾਡੇ ਚੱਲਦੀ ਆ ਅਤੇ ਜਿਸ ਨਾਲ ਸਾਡੇ ਰਿਸ਼ਤੇ ਅਤੇ ਨੈਤਿਕਤਾ ਵੀ ਤੈਅ ਹੁੰਦੀ ਹੈ। ਅਤੇ
ਇੱਥੋਂ ਤੱਕ ਕਿ ਇੱਕ ਦੂਜੇ ਬਾਰੇ ਜਿਹੜੇ ਨੋਰਮਸ ਨੇ ਉਹ ਵੀ ਤੈਅ ਹੁੰਦੇ ਨੇ। ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਫੈਸਰ ਜੋਧਕਾ ਨੇ ਆਪਣੇ ਭਾਸ਼ਣ ਰਾਹੀਂ ਉਖਾੜਿਆ ਹੈ ਅਤੇ ਨਵੇਂ ਸਿਰਿਓਂ ਸਾਨੂੰ ਸੋਚਣ ਲਈ ਮਜਬੂਰ ਕੀਤਾ। ਅਤੇ ਮੈਂ ਚਾਹੂੰਗਾ ਕਿ ਜਿਹੜੇ ਇੱਥੇ ਕੁਝ ਅਧਿਆਪਕ ਬੈਠੇ ਨੇ ਅਤੇ ਖੋਜਾਰਥੀ, ਉਹਨਾਂ ਨੂੰ ਪਹਿਲ ਹੈ ਕਿ ਉਹ ਇਸ ਭਾਸ਼ਣ ਦੇ ਬਾਰੇ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋਣ, ਕਿਉਂਕਿ ਉਹਨਾਂ ਨੇ ਆਪਣਾ ਲੈਕਚਰ ਇੱਕ ਤਰ੍ਹਾਂ ਨਾਲ ਚੱਲਦੇ ਚੱਲਦੇ ਜਿਵੇਂ ਵਿੱਚ ਛੱਡਿਆ ਹੁੰਦਾ ਕਿ ਤੁਹਾਡੇ ਵਾਸਤੇ ਛੱਡਿਆ ਕਿ ਤੁਸੀਂ ਕੁਝ ਪ੍ਰਸ਼ਨਾਂ ਦੇ ਰਾਹੀਂ ਇਸ ਲੈਕਚਰ ਨੂੰ ਹੋਰ ਅੱਗੇ ਵਧਾ ਸਕਦੇ ਹੋ, ਵਿਸਤਾਰ ਦੇ ਸਕਦੇ ਹੋ। ਮੈਂ ਸਭ ਤੋਂ ਪਹਿਲਾਂ ਡਾਕਟਰ ਕੁਲਦੀਪ ਸਿੰਘ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਮਾਈਕ 'ਤੇ ਆਉਣ। ਬਹੁਤ ਹੀ ਸਤਿਕਾਰਯੋਗ ਵਾਈਸ ਚਾਂਸਲਰ ਸਾਹਿਬ, ਬਹੁਤ ਹੀ ਸਤਿਕਾਰਤ ਅੱਜ ਦੇ ਕੀ ਸਪੀਕਰ ਪ੍ਰੋਫੈਸਰ ਜੋਧਕਾ ਜੀ। ਮੈਨੂੰ ਬੈਠਿਆਂ ਗੱਲ ਯਾਦ ਆ ਰਹੀ ਸੀ, 1950 'ਚ ਇੱਕ ਇਕੋਨੋਮਿਸਟ ਹੋਇਆ ਪਾਲ ਵਾਰਨ, ਉਹਨੇ ਇੱਕ ਗੱਲ ਲਿਖੀ ਸੀ, ਕਿਉਂਕਿ ਬਹੁਤ ਸਾਲਾਂ ਦੇ ਮੈਂ ਜੋਧਕਾ ਜੀ ਨਾਲ ਵਾਹ ਵਾਸਤਾ। ਉਹ ਕਹਿੰਦੇ ਵਾਟ ਇਜ਼ ਦੀ ਡਿਫਰੈਂਸ ਬਿਟਵੀਨ ਇੰਟੈਲੈਕਟ ਵਰਕਰਸ ਐਂਡ ਇੰਟੈਲੈਕਚੁਅਲਸ। ਉਹ ਕਹਿੰਦਾ ਜਿਹੜਾ ਇੰਟੈਲੈਕਟ ਵਰਕਰਸ ਹੁੰਦਾ ਉਹ ਆਪਣੇ ਛੋਟੇ ਜਿਹੇ ਡਿਸਪਲਿਨ ਦੇ ਵਿੱਚ ਸੋਚਦਾ ਖੜ ਕੇ, ਜਿਹੜਾ ਇੰਟੈਲੈਕਚੁਅਲ ਹੁੰਦਾ ਉਹ ਹੋਲਿਸਟਿਕ ਚੀਜ਼ਾਂ ਨੂੰ ਜੋੜ ਕੇ ਐਕਸਪਲੇਨ ਕਰਦਾ। ਜੋਧਕਾ ਜੀ ਉਸ ਕੈਟੇਗਰੀ 'ਚ ਆਉਂਦੇ ਆ ਜਿਹੜੇ ਸਾਰੀ ਹੋਲਿਸਟਿਕ ਲੈਵਲ 'ਤੇ ਚੀਜ਼ ਨੂੰ ਜੋੜ ਕੇ ਰੱਖਦੇ ਜਾਂ ਗੱਲਬਾਤ ਕਰਦੇ ਨੇ। ਟੋਟਲ ਇਹਨਾਂ ਨੇ ਟਰਾਂਸਫਰਮੇਸ਼ਨ, ਇਹਨਾਂ ਨੇ 1990 'ਚ ਜਦੋਂ ਹਰਿਆਣੇ 'ਚ ਆਪਣਾ ਰਿਸਰਚ ਵਰਕ ਸ਼ੁਰੂ ਕੀਤਾ, 20 ਸਾਲ ਬਾਅਦ ਫੇਰ ਜਾ ਕੇ ਉੱਥੇ ਦੇਖਿਆ ਵੀ ਕੀ ਉਹਦੀ ਟਰਾਂਸਫਰਮੇਸ਼ਨ ਹੋਈ ਹੈ, ਜਾਨੀ ਟੋਟਲ ਟਰਾਂਸਫਰਮੇਸ਼ਨ ਦੇ ਲੈਵਲ 'ਤੇ ਚੀਜ਼ਾਂ ਨੂੰ ਦੇਖੀ। ਸਿਰਫ ਮੈਂ ਇੱਕ ਦੋ ਪੁਆਇੰਟ ਕਿ ਇਹ ਠੀਕ ਆ ਕਿ ਅਰਬਨ ਅਤੇ ਰੂਰਲ ਦੀ ਵਾਈਨਰੀ ਹੈ ਜਿਹੜੀ ਟੁੱਟੀ ਜਾਂ ਉਹਦੇ ਅੰਦਰ ਜਿਹੜੀਆਂ ਆਈਆਂ। ਪ੍ਰੋਫੈਸਰ ਜੋਧਕਾ ਜੀ ਜਿਵੇਂ ਹੁਣ ਪਟਿਆਲਾ ਲੈ ਲਈਏ, ਪਟਿਆਲਾ ਡਿਸਟ੍ਰਿਕਟ ਆ, ਇਹਦੇ 'ਚ ਮੈਂ ਪਿੱਛੇ ਦੇਖ ਰਹੀ ਕਿਉਂਕਿ ਐਜੂਕੇਸ਼ਨ ਦੇ ਕੰਮ ਕਰਦੇ ਹਾਂ। ਟੋਟਲ ਇੱਥੇ ਜਿਵੇਂ ਐਜੂਕੇਸ਼ਨ ਦੀ ਜਿਹੜੀ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਆਈ ਆ, ਉਹਨੇ ਇੱਕ ਟਰਮ ਯੂਜ਼ ਕਰਤੀ ਇਕਨੋਮਿਕਲੀ ਅਪਰੈਸਡ ਸੈਕਸ਼ਨ ਬਣਾ ਤੇ ਉਹਦੇ 'ਚੋਂ ਕੈਟੇਗਰੀਆਂ ਖਤਮ ਕਰਤੀਆਂ। ਨਾ ਉਹਦੇ 'ਚ SC ਯੂਜ਼ ਕੀਤਾ, ਨਾ OBC ਯੂਜ਼ ਕੀਤਾ। ਇਹ ਕੈਟੇਗਰੀਆਂ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ ਉਹ ਖਤਮ ਕਰਤੀਆਂ ਉਹਦੇ 'ਚੋਂ। ਹਾਲਾਂਕਿ ਐਜੂਕੇਸ਼ਨ ਦੇ ਲੈਵਲ 'ਤੇ ਪਟਿਆਲੇ 'ਚ ਇਸ ਵੇਲੇ ਜਦੋਂ ਮੈਂ ਬੋਲ ਰਿਹਾ 2022 ਦਾ ਡਾਟਾ ਦੱਸ ਰਿਹਾ ਕਿ ਜਿਹੜੇ ਪ੍ਰਾਈਵੇਟ ਸਕੂਲ 'ਚ ਆ ਉਹਦੇ 'ਚ ਕੈਟੇਗਰੀ ਦੇ ਹਿਸਾਬ ਨਾਲ ਜਨਰਲ ਬੱਚੇ ਨੇ 1.5 ਲੱਖ ਦੇ ਲੈਵਲ ਪੜ੍ਹਦੇ, OBC ਦੇ 25,000 ਅਤੇ SC ਬੱਚਾ 19,000 ਆ ਪ੍ਰਾਈਵੇਟ ਸਕੂਲਾਂ 'ਚ। ਅਤੇ ਗੌਰਮੈਂਟ ਸਕੂਲਾਂ 'ਚ ਜਨਰਲ ਕੈਟੇਗਰੀ ਦਾ ਬੱਚਾ 45,000, OBC ਦਾ 60,000 ਅਤੇ SC ਲਗਭਗ 1 ਲੱਖ ਦੇ ਤੌਰ 'ਤੇ ਆ। ਟੋਟਲ ਐਜੂਕੇਸ਼ਨ ਅਤੇ ਸਾਡੇ ਸਟਰਕਚਰ 'ਚ ਕੈਟੇਗਰੀ ਦੇ ਹਿਸਾਬ ਨਾਲ ਡਿਵੀਜ਼ਨ ਆ ਪ੍ਰਾਈਵੇਟ ਅਤੇ ਦੂਜੇ, ਉਹ 'ਚ ਲੈਂਗੁਏਜ ਵਾਲਾ ਵੀ ਆਸਪੈਕਟ ਆ। ਅਗਲਾ ਫੈਕਟਰ ਹੈ ਜਿਹੜਾ ਪਟਿਆਲਾ ਸ਼ਹਿਰ ਆ, 1950 'ਚ ਇਹਦੀ ਪਾਪੂਲੇਸ਼ਨ 55,000 ਸੀ। ਉਦੋਂ 7-8 ਗੌਰਮੈਂਟ ਸਕੂਲ ਸੀ, 13 ਕੁ ਗ੍ਰਾਂਟ ਇਨ ਏਡ ਸੀ ਜਿਹੜੇ 70ਵਿਆਂ ਤੱਕ। 70ਵਿਆਂ ਤੋਂ ਯੂਨੀਵਰਸਿਟੀ ਵੀ 62-63 'ਚ ਖੁੱਲ੍ਹਦੀ ਹੈ। ਇੱਥੇ 212 ਦੇ ਤੌਰ 'ਤੇ ਪ੍ਰਾਈਵੇਟ ਗ੍ਰਾਂਟ ਇਨ ਏਡਡ ਸਕੂਲ ਨੇ। ਕਿ ਜਿਹੜਾ ਟਰਾਂਸਫਰਮੇਸ਼ਨ ਹੋਈ ਆ, ਤਬਦੀਲੀ ਹੋਈ ਆ, ਉਹਨੇ ਕਾਸਟ ਦੇ ਲੈਵਲ 'ਤੇ ਵੀ ਕੰਪੋਜੀਸ਼ਨ ਪਲੱਸ ਇਕਨੋਮਿਕ ਅਨਇਕੁਐਲਿਟੀ ਦੇ ਲੈਵਲ 'ਤੇ ਉਹਨਾਂ ਨੂੰ ਸਟਰਕਚਰਡ ਹੀ ਕੀਤਾ, ਕਿਤੇ ਇੰਸਟੀਟਿਊਸ਼ਨਲਾਈਜ਼ ਹੀ ਕੀਤਾ। ਉਹਦੇ ਬਾਰੇ 'ਚ ਜਿਵੇਂ ਇਹਨਾਂ ਚੀਜ਼ਾਂ ਨੂੰ ਹਾਊ ਵੀ ਕੈਨ ਸੀ ਦੀਸ ਟਾਈਪ ਆਫ ਥਿੰਗਸ ਕਿ ਇਹਨੂੰ ਟੋਟਲ ਇਸ ਕੰਟੈਕਸਟ ਦੇ ਵਿੱਚ ਜਦੋਂ ਟਰਾਂਸਫਰਮੇਸ਼ਨ ਵੀ ਹੋ ਰਹੀ ਆ, ਕਾਸਟ ਜਾਂ ਕੈਟੇਗਰੀ ਇਹ ਜਿਹੜੀ ਉਹ ਕਿਸੇ ਨਾ ਕਿਸੇ ਲੈਵਲ ਪੋਲੀਟਿਕਸ ਤੋਂ ਲੈ ਕੇ ਕਲਚਰ ਤੋਂ ਲੈ ਕੇ ਇੰਸਟੀਟਿਊਸ਼ਨ ਲੈਵਲ ਤੱਕ ਉਹਦੀ ਫਰੇਮਿੰਗ ਆ ਜਿਹੜੀ ਬਹੁਤ ਸਟਰੋਂਗਲੀ ਐਗਜ਼ਿਸਟ ਕਰਦੀ ਹੈ। ਥੈਂਕ ਯੂ ਵੈਰੀ ਮਚ। गुड इवनिंग सर। सर मेरा सवाल है कि ਜਿਹੜਾ ਤੁਸੀਂ ਸਾਰੀ ਗੱਲ ਰੱਖੀ ਜਾਂ ਜੋ ਮੈਂ ਪੜ੍ਹ, ਇਹ ਮੇਰਾ ਆਪਣਾ ਸਵਾਲ ਹੈ, ਆਪਣੀ ਰਿਸਰਚ ਦੇ ਨਾਲ ਜੁੜਿਆ ਹੋਇਆ ਕਿ ਅਸੀਂ ਕਲੋਨੀਅਲ ਸਮਝ ਨੂੰ ਇਨਵਾਈਵ ਕੀਤਾ, ਉਹਦੇ ਬੇਸਿਸ 'ਤੇ ਹੁਣ ਤੱਕ ਗੱਲਾਂ ਕਰਦੇ ਰਹੇ ਅਤੇ ਕਰ ਵੀ ਰਹੇ ਹਾਂ। ਉਹਨੇ ਬਹੁਤ ਡਿਜ਼ਾਸਟਰ ਕੀਤੇ। ਜੋ ਹੁਣ ਅਸੀਂ ਪੋਸਟ ਕਲੋਨੀਅਲ ਪਰਸਪੈਕਟਿਵ ਤੋਂ ਜਾਂ ਕੰਟੈਂਪਰੇਰੀਨੈਸ ਤੋਂ ਜਿਹੜੇ ਥਿਓਰੈਟੀਕਲ ਆਸਪੈਕਟ ਲੈ ਰਹੇ ਹਾਂ, ਉਹਨਾਂ ਦੀਆਂ ਕੀ ਮਤਲਬ ਸਾਨੂੰ ਲੱਗਦਾ ਕਿ ਅਸੀਂ ਬਣੇ ਹੋਏ ਨੂੰ ਠੀਕ ਕਰਨ 'ਚ ਯੋਗਦਾਨ ਪਾ ਸਕਦੇ ਹਾਂ, ਪਰ ਕੀ ਉਹਨਾਂ ਦੀਆਂ ਵੀ ਕੋਈ ਇਸ ਤਰ੍ਹਾਂ ਦੀਆਂ ਅੱਗੇ ਕੌਨਸੀਕੁਐਂਸਿਸ ਹੋ ਸਕਦੇ ਨੇ ਕਿ ਅਸੀਂ ਜੋ ਹੁਣ ਬਣ ਰਿਹਾ ਹੈ ਉਹਨਾਂ ਦੇ ਬੇਸ 'ਤੇ ਕਿ ਅਸੀਂ ਉਹਨੂੰ ਕਿਤੇ ਖਰਾਬ ਕਰਨ ਵੱਲ ਵੀ ਤਾਂ ਨਹੀਂ ਵੱਧ ਰਹੇ? ਬਸ ਥੈਂਕ ਯੂ। ਤੇ ਕਲਾਸੀਫਿਕੇਸ਼ਨਸ ਤੋਂ ਬਗੈਰ ਅਸੀਂ ਸੋਚ ਨਹੀਂ ਸਕਦੇ। ਇਹ ਹਮੇਸ਼ਾ ਹੀ ਮਤਲਬ ਸਾਡੀ ਜ਼ਰੂਰਤ ਹੈਗੀ ਗੱਲਬਾਤ ਕਰਨ ਦੇ ਵਾਸਤੇ ਵੀ। ਸਾਡੀ ਜਿਹੜੀ ਆਮ ਬੋਲੀ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਆਪਾਂ, ਗੱਪਸ਼ਪ ਵੀ ਕਰਦੇ ਹਾਂ, ਉਹਦੇ ਵਿੱਚ ਹੀ ਕੈਟੇਗਰੀਜ਼ ਯੂਜ਼ ਕਰਦੇ ਹਾਂ ਅਸੀਂ।
ਉਹਦੇ 'ਚ ਵੀ ਲੋਕਾਂ ਨੂੰ ਕਲਾਸੀਫਾਈ ਕਰਦੇ ਹਾਂ, ਸੈਟਲਮੈਂਟਸ ਨੂੰ ਕਲਾਸੀਫਾਈ ਕਰਦੇ ਹਾਂ, ਆਈਡੈਂਟੀਟੀਜ਼ ਨੂੰ ਕਲਾਸੀਫਾਈ ਕਰਦੇ ਹਾਂ। ਤੇ ਸਟੇਟ ਐਂਟਰਪ੍ਰਾਈਜ਼ ਵਾਸਤੇ ਵੀ ਕਲਾਸੀਫਿਕੇਸ਼ਨ ਬੜੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਡੈਮੋਗ੍ਰਾਫਿਕਸ ਵਾਸਤੇ ਜਿਵੇਂ ਤੁਸੀਂ ਕਿਹਾ ਹੁਣ SC OBC ST ਜਨਰਲ, ਜਿਵੇਂ ਉਹ ਡੇਟਾ ਇਟਸੈਲਫ ਸੇਜ਼ ਕਿ ਜਿਹੜੀ ਕਲਾਸੀਫਿਕੇਸ਼ਨ ਹੈ ਵੈਲਿਡ ਹੈ ਤੇ ਕਲਾਸੀਫਿਕੇਸ਼ਨ ਹੋਣੀ ਜ਼ਰੂਰੀ ਹੈਗੀ। ਸੇ ਕਲਾਸੀਫਿਕੇਸ਼ਨ ਦੀਆਂ ਜਿਹੜੀਆਂ ਕੈਟੇਗਰੀਜ਼ ਹੈਗੀਆਂ, ਜਦੋਂ ਅਸੀਂ ਉਸ ਨਾਲ ਉਹਨਾਂ ਨੂੰ ਇੰਗਲਿਸ਼ ਵਿੱਚ ਬੜਾ ਰੀਫਾਈ, ਮਤਲਬ ਉਹਨਾਂ ਨੂੰ ਸਮਝਦੇ ਹਾਂ ਕਿ ਹਾਂ ਬਈ ਇਹ ਸਾਡੇ ਤੋਂ ਉੱਪਰ ਹੈਗੀਆਂ, ਉਦੋਂ ਪ੍ਰੋਬਲਮ ਹੋ ਜਾਂਦੀ ਹੈ ਕਿ ਸਾਨੂੰ ਸਾਈਮਲਟੇਨੀਅਸਲੀ ਆਪਣੀਆਂ ਕੈਟੇਗਰੀਜ਼ ਦੇ ਬਾਰੇ ਕ੍ਰਿਟੀਕਲੀ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਕੈਟੇਗਰੀ ਦਾ ਮਤਲਬ ਕੀ ਹੈਗਾ। ਹੁਣ ਜੇ ਤੁਸੀਂ ਕਾਸਟ ਦੀ ਕਲਾਸੀਫਿਕੇਸ਼ਨ ਕੀਤੀ ਹੈ ਸਟੇਟ ਪਾਲਿਸੀ ਵਾਸਤੇ ਤਾਂ ਠੀਕ ਹੈਗਾ, SC OBC ਜਨਰਲ ST, ਪਰ ਇਹ ਸਿਰਫ ਸਟੇਟ ਪਾਲਿਸੀ ਵਾਸਤੇ ਹੈਗਾ। ਕਿਸੇ ਪਿੰਡ 'ਚ ਚਲੇ ਜਾਓਗੇ ਤੁਸੀਂ SC ਕੈਟੇਗਰੀ ਦੇ ਵਿੱਚ ਤੁਹਾਨੂੰ 25 ਕੌਮਾਂ ਮਿਲਣਗੀਆਂ ਜਾਂ 6-7 ਕੌਮਾਂ ਮਿਲਣਗੀਆਂ, 3-4 ਤਾਂ ਜ਼ਰੂਰ ਮਿਲਣਗੀਆਂ ਹਰ ਪਿੰਡ ਦੇ ਵਿੱਚ। ਹੁਣ ਉੱਥੇ ਜਾ ਕੇ ਤੁਸੀਂ ਕਹੋਗੇ ਕਿ ਸਾਰੇ SC ਹੈਗੇ, ਉਹਦਾ ਕੋਈ ਮਤਲਬ ਨਹੀਂ ਬਣਦਾ। ਉੱਥੇ ਤੁਸੀਂ ਸਟੱਡੀ ਕਰ ਰਹੇ ਹੋ ਜਿਹੜੇ ਦਲਿਤ ਕਮਿਊਨਿਟੀਜ਼ ਹੈਗੀਆਂ ਜਾਂ ਜੋ ਵੀ ਐਕਸ ਅਨਟਚੇਬਲ ਜਿਵੇਂ ਉਹਨੂੰ ਕਲਾਸੀਫਾਈ ਕਰੋਗੇ ਤੁਸੀਂ, ਉੱਥੇ ਜਾ ਕੇ ਹੋਰ ਡਿਪੈਂਡਸ ਔਨ ਯੋਰ ਕੁਐਸਚਨ, ਸਵਾਲ ਕੀ ਪੁੱਛ ਰਹੇ ਹੋ, ਉਹਨਾਂ ਸਵਾਲ ਦੇ ਬੇਸ 'ਤੇ ਉਹਨਾਂ ਨੂੰ ਰੀਵਿਜ਼ਿਟ ਕਰਨਾ ਪੈਣਾ, ਉਹਨਾਂ ਨੂੰ ਜਾ ਕੇ ਦੇਖਣਾ ਪੈਣਾ ਉੱਥੇ। तो बेसिकली वन हैज़ टू बी कंसैप्चुअली ओपन। तो यही मैं करने की कोशिश कर रहा था कि पिंड ते शहर की जी क्लासीफिकेशन हैगी किसी न किसी लैवल ते यूजफुल हैगी। मैं नहीं कह रहा कि क्लासीफाई ना करो, पर वो जो नुआंस हैगा वो जी पॉलिटिक्स हैगी वो भी समझनी बहुत जरूरी हैगी। SC ST की भी पॉलिटिक्स हैगी। जो एडमिशन होंगे IIT के बच्चे जोड़े होंगे बिल्कुल टॉपर होंगे, जो SC सर्टिफिकेट होएगा उन्होंने SC कैटेगरी पा देंगे। वो बच्चा कहता नहीं जी मैं नहीं SC कैटेगरी जाना, मैं जनरल कैटेगरी जाना, पर फिर भी धक्के नाल SC पा देंगे तो लेवल उन्होंने सारी उम्र चुकना पैंदा है। तो उस दे नाल फिर वो क्लास के आइडेंटिफाई हो जाता, चंगा भला जो टॉपर बच्चा सीगा वो मार्जिनलाइज हो जाता। हुण उस कैटेगरी की भी अपनी पॉलिटिक्स हैगी, पर जो तुसीं कैटेगरीज़ नूं एकदम बना दिंदे कि हाँ बई ये तो है ही सी क्लासीफिकेशन, असीं की कर सकते हैं, उदों प्रॉब्लम हो जाती है। इस पर मैं कह रही सी पिंड ते शहर दीयां बहुत सारियां जिहड़ियां कंटैंपरेरी कैटेगरीज़ भी हैगियां वो साडियां कलोनीअल रूल तो आईयां, क्योंकि नैशनलिज्म ने उन्होंने इंस्टीट्यूशनलाइज करता तो साडी कॉमन सेंस बनाती। कास्ट में भी लैके साडी एक खास तरह की कॉमन सेंस हैगी, उहदे मैं काफ़ी लिखिया। उस कॉमन सेंस को क्वेश्चन करना बड़ा जरूरी है, क्योंकि कॉमन सेंस जिहड़ी हैगी वो आइडियोलॉजिकल होंदी हैगी। कॉमन सेंस के थ्रू हेजेमनी अपने आप को इस्टैबलिश करती हैगी, सोचते नहीं गे वो भावें अपने साढ़े अपने कल्चर तो भी आ सकती है, घरों चों भी आती है। जेंडर की गल हैगी, ये कोई अंग्रेज़ों ने नहीं बनाई या नैशनलिज्म ने नहीं बनाई, उन्होंने भी रोल रहा है, पर एक खास तरह का साडा जिहड़ा परिवारवाद हैगा, परिवारवाद की अपनी पॉलिटिक्स हैगी। पॉलिटिक्स सिर्फ उत्थे नहीं होंदी, पॉलिटिक्स साडे पर्सनल लैवल ते भी होंदी। परिवारवाद एक खास तरीके दे नाल इनइक्वालिटी प्रोड्यूस करता, घरां दे विच भी, इंटीमेट रिलेशनस दे विच भी। तो सोशल साइंसिस का मतलब है, यूनिवर्सिटी का मतलब है कि सारे बारे सवाल पूछिए, तो वही करने की कोशिश कर रहे हैं। थैंक यू। एक सवाल तो मेरे है जेड़ा तुसीं कहा भी एक कलोनीअलिज्म दे विच एक धारणा खड़ी हुई, ਜਿਹੜੀ ਔਰਤ ਨੇ ਖੜੀ ਕੀਤੀ ਵੀ ਪਿੰਡ ਜਿਹੜਾ ਪਛੜਿਆ ਹੋਇਆ ਤੇ ਸ਼ਹਿਰ ਜਿਹੜਾ ਵਿਕਸਿਤ, ਪਰ ਉਹਦੇ ਨਾਲ ਹੀ ਜੇ ਉਹਦੇ ਨਾਲ ਹੀ ਇੱਕ ਜਿਵੇਂ ਅਸੀਂ ਕਹਿੰਦੇ ਪਪੂਲਰ ਕਲਚਰ ਜਾਂ ਸਾਡੀ ਜਿਹੜੀ ਫੋਕਲੋਰ ਉਹਦੇ ਵਿੱਚ ਇੱਕ ਚੱਲਦੀ ਹੈ ਗੱਲ, ਖਾਸ ਕਰਕੇ ਪਪੂਲਰ ਕਲਚਰ ਦੇ ਵਿੱਚ ਗੀਤਾਂ ਦੇ ਕਿ ਪਿੰਡ ਨੂੰ ਵਡਿਆਇਆ ਜਾਂਦਾ ਤੇ ਸ਼ਹਿਰ ਨੂੰ ਨਵਾਇਆ ਜਾਂਦਾ ਹੈ। ਸ਼ਹਿਰ ਬਾਰੇ ਕਿਹਾ ਜਾਂਦਾ ਵੀ ਸ਼ਹਿਰ ਦੇ ਵਿੱਚ ਕੁਝ ਨਹੀਂ ਹੈਗਾ, ਪਿੰਡ ਨੂੰ ਜ਼ਿਆਦਾ ਜਾਨ ਕਿ ਉਹਦੀ ਵਡਿਆਈ ਕੀਤੀ ਜਾਂਦੀ ਹੈ। ਤੇ ਦੂਸਰੀ ਗੱਲ ਉਹਦੇ ਵਿੱਚ ਜਿਹੜਾ ਸ਼ਹਿਰ ਨਾਲ ਹਮੇਸ਼ਾ ਔਰਤ ਨੂੰ ਜੋੜਿਆ ਜਾਂਦਾ ਹੈਗਾ, ਬੰਦੇ ਨੂੰ ਨਹੀਂ ਜੋੜਿਆ ਜਾਂਦਾ ਹੈਗਾ। ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਸੋਸ਼ਲੀ ਕਿਵੇਂ ਦੇਖਦੇ ਹੋ? मैं एक्चुअली सोचा सीगा कि मैं शुरू करूँगा अपना भाषण जो असी स्टूडेंट होते सीगे तो गाना सीगा चंडीगढ़ रहने वाले असी पिंड में दिला दे माड़े बिल्कुल आई गल है तुहाडी है। तो हुण इस नूं एनालाइज करना जरूरी है। वही साडी जिहड़ी असी यूनिवर्सिटी बह के गल करदे हां उहनूं किवें असी उसनूं अंडरस्टैंड करांगे। हुण जिहड़ा पंजाब दा फोक कल्चर हैगा दो तीन चीज़ां इहदे आ जांदियां, क्योंकि पंजाबी सोसाइटी दे विच एक खास किस्म दा रूरलिज्म डोमिनेट कर गया 1960s तो बाद, क्योंकि इत्थों का जो अर्बन लीड सीगा उन्होंने जो पिंड का लीड सीगा उन्हें बड़ा सक्सैसफुली मार्जिनलाइज करता। पंजाब जो 20वीं शताब्दी के शुरू देखोगे वो वखरा है। उस तो बाद जो थोड़ा कोर ऑडियंस बनता है, जो नॉर्मेटिव ऑडियंस है वो बेसिकली पिंड का जट मेल बनता है। पिंड का जो जट मेल है वो मैस्कुलिनिटी जी हैगी वो सारा सारा थोड़ा गन कल्चर या कुड़ियां सारियां तुसीं ईवन सिद्धू मूसेवाल का जो वीडियो देखो थोड़ा क्रिटिकली सोच के देखो वो किहड़ियां आइडेंटिटीज़ है। जो तुसीं उन्होंने आइडेंटिटीज़ को क्रिटिकली समझना शुरू कर दोगे
ਤਾਂ ਉਦੋਂ ਇਸ ਸਵਾਲ ਦਾ ਜਵਾਬ ਇਹਦੇ ਨਾਲ ਹੀ ਜੁੜਿਆ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਉਹਦੇ ਨਾਲ ਸ਼ਹਿਰ ਨੂੰ ਕਿਵੇਂ ਫਿਰ ਉਹ ਜਿਹੜਾ ਪਿੰਡ ਦਾ ਮੈਸਕੂਲਿਨ ਯੰਗ ਜੱਟ ਮੁੰਡਾ ਹੈਗਾ, ਉਹ ਸ਼ਹਿਰ ਦੇ ਵਿੱਚ ਸਭ ਤੋਂ ਅਟਰੈਕਟਿਵ ਚੀਜ਼ ਲੱਗਦੀ ਹੈ ਉਸਨੂੰ, ਇੱਕ ਫੈਮਿਨਿਨ ਬਾਡੀ, ਉਹਦਾ ਇੱਕ ਖਾਸ ਕਿਸਮ ਦਾ ਇੱਕ ਕੰਜ਼ੰਪਸ਼ਨ ਦਾ, ਉਹਦੇ ਵਾਸਤੇ ਸ਼ਹਿਰ ਇੱਕ ਕੰਜ਼ਿਊਮੇਬਲ ਚੀਜ਼ ਹੈ, ਮਤਲਬ ਜਾਂ ਤਾਂ ਫੈਮਿਨਿਨ ਬਾਡੀ ਹੋਏਗੀ ਜਾਂ ਸ਼ਾਪਿੰਗ ਮਾਲ ਹੋਏਗਾ ਜਾਂ ਮੋਬਾਈਲ ਫੋਨ ਹੋਏਗਾ, ਉਹ ਸਾਰੀਆਂ ਇੱਕ ਕੈਟੇਗਰੀ 'ਚ ਆ ਜਾਂਦੀਆਂ ਹੈਗੀਆਂ। ਤੇ ਉਹਦੇ ਪੂਰਾ ਡੀਹਿਊਮਨਾਈਜੇਸ਼ਨ ਹੋ ਰਿਹਾ ਹਿਊਮਨ ਰਿਲੇਸ਼ਨਸ਼ਿਪਸ ਦਾ ਵੀ ਉਸ ਫੋਕ ਕਲਚਰ ਦੇ ਵਿੱਚ ਵੀ। ਤੇ ਉਸ ਚੀਜ਼ ਨੂੰ ਮੈਨੂੰ ਲੱਗਦਾ ਪੰਜਾਬੀ ਵਾਲੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਆ, ਮੇਰੀ ਸਮਝ ਇੰਨੀ ਕੀ ਹੈਗੀ। ਇਹ ਆਪਾਂ ਮਤਲਬ ਯੂਰਪੀਅਨ ਜਿਹੜੀਆਂ ਕੈਟਾਗਰੀਜ਼ ਨੇ ਅਰਬਨਾਈਜੇਸ਼ਨ ਦੀਆਂ, ਆਪਾਂ ਸਿਰਫ ਉਹਨਾਂ ਦੀ ਗੱਲ ਕਰੀਏ, ਮੰਨ ਲਓ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਅਰਬਨ ਲਾਈਫ ਹੋਊਗੀ ਉਹ ਐਜ਼ ਕੰਪੈਰੀਜ਼ਨ ਟੂ ਰੂਰਲ ਏਰੀਆ ਉਹ ਈਜ਼ੀ ਹੋਊਗੀ, ਤੁਹਾਡਾ ਜਿਹੜਾ ਆਕੂਪੇਸ਼ਨਲ ਸਟਰਕਚਰ ਆ ਉਹ ਇੰਡਸਟਰੀਅਲਾਈਜ਼ ਹੋਊਗਾ ਜਾਂ ਸਰਵਿਸ ਸੈਕਟਰ ਓਰੀਐਂਟਡ ਹੋਊਗਾ, ਤੁਸੀਂ ਗਲੋਬਲਾਈਜ਼ ਹੋਵੋਗੇ, ਤੁਹਾਡੀ ਜਿਹੜੀ ਟ੍ਰੇਡ ਆ ਉਹ ਵਿਦਿਨ 4 ਨੇਸ਼ਨਸ ਵੱਲ ਨੂੰ ਵੀ ਹੋਊਗੀ। ਜੇ ਆਪਾਂ ਉਹ ਕੈਟਾਗਰੀਜ਼ ਨੂੰ ਇਸ ਪ੍ਰੈਜ਼ੈਂਟ ਸਿਨਾਰੀਓ 'ਚ ਦੇਖੀਏ, ਜਦੋਂ ਆਪਾਂ ਆਪਣਾ ਜਿਹੜਾ ਹਰੇਕ ਆਸਪੈਕਟ ਆ ਲਾਈਫ ਦਾ ਉਹ ਕਮੋਡੀਫਾਈਡ ਹੋ ਚੁੱਕਿਆ, ਤਾਂ ਕੀ ਆਪਾਂ ਨੂੰ ਇਹਨੂੰ ਐਵੇਂ ਨਹੀਂ ਲੈਣਾ ਚਾਹੀਦਾ ਕਿ ਮਤਲਬ ਸਪੇਸ਼ੀਅਲ ਮੂਵਮੈਂਟ ਆ ਜਾਂ ਜਿਹੜੀ ਤੁਹਾਡੀ ਤੁਸੀਂ ਕਿੱਥੇ ਰਹਿ ਰਹੇ ਹੋ ਇਹ ਚੀਜ਼ ਘੱਟ ਇੰਪੋਰਟੈਂਟ ਹੈ, ਤੁਹਾਡੇ ਕੋਲੇ ਨੌਲੇਜ ਤੇ ਇਕਨੋਮੀ ਲੈਵਲ ਤੇ ਤੁਸੀਂ ਕਿੱਥੇ ਹੋ, ਚਾਹੇ ਤੁਸੀਂ ਮਤਲਬ ਜਿਵੇਂ ਪਿੰਡਾਂ ਦੇ ਵਿੱਚ ਹੁਣ ਕੈਟਾਗਰੀਜ਼ ਨੇ, ਹੋ ਸਕਦਾ ਵੀ ਕੋਈ ਬੰਦਾ ਪਿੰਡ ਦਾ ਹੋਵੇ ਐਜ਼ ਕੰਪੈਰੀਜ਼ਨ ਟੂ ਕਿਸੇ ਪੰਜਾਬ ਦੇ ਸ਼ਹਿਰ ਦੇ ਬੰਦੇ ਨਾਲ ਉਹਦੇ ਕਨੈਕਸ਼ਨਸ ਗਲੋਬਲੀ ਜ਼ਿਆਦਾ ਹੋਣ। ਕੀ ਆਪਾਂ ਨੂੰ ਹੁਣ ਉਹ ਇਕਨੋਮਿਕ ਬੇਸ ਦੇ ਪਰਸਪੈਕਟਿਵ ਤੋਂ ਦੇਖਣਾ ਚਾਹੀਦਾ ਰੂਰਲ ਤੇ ਅਰਬਨ ਨੂੰ? ਨਹੀਂ, ਤੁਹਾਡੇ ਨਾ 2 ਸਵਾਲ ਹੈਗੇ। ਇੱਕ ਹੋਰ ਵੀ ਚੀਜ਼ ਮੈਂ ਡਿਸਕਸ ਕਰਨੀ ਸੀ ਕਿਉਂਕਿ ਟਾਈਮ ਨਹੀਂ ਸੀਗਾ, ਮੈਂ ਚਾਹੁੰਦਾ ਨਹੀਂ ਸੀਗਾ ਜ਼ਿਆਦਾ ਭਾਰੀ ਹੋ ਜਾਏ, ਤਾਂ ਇਸ ਵਾਸਤੇ ਉਹ ਮੈਂ ਪਾਰਟ ਕੀਤਾ ਨਹੀਂ ਡਿਸਕਸ। ਇੱਕ ਤਾਂ ਇਹ ਗੱਲ ਹੈਗੀ ਕਿ ਜਿਹੜੀ ਇਹ ਰੂਰਲ ਅਰਬਨ ਕਲਾਸੀਫਿਕੇਸ਼ਨ ਹੈਗੀ, ਇਹ ਸਿਰਫ ਇੰਡੀਆ ਵਾਸਤੇ ਹੀ ਗਲਤ ਨਹੀਂ ਹੈਗੀ, ਇਹ ਯੂਰਪ ਵਾਸਤੇ ਵੀ ਗਲਤ ਹੈਗੀ। ਯੂਰਪ ਦੇ ਵੀ ਜਿਹੜੀਆਂ ਸਬਸਟੈਂਟਿਵ ਰਿਐਲਿਟੀਜ਼ ਹੈਗੀਆਂ, ਅਰਬਨ ਕੋਈ ਇੱਕ ਹਰ ਕਿਸੇ ਕੋਲ ਉਹ ਨਹੀਂ ਹੈਗਾ, ਇੰਟਰਨਲੀ ਅਰਬਨ ਉੱਥੇ ਵੀ ਬੜਾ ਡਿਫਰੈਂਸ਼ੀਏਟਡ ਹੈ। ਉੱਥੇ ਵੀ ਇੱਕ ਖਾਸ ਕਿਸਮ ਦਾ ਰੂਰਲ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹੈਗਾ। ਮੈਨੂੰ ਯਾਦ, ਪਤਾ ਨਹੀਂ, ਆਈ ਡਿਡਨਟ ਅੰਡਰਸਟੈਂਡ, ਮੈਨੂੰ ਯਾਦ ਹੈ ਮੈਂ 2018 ਦੇ ਵਿੱਚ ਸੀਗਾ ਆਕਸਫੋਰਡ ਦੇ ਵਿੱਚ, ਵਿਜ਼ਿਟਿੰਗ ਪ੍ਰੋਫੈਸਰ ਸੀਗਾ ਉੱਥੇ, तो लोकल एंथ्रोपोलॉजिस्ट से कोई बाहरों आया ਸੀ, ਮੈਨੂੰ ਲੈ ਕੇ ਗਏ ਕਿਧਰੇ, ਤੇ ਮੈਂ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰਤੀ ਪਿੰਡਾਂ ਦੀ। ਉਹ ਕਹਿੰਦੇ ਪਿੰਡ ਹੀ ਤਾਂ ਐਗਜ਼ਿਸਟ ਕਰਦੇ ਉੱਥੇ, ਹੋਰ ਹੈਗਾ ਕੀ? ਉਹ ਟਾਈਮ ਨਹੀਂ ਤਾਂ ਗੱਲ ਕਿਵੇਂ ਕਰਦਾ ਕਿ ਕਿਵੇਂ ਲੈ ਕੇ ਜਾਂਦਾ। ਉਹ ਜਿਹੜਾ ਪਿੰਡੂ ਕਲਚਰ ਹੈਗਾ ਅਜੇ ਵੀ ਕਾਫੀ ਹੈਗਾ ਉੱਥੇ। ਹੁਣ ਉਹ ਭਾਵੇਂ ਤੁਸੀਂ ਉਹ ਵਾਈਨ ਡਰਿੰਕਿੰਗ ਕਲਚਰ ਹੋਵੇ ਫਰਾਂਸ ਦੇ ਵਿੱਚ, ਜਾਂ ਇਟਲੀ ਦਾ ਇੱਕ ਆਪਣਾ ਐਗਰੇਰੀਅਨ ਇਕੋਨਮੀ ਹੈਗੀ, ਕਾਫੀ ਵੱਡੀ ਸਾਰੀ ਐਗਰੇਰੀਅਨ ਇਕੋਨਮੀ ਹੈਗੀ, ਪਰ ਉਹਦੇ ਨਾਲ ਜੁੜੇ ਲੋਕ ਬਹੁਤ ਜ਼ਿਆਦਾ ਹੈਗੇ। ਤੇ ਉਹ ਜਿਹੜਾ ਇੱਕ ਹੈਜਮੋਨਿਕ ਨੈਰੇਟਿਵ ਆਪਣੇ ਬਾਰੇ ਬਣਾਉਣਾ, ਉਹਦੇ ਨਾਲ ਉਹਨਾਂ ਨੂੰ ਵੀ ਪ੍ਰੋਬਲਮ ਹੈਗੀ ਕਿਉਂਕਿ ਉਹ ਆਪਣੇ ਆਪ ਨੂੰ ਡੀਕੋਡ ਨਹੀਂ ਕਰ ਪਾ ਰਹੇ। ਦੂਜੀ ਗੱਲ ਮੈਨੂੰ ਲੱਗਦਾ ਜ਼ਿਆਦਾ ਇੰਪੋਰਟੈਂਟ ਹੈ, ਉਹਦੇ ਮੈਂ ਕਾਫੀ ਕੰਮ ਕੀਤਾ ਤੇ ਉਹਦੇ ਕੋਲ ਮੇਰੇ ਕੋਲ ਸਲਾਈਡ ਵੀ ਸੀ ਉਸ ਨੂੰ ਲੈ ਕੇ, ਕਿ ਜਦੋਂ ਅਸੀਂ ਪਿੰਡ ਦੀ ਗੱਲ ਕਰਦੇ ਹਾਂ, ਇੱਕ ਤਾਂ ਸ਼ਹਿਰ ਦੇ ਰਿਲੇਸ਼ਨ ਦੇ ਵਿੱਚ ਗੱਲ ਕਰ ਰਿਹਾ ਸੀਗਾ, ਦੂਜਾ ਪਿੰਡ ਦੇ ਰਿਲੇਸ਼ਨ ਦੇ ਵਿੱਚ ਜਦੋਂ ਗੱਲ ਕਰਨੀ ਹੈ, ਥੋੜੀ ਜਿਹੀ ਮੈਂ ਕੀਤੀ ਸੀ ਉਹਨੂੰ, ਮੇਰੀ ਜਿਹੜੀ ਕਲਾਸੀਫਿਕੇਸ਼ਨ ਕਨਸੈਪਚੁਅਲਾਈਜੇਸ਼ਨ ਇਹ ਹੈਗੀ ਕਿ ਅੰਗਰੇਜ਼ੀ ਚ ਬੋਲੂੰਗਾ, ਜਿਹੜੇ ਪਿੰਡ ਹੈਗੇ ਉਹ ਡਾਈਵਰਸ ਹੈਗੇ ਤੇ ਇੰਟਰਨਲੀ ਡਿਫਰੈਂਸ਼ੀਏਟਡ ਹੈਗੇ। ਹਰ ਬੰਦਾ ਪਿੰਡ 'ਚ ਰਹਿਣ ਵਾਲਾ ਇੱਕੋ ਜਿਹਾ ਨਹੀਂ ਹੈਗਾ। ਪਿੰਡ ਦੇ ਵਿੱਚ ਇੱਕ ਤਾਂ ਹੌਰੀਜ਼ੌਂਟਲ ਡਿਫਰੈਂਸਿਸ ਹੈਗੇ, ਹੌਰੀਜ਼ੌਂਟਲ ਡਾਈਵਰਸਿਟੀਜ਼ ਹੈਗੀਆਂ, ਫਿਰ ਵਰਟੀਕਲ ਡਿਫਰੈਂਸਿਸ ਹੈਗੇ ਤੇ ਵਰਟੀਕਲ ਡਾਈਵਰਸਿਟੀਜ਼ ਹੈਗੀਆਂ। ਹੁਣ ਜਦੋਂ ਪਿੰਡ ਦੀ ਗੱਲ ਕਰਦੇ ਹੋ ਤੁਸੀਂ ਪੰਜਾਬ ਦੇ ਵਿੱਚ, ਮੈਂ ਪਹਿਲੇ ਗੱਲ ਕਰ ਰਹੀ ਸੀ ਫੋਕ ਲਿਟਰੇਚਰ ਦੀ, ਉਹਦਾ ਸੈਂਟਰ ਕਿਧਰੇ ਨਾ ਕਿਧਰੇ ਤੁਹਾਡਾ ਮੇਲ ਜੱਟ ਹੋ ਜਾਂਦਾ ਹੈਗਾ। ਹੁਣ ਕੋਈ ਵੀ ਪੰਜਾਬ ਦਾ ਪਿੰਡ ਅੱਜ ਦੇ ਦਿਨ ਵਿੱਚ ਸ਼ਾਇਦ ਹੀ ਕੋਈ ਹੋਏ ਜਿੱਥੇ ਜੱਟਾਂ ਦੀ ਆਬਾਦੀ 100% ਹੋਏਗੀ, 50% ਵਾਲੇ ਵੀ ਬੜੇ ਘੱਟ ਹੈਗੇ। ਮੋਸਟਲੀ ਪਿੰਡਾਂ ਦੇ ਵਿੱਚ ਜਿਹੜੇ ਜੱਟ ਹਾਊਸ ਹੋਲਡ ਹੈਗੇ, ਲੈਂਡਡ ਹਾਊਸ ਹੋਲਡ ਹੈਗੇ, ਉਹ 20% ਤੋਂ ਲੈ ਕੇ ਤੇ 40% ਦਾ ਆਲੇ ਦੁਆਲੇ ਹੈਗੇ। ਹਿਸਟੋਰੀਕਲੀ ਸਪੀਕਿੰਗ ਜਿਹੜਾ ਦਲਿਤ ਹੈਗਾ, ਦਲਿਤ ਦੇ ਵੀ 3-4 ਕੈਟੇਗਰੀਜ਼ ਬੜੀਆਂ ਕਲੀਅਰਲੀ ਹੈਗੀਆਂ, ਉਹਨਾਂ ਦੀ ਜਿਹੜੀ ਰੂਰਲ ਲਾਈਫ ਨੂੰ ਲੈ ਕੇ ਕਦੀ ਸਾਡੀ ਇਮੈਜੀਨੇਸ਼ਨ ਵਿੱਚ ਨਹੀਂ ਆਈ। ਉਹਨਾਂ ਦੇ ਥਰੂ ਅਗਰ ਜੇ ਪਿੰਡ ਨੂੰ ਸੋਚਿਆ ਜਾਏ, ਮੈਨੂੰ ਯਾਦ ਹੈ ਮੈਂ ਫੀਲਡ ਵਰਕ ਕਰ ਰਿਹਾ ਸੀਗਾ ਸੰਗਰੂਰ ਦੇ ਕੋਲ ਕਿਸੇ ਪਿੰਡ ਦੇ ਵਿੱਚ, ਤੇ ਉੱਥੇ ਵਾਇਲੈਂਸ ਚੱਲ ਰਹੀ ਸੀਗੀ, ਤੇ ਮੈਂ ਇੱਕ ਦਲਿਤ ਨੂੰ ਪੁੱਛਿਆ, ਹਾਂ ਜੀ ਤੁਹਾਡਾ ਪਿੰਡ ਦੇ ਬਾਰੇ ਕੀ ਹੈਗਾ ਓਪੀਨੀਅਨ? ਬੜਾ ਸੀਨੀਕਲ ਸੀਗਾ, ਪਿੰਡ ਦਾ ਕੀ ਮਤਲਬ ਹੈ, ਮੈਂ ਕੀ ਲੈਣਾ ਪਿੰਡ ਤੋਂ? ਅੰਬੇਡਕਰ ਨੇ ਵੀ ਲਿਖਿਆ ਸੀਗਾ ਇਹਦੇ ਬਾਰੇ। ਤੇ ਉਹ ਇੰਟਰਨਲੀ ਜਿਹੜੇ ਡਿਫਰੈਂਸ ਹੈਗੇ ਪਿੰਡ ਦੇ, ਤੇ ਉਸ ਦੇ ਬਾਰੇ ਪਰਸੈਪਸ਼ਨ ਜਿਹੜੇ ਪਿੰਡ ਦੇ ਲੋਕਾਂ ਦੀ ਹੈਗੀ। ਆਪਾਂ ਇਹ ਸਵਾਲ ਜੈਂਡਰ ਨੂੰ ਲੈ ਕੇ ਰੇਸ ਕਰ ਸਕਦੇ ਹਾਂ, ਪਿੰਡ ਦੀ ਔਰਤ ਦਾ ਲੈ ਕੇ ਉਹ ਕਿਵੇਂ ਪਿੰਡ ਦਾ ਵਰਤਾਂਤ ਕਰੇਗੀ। ਮੈਨੂੰ ਲੱਗਦਾ ਲਿਟਰੇਚਰ ਸ਼ਾਇਦ ਥੋੜਾ ਬਹੁਤਾ ਹੋਣਾ ਆਲਰੇਡੀ ਆਉਣਾ ਸ਼ੁਰੂ ਹੋ ਗਿਆ। ਕਾਸਟ ਤੇ ਤਾਂ ਹੈਗਾ ਹੀ ਸਹੀ ਲਿਟਰੇਚਰ ਦੇ ਵਿੱਚ, ਕਾਸਟ ਦੀ ਜਦੋਂ ਪਿੰਡ ਦੀ ਗੱਲ ਹੁੰਦੀ ਆ ਲਿਟਰੇਚਰ ਵਾਲੇ ਬੜੇ ਵੱਖਰੇ ਤਰੀਕੇ ਨਾਲ ਕਰਦੇ ਆ।
ਤੇ ਦੂਜੀ ਗੱਲ ਇਹ ਹੈ ਕਿ ਰੀਜਨਲ ਡਿਫਰੈਂਸਿਸ ਬਹੁਤ ਹੈਗੇ, ਨਾਟ ਓਨਲੀ ਰੀਜਨਲ ਡਿਫਰੈਂਸਿਸ ਹੈਗੇ ਪਰ ਰੀਜਨਲ ਟ੍ਰੈਜੈਕਟਰੀਜ਼ ਆਫ ਚੇਂਜ ਹੈਵ ਬੀਨ ਵੈਰੀ ਡਿਫਰੈਂਟ। ਹੁਣ ਬਿਹਾਰ ਦੇ ਵਿੱਚ ਵੀ ਪਿੰਡ ਬੜਾ ਬਦਲ ਗਿਆ ਹੈਗਾ, ਉੱਥੇ ਕੋਈ ਪਹਿਲੀ ਵਾਰੀ ਅੰਗਰੇਜ਼ੀ ਮੈਨੂੰ ਯਾਦ ਮਧੂਬਨੀ ਜਿਹੜਾ ਹੈਗਾ ਉਹ ਸਿਰਫ 6% ਅਰਬਨ ਹੈਗਾ ਮਧੂਬਨੀ ਮਿਲੇ, ਉਹਦੇ ਵਿੱਚ ਜਿਹੜੇ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਹਾਊਸ ਹੋਲਡ ਹੈਗੇ ਫੁੱਲ ਟਾਈਮ engaged in agriculture is only around 11 to 12%, ਮਤਲਬ ਨੀਅਰਲੀ 90% ਹਾਊਸ ਹੋਲਡ ਜਿਹੜੇ ਹੈਗੇ ਮਧੂਬਨੀ ਵਿਲੇजेस ਦੇ ਉਹ ਨਾਨ ਐਗਰੀਕਲਚਰਲ ਆਕੂਪੇਸ਼ਨ ਦੇ ਵਿੱਚ ਪ੍ਰਾਇਮਰੀਲੀ ਇਨਵੋਲਵ ਹੈਗੇ, ਖੇਤੀਬਾੜੀ ਥੋੜੀ ਬਹੁਤੀ ਹੋਏਗੀ। 70% ਹਾਊਸ ਹੋਲਡ ਜਿਹੜੇ ਬਿਹਾਰ ਦੇ ਮੋਸਟਲੀ ਬਿਹਾਰ ਦੇ ਪਿੰਡਾਂ ਦੇ ਹੈਗੇ 70% ਹਾਊਸ ਹੋਲਡਸ ਹੈਵ ਐਟਲੀਸਟ 1% ਵਰਕਿੰਗ ਆਊਟਸਾਈਡ 1 to 4। ਉਹਨਾਂ ਦੀ ਜਿਹੜੀ ਰੂਰਲ ਇਕਨੋਮੀ ਹੈਗੀ ਉਹ ਵੀ ਪਹਿਲੇ ਵਾਲੀ ਨਹੀਂ ਰਹੀ, ਰੂਰਲ ਪਾਵਰ ਸਟਰਕਚਰ ਪਹਿਲੇ ਵਾਲਾ ਨਹੀਂ ਰਿਹਾ। ਪਹਿਲੇ ਜਿਹੜੇ ਭੂਮੀਹਾਰ ਸੀਗੇ ਜਾਂ ਵੱਡੇ ਜ਼ਮੀਨਦਾਰ ਹੁੰਦੇ ਉਹ ਖਤਮ ਹੋ ਗਿਆ, ਉੱਥੇ ਵੀ ਕੋਈ ਨਹੀਂ ਹੈਗਾ ਜਿਹੜਾ ਜਿਹਦੀ ਜ਼ਮੀਨ ਹੈਗੀ ਵੀ ਸਹੀ ਤਾਂ ਪਿੰਡ ਨਹੀਂ ਰਹੇਗਾ, ਡਰੇਗਾ ਪਿੰਡ ਹੀ ਰਹਿੰਦਾ ਹੋਇਆ, ਉਹ ਸ਼ਹਿਰ ਵਿੱਚ ਰਹਿੰਦੇ ਹੈਗੇ। ਹੁਣ ਚੇਂਜ ਉੱਥੇ ਵੀ ਹੋਇਆ ਪਰ ਜਿਹੜੀ ਟ੍ਰੈਜੈਕਟਰੀ ਹੈਗੀ ਚੇਂਜ ਦੀ ਉਹ ਬੜੀ ਵੱਖਰੀ ਹੈਗੀ ਪੰਜਾਬ ਦੇ ਅੰਦਰ। ਵਿਦਿਨ ਬਿਹਾਰ ਆਲਸੋ ਇਫ ਯੂ ਗੋ ਟੂ ਪਟਨਾ ਉਹ ਵੱਖਰੀ ਹੈਗੀ ਤੇ ਮਧੂਬਨੀ ਦੀ ਵੱਖਰੀ ਹੈਗੀ। ਇਸ ਵਾਸਤੇ ਜਦੋਂ ਤੱਕ ਅਸੀਂ ਇਸ ਇੱਕ ਸਿੰਪਲ ਤੇ ਜਨਰਲਾਈਜ਼ ਕੈਟੇਗਰੀ ਪਿੰਡ ਸ਼ਹਿਰ ਤੋਂ ਬਾਹਰ ਨਹੀਂ ਨਿਕਲਾਂਗੇ, ਉਹ ਜਿਹੜੇ ਨੁਆਂਸ ਹੈਗੇ ਚੇਂਜ ਦੇ, ਉਹ ਜਿਹੜੇ ਵੱਖੋ ਵੱਖਰੇ ਪ੍ਰੋਸੈਸ ਹੈਗੇ ਉਹਨਾਂ ਨੂੰ ਅਸੀਂ ਫਰੇਮ ਵੀ ਨਹੀਂ ਕਰ ਸਕਾਂਗੇ ਐਸ ਕੁਐਸਚਨ। ਐਸ ਸੋਸ਼ਲ ਸਾਇੰਟਿਸਟ ਕਿਵੇਂ ਤੁਸੀਂ ਪੜ੍ਹੋਗੇ, ਕੀ ਲਿਖੋਗੇ ਤੁਸੀਂ, ਉਹ ਜਿਹੜੀ ਗੱਲ ਕਰ ਸੀ ਤੁਸੀਂ ਐਜੂਕੇਸ਼ਨ ਨੂੰ ਲੈ ਕੇ, ਜਦੋਂ ਐਜੂਕੇਸ਼ਨ ਨੂੰ ਲਿਖੋਗੇ ਤਾਂ ਉਹਦੇ ਸਵਾਲ ਤੇ ਵੱਖਰੇ ਹੋ ਜਾਣਗੇ। ਪਿੰਡਾਂ ਦਾ ਜਿਹੜਾ ਅਰਬਨਾਈਜ਼ ਹੋ ਰਿਹਾ ਹੈ, ਨਾਨ ਫਾਰਮ ਐਮਪਲੋਇਮੈਂਟ ਹੋ ਰਿਹਾ, ਪਿੱਛੇ ਡੇਟਾ ਤੇ ਦੇਖ ਰਿਹਾ ਸੀ ਮੋਸਟਲੀ ਜਿਹੜਾ ਨਾਨ ਫਾਰਮ ਐਮਪਲੋਇਮੈਂਟ ਹੈਗਾ ਉਹ ਫੈਕਟਰੀਆਂ 'ਚ ਹੈਗਾ, ਤੇ ਉਹ ਫੈਕਟਰੀਆਂ ਐਕਚੁਅਲੀ ਸ਼ਹਿਰੀਆਂ ਦੀਆਂ ਹੈਗੀਆਂ, ਉਹ ਜਾ ਕੇ ਪਿੰਡ ਦੇ ਏਰੀਆ ਦੇ ਵਿੱਚ ਲਗਾਉਂਦੇ ਹੈਗੇ ਤਾਂ ਕਿ ਉੱਥੇ ਉਹਨਾਂ ਨੂੰ ਕੋਈ ਟੈਕਸ ਬੈਨੀਫਿਟ ਮਿਲ ਜਾਵੇ। ਉਹ ਰੂਰਲ ਇੰਡਸਟਰੀਲਾਈਜੇਸ਼ਨ ਨਹੀਂ ਹੈਗਾ, ਉਹ ਇੰਡਸਟਰੀ ਪਿੰਡ ਦੀ ਉਹ ਸ਼ਹਿਰ ਦੀ ਹੈਗੀ ਪਰ ਉਹ ਲੈਂਡ ਪਿੰਡ ਦੀ ਹੈਗੀ, ਕਿਉਂਕਿ ਉਹ ਫਿਰ ਉਹ ਨਾ ਹੋਗਾ ਇਹ ਰੂਰਲ ਇੰਡਸਟਰੀ ਹੈਗੀ, ਰੂਰਲ ਏਰੀਆਜ਼ ਵਿੱਚ ਇੰਡਸਟਰੀ ਲੱਗੀ ਹੈਗੀ, ਉਸ ਕਰਕੇ ਉਹਨਾਂ ਨੂੰ ਕੁਝ ਬੈਨੀਫਿਟ ਮਿਲ ਜਾਂਦੇ ਹਨ। ਹੁਣ ਉਹ ਡਾਇਨਾਮਿਕਸ ਜਿਹੜੇ ਹੈਗੇ ਉਹ ਕੈਪੀਟਲ ਦੇ ਡਾਇਨਾਮਿਕਸ ਆਪਣੇ ਤਰ੍ਹਾਂ ਦੇ ਹੈਗੇ, ਐਜੂਕੇਸ਼ਨ ਦੇ ਡਾਇਨਾਮਿਕਸ ਆਪਣੀ ਤਰ੍ਹਾਂ ਦੇ ਹੈਗੇ, ਕਾਸਟ ਦੇ ਡਾਇਨਾਮਿਕਸ ਆਪਣੇ ਤਰ੍ਹਾਂ ਦੇ ਹੈਗੇ। ਤੇ ਉਹ ਜਿਹੜੀ ਗੱਲ ਤੁਸੀਂ ਕੀਤੀ ਉਹ ਬੜੀ ਇੰਪੋਰਟੈਂਟ ਚੀਜ਼ ਹੈਗੀ, ਜਿਹੜੀ ਇੰਟਰਨਲ ਡਿਫਰੈਂਸਿਸ ਜਿਹੜੇ ਹੈਗੇ। ਤੇ ਇਸੇ ਵਾਸਤੇ ਮੈਂ ਗੱਲ ਕਰ ਰਿਹਾ ਸੀ ਕਿ ਜਨਰਲਾਈਜ਼ਡ ਕੈਟੇਗਰੀ ਜਿਹੜੀਆਂ ਹੈਗੀਆਂ ਉਹ ਕਾਫੀ ਮਿਸਲੀਡਿੰਗ ਵੀ ਹੁੰਦੀਆਂ ਹੈਗੀਆਂ, ਹਾਲਾਂਕਿ ਯੂਜ਼ਫੁਲ ਵੀ ਹੁੰਦੀਆਂ ਕਿਸੇ ਲੈਵਲ ਤੇ। ਮੇਰਾ ਅਸਲ ਦੇ ਵਿੱਚ ਸਵਾਲ ਇਸ ਐਂਟੀ ਕਲੋਨੀਅਲ ਸਟੱਡੀ ਤੇ ਰਿਸਰਚ ਨਾਲ ਰਿਲੇਟਡ ਹੈਗਾ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਡਿਫਰੈਂਟ ਡਿਸਕੋਰਸ ਹੈ, ਇਹ ਪੈਰਲਲ ਡਿਸਕੋਰਸ ਹੈ ਕਲੋਨੀਅਲ ਸਟੱਡੀਜ਼ ਦੇ ਵਿੱਚੋਂ ਜਾਂ ਕਲੋਨੀਅਲ ਡਾਟੇ ਦੇ ਵਿੱਚੋਂ ਜਿਹੜੀ ਸਟੱਡੀਜ਼ ਨਿਕਲ ਕੇ ਆਉਂਦੀਆਂ ਉਹਦੇ 'ਚ ਸਾਨੂੰ ਮੈਨੂੰ ਲੱਗਦਾ ਸਹੀ ਸ਼ਬਦਾਂ ਦੇ ਵਿੱਚ ਜੇ ਅਸੀਂ ਕਹੀਏ ਤਾਂ ਐਂਟੀ ਕਲੋਨੀਅਲ ਜਿਹੜੀ ਸਟੱਡੀਜ਼ ਨੇ ਉਹ ਕਲੋਨੀਅਲਿਜ਼ਮ ਜਿੰਨੀਆਂ ਹੀ ਪੁਰਾਣੀਆਂ ਨੇ, ਕਿਉਂਕਿ ਉਹਦਾ ਵਿਰੋਧ ਤਾਂ ਬੀਜ ਰੂਪ ਦੇ ਵਿੱਚ ਉੱਥੋਂ ਹੀ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੀਗਾ। ਹੁਣ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਮੇਰਾ ਸਵਾਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਗੱਲ ਛਿੜ ਰਹੀ ਹੈ ਕਿ ਪੂਰੇ ਦਾ ਪੂਰਾ ਹਿਸਟੋਰੀਕਲ ਡਿਸਕੋਰਸ ਹੈ ਜਿਹੜਾ, ਜੇ ਅਸੀਂ ਐਂਟੀ ਕਲੋਨੀਅਲ ਉਹਦੇ 'ਚ ਜਾ ਕੇ ਦੇਖਾਂਗੇ ਤਾਂ ਦੁਬਾਰਾ ਸਿਰਜਣਾ ਪੈ ਸਕਦਾ, ਦੁਬਾਰਾ ਲਿਖਣਾ ਪੈ ਸਕਦਾ, ਉਸ ਪੂਰੇ ਇੱਕ ਇਹੋ ਜਿਹਾ ਸਿਨੈਰੀਓ ਬਣਨ ਵਾਲੇ ਪਾਸੇ ਜਾ ਰਿਹਾ। ਸਵਾਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਹਜੇ ਵੀ ਇਹ ਗੱਲ ਜਿਹੜੀ ਹੈ ਆਈਸੋਲੇਟ ਪੱਧਰ ਤੇ ਹੋ ਰਹੀ ਹੈ ਜਾਂ ਆਈਲੈਂਡਸ ਦੇ ਰੂਪ ਦੇ ਵਿੱਚ ਹੀ ਅਸੀਂ ਕਹਿ ਸਕਦੇ ਹਾਂ ਕਿ ਹੋ ਰਹੀ ਹੈ, ਪੂਰਾ ਇੱਕ ਸੈਂਟਰ ਡਿਵੈਲਪ ਕਰਨ ਵਾਲਾ ਕੰਮ ਜਾਂ ਅਕੈਡਮਿਕਸ ਦੇ ਵਿੱਚ ਡਿਪਾਰਟਮੈਂਟਸ ਚੇਅਰਸ ਜਿਹੜੇ ਹੈ ਜਾਂ ਇੱਕ ਰਿਸਰਚ ਪੂਰੇ ਦਾ ਪੂਰਾ ਇੱਕ ਰਿਸਰਚ ਦਾ ਕੀ ਕਹਿ ਲਈਏ ਉਹਨੂੰ ਵੀ ਇੱਕ ਧਾਰਾ ਜਿਹੜੀ ਇਹ ਚੱਲਣ ਦੀ ਗੱਲ ਹਜੇ ਤੱਕ ਨਹੀਂ ਪਹੁੰਚੀ, ਕਿਉਂਕਿ ਫਿਰ ਵੀ ਜਦ ਕਿ ਹੈ ਇਹ ਬਹੁਤ ਪੁਰਾਣੀ। ਅੱਜ ਜਦੋਂ ਮਤਲਬ ਹਿੰਦੁਸਤਾਨ ਦੇ ਵਿੱਚ ਇੱਕ ਜਨਰਲ ਲੈਵਲ ਦੇ ਉੱਤੇ ਰਿਸਰਚ ਦੇ ਖਿਲਾਫ ਇੱਕ ਮੁਹਿੰਮ ਚੱਲੀ ਹੋਈ ਹੈ, ਯੂਨੀਵਰਸਿਟੀਜ਼ ਦੇ ਜਿਹੜੇ ਸੈਂਟਰਸ ਨੇ ਕਿੱਥੇ ਤਾਂ ਨਵੇਂ ਐਸਟੈਬਲਿਸ਼ ਕਰਨ ਵਾਲੇ ਪਾਸੇ ਜਾਣਾ, ਕਿੱਥੇ ਜਿਹੜੇ ਪੁਰਾਣੇ ਸੈਂਟਰਸ ਉਹਨਾਂ ਨੂੰ ਵੀ ਜਿਹੜਾ ਹੈ ਉਹ ਡਿਸਟਰਕਸ਼ਨ ਵਾਲੇ ਪਾਸੇ ਨੂੰ ਚਲਾ ਗਿਆ ਕੰਮ। ਕੀ ਇਹ ਸੰਭਵ ਹੈ ਜਾਂ ਮਤਲਬ ਇਹ ਵੀ ਇੱਕ ਜਿਹੜਾ ਹੈ ਉਹ ਉਹੀ ਡਿਸਕੋਰਸ ਹੈ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਉਸ ਐਂਟੀ ਕਲੋਨੀਅਲਿਸਟ ਜਿਹੜੀ ਅਪਰੋਚ ਹੈ ਉਹਨੂੰ ਤਬਾਹ ਕਰਨ ਵਾਸਤੇ ਵੀ ਜਿਹੜਾ ਪੁਰਾਣਾ ਹੈ ਉਵੇਂ ਚੱਲੀ ਜਾਵੇ, ਉਹਦੇ 'ਚ ਚੱਲਣ ਵਾਲਾ ਕੰਮ ਜਿਹੜਾ ਕੀਤਾ ਜਾ ਰਿਹਾ। ਗੱਲ ਤੁਹਾਡੀ ਠੀਕ ਹੈਗੀ, ਪਰ ਬਹੁਤੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਹੁਣ ਰੀਸੈਂਟਲੀ ਸ਼ੁਰੂ ਹੋਈਆਂ ਤੇ ਕਿਸੇ ਨਾ ਕਿਸੇ ਲੈਵਲ ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਕੈਟੇਗਰੀਜ਼ ਨੂੰ ਲੈ ਕੇ ਉਹ ਐਂਟੀ ਕਲੋਨੀਅਲ ਸਟਰਗਲ ਦੇ ਵਿੱਚ ਪਹਿਲੇ ਨਹੀਂ ਸੀਗੀਆਂ। ਐਕਚੁਅਲੀ ਐਂਟੀ ਕਲੋਨੀਅਲ ਸਟਰਗਲ ਦੀ ਮੈਂ ਗੱਲ ਕਰ ਰਿਹਾ ਸੀਗਾ ਕਿਵੇਂ ਉਹ ਕਲੋਨੀਅਲ ਕੈਟੇਗਰੀਜ਼ ਨੂੰ ਯੂਜ਼ ਕਰਕੇ ਹੀ ਐਂਟੀ ਕਲੋਨੀਅਲ ਪੋਲਿਟਿਕਸ ਕਰ ਰਿਹਾ। ਇਸ ਕਰਕੇ ਉਹ ਜਿਹੜੀਆਂ ਕਲੋਨੀਅਲ ਕੈਟੇਗਰੀਜ਼ ਹੈ ਸਾਡੇ ਇੰਸਟੀਟਿਊਸ਼ਨਲਾਈਜ਼ ਹੋ ਜਾਂਦੀਆਂ। ਸਾਡੀਆਂ ਟੈਕਸਟ ਬੁੱਕਸ ਦੇ ਵਿੱਚ ਵੀ ਉਹੀ ਚੀਜ਼ ਲਿਖਿਆ ਜਿਹੜਾ ਕਲੋਨੀਅਲ ਲਿਟਰੇਚਰ ਜਿਹੜੇ ਤਰੀਕੇ ਨਾਲ ਇੰਡੀਅਨ ਸੋਸਾਇਟੀ ਦੀ ਗੱਲ ਕਰਦਾ ਹੈ ਜਾਂ ਸਾਡੇ ਸਮਾਜ ਦੀ ਗੱਲ ਕਰਦਾ ਹੈ, ਕਲਚਰ ਦੀ ਗੱਲ ਕਰਦਾ। ਅੱਜ ਦੇ ਮੂਵਮੈਂਟ ਦੇ ਵਿੱਚ ਇੱਕ ਖਾਸ ਗੱਲ ਹੈਗੀ ਕਿ ਕ੍ਰਿਟੀਕਲ
ਐਜੂਕੇਸ਼ਨ ਨੂੰ ਦਬਾਇਆ ਜਾ ਰਿਹਾ ਸਟੇਟ ਦੇ ਦੁਆਰਾ, ਜਾਂ ਰਿਸੋਰਸਿਸ ਨਹੀਂ ਹੈਗੇ, ਰਿਸੋਰਸ ਘੱਟ ਰਹੇ ਆ, ਪਰ ਉਹ ਹਿਸਟੋਰੀਕਲ ਮੂਵਮੈਂਟ ਹੈਗਾ, ਉਹ ਸਟੇਟ ਨਾਲ ਵੀ ਜੁੜਿਆ ਹੈਗਾ, ਗਲੋਬਲ ਲੈਵਲ ਤੇ ਨਿਊ ਲਿਬਰਲ ਕੈਪੀਟਲ ਦਾ ਜਿਹੜਾ ਐਕਸਪੈਂਸ਼ਨ ਹੋਇਆ ਉਹਦੇ ਨਾਲ ਵੀ ਜੁੜਿਆ ਹੈਗਾ, ਤੁਹਾਨੂੰ ਵੀ ਪਤਾ ਹੈਗਾ, ਸਾਰਿਆਂ ਨੂੰ ਪਤਾ ਹੈਗਾ। ਪਰ ਅਸੀਂ ਬੈਠੇ ਆ ਗੱਲ ਕਰ ਰਹੇ ਹਾਂ, ਹਾਰ ਮੰਨਣ ਦੀ ਕੀ ਲੋੜ ਹੈ? ਇੰਨੀ ਗੱਲ ਹੈ, ਮੁਸ਼ਕਲ ਐਸੇ ਵਾਸਤੇ ਗੱਲ ਕਰਨੀ ਜ਼ਿਆਦਾ ਜ਼ਰੂਰੀ ਹੈ। ਜਿਵੇਂ ਤੁਸੀਂ ਦੱਸਦੇ ਸੀ ਬਾਈਨਰੀ ਜਿਸ ਦੇ ਵਿੱਚ ਪਿੰਡ ਦਾ ਮਤਲਬ ਪੂਰਾ ਬੈਕਵਰਡ ਤੇ ਸ਼ਹਿਰ ਦਾ ਵਧੀਆ ਤੇ ਮਾਡਰਨ ਵੈਸਟਰਨ ਸੋਚ ਦੇ ਵਿੱਚ ਸ਼ੁਰੂ ਹੋਈ ਸੀ। ਪਰ ਅੱਜ ਕੱਲ੍ਹ ਯੂਰਪ ਤੇ ਅਮਰੀਕਾ ਵੀ ਦੇ ਵਿੱਚ ਇੱਕ ਨਵਾਂ ਲਹਿਰ ਚੱਲ ਰਿਹਾ ਹੈ, ਜਿਸ ਦੇ ਵਿੱਚ ਜਵਾਨ ਕੁੜੀਆਂ ਤੇ ਮੁੰਡੇ ਪਿੰਡ ਵਾਪਸ ਜਾਂਦੇ ਨੇ post capitalism ਦੇ ਬੁਰੇ consequences ਦਾ ਅਨੁਭਵ ਕਰਕੇ, ਜਿਵੇਂ burnout ਵਗੈਰਾ। ਤਾਂ ਇਸ ਕਰਕੇ ਪੇਂਡੂ ਦਾ ਇੱਕ ਨਵਾਂ ਮਤਲਬ ਵੀ ਬਣ ਰਿਹਾ ਹੈ, ਇੱਕ ਪੋਜ਼ਿਟਿਵ, ਕਿਉਂਕਿ ਇੱਕ ਨਵਾਂ ਮੋਡਰਨਿਟੀ ਦੀ ਸੋਚ ਵੀ ਬਣ ਰਿਹਾ ਹੈ ਤੇ ਇਹ ਪਿੰਡ ਦੇ ਵਿੱਚ ਲਿੰਕ ਹੁੰਦਾ ਹੈ। ਤਾਂ ਮੈਂ ਇਸ ਗੱਲ ਬਾਰੇ ਤੁਹਾਡਾ ਸੋਚ ਮੰਗਣਾ ਚਾਹਾਂਗਾ। ਥੈਂਕ ਯੂ ਵੈਰੀ ਮਚ। ਆਈ ਥਿੰਕ ਉਹਦੇ ਦੋ ਹਿੱਸੇ ਹੈਗੇ। ਇੱਕ ਤਾਂ ਜਿਹੜਾ ਜਿਵੇਂ ਤੁਸੀਂ ਕਿਹਾ ਲੋਕੀ ਸ਼ਹਿਰੀ ਜੀਵਨ ਤੋਂ ਅੱਕ ਕੇ ਪਿੰਡ ਜਾ ਰਹੇ ਆ, ਇੰਡੀਆ ਦੇ ਵਿੱਚ ਵੀ ਹੈਗਾ, ਮਿਨੀਮਲਿਸਟ ਮੂਵਮੈਂਟ ਹੈਗਾ ਕਿ ਭਾਈ ਤੁਸੀਂ ਬਿਲਕੁਲ 2 ਕੱਪੜੇ ਰੱਖੋ, ਮਿਨੀਮਮ ਖਰਚਾ ਕਰੋ ਤਾਂ ਕਿ এনवायरमेंट ਨੂੰ ਬਚਾਵੋਗੇ। ਇੱਕ ਤਾਂ ਉਹ ਪੈਟਰਨ ਹੈਗਾ, ਯੂ ਆਰ ਰਾਈਟ, ਮਤਲਬ ਉਹ ਪਰ ਉਹਦਾ ਜਿਹੜਾ ਬਹੁਤਾ ਅਸਰ ਨਹੀਂ ਹੋਣਾ ਡੈਮੋਗ੍ਰਾਫਿਕਸ ਤੇ। ਪਰ ਇਹਦੇ ਨਾਲ ਇੱਕ ਉਹ ਚੀਜ਼ ਜੁੜੀ ਹੈਗੀ, ਕਿਉਂਕਿ ਮੈਂ ਗ੍ਰਾਫ ਕਿਉਂ ਦਿਖਾ ਰਿਹਾ ਸੀਗਾ, ਅਸੀਂ ਦੇਖਿਆ ਕਿ ਪਿਛਲੇ 50 ਸਾਲਾਂ ਦੇ ਵਿੱਚ ਸ਼ਹਿਰੀ ਆਬਾਦੀ ਵੱਧ ਰਹੀ ਹੈ। BC ਸਾਹਿਬ ਕਹਿ ਸਕਦੇ ਕੀ ਬਕਵਾਸ ਕਰ ਰਹੇ ਯਾਰ, ਤੂੰ 50 ਸਾਲ ਕਿਉਂ ਸੋਚਦਾ, ਦੁਨੀਆ ਤਾਂ ਹਜ਼ਾरों ਸਾਲ ਚੱਲਣੀ ਹੈਗੀ, 500 ਸਾਲ ਤਾਂ ਦੇਖੇਗਾ ਤਾਂ ਸਾਰਾ ਕੁਝ ਬਦਲ ਜਾਣਾ ਹੈ। ਜ਼ਰੂਰੀ ਨਹੀਂ ਹੈਗਾ। ਇਹ ਜਿਹੜੀ ਗੱਲ ਉਹਨੇ ਨਵੀਂ ਟੈਕਨੋਲੋਜੀ ਨੇ ਨਵੀਆਂ ਪੋਸੀਬਿਲਿਟੀਜ਼ ਕ੍ਰੀਏਟ ਕੀਤੀਆਂ ਹੈਗੀਆਂ। ਸ਼ਹਿਰਾਂ ਦਾ ਵਿਕਾਸ ਕਿਉਂ ਹੋਇਆ? ਕਿਉਂਕਿ ਤੁਸੀਂ ਇਕੱਠੇ ਫੈਕਟਰੀਆਂ 'ਚ ਕੰਮ ਕਰਨਾ ਸੀਗਾ ਇਨੀਸ਼ੀਅਲੀ। ਵੱਡੇ ਸ਼ਹਿਰ ਜਿਹੜੇ ਆਏ, ਪੋਸਟ ਇੰਡਸਟਰੀਅਲ ਜਿਹੜਾ ਸ਼ਹਿਰ ਸੀਗਾ, ਉਹਦੀ ਖਾਸ ਚੀਜ਼ ਸੀਗੀ ਕਿ ਜਿਹੜੀ ਵੈਲਿਊ ਜਨਰੇਸ਼ਨ ਸ਼ਹਿਰ 'ਚ ਹੋਣੀ ਸ਼ੁਰੂ ਹੋ ਗਈ। ਖੇਤੀ ਤੋਂ ਬਾਹਰ ਵੀ ਪੋਸੀਬਿਲਿਟੀ ਸੀਗੀ ਕਿ ਤੁਸੀਂ ਇਕਨੋਮਿਕ ਐਕਟੀਵਿਟੀ ਕਰ ਸਕਦੇ ਹੋ। not required any longer। ਹੁਣ ਜਿਹੜਾ ਵਰਕ ਦਾ ਡੀਸੈਂਟਰਲਾਈਜੇਸ਼ਨ ਹੋ ਰਿਹਾ, ਉਹ ਵਰਕ ਡੀਸੈਂਟਰਲਾਈਜੇਸ਼ਨ ਦਾ ਪ੍ਰੋਸੈਸ ਇਹਦੇ ਸ਼ੁਰੂ ਹੋਇਆ ਸਿਰਫ 3-4 ਸਾਲ ਪੁਰਾਣਾ ਹੀ ਹੈਗਾ, 5 ਸਾਲ ਪੁਰਾਣਾ ਹੈਗਾ, ਐਕਚੁਅਲੀ 2 ਸਾਲ ਪੁਰਾਣਾ ਹੀ ਹੈਗਾ। ਅੱਜ ਤੋਂ 20 ਸਾਲ ਤੋਂ ਬਾਅਦ ਕਿਵੇਂ ਵਰਕ ਹੋਏਗਾ, ਕਿਉਂਕਿ ਸਾਰਾ ਹੁਣ ਹੋ ਰਿਹਾ ਥਰੂ ਇੰਟਰਨੈਟ, ਮਤਲਬ ਉਹ ਆਪਣੇ ਆਪ ਕਿਵੇਂ ਸਪੇਸ਼ੀਅਲ ਫਾਰਮੇਸ਼ਨ ਨੂੰ ਡਿਟਰਮਿਨ ਕਰੇਗਾ, ਵੀ ਡੋਂਟ ਨੋ। ਇਟਸ ਪੋਸੀਬਲ ਦੈਟ ਮੂਵਮੈਂਟ ਵਿਲ ਬਿਕਮ ਰਿਵਰਸ ਹਿਸਟੋਰੀਕਲੀ। ਛੋਟੇ ਸ਼ਹਿਰ, ਛੋਟੇ ਕਸਬਿਆਂ ਦੇ ਵਿੱਚ ਲੋਕ ਜ਼ਿਆਦਾ ਰਹਿ ਰਹੇ ਆ, ਵੱਡੇ ਜਿਹੜੀਆਂ ਆਬਾਦੀਆਂ, ਅਮਰੀਕਾ 'ਚ ਵੀ ਦੇਖਿਆ ਪਹਿਲੇ ਲੋਕ ਜਾ ਰਹੇ ਸੀਗੇ ਸਬਰਬੀਆ ਦੇ ਵਿੱਚ, ਕਈ ਸ਼ਹਿਰਾਂ ਦੇ ਵਿੱਚੋਂ ਰਿਵਰਸ ਹੋ ਗਏ, ਲੋਕ ਡਾਊਨਟਾਊਨ ਸੈਂਟਰ ਆਫ ਦ ਸਿਟੀ ਜਾਣਾ ਸ਼ੁਰੂ ਕਰਤਾ ਉਹਨਾਂ ਨੇ ਵਾਪਸ, ਕਿਉਂਕਿ ਉਹ ਫਿਰ ਕਾਫੀ ਟਾਈਮ ਲੱਗਦਾ ਸੀਗਾ ਆਉਣ ਜਾਣ ਤੇ, ਹੋਰ ਕੋਈ ਪ੍ਰੋਬਲਮ ਸੀਗੀਆਂ। ਪਹਿਲੇ ਉਹ ਸੈਂਟਰ ਆਫ ਦ ਟਾਊਨ ਵਾਸ ਕ੍ਰਿਮੀਨਲ, ਉਹਦੀਆਂ ਆਪਣੀਆਂ ਡਾਇਨਾਮਿਕ ਸੀਗੀਆਂ। ਤਾਂ ਇਹ ਜਿਹੜੇ ਸਪੇਸ਼ੀਅਲ ਪ੍ਰੋਸੈਸ ਹੈਗੇ, ਉਹ ਮੈਂ ਜਿਹੜਾ ਆਰਗੂਮੈਂਟ ਦੇ ਰਿਹਾ ਸੀਗਾ ਕਿ ਉਸ ਨੂੰ ਇੱਕ ਐਵੋਲੂਸ਼ਨਰੀ ਤਰੀਕੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਇੱਕੋ ਡਾਇਰੈਕਸ਼ਨ ਵਿੱਚ ਜਾਣਗੇ, ਸਾਡੇ ਪਿੰਡ ਵੀ ਸ਼ਹਿਰ ਬਣ ਜਾਣਗੇ। ਪਰ ਉਹ ਸ਼ਹਿਰ ਆਲਰੇਡੀ ਹੈਗੇ ਕਿਸੇ ਲੈਵਲ ਤੇ, ਪਰ ਤਾਂ ਸ਼ਹਿਰ ਵੀ ਤਾਂ ਪਿੰਡਾਂ ਵਰਗੇ ਹੈਗੇ, ਉੱਥੇ ਵੀ ਤਾਂ ਕਾਸਟ ਹੈਗੀ, ਉੱਥੇ ਵੀ ਤਾਂ ਸਾਰਾ ਕੁਝ ਹੈਗਾ। ਉਹਦੇ ਵਿੱਚ ਸਾਰੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਪਿੰਡਾਂ ਦੀਆਂ ਪ੍ਰੋਬਲਮ ਨਹੀਂ, ਨਵੀਆਂ ਪ੍ਰੋਬਲਮ ਹੈਗੀਆਂ ਪਿੰਡਾਂ ਦੀਆਂ ਵੀ ਆ। ਪਹਿਲੇ ਜਿਹੜੀਆਂ ਪ੍ਰੋਬਲਮ ਸੀਗੀਆਂ ਹੁਣ ਉਹ ਨਹੀਂ ਰਹੀਆਂ। ਹੁਣ ਜਿਹੜੀਆਂ ਸਪੇਸ਼ੀਅਲ ਫਾਰਮੇਸ਼ਨ ਦੇ ਬੇਸ ਤੇ ਉਹ ਇਸੈਂਸ਼ੀਅਲਿਜ਼ਮ ਵਰਡ ਯੂਜ਼ ਕਰ ਰਹੇ ਸੀਗੇ ਕਿ ਅਸੀਂ ਸਮਾਜ ਦੇ ਇਤਿਹਾਸ ਨੂੰ ਦੇਖਾਂਗੇ, ਸਮਾਜ ਦੇ ਪ੍ਰੋਗਰੈਸ ਨੂੰ ਦੇਖਾਂਗੇ, ਉਹ ਆਪਣੇ ਆਪ ਦੇ ਵਿੱਚ ਉਹਦੀਆਂ ਲਿਮਿਟੇਸ਼ਨਸ ਹੈਗੀਆਂ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਜਦੋਂ ਅਸੀਂ ਸ਼ਹਿਰ ਦੇ ਪਿੰਡ ਨੂੰ ਸੋਚਦੇ ਹਾਂ ਤਾਂ ਜਿਹੜੀ ਪਿੰਡਾਂ ਦੇ ਵਿੱਚ ਹੈ, ਜਿਹੜੀ ਪਿੰਡ ਦੀ ਹੈਂਕੜਤਾ ਸੀ, ਰਾੜ ਲੋਕ ਸੀ, ਜਿਵੇਂ ਪਾਤਰ ਸਾਹਿਬ ਦਾ ਸ਼ੇਰ ਵੀ ਹੈ ਕਿ ਪਿੰਡ ਜਿਨ੍ਹਾਂ ਦੇ ਗੱਡੇ ਜਾਂਦੇ ਤੇ ਕਰਦੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦਾ ਬਸਤੀ। ਸ਼ਹਿਰ ਨੇ ਉਸ ਨੂੰ ਵੀ ਤੋੜਿਆ। ਤੁਸੀਂ ਇਹਦੇ ਬਾਰੇ ਕੀ ਕਿ ਕਿਸੇ ਨਾ ਕਿਸੇ ਲੈਵਲ ਤੇ ਸ਼ਹਿਰ 'ਚ ਆ ਕੇ ਜਿਹੜੀਆਂ ਆਈਡੈਂਟੀਟੀਜ਼ ਹੈਗੀਆਂ ਉਹ ਡਿਜ਼ੋਲਵ ਹੋ ਜਾਂਦੀਆਂ। ਜੇ ਤੁਹਾਡੀ ਹੈਂਕੜ, ਉਹ ਤਾਂ ਮਤਲਬ ਪਾਵਰ ਦੀ ਗੱਲ ਹੈਗੀ ਨਾ, ਪਰ ਉਹ ਸੱਚ ਨਹੀਂ ਹੈਗੀ। ਅੰਬੇਡਕਰ ਵੀ ਗਲਤ ਸੀਗਾ ਇਸ ਤੇ। ਉਹਨੇ ਐਕਚੁਅਲੀ ਅੰਬੇਡਕਰ ਦੀ ਖੁਦ ਦੀ ਰਾਈਟਿੰਗ ਦੇਖੋ, ਉਹਦੀ ਇੱਕ ਛੋਟਾ ਜਿਹਾ ਇੱਕ ਕਲੈਕਸ਼ਨ ਹੈਗੀ, ਉਹ ਵੇਟਿੰਗ ਫॉर ਵੀਜ਼ਾ ਕਰਕੇ। ਉਹਦਾ ਜਿਹੜਾ ਪ੍ਰੀਫੇਸ ਜਦੋਂ ਲਿਖਦਾ, ਉਹ ਕਹਿੰਦਾ ਜਿਹੜਾ ਉਹ ਬੈਠੇ ਆ ਨਾ ਬਾਹਰ ਸ਼ਹਿਰ ਦੇ ਵਿੱਚ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪਿੰਡਾਂ ਦੇ ਵਿੱਚ ਕਾਸਟ ਸਿਸਟਮ ਕਿਵੇਂ ਹੁੰਦਾ ਹੈਗਾ।
ਇਹ ਜਿਹੜੇ ਐਸੇ ਉਹਨਾਂ ਨੂੰ ਥੋੜਾ ਯਾਦ ਦਿਲਾਣਗੇ ਕਿਵੇਂ ਕਾਸਟ ਸਿਸਟਮ ਚੱਲਦਾ ਹੈ। ਪਰ ਉਹ ਜਿਹੜੇ ਐਸੇ ਸਾਰੇ ਸ਼ਹਿਰ ਦੇ ਬਾਰੇ ਹੈਗੇ, ਉਹ ਆਪਣੀ ਐਕਸਪੀਰੀਅੰਸ ਦੱਸਦਾ ਉੱਥੇ ਬੜੌਦੇ ਜਾ ਕੇ ਕੀ ਹੁੰਦਾ ਉਹਦਾ ਹਾਲ, ਫਿਰ ਉਹ ਰੇਲਵੇ ਸਟੇਸ਼ਨ ਦੀ ਗੱਲ ਕਰਦਾ, ਫਿਰ ਉਹ ਮੋਨੂਮੈਂਟ ਤੇ ਜਾਂਦਾ ਉਹਦੀ ਗੱਲ ਕਰਦਾ। ਤੇ ਐਕਚੁਅਲ ਸ਼ਹਿਰ ਦੇ ਵਿੱਚ ਇਹ ਹੈਂਕੜ ਦਾ ਬਹੁਤ ਹੈ ਭਾਜੀ, ਤੁਸੀਂ ਵੱਡੀਆਂ ਐਸਯੂਵੀ ਦੇਖੀਆਂ ਨਹੀਂ ਗਈਆਂ, ਉਹ ਤੁਹਾਨੂੰ ਮਾਰ ਕੇ ਚਲੀਆਂ ਜਾਣਗੀਆਂ, ਸਾਈਕਲ ਚਲਾਉਣ ਵਾਲੇ ਨਹੀਂ ਚੱਲਦੀ, ਉਹ ਪਾਵਰ ਸਟਰਕਚਰ ਵੱਖਰਾ ਹੈ। ਉਹ ਠੀਕ ਆ, ਉਹ ਪਿੰਡ ਵਾਲੇ ਧਨਾੜ ਨਹੀਂ ਚੱਲਦੀ, ਪਰ ਸ਼ਹਿਰ ਦੇ ਧਨਾੜ ਤਾਂ ਕਿਤੇ ਵੱਡੇ ਹੈ। ਸ਼ਹਿਰ ਦੇ ਛੱਤਾਂ ਤੋਂ ਟੈਲੀਫੋਨ ਹੈਲੀਕਾਪਟਰ ਵੀ ਉੱਤੇ ਹੈਗੇ। ਵਾਈਸ ਚਾਂਸਲਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆਉਣਗੇ ਤੇ ਆਪਣਾ ਪ੍ਰਧਾਨਗੀ ਸ਼ਬਦ ਤੁਹਾਡੇ ਨਾਲ ਸਾਂਝੇ ਕਰ। ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਮੈਂ ਇਹਨੂੰ ਵੈਸੇ ਡਿਸਰਪਟ ਨਹੀਂ ਕਰਨਾ ਚਾਹੁੰਦਾ, ਆਪਣੀ ਇੱਕ ਦੋ ਗੱਲਾਂ ਕਰਨ ਤੋਂ ਬਾਅਦ ਤੁਸੀਂ ਜ਼ਰੂਰ ਇਹ ਗੱਲਬਾਤ ਨੂੰ ਜਾਰੀ ਰੱਖਿਓ। ਪਹਿਲੀ ਗੱਲ ਤਾਂ ਹੈ ਕਿ ਬਹੁਤ ਵਧੀਆ ਗੱਲਬਾਤ ਜੋਤਕਾ ਜੀ ਨੇ ਕੀਤੀ ਹੈ। ਸਾਡਾ ਨਿਮੰਤਰਣ ਸੀ ਉਹਨੂੰ ਇਹਨਾਂ ਨੇ ਸਵੀਕਾਰਿਆ, ਅਤੇ ਇਹ ਪ੍ਰੋਫੈਸਰ ਬਲਕਾਰ ਸਿੰਘ ਦੇ ਜਿਹੜਾ ਮੈਮੋਰੀਅਲ ਭਾਸ਼ਣ 'ਚ ਆ ਕੇ ਇਹਨਾਂ ਨੇ ਬੜੀ ਵਧੀਆ ਗੱਲਬਾਤ ਸਾਡੇ ਸਾਹਮਣੇ ਰੱਖੀ ਹੈ। ਪਰ ਇਹ ਜਿਹੜੀ ਟ੍ਰੈਡੀਸ਼ਨ ਹੈ ਕਿ ਅਸੀਂ ਇਸ ਤਰ੍ਹਾਂ ਦੇ ਲੈਕਚਰ ਇੰਸਟੀਚਿਊਟ ਕਰੀਏ ਅਤੇ ਸਾਡੇ ਜਿਹੜੇ ਵਿਛੜ ਗਏ ਜਾਂ ਜਿਹੜੇ ਸਾਡੇ ਵੱਡੇ ਵਿਦਵਾਨ ਆ ਉਹਨਾਂ ਦੇ ਨਾਂ 'ਤੇ ਲੈਕਚਰ ਸੀਰੀਜ਼ ਸ਼ੁਰੂ ਹੋਣ, ਇਹ ਬਹੁਤ ਅਹਿਮ ਅਤੇ ਜ਼ਰੂਰੀ ਕੰਮ ਹੈ ਔਰ ਪੰਜਾਬੀ ਵਿਭਾਗ ਅਤੇ ਹੋਰ ਵਿਭਾਗਾਂ 'ਚ ਵੀ ਕੀਤਾ ਜਾ ਰਿਹਾ ਹੈ। ਸਾਨੂੰ ਇਹਨੂੰ ਅੱਗੇ ਵਧਾਉਣਾ ਚਾਹੀਦਾ ਹੈ, ਪਹਿਲੀ ਗੱਲ ਤੇ। ਦੂਸਰੀ ਗੱਲ ਇਹ ਕਿ ਮੈਂ ਥੋੜ੍ਹੇ ਜਿਹੇ ਵਿਚਾਰ ਇਹ ਅਰਬਨ ਰੂਰਲ ਡਿਵਾਈਡ ਬਾਰੇ, ਪੇਂਡੂ ਅਤੇ ਸ਼ਹਿਰੀ ਜਿਹੜਾ ਇਹ ਮਸਲੇ 'ਤੇ ਗੱਲ ਹੋ ਰਹੀ ਹੈ, ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। ਅਤੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਜੋਤਕਾ ਜੀ ਆਪਣੇ ਢੰਗ ਨਾਲ ਉਹਨਾਂ ਨੇ ਆਪਣਾ ਥੀਸਿਸ ਬਿਲਡ ਕੀਤਾ ਹੈ, ਉਹਦੇ 'ਤੇ ਮੈਂ ਲੰਮੀ ਚੌੜੀ ਕਮੈਂਟਰੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਉਹ ਤੁਸੀਂ ਜਾਰੀ ਰੱਖਿਓ ਜਿਹੜਾ ਤੁਹਾਡਾ ਉਹਨਾਂ ਨਾਲ ਸੰਵਾਦ ਚੱਲ ਰਿਹਾ ਹੈ। ਮੈਂ ਤਾਂ ਸਿਰਫ ਇਸ ਮੌਕੇ ਨੂੰ ਵਰਤ ਰਿਹਾ, ਜਿਹੜਾ ਮੌਕਾ ਅੱਜ ਇਸ ਗੱਲ ਸ਼ੁਰੂ ਹੋਈ ਹੈ ਜਿਹੜੀ, ਉਹਦੇ 'ਤੇ ਇੱਕ ਦੋ ਵਿਚਾਰ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਕਨੋਮਿਕ ਡਿਵੈਲਪਮੈਂਟ ਦਾ ਮਾਡਲ ਹੈ ਉਹ ਬਹੁਤ ਹੱਦ ਤੱਕ ਤੈਅ ਕਰਦਾ ਹੈ ਕਿ ਲੋਕ ਕਿੱਥੇ ਰਹਿਣਗੇ ਅਤੇ ਕਿਵੇਂ ਰਹਿਣਗੇ। ਇਹ ਸੱਚਾਈ ਹੈ। ਜੇ ਨੌਕਰੀ ਨਹੀਂ ਮਿਲੇਗੀ, ਜੇ ਰੁਜ਼ਗਾਰ ਪਿੰਡ 'ਚ ਨਹੀਂ ਮਿਲੇਗਾ ਤਾਂ ਬੰਦਾ ਕਿਤੇ ਜਾਏਗਾ, ਇੱਕ ਥਾਂ 'ਤੇ ਰੁਜ਼ਗਾਰ ਨਹੀਂ ਮਿਲੇਗਾ ਉਹ ਹੋਰ ਕਿਤੇ ਜਾਏਗਾ। ਸੋ ਜਿਹੜਾ ਇਹ ਜਿਹੜੀ ਇਕਨੋਮਿਕ ਡਿਟਰਮੀਨੈਂਟਸ ਨੇ, ਇਹ ਬਹੁਤ ਵੱਡਾ ਅਤੇ ਅਹਿਮ ਰੋਲ ਇਹਦੇ 'ਚ ਅਦਾ ਕਰਦੇ ਆ। ਉਹਦੇ ਨਾਲ ਨਾਲ ਹੀ ਫਿਰ ਜਿਹੜੀ ਹੈਜੀਮਨੀ ਦੀ ਗੱਲ ਚੱਲਦੀ ਹੈ, ਉਹਦੇ ਨਾਲ ਹੀ ਜੁੜੀ ਹੋਈ ਹੈ ਕਿ ਤੁਸੀਂ ਜੇ ਸਾਡਾ ਚਾਰਟਰ ਲਓ, ਉਹਦੇ 'ਚ ਇੱਕ ਪੇਂਡੂ ਬੰਦੇ ਨੂੰ ਜੇ ਇੱਕ ਦਿਨ 'ਚ 20 ਲੀਟਰ ਪਾਣੀ ਚਾਹੀਦਾ ਹੈ ਕਾਨੂੰਨ ਮੁਤਾਬਕ, ਅਤੇ ਸ਼ਹਿਰੀ ਬੰਦੇ ਨੂੰ 50 ਲੀਟਰ ਚਾਹੀਦਾ। ਬਿਜਲੀ ਜੇ ਕਿਸੇ ਪਿੰਡ ਨੂੰ ਸਾਰਾ ਦਿਨ ਬਿਜਲੀ ਦੇਣੀ ਹੈ ਤਾਂ ਉਹਨੂੰ ਕਹਿੰਦੇ ਵੀ ਅਰਬਨ ਫੀਡਰ ਨਾਲ ਇਹਨੂੰ ਜੋੜ ਦਿਓ। ਸ਼ਹਿਰੀ ਬੰਦੇ ਨੂੰ 24 ਘੰਟੇ ਬਿਜਲੀ ਚਾਹੀਦੀ ਹੈ, ਪੇਂਡੂ ਬੰਦੇ ਨੂੰ 8 ਘੰਟੇ ਹੀ ਬੜੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀ ਗੱਲ ਹੈ ਕਿ ਸ਼ਹਿਰੀ ਜ਼ਿੰਦਗੀ ਵੱਲ ਨੂੰ ਰੁਝਾਨ ਵਧਣਾ, ਇਹਦੇ ਇਹੀ ਕਾਰਨ ਨੇ। ਇੱਕ ਤੇ ਇਕਨੋਮਿਕ ਡਿਟਰਮੀਨੈਂਟਸ, ਦੂਸਰਾ ਜਿਹੜਾ ਹੈ ਕਿ ਇਹ ਪਹਿਲਾਂ ਹੀ ਤੈਅ ਹੈ ਕਿ ਜਿਹੜਾ ਸ਼ਹਿਰ 'ਚ ਜਾਣਾ ਸ਼ਹਿਰੀ ਬੰਦਾ ਉਹ ਉੱਪਰ ਹੈ ਅਤੇ ਪੇਂਡੂ ਜੀਵਨ ਅਤੇ ਪੇਂਡੂ ਬੰਦਾ ਜਿਹੜਾ ਉਹ ਥੱਲੇ ਹੈ। ਇਹ ਇੱਕ ਗੱਲ ਬਣਾ ਕੇ ਫਿਰ ਉਹ 'ਚੋਂ ਅਗਲੀਆਂ ਗੱਲਾਂ ਨਿਕਲਦੀਆਂ ਨੇ। ਪਰ ਮੈਂ ਉਹ ਚਲੋ ਗੱਲ ਤੁਰ ਪਈ ਸੀ ਪਹਿਲਾਂ ਵੀ। ਜਿਹੜੀ ਗੱਲ ਮੈਂ ਵਿੱਚ ਰੱਖਣੀ ਇਹ ਚਾਹੁੰਦਾ ਸਾਂ ਕਿ ਜਿਹੜਾ ਇੱਕ ਪਿੰਡ ਦਾ ਆਪਣੇ ਆਪ 'ਚ ਯੂਨਿਟ ਦਾ ਮਾਡਲ ਅਸੀਂ ਕਹਿੰਦੇ ਹਾਂ ਕਿ ਜਿੱਥੇ ਲੋਕ ਰਹਿੰਦੇ ਵੀ ਹੈ, ਲੋਕਾਂ ਦੀ ਖੇਤੀ ਵੀ ਹੈ, ਹੋਰ ਕਿਤੇ ਵੀ ਹੈ, ਪਰ ਉਹ ਇੱਕ ਆਪਣੇ ਆਪ 'ਚ ਸਸਟੇਨੇਬਲ ਯੂਨਿਟ ਹੈ। ਇਸ ਤਰ੍ਹਾਂ ਦਾ ਮਾਡਲ ਕੁਝ ਚਿਰ ਵਿੱਚ ਪਹਿਲੇ ਹੈਗਾ ਸੀ, ਫਿਰ ਉਹ ਟੁੱਟਿਆ। ਅਤੇ ਗੱਲ ਮੈਂ ਇਹ ਸਾਹਮਣੇ ਲਿਆਉਣੀ ਚਾਹੁੰਦਾ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਦੋ ਕਿਸਮ ਦੀਆਂ, ਵੈਸੇ ਤਾਂ ਕਈ ਕਿਸਮ ਦੀਆਂ, ਮਤਲਬ 3-4 ਕਿਸਮ ਦੀਆਂ ਇਕਨੋਮਿਕ ਪੈਰਾਡਾਈਮਸ 'ਤੇ ਵਿਚਾਰ ਹੋ ਰਿਹਾ ਸੀ ਕਿ ਇਸ ਤਰ੍ਹਾਂ ਕਰਨਾ ਚਾਹੀਦਾ, ਕਿ ਇਸ ਤਰ੍ਹਾਂ ਕਰਨਾ ਚਾਹੀਦਾ, ਕਿ ਇਸ ਤਰ੍ਹਾਂ ਕਰਨਾ ਚਾਹੀਦਾ, ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਇੱਕ ਪਾਸੇ ਫੁੱਲ ਬਲੋਨ ਕੈਪੀਟਲਿਜ਼ਮ ਦਾ ਮਾਡਲ ਸੀ, ਇੱਕ ਪਾਸੇ ਮਿਕਸਡ ਇਕੋਨਮੀ ਵਾਲਾ ਮਾਡਲ ਸੀ ਜਿੱਥੇ ਕੁਝ ਰਹੇਗਾ ਤੇ ਕੈਪੀਟਲਿਜ਼ਮ, ਪਰ ਉਹਦੇ 'ਚ ਸੋਸ਼ਲ ਵੈਲਫੇਅਰ ਅਤੇ ਜਿਹੜੇ ਸੋਵੀਅਤ ਯੂਨੀਅਨ ਬਣਨ ਨਾਲ ਅਤੇ ਸੋਸ਼ਲਿਸਟ ਆਈਡੀਆਜ਼ ਨੂੰ ਵਿੱਚ ਪਾਉਣ ਵਾਲਾ ਮਾਡਲ ਸੀ। ਅਤੇ ਦੋਵੇਂ ਹੀ ਇਹ ਮਾਡਲ ਜਿਹੜੇ ਸੀ, ਇਹਨਾਂ ਦਾ ਫੋਕਸ ਜਿਹੜਾ ਸੀ ਉਹ ਅਰਬਨਾਈਜੇਸ਼ਨ 'ਤੇ ਸੀ। ਤੀਜੇ ਪਾਸੇ ਇੱਕ ਮਹਾਤਮਾ ਗਾਂਧੀ ਵਾਲਾ ਵੀ ਮਾਡਲ ਸੀ, ਜਿਹੜਾ ਭਾਵੇਂ ਇਕਨੋਮਿਕ ਥਿਊਰੀ ਦੇ ਤੌਰ 'ਤੇ ਜੇ ਉਹਨੂੰ ਡਿਵੈਲਪ ਕੀਤਾ ਜਾਂਦਾ, ਉਹਦੇ 'ਚ ਇਹ ਗੱਲ ਹੈਗੀ ਸੀ
ਕਿ ਪਿੰਡ ਦੇ ਯੂਨਿਟ ਉਹ ਦੇਸ਼ ਨੂੰ ਪਿੰਡਾਂ 'ਚ ਵੰਡਿਆ ਹੋਇਆ ਮੰਨ ਕੇ ਤੇ ਪਿੰਡ ਦੀ ਨੂੰ ਹੀ ਇਕਨੋਮਿਕ ਯੂਨਿਟ ਦੇ ਤੌਰ ਤੇ ਉਹਨੂੰ ਅੱਗੇ ਵਧਾਉਣ ਦੀ ਗੱਲ ਸੀ। ਪਿੰਡ ਨੂੰ ਹੀ ਐਜੂਕੇਸ਼ਨਲ ਐਂਟੀਟੀ ਦੇ ਤੌਰ ਤੇ ਉੱਥੇ 'ਚ ਵਿਦਿਆ ਬਣਾ ਕੇ ਉਹਨੂੰ ਅੱਗੇ ਵਧਾਉਣ ਦੀ ਗੱਲ ਸੀ ਤੇ ਕਿਸੇ ਪੱਧਰ ਤੇ ਅਸੀਂ ਉਹਨੂੰ ਬਿਲਕੁਲ ਨਹੀਂ ਅਪਣਾਇਆ ਤੇ ਉਹਦੇ ਕਰਕੇ ਸਾਡਾ ਅੱਜ ਦਾ ਇਨਵਾਇਰਮੈਂਟਲ ਡਿਜ਼ਾਸਟਰ ਵੀ ਤੁਸੀਂ ਵੇਖਿਆ ਹੋਏਗਾ ਵੀ ਕੋਵਿਡ, ਜਿਵੇਂ ਪਿੰਡਾਂ 'ਚ ਕੋਵਿਡ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੋਇਆ, ਸ਼ਹਿਰਾਂ 'ਚ ਬਹੁਤ ਵੱਡਾ ਅਸਰ ਹੋਇਆ ਕੋਵਿਡ ਦਾ। ਸੋ ਇਸ ਕਰਕੇ ਇਹਨੂੰ ਇਸ ਪੱਖ ਤੋਂ ਵੀ ਵਿਚਾਰਨ ਦੀ ਲੋੜ ਹੈ ਕਿ ਜਿਹੜੇ ਯੂਨਿਟਸ ਅਸੀਂ ਬਣਾਉਣੇ ਚਾਹੁੰਦੇ ਹਾਂ ਰਹਿਣ ਸਹਿਣ ਦੇ, ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਤੇ ਇੱਕ ਗੱਲ ਮੈਨੂੰ ਬੜੀ ਅੱਛੀ ਲੱਗੀ ਵੀ ਜਿਹੜੀ ਇਹ ਕਰੈਕਟਰਾਈਜੇਸ਼ਨ ਆ ਵੀ ਪਿੰਡ ਕੀ ਹੈ ਤੇ ਸ਼ਹਿਰ ਕੀ ਹੈ, ਇਹ ਬੜੀ ਸਿੰਪਲੀਫਾਈਡ ਜੀ ਲੱਗਦੀ ਹੈ ਜਿਹਦੇ ਆਧਾਰ ਤੇ ਕੀਤੀ ਜਾ ਰਹੀ ਹੈ। ਇਹਨੂੰ ਵੀ ਡੂੰਘਾਈ ਨਾਲ ਸ਼ਾਇਦ ਵੇਖਣ ਦੀ ਲੋੜ ਹੈ। ਤੇ ਇੱਕ ਗੱਲ ਤੇ ਹੈ ਕਿ ਜਿਹੜੀ ਇਹ ਆਇਡੈਂਟੀਟੀ ਲੋਕਾਂ ਦੀ ਆਪਣੇ ਪਿੰਡਾਂ ਨਾਲ ਜੁੜੀ ਹੋਣੀ, ਇਮੋਸ਼ਨਲ, ਕਲਚਰਲ, ਵੱਖ-ਵੱਖ ਢੰਗ ਨਾਲ, ਉਹਦੇ 'ਚ ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਇਹ ਹੁਣ ਬੰਦੇ ਤੇ ਨਿਰਭਰ ਕਰਦਾ ਹੈ ਕਿ ਉਹ ਕੌਣ ਹੈ ਬੰਦਾ। ਜਿਹੜਾ ਬੰਦਾ ਬਹੁਤ ਲੰਬੇ ਸਮੇਂ ਤੋਂ ਜਿਹਦਾ ਪਰਿਵਾਰ ਉਸ ਪਿੰਡ 'ਚ ਰਹਿ ਕੇ ਉਹ ਆਪਣੇ ਵਿਹੜੇ 'ਚ ਹੀ ਰਿਹਾ ਹੈ ਤੇ ਉਹਦੇ ਉੱਤੇ ਜਬਰੀ ਹੁੰਦਾ ਰਿਹਾ ਹੈ, ਉਹਦਾ ਪਿੰਡ ਦਾ ਐਕਸਪੀਰੀਅੰਸ ਹੋ ਰਿਹਾ ਹੈ। ਤੇ ਜਿਹੜਾ ਉਸ ਪਿੰਡ ਦੇ ਵਿੱਚ ਇੱਕ ਲੈਂਡਡ ਕਮਿਊਨਿਟੀ ਦੇ ਤੌਰ ਤੇ, ਇੱਕ ਖਾਂਦੇ ਪੀਂਦੇ ਪਰਿਵਾਰ ਦੇ ਤੌਰ ਤੇ ਰਿਹਾ ਹੈ, ਉਹਦਾ ਜੁੜਾਵ ਪਿੰਡ ਨਾਲ ਹੋ ਰਿਹਾ ਹੈ। ਸੋ ਇਹ ਪੋਜ਼ਿਟਿਵਿਟੀ ਨੈਗੇਟਿਵਿਟੀ ਦੋਵੇਂ ਹੀ ਇਕੱਠੀਆਂ ਚੱਲਦੀਆਂ ਨੇ। ਇਹਦੇ 'ਚੋਂ ਇੱਕ ਨੂੰ ਲੈਣਾ ਤੇ ਦੂਜੀ ਨੂੰ ਨਾ ਲੈਣਾ ਸਹੀ ਨਹੀਂ ਹੋਏਗਾ। ਪਰ ਇੱਕ ਗੱਲ ਸਾਫ਼ ਆ ਕਿ ਜੇ ਅਸੀਂ ਹੁਣ ਜੋ ਹੋ ਰਿਹਾ ਹੈ, ਕਿਉਂਕਿ ਇਹ ਤੇ ਹੋ ਗਈ ਬੈਕਗਰਾਊਂਡ, ਅੱਜ ਜੋ ਪਿਛਲੇ ਪੰਜਾਬ 'ਚ ਜੋ ਪਿਛਲੇ 20 ਸਾਲ 'ਚ ਹੋ ਰਿਹਾ ਹੈ, ਜਿਸ ਤਰ੍ਹਾਂ ਦੀ ਅਰਬਨਾਈਜੇਸ਼ਨ ਹੋ ਰਹੀ ਹੈ, ਉਹ ਇੱਕ ਡਿਜ਼ਾਸਟਰ ਵੱਲ ਵੱਧ ਰਹੀ ਹੈ। ਡਿਜ਼ਾਸਟਰਸ ਅਰਬਨਾਈਜੇਸ਼ਨ ਹੋ ਰਹੀ ਹੈ ਪੰਜਾਬ 'ਚ। ਇਸ ਕਰਕੇ ਨਹੀਂ ਵੀ ਉਹ ਪੇਂਡੂ ਜੀਵਨ ਦੇ ਉੱਤੇ ਅਸਰ ਪਾ ਰਹੀ ਹੈ, ਇਸ ਕਰਕੇ ਕਿ ਬਹੁਤ ਸਾਰੀ ਚੰਗੀ ਭਲੀ ਜ਼ਮੀਨ ਜਿੱਥੇ ਖੇਤੀ ਹੋਰ ਕੰਮ ਹੋਣੇ ਚਾਹੀਦੇ ਆ, ਉੱਥੇ ਮਕਾਨ ਬਣ ਰਹੇ ਆ। ਰਹਿੰਦੀ ਖੁੰਦੀ ਵੀ ਜਿਹੜੀ ਸਾਡੀ ਗ੍ਰੀਨਰੀ ਸੀ, ਜਿਹੜੇ ਰੁੱਖ ਸੀ, ਉਹ ਵੱਡੇ ਜਾ ਰਹੇ ਆ। ਵੱਡੇ ਹਾਈਵੇ, ਉੱਚੇ ਫਲੈਟ ਤੇ ਅਰਬਨਾਈਜੇਸ਼ਨ, ਪੰਜਾਬ ਹੌਲੀ ਹੌਲੀ ਉੱਧਰ ਨੂੰ ਤਬਦੀਲ ਹੋ ਰਿਹਾ ਹੈ ਔਰ ਉਹਦੇ ਨਾਲ ਇੱਕ ਬਹੁਤ ਵੱਡਾ ਵਾਤਾਵਰਣ ਦਾ ਜਿਹੜਾ ਕ੍ਰਾਈਸਿਸ ਹੈ ਉਹ ਸਾਡੇ ਸਾਹਮਣੇ ਆ ਰਿਹਾ ਤੇ ਉਹ ਕਾਫੀ ਹੱਦ ਤੱਕ ਆ ਵੀ ਗਿਆ ਤੇ ਹੋਰ ਵੀ ਆਏਗਾ। ਸੋ ਇਸ ਕਰਕੇ ਇਹ ਤੁਹਾਡੀ ਬੈਕਗਰਾਊਂਡ 'ਚ ਜਿਹੜੀ ਥਿਓਰੈਟੀਕਲ ਡਿਸਕਸ਼ਨ ਚੱਲਦੀ ਰਹੇਗੀ, ਪਰ ਅੱਜ ਦੇ ਸਮੇਂ 'ਚ ਇਹ ਵੇਖਣ ਦੀ ਸਖਤ ਲੋੜ ਹੈ ਕਿ ਇਹ ਜਿਹੜਾ ਪੇਂਡੂ ਤੇ ਸ਼ਹਿਰੀ ਵਿਕਾਸ ਦੇ ਵੱਖਰੇ ਵੱਖਰੇ ਮਾਡਲ ਨੇ, ਇਹਨਾਂ 'ਚੋਂ ਜਿਹੜਾ ਅਸੀਂ ਅਪਣਾਇਆ ਹੈ ਤੇ ਇਸ ਵੇਲੇ ਜਿਹੜਾ ਬਿਲਕੁਲ ਅੱਗੇ ਵੱਧਦਾ ਜਾ ਰਿਹਾ ਹੈ, ਇਹ ਠੀਕ ਹੈ ਕਿ ਗਲਤ ਹੈ, ਇਹਦੇ ਤੇ ਜ਼ਰੂਰ ਕੋਈ ਨਾ ਕੋਈ ਨਿਚੋੜ ਕੱਢਿਓ। ਤੇ ਜੇ ਇਹਨੂੰ ਠੱਲ ਪਾਉਣੀ ਹੈ ਤੇ ਕਿਸ ਢੰਗ ਨਾਲ ਇਹਨੂੰ ਠੱਲ ਪਾਈ ਜਾ ਸਕਦੀ ਹੈ। ਉਹ ਠੱਲ ਇਹ ਤਾਂ ਹੋ ਹੀ ਸਕਦਾ ਵੀ ਸਰਕਾਰ ਪਾਵੇ ਕਿ ਅਸੀਂ ਪਾਈਏ, ਪਰ ਕਿਸ ਢੰਗ ਨਾਲ ਅਸੀਂ ਇਹਨੂੰ ਵਿਚਾਰਨਾ ਹੈ, ਇੱਧਰ ਨੂੰ ਜੇ ਡਿਸਕਸ਼ਨ ਆਏਗੀ ਤੇ ਫਿਰ ਅਸੀਂ ਕਿਸਾਨ ਅੰਦੋਲਨ ਵਾਲੀ ਗੱਲ ਨੂੰ ਵੀ ਸਮਝ ਸਕਾਂਗੇ, ਫਿਰ ਅਸੀਂ ਇਹਨੂੰ 'ਚੋਂ ਕੁਛ ਨਾ ਕੁਛ ਅੱਜ ਦੇ ਸਮੇਂ ਲਈ ਕੱਢ ਸਕਾਂਗੇ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਵਧੀਆ ਡਿਸਕਸ਼ਨ ਇੱਥੇ ਚੱਲ ਰਹੀ ਹੈ, ਇਹਨੂੰ ਚੱਲਦਾ ਰੱਖੋ। ਮੈਨੂੰ ਕਿਸੇ ਮੀਟਿੰਗ 'ਚ ਜਾਣਾ ਪੈਣਾ ਹੈ, ਪਰ ਕੋਈ ਨਿਚੋੜ ਇਹਦੇ 'ਚੋਂ ਜ਼ਰੂਰ ਕੱਢੋ ਕਿ ਆਪਾਂ ਕਰਨਾ ਕੀ ਚਾਹੁੰਦੇ ਹਾਂ, ਜਾਣਾ ਕਿਹੜੇ ਪਾਸੇ ਚਾਹੁੰਦੇ ਹਾਂ। ਧੰਨਵਾਦ ਸਰ। ਜਿਹੜੀ ਆਪਣੀ ਸਾਰੀ ਅੱਜ ਡਿਸਕਸ਼ਨ ਚੱਲੀ ਹੈ, ਉਹਦੇ 'ਚ ਇਹ ਹੋਇਆ ਵੀ ਜਿਹੜਾ ਅਰਬਨ ਤੇ ਰੂਰਲ ਦਾ ਡਿਫਰੈਂਸ਼ੀਏਟ ਕੀਤਾ ਹੈ ਵੀ ਉਹ ਗਲਤ ਹੋਏਗਾ। ਬਹੁਤ ਉਹਨੂੰ ਜਨਰਲਾਈਜ਼ ਕਰਦਾ ਬਹੁਤ ਸਾਰੀਆਂ ਚੀਜ਼ਾਂ ਤੇ ਤੁਸੀਂ ਬਹੁਤ ਸਾਰੀਆਂ ਵੈਰੀਏਸ਼ਨਸ ਬਾਰੇ ਗੱਲ ਕੀਤੀ, ਵੈਰਾਈਟੀ ਬਾਰੇ ਗੱਲ ਕੀਤੀ ਕਿ ਪਿੰਡ 'ਚ ਕਿੰਨੀ ਵੈਰਾਈਟੀ ਹੈ, ਕਿੰਨੀ ਡਾਇਵਰਸਿਟੀ ਹੈ ਨਾ। ਤਾਂ ਤੁਸੀਂ ਮਤਲਬ ਐਟ ਦੀ ਐਂਡ ਕਿਹੜੀ ਚੀਜ਼ ਤੇ ਪਹੁੰਚਦੇ ਵੀ ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ, ਇਹਨੂੰ ਸਾਰੇ ਸਮੁੱਚ ਦੇ ਨਾਲ ਸਮਝਣਾ ਚਾਹੀਦਾ ਜਾਂ ਇਹਨੂੰ ਬਹੁਤ ਪ੍ਰਸਾਈਜ਼ ਹੋ ਕੇ ਬਿਲਕੁਲ ਸਿੰਗਲ ਯੂਨਿਟ ਸਮਝਣਾ ਚਾਹੀਦਾ, ਜਾਂ ਫਿਰ ਇਹਨੂੰ ਮਤਲਬ ਵੰਡਣ ਦੇ ਤੇ ਇਹਨੂੰ ਜੋੜਨ ਦੇ ਇਸ ਖਿਆਲ ਨੂੰ ਛੱਡਣਾ ਚਾਹੀਦਾ। ਉਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਸੀਗੀਆਂ, ਮੈਂ ਸੋਚਿਆ ਮੇਰਾ ਕੰਮ ਹੋ ਗਿਆ ਖਤਮ ਕਰੀ। ਤੇ ਐਕਚੁਅਲ ਜਿਹੜਾ ਰਿਐਲਿਟੀ ਹੈਗੀ ਪਿੰਡ ਤੇ ਸ਼ਹਿਰ ਦੀ, ਉਹ ਮਤਲਬ ਆਈਸੋਲੇਟਿਡ ਨਹੀਂ ਹੈਗੇ, ਮਤਲਬ ਛੋਟੀਆਂ ਸੈਟਲਮੈਂਟ ਨੇ, ਵੱਡੀਆਂ ਸੈਟਲਮੈਂਟਸ ਹੈਗੀਆਂ, ਉਹ ਹਮੇਸ਼ਾ ਹੀ ਇੱਕ ਦੂਜੇ ਨਾਲ ਇੰਟੀਗ੍ਰੇਟਿਡ ਹੈਗੀਆਂ। ਉਹਨਾਂ ਦੀ ਜਿਹੜੀ ਇੰਟੀਗ੍ਰੇਸ਼ਨ ਦਾ ਲੌਜਿਕ ਜਿਹੜਾ ਹੈਗਾ, ਉਹ ਕੋਈ ਐਵੋਲੂਸ਼ਨਰੀ ਫਰੇਮ ਦੇ ਵਿੱਚੋਂ ਨਹੀਂ ਨਿਕਲਦਾ, ਉਸ ਕੰਟੈਕਸਟ ਦੀ ਜਿਹੜੀ ਪੋਲਿਟਿਕਸ ਹੈਗੀ, ਉਸ ਕੰਟੈਕਸਟ ਦੀ ਜਿਹੜੀ ਇਕਨੋਮੀ ਹੈਗੀ, ਉਹਦੇ ਚੋਂ ਨਿਕਲਦਾ ਹੈਗਾ। ਤੇ ਬਾਕੀ ਡਾਈਵਰਸ ਐਂਡ ਡਿਫਰੈਂਸ਼ੀਏਟਿਡ ਰੂਰਲ ਗਰੁੱਪ ਦੀ ਗੱਲ ਕਰ ਚੁੱਕੇ ਹਾਂ, ਉਹਦੇ ਬਾਕੀ ਜਿਹੜੀਆਂ ਹੋਰ ਆਈਡੈਂਟੀਟੀਜ਼ ਹੈਗੀਆਂ ਉਹ ਵੀ ਚੱਲਦੀਆਂ ਹੈਗੀਆਂ। ਜਿਹੜੀਆਂ ਵੇਜ਼ ਫਾਰਵਰਡ ਹੈਗਾ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ, ਇਹਦਾ ਜਵਾਬ ਸਵਾਲ ਦਾ ਜਿਹੜਾ ਹੈਗਾ ਉਹ ਇਹ ਹੈਗਾ ਕਿ ਇਸ ਸਵਾਲ ਦਾ ਜਵਾਬ ਵੀਸੀ ਸਾਹਿਬ ਕਹਿ ਰਹੇ ਸੀਗੇ, ਉਹ ਸਾਨੂੰ ਇੱਥੇ ਨਹੀਂ ਮਿਲਣਾ ਚਾਹੀਦਾ। ਉਹਦਾ ਜਵਾਬ ਜਿਹੜਾ ਹੈਗਾ ਉਹ ਲੋਕ ਨਿਰਧਾਰਿਤ ਕਰਨ, ਮਤਲਬ ਇੱਕ ਕਿਸੇ ਨਾ ਕਿਸੇ ਲੈਵਲ ਤੇ ਹਰ ਕੰਟੈਕਸਟ ਦੇ ਵਿੱਚ, ਹਰ ਰੀਜਨ ਦੇ ਵਿੱਚ ਹੁੰਦਾ ਕੀ ਹੈਗਾ। ਅਸੀਂ ਜਦੋਂ ਗੱਲ ਕਰਦੇ ਹਾਂ ਸੋਸ਼ਲ ਸਾਇੰਸਿਸ ਦੀ ਜਿਹੜੀ ਆਪਣੀ ਇੱਕ
ਪੋਲੀਟੀਕਲ ਰਿਸਪੌਂਸਿਬਿਲਿਟੀ ਹੈਗੀ ਉਹ ਹੈਗੀ ਸਿਟੀਜ਼ਨਸ਼ਿਪ ਦੇ ਨਾਲ ਜੁੜੀ ਹੋਈ, ਡੈਮੋਕ੍ਰੇਸੀ ਦੇ ਨਾਲ ਜੁੜੀ ਹੋਈ। ਉਸੇ ਕਰਕੇ ਅਸੀਂ ਸਵਾਲ ਰੇਜ਼ ਕਰਦੇ ਹਾਂ। ਉਸੇ ਵਾਸਤੇ ਜਿਹੜਾ ਕਿਸਾਨੀ ਅੰਦੋਲਨ ਸਵਾਲ ਰੇਜ਼ ਕਰ ਰਿਹਾ ਸੀਗਾ ਉਹ ਵੈਲਿਡ ਸਵਾਲ ਸੀਗੇ ਕਿ ਤੁਸੀਂ ਕੌਣ ਹੁੰਦੇ ਸਾਡੀ ਜ਼ਿੰਦਗੀ ਬਾਰੇ ਡਿਸਾਈਡ ਕਰਨ ਵਾਲੇ। ਐਜ਼ ਸੋਸ਼ਲ ਸਾਇੰਟਿਸਟ ਮੇਰੀ ਜਿਹੜੀ ਆਪਣੀ ਪੋਜੀਸ਼ਨ ਹੈਗੀ ਕਿ ਸਾਨੂੰ ਇਹ ਕ੍ਰਿਟੀਕਲੀ ਰਿਫਲੈਕਟ ਕਰਨਾ ਚਾਹੀਦਾ, ਚੀਜ਼ਾਂ ਗਲਤ ਕੀ ਹੈਗੀਆਂ ਸਹੀ ਕੀ ਹੈਗੀਆਂ ਉਹ ਦੱਸਣੀਆਂ ਚਾਹੀਦੀਆਂ ਹੈਗੀਆਂ, ਪਰ ਉਹ ਫਾਈਨਲ ਹੋਏਗਾ ਕਿਵੇਂ ਉਹ ਇੱਕ ਆਪਣੇ ਆਪ ਵਿੱਚ ਪੋਲੀਟੀਕਲ ਪ੍ਰੋਸੈਸ ਹੈ। ਪਰ ਉਹੀ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀਗੀ ਕਿ ਆਪਾਂ ਨੋਸ਼ਨਸ ਤੋਂ ਇੰਪੀਰਿਕਸ ਤੇ ਕਿਵੇਂ ਜਾਈਏ, ਇਹ ਬੜੀ ਜ਼ਰੂਰੀ ਚੀਜ਼ ਹੈ ਕਿ ਲੋਕਾਂ ਨੂੰ ਪਤਾ ਹੈਗਾ ਕੀ ਹੋ ਰਿਹਾ। ਲੋਕਾਂ ਦੀ ਜ਼ਿੰਦਗੀਆਂ ਵੱਖਰੀਆਂ ਵੱਖਰੀਆਂ ਹੈਗੀਆਂ। ਜਦੋਂ ਅਸੀਂ ਪਿੰਡ ਨੂੰ ਜਾ ਕੇ ਸਟੱਡੀ ਕਰਾਂਗੇ ਇੰਪੀਰੀਕਲੀ, ਸਾਨੂੰ ਜ਼ਾਤ ਬਰਾਬਰੀਆਂ ਵੀ ਦਿਖਾਈ ਦੇਣਗੀਆਂ, ਸਾਨੂੰ ਜੈਂਡਰ ਵੀ ਦਿਖਾਈ ਦੇਗਾ। ਸਾਡੇ ਕੋਲ ਸਵਾਲ ਹੋਣੇ ਚਾਹੀਦੇ ਹਨ। ਜੇ ਸਵਾਲ ਹੋਣਗੇ ਤਾਂ ਸਾਡੇ ਸਾਹਮਣੇ ਜਿਹੜੀ ਐਕਚੁਅਲ ਸੱਚਾਈ ਉਹ ਬੜੀ ਵੱਖਰੇ ਤਰੀਕੇ ਨਾਲ ਆਏਗੀ। ਮੈਂ ਤਾਂ ਜਿਹੜੀ ਜਦੋਜਹਿਦ ਹੈਗੀ ਉਸ ਨੂੰ ਕੰਪਲੈਕਸ ਕਰਨ ਦੀ ਹੈਗੀ। ਇਸ ਤੋਂ ਅੱਗੇ ਕੁਝ ਨਹੀਂ ਮੈਂ ਕਰ ਸਕਦਾ। ਇਸ ਤੋਂ ਅੱਗੇ ਮੇਰੇ ਕੋਲ ਮੈਂ ਜੇ ਜਵਾਬ ਦੇਣੇ ਸ਼ੁਰੂ ਕਰ ਦਿਆਂਗਾ ਤਾਂ ਫਿਰ ਤਾਂ ਉੱਥੇ ਪਹੁੰਚ ਜਾਵਾਂਗੇ ਵਾਪਸ ਕਿ ਹਾਂ ਵੀ ਤੁਸੀਂ ਇਹਨਾਂ ਨੂੰ ਇਸ ਸਾਈਡ ਤੇ ਲੈ ਜਾਓ, ਉਸ ਸਾਈਡ ਤੇ ਲੈ ਜਾਓ। ਹੁਣ ਸਾਰੀਆਂ ਚੀਜ਼ਾਂ ਲੋਕੀ এনवायरमेंट ਦਾ ਡਿਜ਼ਾਸਟਰ ਹੋਇਆ, ਨੈਚੁਰਲੀ ਹੋਇਆ, ਪਰ ਲੋਕਾਂ ਨੂੰ ਪਤਾ ਸੀਗਾ ਕਰ ਰਹੇ ਨੇ, ਕੋਈ ਗਲਤ ਫਹਿਮੀ ਨਹੀਂ ਕਰ ਰਹੇ ਸੀ। ਹੁਣ ਸਫਰ ਵੀ ਉਹੀ ਕਰ ਰਹੇ ਨੇ। ਕਿਸੇ ਨਾ ਕਿਸੇ ਲੈਵਲ ਤੇ ਜਦੋਂ ਤੱਕ ਇਨਵੋਲਵਮੈਂਟ ਨਹੀਂ ਹੋਏਗੀ ਲੋਕਾਂ ਦੀ, ਆਪ ਪਾਰਟਿਸਿਪੇਟ ਕਰਕੇ ਆਪ ਡਿਸਾਈਡ ਕਰਨਗੇ, ਉਹ ਫਿਰ ਕਿਸੇ ਨਾ ਕਿਸੇ ਲੈਵਲ ਤੇ ਸਾਨੂੰ ਉਹ ਬੜਾ ਮਲਟੀਪਲ ਡੀਸੈਂਟਰਲਾਈਜੇਸ਼ਨ ਕਰਨਾ ਪੈਣਾ। ਇੱਕ ਸਿੰਪਲ ਡੀਸੈਂਟਰਲਾਈਜੇਸ਼ਨ ਨਾਲ ਗੱਲ ਨਹੀਂ ਬਣਦੀ। ਪਰ ਤੁਸੀਂ ਹਰ ਬੰਦੇ ਨੂੰ ਇਨਸਾਨ ਸਮਝੋ, ਸਮਝਦਾਰ ਸਮਝੋ, ਸਿਟੀਜ਼ਨ ਸਮਝੋ, ਸਟੇਕ ਹੋਲਡਰ ਸਮਝੋ, ਉਦੋਂ ਫਿਰ ਮਤਲਬ ਉਸ ਤਰੀਕੇ ਦੇ ਨਾਲ ਫਿਰ ਇੱਕ ਨਵੇਂ ਤਰੀਕੇ ਦੇ ਨਾਲ ਸੋਚ ਸ਼ੁਰੂ ਹੋਏਗੀ, which is not possible in a seminar. Mr. Jodka, Professor Burma, Professor Rajesh, and Mr. Shingi, and then ਇਹ ਕਰਨ ਦਾ ਜੋਤਕਾ ਜੀ ਨੂੰ ਸੌਰੀ ਗੁਰਮੁਖ ਹੋਰਾਂ ਨੂੰ ਮੁਬਾਰਕ ਕਿ ਉਹਨਾਂ ਨੇ ਪੰਜਾਬੀ ਵਿਭਾਗ ਦੇ ਵਿੱਚ ਸਮਾਜ ਵਿਗਿਆਨ ਦੇ ਨੂੰ ਬੁਲਾਇਆ। ਇਹ ਅੱਛੀ ਉਪਰਾਲਾ ਹੈਗਾ। ਨਹੀਂ ਤਾਂ ਅੱਜ ਕੱਲ੍ਹ ਆਪਣੀ ਆਪਣੀ ਪਈ ਹੋਈ ਹੈ ਕਿ ਜੇ ਅਸੀਂ ਉਹਨਾਂ ਨੂੰ ਕਿਉਂ ਬੁਲਾਈਏ, ਅਸੀਂ ਪੁਰਾਣੇ ਨੂੰ ਕਿਉਂ ਬੁਲਾਈਏ, ਅਸੀਂ ਆਪਣੇ ਬੰਦੇ ਨੂੰ ਬੁਲਾਈਏ, ਸਾਡੇ ਬੰਦੇ ਪੁਰਾਣੇ ਨੇ। ਇਹ ਅੱਛਾ ਉਪਰਾਲਾ ਹੈਗਾ ਜਿਹੜਾ ਇਹਨਾਂ ਨੇ ਕੀਤਾ ਹੈ। ਮੁਬਾਰਕ ਇਹਨਾਂ ਨੂੰ ਤੇ ਜਵਾਬ ਦਿੰਦਾ। ਜੋਤਕਾ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਦਰੁਸਤ ਕਹੀਆਂ। ਪ੍ਰੋਬਲਮ ਬਾਈਨਰੀਜ਼ ਦੀ ਹੈਗੀ ਹੈ, ਲੇਕਿਨ ਬਾਈਨਰੀਜ਼ ਦੇ ਬਿਨਾਂ ਗੱਲ ਬਣਦੀ ਵੀ ਨਹੀਂ। ਇਹ ਵੀ ਪ੍ਰੋਬਲਮ ਹੈਗੀ। ਬਾਈਨਰੀਜ਼ ਨੂੰ ਅਸੀਂ ਦੋ ਤਰੀਕੇ ਨਾਲ ਦੇਖ ਸਕਦੇ ਹਾਂ, ਜਿਵੇਂ ਮੇਰੀ ਸਮਝ ਆਈ ਸੀ ਥੋੜ੍ਹੀ ਬਹੁਤੀ। ਇੱਕ ਤਾਂ ਇਹ ਹੈ ਕਿ ਬਾਈਨਰੀਜ਼ ਦਾ ਮਤਲਬ ਹੈਗਾ ਕਿ ਅਸੀਂ ਉਸ ਨੂੰ ਇੱਕ ਚੀਜ਼ ਨੂੰ ਡਿਫਾਈਨ ਕਰ ਦਈਏ ਕਿ ਵੀ ਦਿਸ ਇਜ਼ ਦਿਸ and this is not this, and we take them to be real. ਇਹ ਸੱਚ ਹੈਗਾ, ਹਕੀਕਤ ਇਹ ਹੈਗੀ ਕਿ ਜਿਵੇਂ ਅਸੀਂ ਸੋਚ ਰਹੇ ਹਾਂ ਇਹ ਹਕੀਕਤ ਵਿੱਚ ਵੀ, ਰਿਐਲਿਟੀ ਵਿੱਚ ਵੀ ਇਸੇ ਤਰ੍ਹਾਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਨਾਂ ਦਾ ਵੀ ਜੋ ਮਕਸਦ ਸੀਗਾ ਉਹਨਾਂ ਨੇ ਕਿਹਾ ਕਿ ਰੀਫਿਕੇਸ਼ਨ ਨਹੀਂ ਹੋਣੀ ਚਾਹੀਦੀ, ਕਿ ਅਸੀਂ ਜੋ ਸੋਚ ਰਹੇ ਹਾਂ, ਕੰਸੈਪਟ ਬਣਾ ਰਹੇ ਹਾਂ ਕਿਸੇ ਗੱਲ ਦਾ, ਉਸ ਨੂੰ ਅਸੀਂ ਰਿਐਲਿਟੀ ਵਿੱਚ ਉਸੇ ਤਰ੍ਹਾਂ ਨਹੀਂ ਦੇਖ ਸਕਦੇ ਜਿਵੇਂ ਅਸੀਂ ਸੋਚ ਵਿੱਚ ਦੇਖ ਰਹੇ ਹਾਂ। ਸੋ ਵੈਰੀਫਿਕੇਸ਼ਨ ਹੈਗੀ ਜੋ ਅਸੀਂ ਕਰਦੇ ਹਾਂ। ਅਤੇ ਬਹੁਤ ਸਾਰੀ ਜਿਹੜੀ ਸੋਸ਼ਲ ਸਾਇੰਸ ਹੈਗੀ ਹੈ ਅਤੇ ਬਾਕੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਵੈਰੀਫਿਕੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਔਰ ਇਸੇ ਕਰਕੇ ਪ੍ਰੋਬਲਮ ਹੋ ਜਾਂਦੀ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਗੱਲ ਅਸਲੀਅਤ ਕੁਛ ਹੋਰ ਹੁੰਦੀ ਹੈ ਅਤੇ ਗੱਲ ਅਸੀਂ ਕਿਆ ਕੁਛ ਹੋ ਰਹੇ ਹੁੰਦੇ। ਪ੍ਰੋਬਲਮ ਬਾਈਨਰੀਜ਼ ਦੀ ਨਹੀਂ ਹੈ, ਬਾਈਨਰੀਜ਼ ਹੈਗੀਆਂ ਨੇ। ਬੰਦਾ ਬੰਦਾ ਹੈਗਾ, ਔਰਤ ਔਰਤ ਹੈਗੀ, ਜੀ ਧਰਤੀ ਧਰਤੀ ਹੈ, ਅਸਮਾਨ ਅਸਮਾਨ ਹੈ, ਪਿੰਡ ਪਿੰਡ ਨੇ ਅਤੇ ਸ਼ਹਿਰ ਸ਼ਹਿਰ ਨੇ। जी बाइनरीज चाहिए नहीं, छोटा छोटा तो बड़ा बड़ा है ना। ये बाइनरीज हैगियां ने, लेकिन बाइनरीज ਨੂੰ ਅਸੀਂ ਉਹਨਾਂ ਨੂੰ ਸੈਪਰੇਟ ਨਹੀਂ ਕਰਨਾ। ਜਦੋਂ ਅਸੀਂ ਲੋਕਾਂ ਦੇ ਆਪਸ ਵਿੱਚ ਉਹਨਾਂ ਨੂੰ ਇਕੱਠੇ ਦੇ ਵਿੱਚ ਸਮੂਹ ਦੇ ਵਿੱਚ ਇੱਕ ਦੂਜੇ ਨੂੰ ਰਿਲੇਟ ਕਰਕੇ ਵੇਖਣਾ ਹੈ। ਹੁਣ ਅਨਫੋਰਚੂਨੇਟਲੀ ਗੱਲ ਕੀ ਹੋਈ ਹੈ ਅਰਬਨ ਇਸ ਕੰਟੈਕਸਟ ਵਿੱਚ ਮੈਂ ਗੱਲ ਕਰਦਾ ਕਿ ਅਸੀਂ ਪਿੰਡ ਨੂੰ ਤਾਂ ਡਿਫਾਈਨ ਕੀਤਾ ਹੀ ਨਹੀਂ। ਇਹ ਸ਼ਾਇਦ ਜਾਰੀ ਜਾਣਦੇ ਹੋਣਗੇ ਮੇਰੇ ਨਾਲ, ਮੈਂ ਘੱਟ ਪੜ੍ਹਿਆ ਜ਼ਿਆਦਾ ਜਾਣਦੇ ਵੀ ਰੂਰਲ ਨੂੰ ਡਿਫਾਈਨ ਕਿਸੇ ਨੇ ਕੀਤਾ ਹੈ, ਪਿੰਡ ਨੂੰ ਕਿਸੇ ਨੇ ਡਿਫਾਈਨ ਨਹੀਂ ਕੀਤਾ। ਉਹਨਾਂ ਨੇ ਸ਼ਹਿਰ ਨੂੰ ਡਿਫਾਈਨ ਕੀਤਾ ਹੈ। ਜੀ ਸ਼ਹਿਰ ਕੀ ਹੁੰਦਾ? ਜੋਤਕਾ ਸਾਹਿਬ ਨੇ ਦੱਸਿਆ ਸੀ ਗੱਲਾਂ, ਤਿੰਨ ਕਰੈਕਟਰਿਸਟਿਕਸ ਨੇ ਸ਼ਹਿਰ ਦੇ। ਜਿਹਦੇ ਵਿੱਚ ਇਹ ਹੋਣ ਉਹ ਸ਼ਹਿਰ ਹੈ। ਹੁਣ ਇਹਦਾ ਮਤਲਬ ਹੈ ਕਿ ਜਿਹੜੀ ਉਹ ਚੀਜ਼ ਨਹੀਂ ਹੈਗੀ ਜਿੱਥੇ ਉਹ ਪਿੰਡ ਹੈ। ਸੋ ਪਿੰਡ ਦੀ ਜਿਹੜੀ ਡੈਫੀਨੇਸ਼ਨ ਹੈਗੀ ਹੈ ਉਹ ਓਰੀਜਨਲੀ ਇਨਹੈਰੈਂਟਲੀ ਨੈਗੇਟਿਵ ਡੈਫੀਨੇਸ਼ਨ ਹੈਗੀ। ਵਾਟ ਇਜ਼ ਨਾਟ ਅਰਬਨ ਇਜ਼ ਵਿਲੇਜ। ਜਿਹੜਾ ਸ਼ਹਿਰ ਨਹੀਂ ਹੈ ਉਹ ਪਿੰਡ ਹੈ। ਪਿੰਡ 'ਚ ਖੇਤ ਵੀ ਹੈਗੇ, ਜੰਗਲ ਵੀ ਹੈਗੇ, ਟੋਪੀ ਵੀ ਹੈਗੇ, ਸਾਰਾ ਪਿੰਡ ਹੈ।
ਉਹ ਪਿੰਡ 'ਚ ਪਾ ਦਿਓ। ਸੀ ਪ੍ਰੋਬਲਮ ਜਿਹੜੀ ਹੈਗੀ ਹੈ ਇਸ ਕਿਸਮ ਦੀ ਹੈਗੀ ਕਿ ਅਸੀਂ ਪਹਿਲਾਂ ਤਾਂ ਡਿਫਾਈਨ ਕਰਦੇ ਹਾਂ। ਅੱਛਾ, ਉਹ ਡਿਫਾਈਨ ਕਰਨਾ ਵੀ ਸਾਡੀ ਇਹ ਮਜਬੂਰੀ ਹੋ ਜਾਂਦੀ ਹੈ। ਜਿਹੜੀ ਨੌਲੇਜ ਅਸੀਂ ਜਨਰੇਟ ਕਰ ਰਹੇ ਹਾਂ, ਜਿਹੜੀ ਅਸੀਂ ਨੌਲੇਜ ਜਨਰੇਟ ਕਰ ਰਹੇ ਹਾਂ, ਸਾਇੰਟੀਫਿਕ ਸਟੱਡੀਜ਼ ਕਰ ਰਹੇ ਹਾਂ, ਉਹ ਤਾਂ ਗੱਲ ਪਹਿਲਾਂ ਹੀ ਪੁੱਛਦਾ ਤੁਹਾਨੂੰ ਕਿ ਤੁਸੀਂ ਦੱਸੋ ਪਿੰਡ ਤੋਂ ਤੁਹਾਡਾ ਕੀ ਮੁਰਾਦ ਹੈਗੀ, ਸ਼ਹਿਰ ਤੋਂ ਤੁਹਾਡੀ ਕੀ ਮੁਰਾਦ ਹੈਗੀ, ਮੇਰ ਤੋਂ ਤੁਹਾਡੀ ਕੀ ਮੁਰਾਦ ਹੈਗੀ, ਫੈਮਿਨਿਜ਼ਮ ਤੋਂ ਤੁਹਾਡੀ ਕੀ ਮੁਰਾਦ ਹੈ, ਮਾਰਕਸਿਜ਼ਮ ਤੋਂ ਤੁਹਾਡੀ ਕੀ ਮੁਰਾਦ ਹੈ। ਪਹਿਲੇ ਤੁਹਾਨੂੰ ਪੁੱਛਿਆ ਡਿਫਾਈਨ ਕਰਨ ਦੀ ਗੱਲ ਕਰੋ ਕਿ ਡਿਫਾਈਨ ਕਰੋ, ਸਾਨੂੰ ਦੱਸੋ। ਅੱਛਾ, ਜਦੋਂ ਡਿਫਾਈਨ ਤੁਸੀਂ ਕਰ ਦਿੱਤਾ, ਉਹਦੀ ਤੁਹਾਡੀ ਬਾਉਂਡਰੀ ਮਾਰਕ ਹੋ ਗਈ ਜੀ। ਸੋ ਇਨ ਦ ਨੌਲੇਜ ਸਿਸਟਮ, ਹਾਲਾਂਕਿ ਸਾਨੂੰ ਇਸ ਤੋਂ ਕੌਨਸ਼ੀਅਸ ਹੋਣਾ ਚਾਹੀਦਾ ਹੈ, ਕ੍ਰਿਟੀਕਲੀ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ, ਪਰ ਲੇਕਿਨ ਅਸੀਂ ਜਦੋਂ ਮਤਲਬ ਇਸ ਪ੍ਰੋਸੈਸ 'ਚ ਪੈਂਦੇ ਹਾਂ, ਪੜ੍ਹਨ ਦੇ ਪ੍ਰੋਸੈਸ 'ਚ ਪੈਂਦੇ ਹਾਂ, ਸਿੱਖਣ ਦੇ ਪ੍ਰੋਸੈਸ 'ਚ ਪੈਂਦੇ ਹਾਂ, ਉਹਨੂੰ ਰਿਸਰਚ ਕਰਨ ਦੇ ਵਿੱਚ ਪ੍ਰੋਸੈਸ 'ਚ ਪੈਂਦੇ ਹਾਂ, ਉਹਨੂੰ ਅਪਲਾਈ ਕਰਨ ਦੀ ਪ੍ਰੋਸੈਸ 'ਚ ਪੈਂਦੇ ਹਾਂ, ਅਸੀਂ ਡੀਲਿਮਿਟ ਉਸ ਵੇਲੇ ਹੋ ਜਾਂਦੇ ਹਾਂ ਆਲਰੇਡੀ। ਅਸੀਂ ਕਨਫਾਈਨ ਕਰ ਲਿਆ ਆਪਣੇ ਆਪ ਨੂੰ ਕਿ ਇਹਨੂੰ ਫੈਮਿਨਿਜ਼ਮ ਕਹਿੰਦੇ ਨੇ, ਇਹਨੂੰ ਇਕੋਲੋਜੀ ਕਹਿੰਦੇ ਨੇ, ਇਹਨੂੰ ਐਨਵਾਇਰਨਮੈਂਟ ਕਹਿੰਦੇ ਨੇ, ਤੁਸੀਂ ਇਹਨੂੰ ਟੋਪਾ ਕਹਿੰਦੇ ਨੇ, ਇਹਨੂੰ ਝੀਲ ਕਹਿੰਦੇ ਨੇ, ਇਹਨੂੰ ਦਰਿਆ ਕਹਿੰਦੇ ਨੇ। ਅਸੀਂ ਉਸ ਵੇਲੇ ਡੀਲਿਮਿਟ ਹੋ ਜਾਂਦੇ ਹਾਂ। ਹੁਣ ਇਹ ਕੰਟਰਡਿਕਸ਼ਨ ਤਾਂ ਹੈਗੀ ਹੈ ਕਿ ਜੇ ਅਸੀਂ ਨੌਲੇਜ ਜਨਰੇਟ ਕਰ ਰਹੇ ਹਾਂ, ਉੱਥੇ ਸਾਨੂੰ ਡੈਫੀਨੇਸ਼ਨਸ ਦੇਣੀਆਂ ਪੈਣੀਆਂ ਨੇ, ਕਨਸੈਪਟ ਨੂੰ ਡਿਵੈਲਪ ਕਰਨਾ ਪੈਣਾ। ਲੇਕਿਨ ਜਦੋਂ ਅਸੀਂ ਰਿਐਲਿਟੀ ਵਿੱਚ ਆਉਂਦੇ ਹਾਂ ਤਾਂ ਉਹ ਚੀਜ਼ਾਂ ਉੱਥੇ ਫੇਲ ਹੋ ਜਾਂਦੀਆਂ ਨੇ। ਤੁਸੀਂ ਆਪ ਵੀ ਸਾਰੇ ਦੇਖ ਰਹੇ ਹੋ ਕਿ ਜੀ ਪਿੰਡ ਜਿਹੜੇ ਨੇ, ਪਿੰਡਾਂ 'ਚ ਚੰਗੀਆਂ ਗੱਲਾਂ ਵੀ ਬਹੁਤ ਹੈਗੀਆਂ ਨੇ ਤੇ ਸ਼ਹਿਰਾਂ ਦੇ ਵਿੱਚ ਮਾੜੀਆਂ ਗੱਲਾਂ ਵੀ ਬਹੁਤ ਜ਼ਿਆਦਾ ਨੇ। ਤੇ ਗਾਂਧੀ ਤੇ ਕਹਿੰਦਾ ਹੁੰਦਾ ਸੀਗਾ ਕਿ ਜਿਹੜੇ ਸ਼ਹਿਰ ਨੇ ਉਹ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ, ਉੱਥੇ ਤਾਂ ਮਾੜੀਆਂ ਚੀਜ਼ਾਂ ਹੋਣਗੀਆਂ, ਪ੍ਰੋਸਟੀਟਿਊਸ਼ਨ ਹੋਏਗੀ, ਬਿਮਾਰੀ ਹੋਏਗੀ। ਆਯੁਰਵੇਦ ਨੇ ਵੀ ਕਿਹਾ ਕਿ ਜਦੋਂ ਬੰਦਾ ਨੋਮੈਟਿਕ ਲਾਈਫ ਛੱਡ ਕੇ ਸ਼ਹਿਰਾਂ 'ਚ ਸੈੱਟ ਹੋਣਾ ਸ਼ੁਰੂ ਕਰ ਦੇਗਾ, ਉਦੋਂ ਤੋਂ ਬਿਮਾਰੀਆਂ ਉਹਦਾ ਪਿੱਛਾ ਨਹੀਂ ਛੱਡਣਗੀਆਂ। ਔਰ ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਬਿਮਾਰੀਆਂ ਡਿਸਪਾਈਟ ਸਾਇੰਸ ਆਫ ਮੈਡੀਸਨ ਜਿੰਨੀ ਤਰੱਕੀ ਕਰ ਰਹੀ ਹੈ, ਉਹਦੇ ਬਾਵਜੂਦ ਵੀ ਸਾਡੀ ਜਿਹੜੀ ਬਿਮਾਰੀਆਂ ਨੇ ਉਹਨਾਂ ਦਾ ਵੱਧ ਰਹੀਆਂ ਨੇ, ਔਰ ਦਿਨ ਬ ਦਿਨ ਨਵੀਆਂ ਬਿਮਾਰੀਆਂ ਵੱਧ ਰਹੀਆਂ ਨੇ। ਔਰ ਹੁਣ ਤਾਂ WHO ਵੀ ਕਹਿਣ ਲੱਗੇ ਕਿ ਜੀ ਇਹ ਲਾਈਫਸਟਾਈਲ ਪ੍ਰੋਬਲਮਸ ਨੇ, ਇਹ ਲਾਈਫਸਟਾਈਲ ਡਿਜ਼ੀਜ਼ਸ ਨੇ। ਡਾਕਟਰ ਵੀ ਕਹਿਣ ਲੱਗੇ ਨੇ, ਜਿਹੜੇ ਵੈਸਟਰਨ ਸਾਇੰਸ ਨੂੰ ਵੈਸਟਰਨ ਮੈਡੀਸਨ ਕਰਦੇ ਨੇ, ਉਹ ਵੀ ਕਹਿਣ ਲੱਗੇ ਨੇ ਕਿ ਜੀ ਲਾਈਫਸਟਾਈਲ ਡਿਜ਼ੀਜ਼ਸ ਨੇ। तो ਜਦੋਂ ਤੁਸੀਂ ਤੁਹਾਡਾ ਲਾਈਫਸਟਾਈਲ ਇੱਕ ਅਰਬਨ ਏਰੀਆ ਨੇ ਡਿਫਾਈਨ ਕਰ ਦਿੱਤਾ ਹੈ, ਔਰ ਅਸੀਂ ਇਹ ਸਾਡੀ ਜਿਹੜੀ ਮਾਡਲ ਆਫ ਡਿਵੈਲਪਮੈਂਟ ਹੈ, ਅਨਫੋਰਚੂਨੇਟਲੀ ਹੋਇਆ ਕੀ ਹੈਗਾ, ਜਿਹੜੀ ਯੂਰੋਸੈਂਟਰਿਕ, ਪਹਿਲਾਂ ਤਾਂ ਅਸੀਂ ਯੂਰੋਸੈਂਟਰਿਕ ਮਾਡਲ ਆਫ ਡਿਵੈਲਪਮੈਂਟ ਤੋਂ ਅਸੀਂ ਸੈਪਰੇਟ ਹੋਈਏ, ਉਹਨੂੰ ਅਸੀਂ ਕ੍ਰਿਟੀਕਲੀ ਇਵੈਲੂਏਟ ਕਰਨਾ ਸ਼ੁਰੂ ਕਰੀਏ, ਉਹਨੂੰ ਆਪਣੇ ਆਪ ਨੂੰ ਉਹਦੇ ਨਾਲ ਡਿਸੋਸ਼ੀਏਟ ਕਰੀਏ। ਜੇ ਅਸੀਂ ਉਹਨੂੰ ਆਪਣੇ ਮਾਡਲ ਆਫ ਡਿਵੈਲਪਮੈਂਟ ਨੂੰ ਡਿਸੋਸ਼ੀਏਟ ਕਰੋਗੇ, ਪਹਿਲਾਂ ਉਹਦੇ ਨਾਲ ਮਾਡਲ ਆਫ ਨੌਲੇਜ ਜਿਹੜੀ ਉਹਨਾਂ ਦੀ ਮਾਡਲ ਨੌਲੇਜ ਦਾ ਪੈਰਾਡਾਈਮ ਜਦੋਂ ਉਹਨੇ ਦਿੱਤਾ ਨਾ ਸਾਨੂੰ, ਸੋਸ਼ਲ ਸਾਇੰਸ ਸਾਰੀ ਉੱਥੋਂ ਆਈ ਹੈ, ਯੂਰੋਸੈਂਟਰਿਕ ਹੈਗੀ ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਸਾਰਾ ਕੁਝ ਹੋਏਗਾ, ਸਾਰਾ ਪੋਸਟ ਐਨਲਾਈਟਮੈਂਟ ਜੋ ਸਾਡੀ ਡਿਵੈਲਪਮੈਂਟ ਹੋ ਰਹੀ ਹੈ, ਕਲਚਰ ਦੀ ਐਂਡ ਲੈਂਗੁਏਜ ਦੀ, ਸਾਇੰਸ ਦੀ, ਉਹ ਸਾਰੀ ਹੋਈ ਹੈ। ਜੋ ਜਦੋਂ ਸਾਡੀ ਸੋਚ ਨਹੀਂ ਉਹਨਾਂ ਨੇ ਯੂਰਪੀਅਨ ਮਾਡਲ ਨੇ ਡਿਫਾਈਨ ਕੀਤੀ ਹੈ, ਔਰ ਅਸੀਂ ਇੰਨੇ ਸਾਲਾਂ ਤੋਂ ਉਹੀ ਕਰ ਰਹੇ ਹਾਂ। ਹੁਣ ਤੋਂ ਬਾਹਰ ਨਿਕਲਣਾ ਸੌਖਾ ਨਹੀਂ ਹੈ। ਮਤਲਬ ਇੰਟਰਸਟਿੰਗ ਚੀਜ਼ ਗੱਲ ਇਹ ਕਿ ਦੋ ਸਾਡੇ ਕੋਲ ਸਟ੍ਰੀਮ ਸੀਗੀਆਂ ਉਦੋਂ ਵੀ ਜੀ, ਇੱਕ ਤਾਂ ਸੀਗੀ ਇੱਕ ਕੈਪੀਟਲਿਸਟ ਸਟ੍ਰੀਮ ਸੀਗੀ, ਇੱਕ ਜਿਹਦੇ ਖਿਲਾਫ ਬਹੁਤ ਚੱਲੀ ਗੱਲ, ਇੱਕ ਸਾਡੇ ਕੋਲ ਸੋਸ਼ਲਿਸਟ ਸਟ੍ਰੀਮ ਸੀਗੀ, ਕਮਿਊਨਿਸਟ ਸਟ੍ਰੀਮ ਸੀਗੀ। ਮਾਰਕਸ ਨੇ ਵੀ ਪੈਰਿਸ ਕਮਿਊਨ ਕਰਨ ਦੀ ਗੱਲ ਕੀਤੀ ਹੈ, ਰੂਸ ਦੇ ਵਿੱਚ ਵੀ ਕਮਿਊਨ ਸੀਗੇ, ਲੇਕਿਨ ਜਿਹੜੀ ਉੱਥੋਂ ਦੀ ਮਾਰਕਸਿਜ਼ਮ ਹੈਗੀ ਹੈ ਉਹਨਾਂ ਨੇ ਉੱਥੋਂ ਕਮਿਊਨ ਵੀ ਖਤਮ ਕਰ ਦਿੱਤੇ। ਕਮਿਊਨ ਕੀ ਸੀਗਾ? ਕਮਿਊਨ ਤਾਂ ਮਤਲਬ ਆਪਾਂ ਕਮਿਊਨਿਜ਼ਮ ਜਿਹੜੀ ਹੈਗੀ ਹੈ ਉਹ ਤਾਂ ਕਮਿਊਨ ਤੋਂ ਬਣੀ ਹੈ ਨਾ। ਸਾਨੂੰ ਕਮਿਊਨਸ ਨੂੰ ਡਿਵੈਲਪ ਕਰਨ ਦੀ ਬਜਾਏ, ਰੂਸ ਦੇ ਵਿੱਚ ਕਮਿਊਨਸ ਨੂੰ ਡਿਵੈਲਪ ਕਰਨ ਦੀ ਬਜਾਏ ਉਹਨਾਂ ਨੇ ਫਿਰ ਉਹੀ ਮਾਡਲ ਆਫ ਜਿਹੜਾ ਡਿਵੈਲਪਮੈਂਟ ਹੈਗਾ ਯੂਰਪ ਦੇ ਵਿੱਚ, ਇੰਡਸਟਰੀਲਾਈਜੇਸ਼ਨ, ਵੱਡੇ ਸ਼ਹਿਰ, ਵੱਡੀਆਂ ਫੈਕਟਰੀਆਂ, ਵੱਡੇ ਇੰਸਟੀਟਿਊਸ਼ਨ, ਵੱਡੇ ਵੱਡੇ ਅਦਾਰੇ ਉਹ ਖੋਲ੍ਹੇ ਗਏ। ਜਦੋਂ ਇਹ ਸਾਰਾ ਕੁਝ ਵੱਡਾ ਵੱਡਾ ਹੋ ਜਾਏਗਾ, ਉੱਥੇ ਚੀਜ਼ਾਂ ਸਟੈਂਡਰਡਾਈਜ਼ ਹੋ ਜਾਣਗੀਆਂ, ਉੱਥੇ ਚੀਜ਼ਾਂ ਕੰਕਰੀਟਾਈਜ਼ ਹੋ ਜਾਣਗੀਆਂ, ਉੱਥੇ ਚੀਜ਼ਾਂ ਲਿਮਿਟ ਹੋਈ ਜਾਣਗੀਆਂ, ਤੇ ਤੁਹਾਡੀ ਜਿਹੜੀ ਸੋਚਣੀ ਹੈਗੀ ਇੰਡੀਪੈਂਡੈਂਟ ਸੋਚਣੀ ਉਹ ਖਤਮ ਹੋ ਜਾਏਗੀ। ਸੋ ਅਨਫੋਰਚੂਨੇਟਲੀ ਹੁਣ ਕਿੰਨੀ ਵੱਡੀ ਗੱਲ ਹੋਈ ਕਿ ਉੱਥੇ ਕਮਿਊਨਿਸਟ ਜਿਹੜੀ ਮੂਵਮੈਂਟ ਸੀਗੀ, ਉਹ ਕਮਿਊਨਿਸਟ ਮੂਵਮੈਂਟ ਦੀ ਮਾਰਕਸਿਜ਼ਮ ਜਿਹੜੀ ਸੀ ਉਹ ਵੀ ਕਮਿਊਨਿਸਟ ਮੂਵਮੈਂਟ ਨਾਲ ਜੁੜਨ ਦੀ ਬਜਾਏ, ਕਮਿਊਨ ਨੂੰ ਡਿਵੈਲਪ ਕਰਨ ਦੀ ਬਜਾਏ ਉਹ ਵੀ ਵੈਸਟਰਨ ਸਟਾਈਲ ਆਫ ਮਾਡਲ ਆਫ ਡਿਵੈਲਪਮੈਂਟ ਕਰਨ ਲੱਗੇ। ਉਹਨਾਂ ਨੇ ਮਾਸਕੋ ਵੱਡਾ ਸ਼ਹਿਰ ਬਣਾਇਆ, ਮੈਟਰੋ ਚਲਾ ਦਿੱਤੀ, ਰਾਕੇਟ ਚਲਾ ਦਿੱਤੇ। ਅਮਰੀਕਾ ਦੇ ਨਾਲ ਕੰਪੀਟੀਸ਼ਨ ਹੋ ਗਿਆ ਨਾ, ਕੰਪੀਟੀਸ਼ਨ ਉਹਨਾਂ ਦਾ ਅਮਰੀਕਾ ਨਾਲ ਹੋ ਗਿਆ। ਉੱਥੇ ਜਿਹੜੀ ਸਾਨੂੰ ਉਮੀਦ ਸੀਗੀ ਕਿ ਇਹ ਸ਼ਾਇਦ ਵੱਖਰਾ ਮਾਡਲ ਆਫ ਡਿਵੈਲਪਮੈਂਟ ਜਿਹੜੀ ਵਾਈਸ ਚਾਂਸਲਰ ਕਹਿ ਰਹੇ ਸੀ, ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕਰਨੀ ਸੀ। ਤੁਸੀਂ ਇਕਨੋਮਿਕ ਡਿਵੈਲਪਮੈਂਟ ਜ਼ਰੂਰੀ ਹੈ, ਮਟੀਰੀਅਲ ਡਿਵੈਲਪਮੈਂਟ ਜ਼ਰੂਰੀ ਹੈ। ਸਾਡੇ ਕੋਲ ਉਮੀਦ ਸੀ ਕਿ ਉਹ ਖਤਮ ਹੋ, ਉੱਥੋਂ ਵੀ ਖਤਮ ਹੋ ਗਈ। ਸੋ ਜਿਹੜੀ ਸੋਸ਼ਲਿਜ਼ਮ ਹੋਵੇ, ਕੈਪੀਟਲਿਜ਼ਮ ਹੋਵੇ, ਉਹਨਾਂ ਦਾ ਮਾਡਲ ਆਫ ਡਿਵੈਲਪਮੈਂਟ ਇੱਕੋ ਹੀ ਹੈਗਾ, ਸਿਰਫ ਕੰਟਰੋਲ ਵੱਖਰਾ ਹੈਗਾ, ਉਹਦਾ ਕੰਟਰੋਲ ਫਰਕ ਹੈਗਾ। ਅਦਰਵਾਈਜ਼
फैक्ट्रियाँ, साइज, स्काईस्क्रैपर्स, मॉल्स, एवरीथिंग सेम, कोई फर्क नहीं है। तो बीजिंग देख लो, मॉस्को देख लो, न्यूयॉर्क देख लो, मैंने नहीं लगता, मैं ज़्यादा फिर नहीं हैगा, ज़्यादा फिर नहीं, मैंने नहीं लगता कि उसमें फर्क है, ऑलमोस्ट दे आर द सेम। साढ़े नाल भी क्यों ऐसी कि साढ़े जो गल चली कि गांधी वाज ओनली वन बंदा जरा कह रहा ਸੀ ਸਾਨੂੰ ਪਿੰਡਾਂ ਜਾਣਾ ਚਾਹੀਦਾ। ਜਿਹੜੇ ਸ਼ਹਿਰ ਨੇ ਪਿੰਡਾਂ ਦੇ ਸਿਰ ਤੇ ਬਣੇ ਨੇ, ਪਿੰਡਾਂ ਚੋਂ ਸਰਪਲਸ ਨਿਕਲਿਆ, ਜੋ ਕਾ ਇਹ ਤੁਹਾਨੂੰ ਗੱਲ ਦੱਸੀ, ਪਿੰਡਾਂ ਚੋਂ ਸਰਪਲਸ ਨਿਕਲਿਆ, ਰਈਸ ਲੋਕ ਉਹ ਸ਼ਹਿਰਾਂ ਜਾ ਕੇ ਬਸ ਗਏ, ਉਹ ਆਪਣੇ ਆਪ ਨੂੰ ਕਲਚਰ ਸਿਵਲਾਈਜ਼ਡ ਰੀਚ ਕਰਦਾ। ਪਿੰਡਾਂ ਨੂੰ ਸ਼ਹਿਰਾਂ ਦੀ ਆਮਦਨੀ ਗਈ, ਠੇਕੇ ਗਏ। ਹੁਣ ਵੀ ਤੁਸੀਂ ਪੰਜਾਬ 'ਚ ਦੇਖ ਲਓ, ਹੁਣ ਵੀ ਦੇਖ ਲਓ, ਬੰਦਾ ਅਬੋਹਰ ਦਾ ਫਾਜ਼ਿਲਕਾ ਦਾ ਰਹਿਣਾ, ਚੰਡੀਗੜ੍ਹ ਦਾ ਖਰਚਾ ਸਾਰਾ ਚੰਡੀਗੜ੍ਹ ਕਰਦਾ ਹੈ। ਕਿ ਚੰਡੀਗੜ੍ਹ ਤੁਸੀਂ ਕੀ ਕਰ ਰਹੇ ਹੋ ਕਿ ਬੱਚੇ ਪੜ੍ਹਾ ਰਹੇ ਹੋ, ਜ਼ਮੀਨ ਠੇਕੇ ਤੇ ਹੈਗੀ ਹੈ। ਚੰਡੀਗੜ੍ਹ ਰਹਿਣਾ ਸਟੇਟਸ ਹੈ, ਉਹ ਫਾਜ਼ਿਲਕਾ ਰਹਿਣਾ ਸਟੇਟਸ ਨਹੀਂ, ਬਠਿੰਡੇ ਰਹਿਣਾ ਸਟੇਟਸ ਨਹੀਂ, ਅਬੋਹਰ ਰਹਿਣਾ ਸਟੇਟਸ ਨਹੀਂ, ਚੰਡੀਗੜ੍ਹ ਰਹਿਣਾ ਸਟੇਟਸ ਹੈਗਾ। ਉੱਥੋਂ ਦੀ ਜ਼ਮੀਨ ਦੀ ਕਮਾਈ ਚੰਡੀਗੜ੍ਹ ਖਰਚ ਕਰੋ। ਅਸੀਂ ਆਪਣੇ ਤੇ ਦੇਖ ਰਹੇ ਹਾਂ। ਇਹੀ ਗਾਂਧੀ ਕੀ ਕਹਿ ਰਿਹਾ ਸੀ? ਗਾਂਧੀ ਕਹਿ ਰਿਹਾ ਸੀ ਕਿ ਜਿਹੜੇ ਅਰਬਨ ਜਿਹੜੇ ਸੈਂਟਰ ਨੇ, ਤੁਸੀਂ ਉੱਥੇ ਪਿੰਡ ਉਹ ਚੀਜ਼ਾਂ ਬਣਾਉਣ ਜਿਹੜੇ ਅਰਬਨ ਵਾਲਿਆਂ ਨੂੰ ਚਾਹੀਦੀਆਂ ਨੇ, ਤਾਂ ਕਿ ਜਿਹੜੇ ਅਰਬਨ ਏਰੀਆਜ਼ ਨੇ, ਅਰਬਨ ਸੈਂਟਰ ਨੇ, ਜਿਹੜੇ ਸ਼ਹਿਰ ਬਣੇ ਨੇ, ਸ਼ਹਿਰ ਹੈਗੇ ਨੇ, ਉਹ ਪਿੰਡਾਂ ਦੇ ਉੱਪਰ ਡਿਪੈਂਡੈਂਟ ਹੋਣਗੇ। ਜੇ ਪਿੰਡਾਂ ਦੇ ਡਿਪੈਂਡੈਂਟ ਹੋਣਗੇ, ਪਿੰਡਾਂ ਦੀ ਡਿਵੈਲਪਮੈਂਟ ਤਾਂ ਹੋਏਗੀ। ਤੇ ਜੇ ਅਸੀਂ ਨਿਗਾਹ ਸ਼ਹਿਰ ਵਾਲੀ ਰੱਖਣੀ ਹੈ ਤੇ ਅਸੀਂ ਫਿਰ ਪਿੰਡਾਂ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ। ਤਾਂ ਮੈਨੂੰ ਲੱਗਦਾ ਕਿ ਹਿੰਦੁਸਤਾਨੀ ਜਿਹੜੀ ਸਾਡੀ ਰਾਜਨੀਤੀ ਨੈਸ਼ਨਲ ਮੂਵਮੈਂਟ ਸੀਗੀ, ਉਹਦੇ ਵਿੱਚ ਗਾਂਧੀ ਤੋਂ ਵੱਡਾ ਬੰਦਾ ਤਾਂ ਕੋਈ ਨਹੀਂ ਸੀ। ਔਰ ਜੇ ਉਹ ਵੀ ਇਹ ਆਪਣੇ ਇਸ ਉਪਰਾਲੇ ਦੇ ਵਿੱਚ ਜਿਹਨੂੰ ਅਸੀਂ एनवायरमेंट के नाम दे रहे हैं, पानी ਦੇ पंजाब पानी गिर रहा है, 1 मीटर हर साल पानी गिर रहा है, ਅਸੀਂ ਉਹਨੂੰ ਨਾਮ ਦੇ ਰਹੇ ਹਾਂ। ਇਕੋਲੋਜੀ ਖਰਾਬ ਹੋ ਗਈ ਹੈ, ਉਹਨੂੰ ਉਹਦਾ ਜ਼ਿੰਮੇਵਾਰ ਠਹਿਰਾ ਰਹੇ ਹਾਂ। ਸ਼ਹਿਰਾਂ 'ਚ ਬਿਮਾਰੀਆਂ ਹੋ ਗਈਆਂ ਨੇ, ਸ਼ਹਿਰਾਂ ਦੇ ਵਿੱਚ ਸਲਮ ਬਣ ਰਹੇ ਨੇ, ਹਰ ਇੱਕ ਸ਼ਹਿਰ 'ਚ ਸਲਮ ਹੈਗੇ। ਮਤਲਬ ਜਿੱਥੇ ਸ਼ਹਿਰ ਬਣੇਗਾ ਉੱਥੇ ਥੋੜਾ ਜ਼ਰੂਰ ਹੋਏਗਾ, ਉਹ ਨਾਸੂਰ ਜ਼ਰੂਰ ਹੋਏਗਾ। ਇਹ ਜਿਹੜੀ ਗੱਲ ਜਿਹੜੀ ਗਾਂਧੀ ਵਰਗੇ ਬੰਦਾ ਜਿਹੜਾ ਕਰ ਰਿਹਾ ਸੀਗਾ, ਜੇ ਉਸ ਦੀ ਵੀ ਨਹੀਂ ਸੁਣੀ ਗਈ, ਔਰ ਕਿਹਨੇ ਨਹੀਂ ਸੁਣੀ, ਜੋ ਅੰਬੇਦਕਰ ਨਹਿਰੂ ਕਹਿੰਦਾ ਸੀ, ਕਹਿੰਦੇ ਵੀ ਇਹ ਕਮਾਲ ਗਾਂਧੀ ਜੀ ਨੇ ਗਾਂਧੀ ਚਿੱਠੀ ਲਿਖੀ 1945 ਦੇ ਵਿੱਚ। ਉਹ ਕਹਿੰਦਾ ਵੀ ਮੇਰੀ ਆਹ ਸੋਚ ਹੈ ਕਿ ਤੁਸੀਂ ਪਿੰਡਾਂ ਨੂੰ ਡਿਵੈਲਪ ਕਰੋ। ਉਹ ਕਹਿੰਦਾ ਮਤਲਬ ਪਾਪਾ ਮੈਨੂੰ ਨਹੀਂ ਸਮਝ ਆਉਂਦੀ ਵੀ ਤੁਸੀਂ ਕਿਵੇਂ ਕਹਿ ਰਹੇ ਹੋ ਪਿੰਡਾਂ ਵਿੱਚ ਇੰਟੈਲੈਕਚੁਅਲ ਹੋ ਸਕਦਾ, ਇੰਟੈਲੈਕਚੁਅਲ ਡਿਵੈਲਪਮੈਂਟ ਹੋ ਸਕਦੀ ਹੈ, ਲੋਕ ਸਿਆਣੇ ਹੋ ਸਕਦੇ ਨੇ, ਇਹ ਕਿੱਦਾਂ ਹੋ ਸਕਦਾ? ਨਹਿਰੂ ਦੀ ਸੋਚ ਜਿਹੜਾ ਹਮ ਆਲਮੋਸਟ ਫਾਸਟਰ ਚਾਈਲਡ ਆਫ ਗਾਂਧੀ। ਅੰਬੇਦਕਰ ਕਹਿੰਦੇ ਕਿ ਇਹ ਡਨ ਆਫ ਵਾਇਸਿਸ, ਪਿੰਡ ਕੀ ਨੇ, ਪਿੰਡਾਂ ਨੂੰ ਤਾਂ ਖਤਮ ਕਰ ਦਿਓ, ਪਿੰਡਾਂ ਨੂੰ ਉਡਾ ਦਿਓ, ਪਿੰਡਾਂ ਦੇ ਵਿੱਚ ਡਨ ਆਫ ਵਾਇਸਿਸ ਨੇ। ਸੋ ਜਿਹੜੇ ਸਾਡੇ ਮੇਨ ਲੀਡਰ ਸੀਗੇ ਉਸ ਵੇਲੇ ਦੀ ਥਿਓਰੀਟਿਕਲ ਪੋਲੀਟੀਕਲ ਡਿਵੈਲਪਮੈਂਟ ਦੀ ਜਿਹੜੀ ਥਿਓਰੀ ਦੇ ਰਹੇ ਸੀ, ਪੋਲੀਟੀਕਲ ਮਾਡਲ ਸਾਨੂੰ ਦੇ ਰਹੇ ਸੀ, ਉਹ ਵੀ ਗਾਂਧੀ ਦੇ ਖਿਲਾਫ ਸੀ। ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਇਹੋ ਜਿਹਾ ਬੰਦਾ ਜਿਹੜੇ ਤੇ ਮੈਨੂੰ ਤਾਂ ਕੋਈ ਹਿੰਦੁਸਤਾਨ ਦੇਖਦਾ ਨਹੀਂ ਜਿਹੜਾ ਵੀ ਇਸ ਕਿਸਮ ਦੀ ਮੂਵਮੈਂਟ ਕਰ ਰਿਹਾ ਹੋਵੇ, ਜਿਹੜਾ ਕਿ ਪਿੰਡ ਨੂੰ ਡਿਵੈਲਪ ਕਰਨਾ ਚਾਹੀਦਾ ਹੈ, ਪਿੰਡ ਨੂੰ ਬਚਾਉਣਾ ਚਾਹੀਦਾ ਹੈ। ਉਹ ਲੋਕ ਦੁਖੀ ਹੋ ਕੇ ਅੱਕ ਕੇ ਪਿੰਡਾਂ ਨੂੰ ਮੁੜਨ, ਉਹ ਗੱਲ ਵੱਖਰੀ ਹੈ, ਲੇਕਿਨ ਕਿੰਨੇ ਹੋਣਗੇ? ਹਰ ਬੰਦੇ ਨੂੰ ਲਾਲਸਾ ਹੈਗਾ, ਕਿਉਂਕਿ ਸਾਡੇ ਕੋਲ ਇੱਕ ਜਿਹੜੀ ਥਿਓਰੀਟਿਕਲੀ, ਪੋਲੀਟੀਕਲੀ, ਮਟੀਰੀਅਲੀ, ਇਕਨੋਮਿਕਲੀ ਸਾਡੇ ਕੋਲ ਜਿਹੜੀ ਸਾਰੀਆਂ ਤਰ੍ਹਾਂ ਪਾਸਾਂ ਤੋਂ ਜਿਹੜਾ ਸਾਨੂੰ ਇੱਕ ਮਾਡਲ ਦਿੱਤਾ ਗਿਆ ਹੈ, ਉਹ ਕੋਈ ਦਿੱਤਾ ਗਿਆ ਕਿ ਡਿਵੈਲਪਮੈਂਟ ਇਹ ਹੁੰਦੀ ਹੈ, ਕਲਚਰ ਇਹ ਹੁੰਦਾ ਹੈ, ਸਿਵਲਾਈਜੇਸ਼ਨ ਇਹ ਹੁੰਦੀ ਹੈ। ਜੇ ਤੁਸੀਂ ਜਿਵੇਂ ਇਹਨਾਂ ਨੇ ਵੀ ਗੱਲ ਕੀਤੀ ਸੀ, ਪਟਿਆਲੇ ਵਾਲਾ ਬੰਦਾ ਚੰਡੀਗੜ੍ਹ ਜਾ ਕੇ ਰਹਿ ਕੇ ਰਾਜ਼ੀ ਹੈ, ਜੋ ਸਟੇਟਸ ਹੈ, ਚੰਡੀਗੜ੍ਹ ਵਾਲਾ ਦਿੱਲੀ ਜਾ ਕੇ ਰਾਜ਼ੀ ਹੈ, ਦਿੱਲੀ ਵਾਲਾ ਕਹਿੰਦਾ ਨਹੀਂ ਬੰਬੇ ਵਾਲਾ ਕਹਿੰਦਾ ਨਹੀਂ ਪੈਰਿਸ ਜਾਣਾ। ਜੇ ਤੁਸੀਂ ਉੱਥੇ ਰਹਿ ਰਹੇ ਹੋ ਜਾ ਕੇ, ਸਾਡੇ ਵੀ ਮਿੱਤਰ ਹੋਰਾਂ ਨੇ ਲੰਡਨ ਦੇ ਵਿੱਚ ਲਈ ਨਾ ਬਿਲਡਿੰਗਾਂ ਦੇ ਰਹਿਣ ਵਾਲੇ ਸੀ, ਸੋ ਉੱਥੇ ਜਾ ਕੇ ਰਹਿਣਾ ਸਟੇਟਸ ਹੈਗਾ, ਉੱਥੇ ਰਹਿਣਾ ਪਾਵਰ ਹੈਗਾ। ਉੱਥੇ ਜਿੰਨੀ ਦੇਰ ਅਸੀਂ ਇਸ ਫਰੇਮ ਨੂੰ, ਇਸ ਥਿੰਕਿੰਗ ਨੂੰ, ਇਸ ਮਾਡਲ ਨੂੰ ਨਹੀਂ ਬਦਲਦੇ ਤੇ ਅਸੀਂ ਬਾਈਨਰੀਜ਼ ਨੂੰ ਤਾਂ ਬਦਲ ਹੀ ਨਹੀਂ ਸਕਦੇ। ਤੇ ਬਾਈਨਰੀਜ਼ ਦਾ ਇਹ ਸਿਸਟਮ ਜਨਰੇਟ ਕਰ ਰਿਹਾ ਹੈ, ਇਹ ਸਾਡੀ ਨੌਲੇਜ ਸਿਸਟਮ ਵੀ ਜਨਰੇਟ ਕਰ ਰਿਹਾ ਹੈ, ਨੌਲੇਜ ਵੀ ਇਸ ਪਾਸੇ ਨਹੀਂ ਜਾ ਰਹੀ। ਤੁਸੀਂ ਕ੍ਰਿਟੀਕਲ ਥਿੰਕਿੰਗ ਅੱਜ ਕੱਲ੍ਹ ਤਾਂ ਲੋਕ ਮਤਲਬ ਸਿੱਧੀ ਗੱਲ ਨਹੀਂ ਕਰ ਸਕਦੇ। ਸਰਕਾਰਾਂ ਦਾ ਹਾਲ ਇਹ ਹੋ ਗਿਆ, ਸਰਕਾਰਾਂ ਦਾ ਹਾਲ ਇਹ ਹੋ ਚੁੱਕਿਆ ਕਿ ਸਿੱਧਾ ਸਰਕਾਰ ਨੂੰ ਕੋਈ ਸਵਾਲ ਨਹੀਂ ਪੁੱਛ ਸਕਦੇ। ਕ੍ਰਿਟੀਕਲ ਥਿੰਕਿੰਗ ਕਾਹਦੀ ਕਰਨੀ ਤੁਸੀਂ? ਜੀ ਜੇ ਸਵਾਲ ਪੁੱਛੋ ਤੇ ਤੁਹਾਨੂੰ ਲੀਡਰ ਦੇ ਬਾਰੇ ਪੁੱਛੋਗੇ, ਲੀਡਰ ਤੁਸੀਂ ਆਹ ਗੱਲ ਕਹੀ ਤੁਹਾਨੂੰ ਅੰਦਰ ਕਰ ਦਿੰਦੇ ਨੇ, ਉਹਦਾ ਜੋ ਦੇਖੀ ਡਾਟਾ ਲਾ ਦਿੰਦੇ ਨੇ ਤੁਹਾਡੇ। ਕ੍ਰਿਟੀਕਲ ਥਿੰਕਿੰਗ ਅਸੀਂ ਕਿੱਥੋਂ ਕਰਨੀ? ਉਹ ਯੂਨੀਵਰਸਿਟੀਆਂ ਨੂੰ ਖਤਮ ਕਰਕੇ ਲੱਗੇ ਹੋਏ ਨੇ। ਕ੍ਰਿਟੀਕਲ ਥਿੰਕਿੰਗ ਕਿੱਥੇ ਹੋ ਰਹੀ? ਅਜੇ ਨੂੰ ਰਾਹ ਕੀ ਹੋਇਆ ਹੈ ਤੁਸੀਂ ਪਿੱਛੇ ਦੇਖੇ ਨਹੀਂ, ਕਾਹਦੇ ਵਾਸਤੇ ਹੋਇਆ? ਕਿਉਂਕਿ ਇਹ ਬੰਦੇ ਕੁਝ ਸੋਚਦੇ ਨੇ, ਇਹ ਕਹਿੰਦੇ ਗਰੀਬੀ ਤੋਂ ਆਜ਼ਾਦੀ ਸੀ ਲੈਣੀ ਹੈ, ਉਹ ਕਹਿੰਦੇ ਨਹੀਂ ਜੀ ਗਰੀਬੀ ਤੋਂ ਆਜ਼ਾਦੀ ਕਿਉਂ ਲੈਣੀ ਹੈ ਤੁਸੀਂ?
ਇਹ ਤੁਸੀਂ ਤਾਂ ਸਰਕਾਰ ਦੇ ਪੈਸੇ ਤੇ ਪੜ ਰਹੇ ਹੋ, ਐਸਾ ਕਰ ਰਹੇ ਹੋ। ਮੈਂ ਕਹਿੰਦਾ ਵੀ ਜਿਹੜੀ ਸਾਡੀ ਇੱਕ ਸਟ੍ਰੀਮ ਚੱਲ ਰਹੀ ਹੈ ਇਸ ਵੇਲੇ ਗਰਾਊਂਡ ਰਿਐਲਿਟੀ ਹੈਗੀ, ਉਹ ਬਾਇਨਰੀਜ਼ ਨੂੰ ਜਨਰੇਟ ਕਰਨ ਦੇ ਲੱਗੀ ਹੋਈ ਹੈ, ਉਹ ਕੰਪਿਊਟਰਾਈਜ਼ ਕਰਨ ਦੇ ਲੱਗੀ ਹੋਈ ਹੈ। ਨਾਟ ਓਨਲੀ ਹੈ ਇੱਥੇ ਵੀ ਇਕੱਲੇ ਸਿਰਫ ਦੋ ਬੰਦੇ ਨਹੀਂ ਹੈਗੇ, ਜਿਹੜੇ ਦੋ ਬੰਦੇ ਤੁਹਾਨੂੰ ਸਾਰੇ ਰਾਜਨੀਤੀ ਵਿੱਚ ਹਿੰਦੁਸਤਾਨ ਸਿਰਫ ਦੋ ਹੀ ਬੰਦੇ ਦੇਖਦੇ ਨੇ। ਤੁਸੀਂ ਚੀਨ ਦੇਖ ਲਓ, ਤੁਸੀਂ ਰਸ਼ੀਆ ਦੇਖ ਲਓ, ਤੁਸੀਂ ਟਰਕੀ ਦੇਖ ਲਓ, ਉਹ ਸਾਰੇ ਕਹਿੰਦੇ ਨਹੀਂ ਅਸੀਂ ਜਿੰਨੀ ਦੇਰ ਤੱਕ ਮੈਂ ਮਰਾਂ ਨਾ ਉਨੀ ਦੇਰ ਤੱਕ ਮੈਂ ਪ੍ਰੈਕਟਿਸ ਨਹੀਂ ਕਰਨੀ। ਸੈਂਟਰਲਾਈਜ਼ੇਸ਼ਨ ਹੋ ਗਈ, ਸੈਂਟਰਲਾਈਜ਼ੇਸ਼ਨ, ਮੈਕਸਿਮਾਈਜ਼ੇਸ਼ਨ ਹੋ ਗਈ, ਇੱਕੋ ਥਾਂ ਤੇ ਕੰਸੈਂਟਰੇਸ਼ਨ ਹੋ ਗਈ। ਉਹ ਜਿਹੜੇ ਸਿਸਟਮਸ ਨੇ ਨਾ, ਇਹਨਾਂ ਨੂੰ ਅਸੀਂ ਮਤਲਬ ਅਨਫੋਰਚੂਨੇਟਲੀ ਇਹਨਾਂ ਦਾ ਵਿਕਟਿਮ ਬਣ ਗਏ। ਸਾਡਾ ਵੀ ਕਸੂਰ ਨਹੀਂ ਸੀ ਕਿ ਸਾਨੂੰ ਸਿਖਾਇਆ ਹੀ ਪਹਿਲਾਂ ਹੈ ਕਿ ਸਾਨੂੰ ਪੜ੍ਹਾਇਆ ਹੀ ਇਹ ਹੈ ਵੀ ਕਨਸੈਪਟ ਨੇ ਡਿਫਾਈਨ ਕਰੋ, ਫਿਰ ਕਨਸੈਪਟ ਨੂੰ ਉਹਨਾਂ ਨੂੰ ਅਪਲਾਈ ਕਰੋ। ਲੇਕਿਨ ਅਸੀਂ ਉਹਨਾਂ ਨਾਲ ਜੁੜ ਗਏ ਹਾਂ ਤੇ ਹਰ ਬੰਦਾ ਉਹਦੇ ਵਿੱਚੋਂ ਨਿਕਲ ਸਕੇਗਾ, ਇਹ ਪੋਸੀਬਲ ਨਹੀਂ, ਪੋਸੀਬਲ ਨਹੀਂ। ਮੈਂ ਜ਼ਿਆਦਾ ਨਾ ਸਮਾਂ ਲੈਂਦਾ ਹੋਇਆ, ਗੱਲ ਬੜੀ ਹੋ ਸਕਦੀ ਹੈ, ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿ ਦੂਸਰਾ ਜੀ ਨੂੰ ਮੁਬਾਰਕਬਾਦ ਦੇ ਉੱਤੇ ਆਏ, ਵਧੀਆ ਭਾਸ਼ਣ ਦਿੱਤਾ, ਦੋਨੋਂ ਹੋਰਾਂ ਨੂੰ ਪੰਜਾਬੀ ਦੇ ਭਾਸ਼ਣ ਨੂੰ ਮੁਬਾਰਕ। ਥੈਂਕ ਯੂ। ਇਸ ਤੋਂ ਪਹਿਲਾਂ ਕਿ ਡਾਕਟਰ ਰਜੇਸ਼ ਹੋਰਾਂ ਨੂੰ ਮੈਂ ਸੱਦਾ ਦੇਵਾਂ ਕਿ ਉਹ ਫਾਰਮਲ ਧੰਨਵਾਦ ਦਾ ਮਤਾ ਪੇਸ਼ ਕਰਨ ਅਤੇ ਆਪਣੀ ਗੱਲ ਵੀ ਕਹਿਣ। ਮੈਂ ਇਹ ਸੋਚ ਰਿਹਾ ਸੀਗਾ ਕਿ ਜੋਧਕਾ ਸਾਹਿਬ ਦਾ ਜਿਹੜਾ ਸਮੁੱਚਾ ਭਾਸ਼ਣ ਹੈ ਉਹਦੀਆਂ 2-3 ਡਾਈਮੈਂਸ਼ਨ ਸਾਨੂੰ ਲਾਜ਼ਮੀ ਤੌਰ 'ਤੇ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਨੇ। ਇੱਕ ਤਾਂ ਇਹ ਕਿ ਜਦੋਂ ਅਸੀਂ ਕਹਿੰਦੇ ਬਾਈਨਰੀ ਦੇ ਵਿੱਚ ਸੋਚਦੇ ਹਾਂ ਤਾਂ ਇਹ ਸਾਡੇ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ ਅਤੇ ਸਾਡੇ ਨਿਰਣਿਆਂ ਨੂੰ, ਜੱਜਮੈਂਟਸ ਨੂੰ ਅਸੀਂ ਬਣਾ ਲੈਂਦੇ ਹਾਂ ਜਿਹੜੀਆਂ ਬਣੀਆਂ ਹੋਈਆਂ ਨੇ। ਅਤੇ ਤੀਸਰੀ ਚੀਜ਼ ਇਹਨਾਂ ਦੋਵਾਂ ਦੇ ਵਿੱਚੋਂ ਨਿਕਲਦੀ ਹੈ ਜਿਹੜੀ ਪੋਲੀਟਿਕਸ ਹੈਗੀ ਆ। ਜਦੋਂ ਅਸੀਂ ਇਸ ਤੈਅਸ਼ੁਦਾ ਤਰੀਕੇ ਨਾਲ ਪਿੰਡ ਤੇ ਸ਼ਹਿਰ ਨੂੰ ਦੇਖਦੇ ਹਾਂ ਤਾਂ ਪੋਲੀਟਿਕਸ ਚੇਂਜ ਹੋ ਜਾਂਦੀ ਹੈ। ਪੋਲੀਟਿਕਸ ਦਾ ਜਿਹੜਾ ਰੂਪ ਸਾਡਾ ਚੱਲਦਾ ਪਿਆ ਉਹ ਬਹੁਤ ਜ਼ਿਆਦਾ ਨਿਰਭਰ ਕਰਦਾ ਇਸ ਡਾਈਕੋਟਮੀ ਦੇ ਉੱਪਰ ਜਾਂ ਇਸ ਬਾਈਨਰੀ ਦੇ ਉੱਪਰ ਨਿਰਭਰ ਕਰਦਾ। ਤਾਂ ਮੇਰੇ ਖਿਆਲ 'ਚ ਇਸ ਭਾਸ਼ਣ ਦੇ ਵਿੱਚ ਸਾਨੂੰ ਇਹ ਗੱਲ ਲੈ ਕੇ ਜਾਣੀ ਚਾਹੀਦੀ ਹੈ ਕਿ ਅਸੀਂ ਇਸ ਨੂੰ ਜਿਹੜੇ ਸਬੰਧਾਂ ਦੇ ਫਿਕਸ ਨਿਸ਼ਚਿਤ ਪੈਮਾਨੇ ਨੇ ਉਹਨਾਂ ਨੂੰ ਦੁਬਾਰਾ ਤੋਂ ਸੋਚੀਏ। ਜਿਹੜੀਆਂ ਜੱਜਮੈਂਟ ਅਸੀਂ ਪਿੰਡ ਤੇ ਸ਼ਹਿਰ ਬਾਰੇ ਬਣਾ ਲੈਂਦੇ ਹਾਂ ਉਹਨਾਂ ਬਾਰੇ ਦੁਬਾਰਾ ਤੋਂ ਸੋਚੀਏ। ਅਤੇ ਜਿਹੜੀ ਪੋਲੀਟਿਕਸ ਇਹਨਾਂ ਦੋਹਾਂ ਦੀ ਬਾਈਨਰੀ ਦੇ ਉੱਪਰ ਖੜੀ ਹੈ ਅਤੇ ਚੱਲ ਰਹੀ ਹੈ ਉਸ ਬਾਰੇ ਵੀ ਦੁਬਾਰਾ ਤੋਂ ਸੋਚੀਏ। ਅਤੇ ਭਾਵੇਂ ਜਿਵੇਂ ਵਰਿੰਦਰਪਾਲ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸੁਣਵਾਈ ਨਹੀਂ ਹੋ ਰਹੀ, ਫਿਰ ਵੀ ਇਸ ਤਰ੍ਹਾਂ ਦੀਆਂ ਥਾਵਾਂ ਬਚੀਆਂ ਹੋਈਆਂ ਨੇ ਜਿਨ੍ਹਾਂ 'ਚੋਂ ਪੰਜਾਬੀ ਯੂਨੀਵਰਸਿਟੀ ਇੱਕ ਥਾਂ ਹੈ ਜਿਹਦੇ ਵਿੱਚ ਅਸੀਂ ਚੀਜ਼ਾਂ ਨੂੰ ਵੰਗਾਰ ਸਕਦੇ ਹਾਂ। ਅਕੈਡੈਮਿਕਸ ਆਪਣੇ ਆਪ ਦੇ ਵਿੱਚ ਥਾਂ ਹੈ, ਭਾਵੇਂ ਕਿ ਅਕੈਡੈਮਿਕਸ ਦੇ ਉਸ ਥਾਂ ਨੂੰ ਜਾਂ ਉਸ ਨੂੰ ਇਹਨੂੰ ਮੱਕਾ ਕਿਹਾ ਜਾਂਦਾ ਸੀ ਅਕੈਡੈਮਿਕਸ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਦਾ, ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਪਰ ਹੋਰ ਛੋਟੀਆਂ-ਛੋਟੀਆਂ JNU ਪੈਦਾ ਵੀ ਹੋ ਰਹੀਆਂ ਨੇ। ਤਾਂ ਜਿਹੜਾ ਉਹਦਾ ਕਲਚਰ ਹੈ ਜਾਂ ਉਸ ਦੇ ਵਿੱਚ ਜਿਹੜਾ ਸੰਵਾਦ ਦਾ, ਆਲੋਚਨਾ ਦਾ ਕਲਚਰ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਅਤੇ ਥੋੜ੍ਹਾ ਜਿਹਾ ਮਾਣ ਵੀ ਹੈ ਕਿ ਪੰਜਾਬੀ ਯੂਨੀਵਰਸਿਟੀ ਉਸ ਤਰੀਕੇ ਨਾਲ ਇਵੋਲਵ ਹੋ ਰਹੀ ਯੂਨੀਵਰਸਿਟੀ ਵੀ ਹੈ। ਅਤੇ ਅਸੀਂ ਵਿਦਿਆਰਥੀਆਂ ਦੇ ਹਵਾਲੇ ਨਾਲ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਹੁਣ ਮੇਰੇ ਜਿਹੜੇ ਅਧਿਆਪਕ ਮਿੱਤਰ ਨੇ ਉਹ ਮਾਫ ਕਰਨਗੇ ਕਿ ਅੱਜ ਦੀ ਮਿਤੀ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਪਰਿਭਾਸ਼ਿਤ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕਰ ਰਹੇ ਨੇ। ਵਧੇਰੇ ਜਿਹੜਾ ਉਹਨਾਂ ਦਾ ਇੱਥੋਂ ਦੇ ਸੱਭਿਆਚਾਰ ਨੂੰ, ਇੱਥੋਂ ਦੇ ਸਵਾਲਾਂ ਨੂੰ, ਇੱਥੇ ਯੂਨੀਵਰਸਿਟੀ ਨੇ ਚੱਲਣਾ ਕਿਵੇਂ ਆ, ਇਸ ਗੱਲ ਦੇ ਵਿੱਚ ਉਹਨਾਂ ਦੀ ਖਾਸੀ ਸੁਣਵਾਈ ਹੈ। ਅਤੇ ਉਹ ਆਪਣੀ ਜਿਹੜੀ ਸ਼ਮੂਲੀਅਤ, ਦਖਲਅੰਦਾਜ਼ੀ ਦੇ ਨਾਲ ਇਸ ਯੂਨੀਵਰਸਿਟੀ ਨੂੰ ਇੱਕ ਖਾਸ ਦਿਸ਼ਾ ਵੀ ਦੇ ਰਹੇ ਨੇ। ਉਹ ਚੀਜ਼ਾਂ ਇਹਦਾ ਮਤਲਬ ਬਣ ਰਹੀਆਂ ਨੇ ਇੱਥੇ। ਅਤੇ ਜੇ ਉਹ ਹੁਣ ਵਿਦਿਆਰਥੀ ਡਿਫਾਈਨ ਕਰ ਰਹੇ ਨੇ ਤਾਂ ਸੰਭਵ ਹੈ ਕਿ ਉਹਨਾਂ ਦੇ ਪਿੱਛੇ ਜਿਹੜਾ ਇੱਥੋਂ ਦੀ ਅਕਾਦਮਿਕਤਾ ਦਾ ਵੀ ਰੋਲ ਹੋਊਗਾ ਅਤੇ ਉਹ ਮਿਲ ਕੇ ਇਸ ਤਰ੍ਹਾਂ ਦਾ ਆਲੋਚਨਾ ਦਾ ਸੱਭਿਆਚਾਰ, ਕਿਸੇ ਚੀਜ਼ ਦੇ ਸਵਾਲ ਕਰਨ ਦਾ, ਉਹਨੂੰ ਵੰਗਾਰਨ ਦਾ ਅਤੇ ਦਖਲਅੰਦਾਜ਼ੀ ਕਰਨ ਦਾ ਸੱਭਿਆਚਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਉਹਨੂੰ ਨਿਰੰਤਰਤਾ ਦੇ ਵਿੱਚ ਦੇਖ ਰਹੇ ਹਾਂ। ਅਤੇ ਇਹ ਭਾਸ਼ਣ ਵੀ ਉਸੇ ਲੜੀ ਦੇ ਵਿੱਚ ਸਾਨੂੰ ਇੱਕ ਤਰ੍ਹਾਂ ਨਾਲ ਹੋਰ ਪ੍ਰੇਰਨਾ ਦੇਣ ਵਾਲਾ ਭਾਸ਼ਣ ਸੀਗਾ। ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਨਾਲ ਲੈ ਕੇ ਜਾਵਾਂਗੇ। ਹੁਣ ਮੈਂ ਰਜੇਸ਼ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਉਣ ਅਤੇ ਆਪਣੀ ਟਿੱਪਣੀ ਵੀ ਕਰਨ ਅਤੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕਰਨ। ਡਾਕਟਰ ਜੋਧਕਾ ਜੀ ਦੇ ਭਾਸ਼ਣ 'ਤੇ ਟਿੱਪਣੀ ਕਰਨ ਯੋਗ ਤਾਂ ਮੈਂ ਨਹੀਂ, ਸ਼ਾਇਦ ਇਹਨਾਂ ਨੂੰ ਯਾਦ ਨਹੀਂ, ਸਾਡੇ ਕਾਮਨ ਦੋਸਤ ਹੈਗੇ ਅਤੇ ਅਸੀਂ 80ਵੀਆਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਇਕੱਠੇ ਪੜ੍ਹਦੇ ਹੁੰਦੇ ਸੀ। ਉਸ ਤੋਂ ਬਾਅਦ ਅਸੀਂ ਮਿਲੇ ਹਾਂ 90s ਮਿਲੇ ਅਸੀਂ ਚੰਡੀਗੜ੍ਹ, ਅਤੇ ਫਿਰ ਵੀ ਕਦੀ ਕਦੀ ਮੁਲਾਕਾਤ ਹੁੰਦੀ ਰਹੀ। ਇਹਨਾਂ ਦਾ ਧੰਨਵਾਦ ਕਰਨਾ ਹੀ ਕਾਫੀ ਨਹੀਂ ਹੈ ਅਤੇ ਧੰਨਵਾਦ ਲਫ਼ਜ਼ ਵੀ ਉਸ ਗੱਲ ਲਈ ਕਾਫੀ ਨਹੀਂ ਜੋ ਕੁਛ ਅੱਜ ਇਹਨਾਂ ਨੇ ਸਾਨੂੰ ਕਿਹਾ ਔਰ ਉਸ ਦਾ ਫਲ ਕੀ ਹੈ ਤੁਸੀਂ ਦੇਖ ਲਿਆ। ਬਹੁਤ ਘੱਟ ਮੌਕੇ ਹੁੰਦੇ ਆ ਕਿ ਕਿਸੇ ਭਾਸ਼ਣ ਤੋਂ ਬਾਅਦ ਇੰਨੀ ਲੰਮੀ ਚੌੜੀ ਗੱਲਬਾਤ ਹੋਏ ਔਰ ਸੰਜੀਦਾ ਗੱਲਬਾਤ ਹੋਏ ਔਰ ਇੰਨੇ ਸਵਾਲ ਪੈਦਾ ਹੋਣ ਔਰ ਇਸ ਤਰ੍ਹਾਂ ਉਹਨੂੰ ਖੋਲ੍ਹਿਆ ਜਾਏ। ਔਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜੋਧਕਾ ਜੀ ਦੇ ਕੋਈ ਵੀ ਹੈਜੀਮੋਨਿਕ
ਪੋਜੀਸ਼ਨ ਅਖਤਿਆਰ ਕਰਨ ਤੋਂ ਨਾ ਕਰ ਦਿੱਤੀ। ਜਦੋਂ ਉਹਨਾਂ ਨੇ ਕਿਹਾ ਕਿ ਕੰਪਲੀਕੇਟ ਕਰਨਾ ਮੇਰਾ ਕੰਮ ਹੈ, ਨਿਚੋੜ ਦੇਣਾ ਮੇਰਾ ਕੰਮ ਨਹੀਂ। ਇਹ ਕ੍ਰਿਟੀਕਲ ਥਿਊਰੀ ਦਾ ਔਰ ਸੈਟਲਡ ਥਾਟ ਦਾ ਫਰਕ ਹੈ। ਸੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਪ੍ਰੈਵਲੈਂਟ ਹੈਬਿਟਸ ਆਫ ਥਾਟ, ਸੋਚਣ ਦੀ ਆਦਤਾਂ ਪਈਆਂ ਹੁੰਦੀਆਂ ਔਰ ਅਸੀਂ ਸੋਚਦੇ ਨਹੀਂ ਕਿ ਅਸੀਂ ਸੋਚਦੇ ਕਿਵੇਂ ਆ, ਉਹਨਾਂ ਨੂੰ ਪਰੇਸ਼ਾਨ ਕਰਨਾ ਤੇ ਉਹਨਾਂ 'ਚ ਉਠਾ ਪਟਕ ਕਰਨਾ ਇੱਕ ਚੰਗੇ ਅਧਿਆਪਕ ਤੇ ਚੰਗੇ ਵਕਤਾ ਦੀ ਜ਼ਿੰਮੇਵਾਰੀ ਹੈ, ਜੋ ਜੋਧਕਾ ਜੀ ਨੇ ਅੱਜ ਬਹੁਤ ਖੂਬਸੂਰਤੀ ਨਾਲ ਨਿਭਾਈ। ਕਿਸਾਨਾਂ ਦੇ ਪ੍ਰਵਚਨ ਬਾਰੇ ਜੋ ਇਹਨਾਂ ਨੇ ਕਿਹਾ, ਉਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਕਾਦਮਿਕ ਪ੍ਰਵਚਨ ਦੀ ਇੱਕ ਆਪਣੀ ਚੌਧਰ ਹੈ, ਇੱਕ ਆਪਣਾ ਗਰੂਰ, ਆਪਣਾ ਘਮੰਡ ਹੈ ਕਿ ਸਾਰੀ ਅਕਲ ਸਾਡੇ ਕੋਲ ਪਈ ਹੋਈ ਹੈ। ਮੈਂ ਕਈ ਵਾਰੀ ਸੋਚਦਾ ਤੇ ਕਈਆਂ ਨੂੰ ਪੁੱਛਿਆ ਵੀ ਇਹਦਾ ਕੋਈ ਜਵਾਬ ਹੈ ਕਿ ਜਿਹੜੇ ਕਲਾਸੀਕਲ ਭਾਸ਼ਾਵਾਂ 'ਚ ਸ਼ਾਸਤਰ ਲਿਖੇ ਗਏ, ਕਿਤਾਬਾਂ ਲਿਖੀਆਂ ਗਈਆਂ, ਲੋਕਾਂ ਨੇ ਤਾਂ ਆਪਣੀ ਭਾਸ਼ਾਵਾਂ 'ਚ ਉਤਾਰ ਲਈਆਂ। ਵਾਲਮੀਕੀ ਦੀ ਰਾਮਾਇਣ ਨੂੰ ਤੁਲਸੀਦਾਸ ਨੇ ਰਾਮਚਰਿਤ ਮਾਨਸ 'ਚ ਲੈ ਆਂਦਾ, ਗੌਤਮ ਬੁੱਧ ਨੇ ਲੋਕਾਂ ਦੀ ਭਾਸ਼ਾ ਦੇ ਵਿੱਚ ਫਿਲਾਸਫੀ ਲੈ ਆਂਦੀ। ਲੋਕਾਂ ਦੀ ਸਿਆਣਪ ਨੂੰ ਕੀ ਸ਼ਾਸਤਰੀ ਕਲਾਸੀਕਲ ਭਾਸ਼ਾਵਾਂ 'ਚ ਲਿਆ ਸਕੇ? ਤਾਂ ਫਿਰ ਗਰੀਬ ਕੌਣ ਹੈ? ਜਿਹੜੇ ਆਪਣੇ ਆਪ ਨੂੰ ਅਮੀਰ ਕਹਿੰਦੇ ਉਹ ਗਰੀਬ ਸੀ। ਅਜੀਬ ਗੱਲ ਹੈ ਔਰ ਜੋਧਕਾ ਜੀ ਨੂੰ ਇਹ ਯਾਦ ਹੋਏਗੀ ਕਿ 2023 ਰੇਮੰਡ ਵਿਲੀਅਮਸ ਦੀ ਦ ਕੰਟਰੀ ਐਂਡ ਦ ਸਿਟੀ ਦਾ 50ਵਾਂ ਸਾਲ ਹੈ। ਰੇਮੰਡ ਵਿਲੀਅਮਸ ਨੇ ਕਿਸੇ ਵੇਲੇ ਸਿਟੀ ਔਰ ਵਿਲੇਜ ਦੀ ਬਾਈਨਰੀ ਨੂੰ ਅੰਗਰੇਜ਼ੀ ਸਾਹਿਤ ਦੇ ਪ੍ਰਸੰਗ ਵਿੱਚ ਵਿਚਾਰਿਆ ਸੀ। ਜੋਧਕਾ ਜੀ ਨੇ ਇਸ ਦੇਸ਼ ਦੇ ਆਮ ਲੋਕਾਂ ਦੇ ਔਰ ਐਮਪੀਰੀਕਲ ਅਪਰੋਚ ਦੇ ਆਧਾਰ ਤੇ ਇਸ ਪਾੜੇ ਨੂੰ ਦੁਬਾਰਾ ਖੋਲ੍ਹਿਆ ਹੈ, ਮਿਥ ਨੂੰ ਤੋੜਿਆ ਹੈ, ਕੰਪਲੀਕੇਟ ਕੀਤਾ ਹੈ ਔਰ ਬੇਸ਼ੱਕ ਉਹ ਸ਼ਹਿਰ ਦਾ ਸਟੀਰੀਓਟਾਈਪ ਹੈ ਜਾਂ ਪਿੰਡ ਦਾ, ਦੋਨਾਂ ਨੂੰ ਚੁਣੌਤੀ ਦਿੱਤੀ ਹੈ। ਕਿਉਂਕਿ ਪਿੰਡ ਦਾ ਰੋਮਾਂਸ ਮੇਰੇ ਖਿਆਲ ਦੇ ਵਿੱਚ ਅੱਜ ਪੰਜਾਬ ਲਈ ਔਰ ਹਿੰਦੁਸਤਾਨ ਦੀ ਸਭ ਤੋਂ ਖਤਰਨਾਕ ਰੋਮਾਂਸ ਹੈ। ਜਿਹੜੇ ਅੰਗਰੇਜ਼ੀ ਸੂਟ ਪਾ ਕੇ ਸ਼ਹਿਰਾਂ 'ਚ ਰਹਿੰਦੇ ਹੈ, ਉਹ ਅੱਜ ਵੀ ਆਪਣੇ ਪਿੰਡ ਦੀਆਂ ਕਹਾਣੀਆਂ ਹੀ ਸੁਣਾਈ ਜਾਂਦੇ ਕਿ ਪਿੰਡ ਪਿੰਡ ਹੀ ਹੁੰਦਾ, ਫਿਰ ਤੂੰ ਜਾ ਕੇ ਪਿੰਡ 'ਚ ਰਹਿ ਲੈ। ਪਿੰਡ ਨੂੰ ਤੁਹਾਡੀ ਦੇਣ ਕੀ ਹੈ? ਇਹ ਅਸੀਂ ਤਾਂ ਹੀ ਸੋਚ ਸਕਦੇ ਹਾਂ, ਅਸੀਂ ਅਗਰ ਪਿੰਡ ਦੇ ਰੋਮਾਂਸ ਤੋਂ ਬਾਹਰ ਨਿਕਲੀਏ ਤਾਂ ਹੀ ਅਸੀਂ ਪਿੰਡ ਨੂੰ ਸੁਧਾਰ ਸਕਾਂਗੇ, ਪਿੰਡ ਨੂੰ ਠੀਕ ਕਰ ਸਕਾਂਗੇ ਔਰ ਮੁੜ ਕੇ ਜਾ ਕੇ ਪਿੰਡ 'ਚ ਰਹਿਣ ਜੋਗੇ ਹੋ ਸਕਾਂਗੇ। ਉਹਦੇ ਲਈ ਇੱਕ ਨੈਤਿਕ ਜੁਰਤ ਦੀ ਲੋੜ ਹੈ। ਕਲੋਨੀਅਲ ਡਿਸਕੋਰਸਿਸ ਦੀਆਂ ਜਿਹੜੀਆਂ ਉਹ ਘਾੜਤਾਂ ਬਣੀਆਂ ਹੋਈਆਂ ਔਰ ਉਸ ਤੋਂ ਇਲਾਵਾ ਜਿਹੜਾ ਰਾਸ਼ਟਰਵਾਦ ਦੀ ਪ੍ਰਵਚਨ ਸੀ ਉਹਦੀਆਂ ਘਾੜਤਾਂ, ਜੋਧਕਾ ਜੀ ਨੇ ਦੋਨਾਂ ਨੂੰ ਚੈਲੰਜ ਕੀਤਾ ਹੈ ਤੇ ਉਹਦੇ ਖਿਲਾਫ ਕੋਈ ਜਵਾਬ ਦਿੱਤੇ ਬਗੈਰ ਇਹ ਦੱਸਿਆ ਹੈ ਕਿ ਵਿਚਾਰ ਨੂੰ ਖੋਲ੍ਹਣ ਦੇ ਫਾਇਦੇ ਕੀ ਹੁੰਦੇ। ਕਿਉਂਕਿ ਇੱਕ ਮੰਜ਼ਿਲ ਤੇ ਪਹੁੰਚਣਾ ਤੇ ਵਿਚਾਰ ਕਰਕੇ ਇੱਕ ਸਿੱਟੇ ਤੇ ਦੇਣਾ, ਇਹ ਉਹ ਥਿੰਕਿੰਗ ਹੈ ਜਿਹੜੀ ਇਹ ਕਹਿੰਦੇ ਕਿ ਅਸੀਂ ਕਿਤੇ ਸਵਰਗ ਵਿੱਚ ਪਹੁੰਚ ਜਾਵਾਂਗੇ। ਸਵਰਗ ਕਿਤੇ ਨਹੀਂ ਮਿਲਦਾ। ਸਵਾਲਾਂ ਦੇ ਵਿੱਚੋਂ ਸਵਾਲ ਹੀ ਨਿਕਲਦੇ, ਜਵਾਬ ਨਹੀਂ ਹੁੰਦੇ। ਔਰ ਨਵੀਂ ਦੁਨੀਆ ਸਵਾਲਾਂ 'ਚ ਬਣਦੀ ਹੈ, ਕੰਪਲੀਕੇਸ਼ਨ 'ਚ ਬਣਦੀ ਹੈ, ਜਵਾਬਾਂ 'ਚ ਨਹੀਂ ਬਣਦੀ। ਜਵਾਬਾਂ ਦੀ ਤਲਾਸ਼ ਦੇ ਵਿੱਚੋਂ ਫਨੈਟਿਸਿਜ਼ਮ ਨਿਕਲਦਾ ਹੈ, ਪਾਗਲਪਨ ਨਿਕਲਦਾ ਹੈ ਔਰ ਉਹ ਕੁਛ ਨਿਕਲਦਾ ਹੈ ਜਿਸ ਦੇ ਆਧਾਰ ਤੇ ਲੋਕਾਂ ਨੂੰ ਨਵੀਂ ਦੁਨੀਆ ਦੇ ਸੁਪਨੇ ਬਣਾ ਕੇ ਉਹਨਾਂ ਦੇ ਕਤਲ ਕੀਤੇ ਜਾਂਦੇ, ਉਹਨਾਂ ਦੇ ਹੱਥੋਂ ਭੋਲੇ ਭਾਲੇ ਬੰਦਿਆਂ ਦੇ ਕਤਲ ਕਰਾਏ ਜਾਂਦੇ। ਸਾਡੀ ਇਹ ਚੰਗੀ ਕਿਸਮਤ ਹੈ ਕਿ ਇਸ ਯੂਨੀਵਰਸਿਟੀ ਵਿੱਚ, ਜਿਵੇਂ ਸੁਰਜੀਤ ਜੀ ਨੇ ਕਿਹਾ, ਕਿ ਅਸੀਂ ਉਸ ਮਾਹੌਲ 'ਚ ਜੀਂਦੇ ਹਾਂ ਜਿੱਥੇ ਸਾਡੇ ਕੋਲ ਬੋਲਣ ਦੀ, ਗੱਲ ਕਰਨ ਦੀ ਆਜ਼ਾਦੀ ਹੈ। ਇਸ ਵੇਲੇ ਸਾਨੂੰ ਲੱਗਦਾ ਹੈ ਕਿ ਸਟੇਟ ਯੂਨੀਵਰਸਿਟੀ ਹੋਣਾ ਕਿੰਨਾ ਜ਼ਰੂਰੀ ਹੈ। ਅਗਰ ਸਾਰੀਆਂ ਯੂਨੀਵਰਸਿਟੀਜ਼ ਹੀ ਸੈਂਟਰ ਦੀਆਂ ਹੋਣ ਤਾਂ ਸੋਚੋ ਕਿ ਹਾਲਤ ਕੀ ਹੋਏਗੀ, ਕਿਹੜਾ ਵਿਚਾਰ ਪੈਦਾ ਹੋਏਗਾ। ਕਿ ਬਿਊਰੋਕਰੇਟ ਵਿਚਾਰ ਪੈਦਾ ਕਰਕੇ ਸਾਨੂੰ ਦਿਆ ਕਰਨਗੇ ਕਿ ਇਸ ਨੂੰ ਤੁਸੀਂ ਇਸ ਤਰ੍ਹਾਂ ਖੋਲ੍ਹਣਾ ਹੈ। ਜੋਧਕਾ ਜੀ ਦੀ ਅੱਜ ਦੀ ਗੱਲਬਾਤ 1960ਵਿਆਂ ਦੀ ਵੈਸ਼ਵਿਕ ਪੱਧਰ ਤੇ ਜੋ ਪਰਿਵਰਤਨ ਆਇਆ ਸੀ ਪੋਸਟ ਵਾਰ ਵਰਲਡ ਦਾ, ਖਾਸ ਤੌਰ ਤੇ ਜਿਹਨੂੰ ਅਸੀਂ ਪੈਰਿਸ ਨਾਲ ਆਈਡੈਂਟੀਫਾਈ ਕਰ ਦਿੰਦੇ ਹਾਂ, ਲੇਕਿਨ ਅਮਰੀਕਨ ਨਾਲ ਵੀ ਕਰਦੇ, ਹਿੰਦੁਸਤਾਨ ਨਾਲ ਵੀ ਕਰਦੇ ਹਾਂ। 70ਵਿਆਂ ਦੇ ਵਿੱਚ ਹਿੰਦੁਸਤਾਨ 'ਚ ਪਹੁੰਚਦਾ ਤੇ ਨਵੀਂ ਤਰ੍ਹਾਂ ਦਾ ਸਿਨੇਮਾ ਜਿਸ ਤਰ੍ਹਾਂ ਬਣਦਾ ਤੇ ਨਵੀਂ ਤਰ੍ਹਾਂ ਦੀ ਕਵਿਤਾ ਬਣਦੀ ਹੈ। ਉਸ ਪ੍ਰਸੰਗ 'ਚ ਦੇਖੀਏ ਤਾਂ ਜਿਹੜੇ ਵਿਦਿਆਰਥੀ ਤੇ ਫੈਕਟਰੀ ਵਰਕਰ ਪੈਰਿਸ ਦੇ ਵਿੱਚ ਉੱਠਦੇ ਹੈ, ਜਾਂ ਜਿਹੜੇ ਵਿਦਿਆਰਥੀ ਔਰ ਅਨਐਮਪਲੋਇਡ ਲੋਕ ਅਮਰੀਕਾ 'ਚ ਉੱਠਦੇ ਹੈ, ਜਾਂ ਅਨਐਮਪਲੋਇਡ ਨੌਜਵਾਨ ਹਿੰਦੁਸਤਾਨ 'ਚ ਉੱਠਦੇ ਹੈ, ਔਰ ਉਸ ਤੋਂ ਬਾਅਦ ਜੋ ਪਰਿਵਰਤਨ ਆਉਂਦਾ ਹੈ
ਮੈਂ ਉਮੀਦ ਕਰਦਾ ਕਿ ਜੋ ਕਿਸਾਨਾਂ ਦਾ ਇਹ ਪ੍ਰੋਟੈਸਟ ਸੀ, ਅੰਦੋਲਨ ਸੀ, ਉਸ ਤੋਂ ਹਿੰਦੁਸਤਾਨ ਨੂੰ ਨਹੀਂ ਤਾਂ ਕਮ ਸੇ ਕਮ ਪੰਜਾਬ ਤੇ ਪੰਜਾਬ ਦੇ ਆਲੇ ਦੁਆਲੇ ਦੇ ਖਿੱਤੇ ਨੂੰ ਇੱਕ ਨਵਾਂ ਪ੍ਰਵਚਨ ਲੈਣ ਦੇ ਲਈ ਪ੍ਰੇਰਣਾ ਮਿਲੇਗੀ ਔਰ ਇੱਕ ਨਵਾਂ ਪ੍ਰਵਚਨ ਸੰਭਵ ਹੋਵੇਗਾ ਔਰ ਉਹ ਅਕਾਦਮਿਕ ਪ੍ਰਵਚਨ ਦੇ ਵਿੱਚ ਵੀ ਪਰਿਵਰਤਨ ਲੈ ਕੇ ਆਏਗਾ। ਅਜੇ ਤੱਕ ਬਹੁਤੀ ਕੋਈ ਸੰਭਾਵਨਾ ਨਜ਼ਰ ਬੇਸ਼ੱਕ ਨਹੀਂ ਆਉਂਦੀ। ਸੋ ਇਸ ਤੋਂ ਪਹਿਲੇ ਕਿ ਮੈਂ ਹੋਰ ਧੰਨਵਾਦ ਕਰਾਂ, ਪਹਿਲੇ ਮੈਂ ਪੰਜਾਬੀ ਵਿਭਾਗ ਦਾ ਧੰਨਵਾਦ ਕਰਦਾ ਕਿ ਮੈਨੂੰ ਅੰਗਰੇਜ਼ੀ ਵਿਭਾਗ ਤੋਂ ਧੰਨਵਾਦ ਕਰਨ ਲਈ ਬੁਲਾਇਆ। ਸੋ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ। ਹੁਣ ਪੰਜਾਬੀ ਵਿਭਾਗ ਵੱਲੋਂ ਤੇ ਯੂਨੀਵਰਸਿਟੀ ਵੱਲੋਂ ਡਾਕਟਰ ਸੁਰਿੰਦਰ ਸਿੰਘ ਜੋਧਕਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹ ਸਾਡੇ ਲਈ ਇੱਕ ਰੋਸ਼ਨੀ ਲੈ ਕੇ ਆਏ ਹੈ। ਵਿਦਿਆਰਥੀਆਂ ਲਈ ਅੱਜ ਦੇ ਇਸ ਭਾਸ਼ਣ ਦਾ ਟੇਕ ਅਵੇ ਕੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਜੋਧਕਾ ਜੀ ਨੇ ਕਿਹਾ ਜੋ ਵੀ ਉਸ ਤੋਂ ਥੱਲੇ ਜੋ ਅੰਡਰ ਕਰੰਟ ਹੈ ਉਹਨਾਂ ਦਾ ਸੋਚਣ ਦਾ ਤਰੀਕਾ ਹੈ, ਜੋ ਗੱਲ ਕਹਿਣ ਦਾ ਤਰੀਕਾ, ਜੋ ਹਲੀਮੀ ਹੈ ਔਰ ਜੋ ਖੁੱਲਾਪਣ ਹੈ। ਜਿਸ ਸਮੁੰਦਰ ਦੀ ਧਾਰਾ ਤੇ ਸਵਾਰ ਹੋ ਕੇ ਉਹਨਾਂ ਨੇ ਆਪਣੀ ਕਿਸ਼ਤੀ ਤੋਰੀ ਹੈ, ਉਸ ਧਾਰਾ ਦੇ ਉੱਪਰ ਗੌਰ ਕਰਨ ਦੀ ਲੋੜ ਹੈ ਕਿ ਉਹ ਸੋਚਦੇ ਕਿਵੇਂ। ਕਿਸੇ ਵੀ ਚਿੰਤਕ ਤੋਂ ਲੈਣ ਵਾਲੀ ਗੱਲ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਇਹੀ ਹੁੰਦੀ ਹੈ ਕਿ ਉਹ ਸੋਚਦਾ ਕਿਵੇਂ, ਉਹਦੀ ਵਿਧੀ ਕੀ ਹੈ। ਉਹ ਸਾਰੀ ਵਿਧੀ ਜੋਧਕਾ ਜੀ ਨੇ ਅੱਜ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਔਰ ਰਿਸਰਚ ਸਕਾਲਰ ਇੰਨੇ ਕਾਬਿਲ ਹੈਗੇ ਨੇ ਕਿ ਉਹ ਇਸ ਵਿਧੀ ਨੂੰ ਫੜ ਲੈਣਗੇ, ਸਮਝਣਗੇ ਤੇ ਅਪਣਾਉਣਗੇ ਤੇ ਆਪਣੀ ਵਿਧੀ ਦਾ ਨਿਰਮਾਣ ਕਰਨਗੇ। ਡਾਕਟਰ ਬਰਿੰਦਰਪਾਲ ਜੀ ਨੂੰ ਹਮੇਸ਼ਾ ਦੀ ਤਰ੍ਹਾਂ ਸੁਣਨਾ ਇੱਕ ਆਪਣੇ ਆਪ 'ਚ ਆਨੰਦ ਲੈਣ ਵਾਲਾ, ਆਨੰਦ ਦੇਣ ਵਾਲੇ ਤਜਰਬਾ ਹੁੰਦਾ ਹੈ। ਅੱਜ ਬਹੁਤ ਦੇਰ ਬਾਅਦ ਉਹਨੂੰ ਸੁਣਿਆ ਤੇ ਬਹੁਤ ਆਨੰਦ ਆਇਆ। ਜਿਸ ਤਰ੍ਹਾਂ ਉਹ ਇੰਟੈਲੈਕਚੁਅਲ ਡਿਸਕੋਰਸ ਨੂੰ ਆਮ ਜ਼ਿੰਦਗੀ ਨਾਲ ਜੋੜਦੇ ਹੈ, ਇਹ ਵੀ ਆਪਣੇ ਆਪ ਦੇ ਵਿੱਚ ਸਾਡੇ ਲਈ ਉਦਾਹਰਨ ਹੈ। ਸਾਰੀ ਫੈਕਲਟੀ ਦਾ, ਜਿਹੜੇ ਲੋਕ ਇੱਥੇ ਆਏ ਔਰ ਆ ਕੇ ਕੁਝ ਚਲੇ ਗਏ, ਵਾਈਸ ਚਾਂਸਲਰ ਦਾ, ਰਿਸਰਚ ਸਕਾਲਰਸ ਦਾ, ਵਿਦਿਆਰਥੀਆਂ ਦਾ, ਸਭ ਦਾ ਪੰਜਾਬੀ ਵਿਭਾਗ ਵੱਲੋਂ ਬਹੁਤ ਬਹੁਤ ਧੰਨਵਾਦ। ਤੇ ਜੋਧਕਾ ਜੀ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ।